ਸਾਡੀ ਖਬਰ ਇਹ ਚੰਗੀ ਲੱਗੇ ਤਾਂ ਇਸ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਨਾ ਭੁੱਲਿਓ। ਡਾਕਟਰ ਸਾਹਿਬ ਕੀ ਹੈ ਇਲੈਕਟ੍ਰੋਹੋਮਿਓਪੈਥੀ? ਇਲੈਕਟ੍ਰੋਹੋਮਿਓਪੈਥੀ ਜਿਹੜਾ ਸਬਜੈਕਟ ਹੈ ਇਹ ਹਰਬਲ 100% ਹਰਬਲ ਡਿਪੈਂਡ ਸਿਸਟਮ ਹੈ। ਇਹਦੀ ਜਿਹੜੀ ਖੋਜ ਹੈ 1865 ਈਸਵੀ ਦੇ ਵਿੱਚ ਕਾਉਂਟ ਸੀਜ਼ਰ ਮੈਟੀ ਜਿਹੜੇ ਇਟਾਲੀ ਰੀਜਨ ਦੇ ਬਲੋਨੀਆ ਪ੍ਰੋਵਿੰਸ ਦੇ ਰਹਿਣ ਵਾਲੇ ਸੀਗੇ, ਉਹਨਾਂ ਨੇ ਰਿਓਲਾ ਦੇ ਅੰਦਰ ਇਹਦੀ ਜਿਹੜੀ ਖੋਜ ਕੀਤੀ ਸੀਗੀ। ਇਸ ਦੇ ਵਿੱਚ 114 ਪਲਾਂਟਸ ਯਾਨੀ 114 ਐਸੀ ਜੜੀ ਬੂਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਹਦੇ ਬੇਸਿਸ ਦੇ ਉੱਪਰ ਕੋਈ 38 ਯਾਨੀ ਕਿ 38 ਮੈਡੀਸਨ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਨੇ। ਔਰ ਇਹ ਸਾਰੀਆਂ ਮੈਡੀਸਨ ਜਿਹੜੀਆਂ ਕੁਦਰਤੀ ਸਾਡੇ ਸਰੀਰ ਦੇ ਵਿੱਚ 3 ਲੈਵਲ ਤੇ ਕੰਮ ਕਰਦੀਆਂ ਨੇ, ਜਿਹਨੂੰ ਅਸੀਂ ਬੋਲਦੇ ਹਾਂ ਫਿਜ਼ੀਕਲ ਲੈਵਲ, ਮੈਂਟਲ ਲੈਵਲ ਐਂਡ ਸਪਿਰਿਚੁਅਲ ਲੈਵਲ। ਤਿੰਨਾਂ ਚੀਜ਼ਾਂ ਦੀ ਇੱਕ ਕੰਪਲੀਟ ਹੀਲਿੰਗ ਕਰਨ ਤੋਂ ਬਾਅਦ ਹੀ ਜਿਹੜਾ ਇਹ ਸਿਸਟਮ ਹੈ ਸਾਡੀ ਬਾਡੀ ਵਿੱਚ ਇੱਕ ਕੰਪਲੀਟ ਹੋਲਿਸਟਿਕ ਅਪਰੋਚ ਟੂ ਹੈਲਥ ਪ੍ਰੋਵਾਈਡ ਕਰਵਾਉਂਦਾ ਹੈ। ਕਿਹੜੀਆਂ ਬਿਮਾਰੀਆਂ ਲਈ ਜ਼ਿਆਦਾ ਕਾਰਗਰ ਹੈ ਇਸ ਵਕਤ ਇਹ ਵੈਸੇ ਤੇ ਓਵਰਆਲ ਇੱਕ ਕੰਪਲੀਟ ਸਿਸਟਮ ਆਫ ਮੈਡੀਸਨ ਹੈ। ਇਸ ਦੇ ਵਿੱਚ ਹਰ ਪ੍ਰਕਾਰ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਜਿਹਦੇ 'ਚ ਅਸੀਂ ਅਦਰਵਾਈਜ਼ ਦੂਜੇ ਸਿਸਟਮ ਵਿੱਚ ਜਿਹੜੇ ਬਿਮਾਰੀਆਂ ਵਾਸਤੇ ਇੱਕ ਡਾਕਟਰ ਜਿਹੜੇ ਸਰਜਰੀ ਅਪਲਾਈ ਕਰਦੇ ਨੇ, ਅਸੀਂ ਵਿਦਆਊਟ ਸਰਜਰੀ ਇਹ ਨੋਨ ਸਰਜੀਕਲ ਟ੍ਰੀਟਮੈਂਟ ਆਫ ਸਿਸਟਮ ਹੈ। ਇਸ ਦੇ ਵਿੱਚ ਅਸੀਂ ਐਸੀ ਬਿਮਾਰੀਆਂ ਜਿਵੇਂ ਤੁਹਾਡਾ ਲਿਵਰ ਕੈਂਸਰ ਹੋ ਗਿਆ, ਕਿਡਨੀ ਫੇਲੀਅਰ ਹੋ ਗਿਆ, ਹਾਰਟ ਅਟੈਕਸ ਹੋ ਗਏ, ਬ੍ਰੇਨ ਟਿਊਮਰ ਹੋ ਗਿਆ, ਫਿਰ ਸਾਡੇ ਫਾਈਬਰੋਇਡਸ ਯਾਨੀ ਕਿ ਜਿਹੜੀਆਂ ਬੱਚਾਦਾਨੀ ਰਸੋਲੀਆਂ ਹੋ ਗਈਆਂ, ਪੱਥਰੀਆਂ ਹੋ ਗਈਆਂ, ਇਹ ਸਾਰੀ ਕਿਸਮ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਬਿਨਾਂ ਚੀਰ ਫਾੜ ਤੋਂ ਅਸੀਂ ਮੈਡੀਸਨ ਦੇ ਮਾਧਿਅਮ ਦੇ ਨਾਲ ਹੀ ਕਰਦੇ ਹਾਂ। ਸਭ ਤੋਂ ਅੱਛੀ ਗੱਲ ਇਹ ਹੈ ਕਿ ਇਹਨਾਂ ਮੈਡੀਸਨ ਦਾ ਜਿਹੜਾ ਸਾਈਡ ਇਫੈਕਟ ਉਹ 0% ਹੈ, ਕਿਉਂਕਿ ਜਿਹੜਾ ਇਹ ਮੈਡੀਸਨ ਬਣਾਉਣ ਦਾ ਤਰੀਕਾ ਟੈਕਨੀਕ ਹੈ ਉਹਨੂੰ ਅਸੀਂ ਬੋਲਦੇ ਹਾਂ ਸਪੈਜਰੀਕਲ ਕੋਹੋਵੇਸ਼ਨ। ਸਪੈਜਰੀਕਲ ਕੋਹੋਵੇਸ਼ਨ ਇੱਕ ਇਹੋ ਜਿਹੀ ਵਿਧੀ ਹੈ, ਦਵਾਈ ਪਲਾਂਟ ਤੋਂ ਮੈਡੀਸਨ ਐਕਸਟ੍ਰੈਕਟ ਕਰਨ ਦੀ ਜਿਹੜੀ ਉਹ ਵਿਧੀ ਹੈ, ਜਿਹਦੇ 'ਚ ਅਸੀਂ ਅਗਰ ਸਿੰਪਲ ਇੱਕ ਐਗਜ਼ਾਮਪਲ ਪਾਣੀ ਵੀ ਉਹਦੇ ਜਿਹੜਾ ਯੂਜ਼ ਕੀਤਾ ਜਾਂਦਾ ਸਿੰਪਲ ਵਾਟਰ, ਉਹ ਵੀ ਆਪਣੇ ਲਾਸਟ ਸਟੇਜ ਤੱਕ ਪਹੁੰਚਦੇ 21 ਵਾਰ ਡਿਸਟਿਲੇਟ ਕੀਤਾ ਜਾਂਦਾ ਹੋ ਜਾਂਦਾ ਹੈ। ਔਰ ਇੰਨਾ ਕੁ ਪਿਊਰੀਫਾਈਡ ਸਿਸਟਮ ਹੈ। ਇਹਦੇ 'ਚ ਕੀ ਹੈ ਕਿ ਅਸੀਂ ਜਦੋਂ ਕੋਈ ਮੈਡੀਸਨ ਕਿਸੇ ਪੇਸ਼ੈਂਟ ਨੂੰ ਦਿੰਦੇ ਹਾਂ ਤਾਂ ਪੇਸ਼ੈਂਟ ਦਾ ਸਭ ਤੋਂ ਵੱਡਾ ਪਹਿਲਾ ਕੁਐਸਚਨ ਇਹੀ ਹੁੰਦਾ ਕਿ ਸਰ ਇਹਨਾਂ ਦਵਾਈਆਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ। ਅਸੀਂ ਤੁਹਾਨੂੰ 100% ਦਾਅਵੇ ਨਾਲ ਬੋਲਦੇ ਪਏ ਹਾਂ, ਇਲੈਕਟ੍ਰੋਹੋਮਿਓਪੈਥਿਕ ਸਿਸਟਮ ਜਿਹੜਾ 100% ਸਾਈਡ ਇਫੈਕਟਲੈਸ ਸਿਸਟਮ ਹੈ। ਗੁੱਡ ਇੰਪੈਕਟ ਇਹਦੇ ਕੀ ਹੋ ਸਕਦੇ ਨੇ, ਇਹ ਜਦੋਂ ਅਸੀਂ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ, ਜਦੋਂ ਅਸੀਂ ਪੇਸ਼ੈਂਟ ਨੂੰ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਪੇਸ਼ੈਂਟ ਹੈ ਇਹਨੂੰ ਅਸੀਂ ਗੁੱਡ ਇਫੈਕਟ ਕਿੰਨਾ ਕੁ ਦੇ ਸਕਦੇ ਹਾਂ। ਬਟ ਜਿਹੜਾ ਪਿਛਲਾ ਮੇਰਾ ਲਾਸਟ 34 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਇਹ ਬੋਲਦਾ ਵਾ ਕਿ ਅਸੀਂ 99% ਜਿਹੜੇ ਬਿਮਾਰੀਆਂ ਨੂੰ ਇੱਕ ਬਾਈ ਰੂਟ ਕੇਅਰ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਦੇ ਮੁਤਾਬਿਕ ਅਸੀਂ ਜਿਹੜੇ ਉਹਦੀ ਆਪਣੀ ਸਫਲਤਾ ਹਾਸਲ ਕਰ ਸਕਦੇ ਹਾਂ। ਇਹਦੇ ਖਰਚ ਦੀ ਗੱਲ ਕਰੀਏ, ਕਿੰਨਾ ਕੁ ਮਹਿੰਗਾ ਇਹ ਇਲਾਜ ਹੈ? ਇਸ ਦਾ ਖਰਚ ਤੁਸੀਂ ਇੱਕ ਐਗਜ਼ਾਮਪਲ ਮੈਂ ਲਵਾਂਗਾ। ਇੱਕ ਮੈਂ ਸਪੈਸ਼ਲ ਅਸੀਂ ਇੱਕ ਡਾਟਾ ਤਿਆਰ ਕੀਤਾ ਸੀਗਾ। ਅਸੀਂ ਕਿਡਨੀ ਫੇਲੀਅਰ ਯਾਨੀ ਜਿਹੜਾ ਸਾਡਾ CKD ਕਰੋਨਿਕ ਕਿਡਨੀ ਡਿਜ਼ੀਜ਼ ਦੇ ਉੱਪਰ ਅਸੀਂ ਇੱਕ ਡਾਟਾ ਤਿਆਰ ਕੀਤਾ। ਫਾਰ ਐਗਜ਼ਾਮਪਲ ਮੇਰੇ ਪਾਸ ਇੱਕ ਪੇਸ਼ੈਂਟ ਸੀਗਾ, ਉਹਦਾ ਇੱਕ ਮਤਲਬ ਕਿ ਗੁਰਦਾ ਜਿਹੜਾ ਉਹ ਟ੍ਰਾਂਸਪਲਾਂਟੇਸ਼ਨ ਵਾਸਤੇ ਡਾਕਟਰ ਨੂੰ ਬੋਲ ਚੁੱਕੇ ਸੀਗੇ, ਅਤੇ ਜਦੋਂ ਉਹਨਾਂ ਦਾ ਪੂਰਾ ਡਾਕਟਰ ਨੇ ਇੱਕ ਬਿਊਰਾ ਬਣਾ ਕਰਕੇ ਦਿੱਤਾ ਸੀਗਾ, ਉਹਨੇ 12 ਤੋਂ 15 ਲੱਖ ਰੁਪਏ ਦੇ ਵਿੱਚ ਇੱਕ ਮਿਨੀਮਮ ਅਮਾਊਂਟ ਦੱਸਿਆ ਸੀਗਾ। ਸਰ ਉਹੀ ਪੇਸ਼ੈਂਟ ਜਦੋਂ ਮੇਰੇ ਅੰਡਰ ਟ੍ਰੀਟਮੈਂਟ ਆਉਂਦਾ ਹੈ, ਮੈਂ ਉਹਦੀ ਲਗਭਗ 6 ਤੋਂ 7 ਮਹੀਨੇ ਟ੍ਰੀਟਮੈਂਟ ਜਿਹੜੀ ਉਹ ਕੀਤੀ ਹੈ। ਪਹਿਲਾ ਪੁਆਇੰਟ ਤਾਂ ਇਹ ਕਿ ਅਸੀਂ ਨੋਨ ਸਰਜੀਕਲ ਸਿਸਟਮ ਆਫ ਟ੍ਰੀਟਮੈਂਟ ਹੈ। ਜਦੋਂ ਉਹਦਾ ਅਸੀਂ ਟ੍ਰੀਟਮੈਂਟ 6 ਤੋਂ 7 ਮਹੀਨੇ ਦਾ ਅਸੀਂ ਕੀਤਾ, ਹਾਰਡਲੀ 1 ਮਹੀਨੇ ਵਿੱਚ 7 ਤੋਂ ਲੈ ਕਰਕੇ 10,000 ਰੁਪਏ ਤੱਕ ਦੀ ਮੈਡੀਸਨ CKD ਵਿੱਚ ਅਸੀਂ ਉਹਨੂੰ ਦਿੱਤੀ ਹੈ। ਯਾਨੀ ਕਿ 7 ਤੋਂ 8 ਮਹੀਨਿਆਂ ਦੇ ਵਿੱਚ ਉਹਦਾ 70 ਤੋਂ 80,000 ਰੁਪਇਆ ਖਰਚਾ ਆਇਆ। ਕਿੱਥੇ 15 ਲੱਖ ਰੁਪਇਆ, 10 ਤੋਂ 15 ਲੱਖ ਰੁਪਇਆ, ਕਿੱਥੇ 70 ਤੋਂ 80,000 ਰੁਪਇਆ। ਤੁਸੀਂ ਆਪਣੇ ਆਪ ਹੀ ਕੰਪੈਰੀਜ਼ਨ ਕਰ ਸਕਦੇ ਹੋ ਕਿ ਇਲੈਕਟ੍ਰੋਪੈਥਿਕ ਸਿਸਟਮ ਨਾ ਕੇਵਲ ਸਸਤਾ ਹੈ, ਬਲਕਿ ਮੈਂ ਇਹ ਵੀ ਕਹਿ ਸਕਦਾ ਇੰਨਾ ਕੁ ਐਫੀਸ਼ੀਐਂਟ ਹੈ ਕਿ ਜਦੋਂ ਅਸੀਂ ਸਰਜਰੀ ਕਰ ਦਿੰਦੇ ਹਾਂ, ਤੁਸੀਂ ਟ੍ਰਾਂਸਪਲਾਂਟੇਸ਼ਨ ਵੀ ਅਗਰ ਜਾਂਦਾ ਉਹ ਪੇਸ਼ੈਂਟ, ਤਦ ਵੀ ਡਾਕਟਰ ਤੁਹਾਨੂੰ ਦੱਸਣਗੇ ਇਹਦੀ ਜਿਹੜੀ ਲਾਈਫ ਹੈ ਕਿਡਨੀ ਦੀ, ਜਿਹੜਾ ਰਿਪਲੇਸ ਕਿਡਨੀ ਹੈ ਉਹਦਾ ਜਿਹੜਾ ਲਾਈਫ ਹੈ ਉਹ ਨੋਟ ਮੋਰ ਦੈਨ 10 ਈਅਰ, ਯਾਨੀ ਕਿ 10 ਸਾਲ ਤੱਕ ਵੀ ਉਹ ਜੇ ਤੁਸੀਂ ਪੂਰੀ ਦੇਖਭਾਲ ਕਰੋਗੇ ਆਪਣੀ ਆਪ ਦੇ ਸਰੀਰ ਨੂੰ, ਖਾਣ ਪੀਣ ਦਾ ਤੁਸੀਂ ਆਪਣੇ ਪੂਰਾ ਖਿਆਲ ਰੱਖੋਗੇ, ਰੱਖ ਰਖਾਵ ਵਧੀਆ ਹੋਏਗਾ, ਤਾਂ ਤੁਹਾਡਾ ਜਿਹੜਾ ਉਹ ਸਿਸਟਮ 10 ਸਾਲ ਵਾਸਤੇ ਕਿਡਨੀ ਕੱਢੂਗੀ। ਅਦਰਵਾਈਜ਼ ਅਸੀਂ ਮੋਰ ਓਵਰ 70% ਕੇਸਿਸ ਦੇਖਿਆ 3 ਤੋਂ 4 ਸਾਲ ਤੋਂ ਬਾਅਦ ਉਹਨਾਂ ਨੂੰ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ। ਮੇਰੇ ਪਾਸ ਇੱਕ ਇਹੋ ਜਿਹਾ ਕੇਸ ਸੀਗਾ ਜਿਹੜਾ 96 ਦੇ ਵਿੱਚ ਉਹਦਾ ਟ੍ਰੀਟਮੈਂਟ ਸਟਾਰਟ ਕੀਤਾ ਸੀਗਾ। ਤਦੋਂ ਉਹਨੂੰ ਬੋਲਿਆ ਗਿਆ ਸੀ, ਪੇਸ਼ੈਂਟ ਨੂੰ ਦੱਸਿਆ ਗਿਆ ਕਿ ਤੁਹਾਡੀ ਜਿਹੜੀ ਏਜ ਹੈ ਨੋਟ ਮੋਰ ਦੈਨ 5 to 6 ਵੀਕ। ਉਹ ਪੇਸ਼ੈਂਟ, ਉਹ ਜਿਹੜੀ ਮਾਤਾ ਸੀਗੀ ਉਹਦੀ ਉਮਰ ਸੀ ਉਸ ਟਾਈਮ 65 ਸਾਲ।
ਇਹ ਲਾਸਟ 2021 ਦੇ ਵਿੱਚ ਉਸ ਪੇਸ਼ੈਂਟ ਨੂੰ ਇੱਕ ਨੈਚੁਰਲ ਡੈਥ ਦੇ ਵਿੱਚ, ਜਦੋਂ ਉਹਦੀ ਏਜ ਮੋਰ ਦੈਨ 90 ਪਲੱਸ ਦੇ ਵਿੱਚ ਆ ਚੁੱਕੀ ਸੀਗੀ, ਤਦ ਉਹਦੀ ਜਿਹੜੀ ਉਹ ਡੈਥ ਹੋਈ ਹੈ। ਔਰ ਪੂਰੇ ਜੀਵਨ ਕਾਲ ਦੇ ਵਿੱਚ ਉਹਨੂੰ ਦੁਬਾਰਾ ਪਲਟ ਕੇ ਕਦੀ ਕਿਡਨੀ ਦੀ ਪ੍ਰੋਬਲਮ ਨਹੀਂ ਹੋਈ। ਕਿੱਥੇ ਇੱਕ ਟ੍ਰਾਂਸਪਲਾਂਟੇਸ਼ਨ ਤੋਂ ਬਾਅਦ ਡਾਕਟਰ ਜਿਹੜਾ ਮੇਨ ਰਿਕਮੈਂਡੇਸ਼ਨ ਦਿੰਦੇ ਕਿ 10 ਸਾਲ ਤੋਂ ਬਾਅਦ ਇਹਦੇ 'ਚ ਪ੍ਰੋਬਲਮ ਆਉਣ ਦੇ ਚਾਂਸਸ ਹੋ ਸਕਦੇ ਆ, ਕਿੱਥੇ ਇਲੈਕਟ੍ਰੋਪੈਥਿਕ ਸਿਸਟਮ ਨਾਲ ਉਹ ਪੇਸ਼ੈਂਟ ਅੱਛਾ ਹੋਇਆ ਤੇ ਉਹ 90 ਸਾਲ ਪਲੱਸ ਦੀ ਉਮਰ 'ਚ ਹੋ ਕਰਕੇ ਇੱਕ ਨੈਚੁਰਲ ਡੈਥ ਦੇ ਵਿੱਚ ਗਿਆ, ਪਰ ਉਹਨੇ 21 ਸਾਲ ਆਪਣੇ ਆਪ ਦੇ ਲਾਈਫ ਦੇ ਇੰਨੇ ਕੁ ਵਧੀਆ ਕੱਟੇ ਕਿ ਜਿਹਨੂੰ ਉਹਨੂੰ ਕੋਈ ਕਿਸੇ ਤਰੀਕੇ ਦੀ ਕੋਈ ਕੰਪਲਿਕੇਸ਼ਨ, ਇੰਨਾ ਕੁ ਐਫੀਕੇਸ਼ੀਅਸ ਪਲੱਸ ਇੰਨਾ ਕੁ ਇਹ ਐਕਸਪੈਂਸ ਜਿਹੜਾ ਬੇਸਿਸ ਇੱਕ ਇਕੋ ਐਕਸਪੈਂਸ ਸਿਸਟਮ ਹੈ, ਇਹਦੇ 'ਚ ਬਹੁਤ ਘੱਟ ਖਰਚੇ 'ਚ ਅਸੀਂ ਬਹੁਤ ਵੱਡੀਆਂ ਬਿਮਾਰੀਆਂ ਨੂੰ ਵੀ ਜਿਹੜਾ ਠੀਕ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਵਿੱਚ क्षमता ਹੈ। ਕਿੰਨੇ ਕੁ ਮਰੀਜ਼ ਆਪਾਂ ਹੁਣ ਤੱਕ ਠੀਕ ਕਰ ਚੁੱਕੇ ਹਾਂ ਕਿ ਅੱਟਾ ਸੱਟਾ ਕਰਨਾ ਹੋਵੇ? ਅਗਰ ਮੈਂ ਸਿਰਫ ਇਕੱਲੇ ਆਪਣੀ ਗੱਲ ਕਰਾਂ, ਮੈਂ 86-87 ਦੇ ਵਿੱਚ ਪ੍ਰੈਕਟਿਸ 'ਚ ਆਇਆ ਸੀਗਾ। ਹੁਣ ਤੱਕ ਮੋਰ ਦੈਨ 7.5 ਲੱਖ ਪੇਸ਼ੈਂਟ ਜਿਹੜੇ ਮੈਂ ਉਹ ਪਿਛਲੇ 30 ਤੋਂ 32 ਸਾਲ ਦੇ ਵਿੱਚ ਦੇਖ ਚੁੱਕਿਆ, ਰਾਈਟ। ਅਗਰ ਅਸੀਂ ਪੂਰੇ ਆਪਣੇ ਗਰੁੱਪ ਦੀ ਗੱਲ ਕਰੀਏ ਤੇ ਅੱਜ ਤੁਹਾਡੇ ਇਕੱਲੇ ਪੰਜਾਬ ਦੀ ਅਗਰ ਗੱਲ ਕਰੀਏ ਤੇ ਪੰਜਾਬ 'ਚ ਸਾਡੇ ਇਸ ਸਿਸਟਮ ਦੇ ਤਹਿਤ ਮੋਰ ਦੈਨ 1000 ਦੇ ਕਰੀਬ ਸਾਡੇ ਜਿਹੜੇ ਕਲੀਨਿਕ ਹੈ। ਅਗਰ ਔਨ ਐਂਡ ਐਵਰੇਜ ਅਸੀਂ ਦੇਖੀਏ ਤਾਂ ਅੱਜ ਕਰੋੜ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ 'ਚ ਪੇਸ਼ੈਂਟ ਪਿਛਲੇ 15 ਤੋਂ 20 ਸਾਲ ਦੇ ਵਿੱਚ ਦੇਖ ਚੁੱਕੇ ਹਾਂ। ਪਲੱਸ ਉਹਦੇ ਸਭ ਤੋਂ ਅੱਛਾ ਪੁਆਇੰਟ ਇਹੀ ਹੈ, ਨੰਬਰ ਆਫ ਪੇਸ਼ੈਂਟ ਤਾਂ ਜਿਹੜੇ ਹੈ ਸੋ ਹੈ ਹੀ ਹੈ, ਪਰ ਉਹਨਾਂ 'ਚੋਂ ਅੱਜ ਤੱਕ ਇੱਕ ਵੀ ਕੇਸ, ਜਿੰਨੇ ਵੀ ਸਾਡੇ ਪਾਸ ਕ੍ਰਿਟੀਕਲ ਕੇਸ ਵੀ ਆਏ ਨੇ, ਇੱਕ ਵੀ ਕੇਸ ਮੋਰਟੈਲਿਟੀ ਯਾਨੀ ਕਿ ਡੈਥ ਦਾ ਸਾਡੇ ਪਾਸ ਰਿਪੋਰਟ ਨਹੀਂ ਹੋਇਆ। ਯਾਨੀ ਕਿ ਜਿਨ੍ਹਾਂ ਦਾ ਇੱਕ ਕਿਸਮ ਦਾ ਡਾਕਟਰ ਨੇ ਟਾਈਮ ਲਿਮਿਟ ਵੀ ਫਿਕਸ ਕੀਤੀ ਹੋਈ ਸੀ, ਨਹੀਂ 4 ਮਹੀਨੇ 6 ਮਹੀਨੇ 4 ਦਿਨ ਹਫਤਾ 10 ਦਿਨ, ਉਹ ਪੇਸ਼ੈਂਟ ਨੂੰ ਵੀ ਅਸੀਂ ਏਜ ਅਨਹਾਂਸ ਹੁੰਦੇ ਹੋਏ ਦੇਖਿਆ। ਉਹ ਵੀ ਜਿਹਨੂੰ ਮਤਲਬ ਫਾਰ ਐਗਜ਼ਾਮਪਲ ਇੱਕ ਕੈਂਸਰ ਦਾ ਪੇਸ਼ੈਂਟ ਅਗਰ ਤੁਹਾਡੇ ਪਾਸ ਆਉਂਦਾ ਹੈ 4th ਸਟੇਜ ਆਉਂਦਾ, ਉਹਦੇ 'ਚ ਕੋਈ ਵੀ ਡਾਕਟਰ ਨੂੰ ਬਹੁਤ ਲੰਬੇ ਸਮੇਂ ਤੱਕ ਜਿੰਦਾ ਨਹੀਂ ਰੱਖ ਸਕਦਾ। ਬਟ ਇਲੈਕਟ੍ਰੋਪੈਥੀ ਮੈਡੀਸਨ ਇੱਕ ਆਪਣਾ ਕਲੇਮ ਕਰਦੀ ਹੈ ਕਿ ਅਸੀਂ ਉਸ ਸਟੇਜ ਦੇ ਵਿੱਚ ਵੀ 4th ਸਟੇਜ ਆਫ ਕੈਂਸਰ ਦੇ ਵਿੱਚ ਵੀ ਜਿਹੜੀ ਏਜ ਹੈ 2 ਸਾਲ ਤੋਂ ਲੈ ਕਰਕੇ 5 ਸਾਲ ਇਹ ਤੋਂ ਵੀ ਵੱਧ ਜਿਹੜੀ ਅਸੀਂ ਐਨਹਾਂਸ ਹੁੰਦੇ ਆਪਣੇ ਜੀਵਨ ਕਾਲ 'ਚ ਦੇਖੀ ਹੈ। ਇਸ ਦਾ ਮਤਲਬ ਕੀ ਹੈ ਕਿ ਜਿਹੜਾ ਇਹ ਸਿਸਟਮ ਹੈ ਇਹ ਸੱਚਮੁੱਚ ਇੱਕ ਇਨਸਾਨ ਨੂੰ ਹੈਲਥ ਦੇ ਕਰਕੇ ਉਹਦੀ ਏਜ ਨੂੰ ਅੱਗੇ ਵਧਾਉਣ ਦਾ ਕੰਮ ਕਰਦਾ ਹੈ। ਜੇ ਆਪਾਂ ਕਾਰਨ ਦੇਖੀਏ, ਬਿਮਾਰੀਆਂ ਦਾ ਕਾਰਨ ਕੀ ਦੇਖਦੇ ਹੋ ਜ਼ਿਆਦਾਤਰ ਪੰਜਾਬ ਦੇ ਵਿੱਚ, ਕੈਂਸਰ ਹੋਇਆ ਜਾਂ ਜਿਹੜੀਆਂ ਗੰਭੀਰ ਬਿਮਾਰੀਆਂ? ਪੰਜਾਬ ਦੇ ਵਿੱਚ ਜੀ ਦੇਖੋ, ਸਭ ਤੋਂ ਵੱਡਾ ਐਨਵਾਇਰਨਮੈਂਟਲ ਚੇਂਜ। ਐਨਵਾਇਰਨਮੈਂਟਲ ਚੇਂਜ ਦਾ ਮਤਲਬ ਇਹ ਨਹੀਂ ਹੈ ਸਿਰਫ ਇੱਕ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ। ਜਿੰਨਾ ਵੀ ਸਾਡੇ ਅੱਜ ਖੇਤ, ਸਭ ਤੋਂ ਪਹਿਲਾ ਕੰਮ ਸ਼ੁਰੂ ਹੁੰਦਾ ਖੇਤ ਤੋਂ। ਖੇਤ ਦੇ ਵਿੱਚ ਜਿਹੜੀਆਂ ਵੀ ਅੱਜ ਦੀ ਡੇਟ 'ਚ ਫਸਲਾਂ ਸਾਡੀਆਂ ਬੋਈਆਂ ਜਾਂਦੀਆਂ, ਇੱਕ ਠੀਕ ਹੈ, ਇੱਕ ਟਾਈਮ ਸਾਡੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਅੰਨ ਦੀ ਜ਼ਰੂਰਤ ਸੀਗੀ। ਉਸ ਅੰਨ ਦੀ ਆਪੂਰਤੀ ਨੂੰ ਕਰਨ ਲਈ ਸਾਨੂੰ ਤਰ੍ਹਾਂ ਦੇ ਫਰਟੀਲਾਈਜ਼ਰ ਦੇ ਵਿੱਚ ਜਾਣ ਦੀ ਜ਼ਰੂਰਤ ਪਈ। ਬਟ ਇੱਕ ਲੈਵਲ ਅੱਜ ਇੱਦਾਂ ਦਾ ਆ ਗਿਆ ਵੀ ਸਾਡੇ ਪਾਸ ਅੰਨ ਜਿਹੜਾ ਸਰਪਲਸ ਹੈ, ਬਟ ਉਸ ਦੇ ਬਾਵਜੂਦ ਵੀ ਅਸੀਂ ਜਿਹੜਾ ਨੇਚਰ ਵੱਲ ਨਹੀਂ ਮੁੜ ਰਹੇ ਹਾਂ, ਕਿਉਂਕਿ ਸਭ ਤੋਂ ਵੱਡਾ ਜਿਹੜਾ ਸਾਡੀ ਬਿਮਾਰੀਆਂ ਦਾ ਕਾਰਨ ਔਰ ਕੇਂਦਰ ਬਣਿਆ ਉਹ ਅਸੀਂ ਨੇਚਰ ਤੋਂ ਅਲੱਗ ਹੋ ਗਏ। ਨੇਚਰ ਤੋਂ ਉਲਟੀ ਦਿਸ਼ਾ ਦੇ ਵਿੱਚ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਲਈ ਸਾਨੂੰ ਉਹਦਾ ਖਮਿਆਜਾ ਅੱਜ ਬਿਮਾਰੀਆਂ ਰੂਪ ਦੇ ਵਿੱਚ ਭੁਗਤਣ ਨੂੰ ਮਿਲ ਰਿਹਾ। ਤਾਂ ਮੇਰਾ ਮੰਨਣਾ ਇਹ ਜਿਹੜਾ ਸਾਡਾ ਜਿਹੜਾ ਪਾਰਟਿਕੂਲਰ ਬਿਮਾਰੀਆਂ ਦਾ ਮੇਨ ਕੇਂਦਰ ਹੈ ਉਹ ਸਾਡਾ ਸਭ ਤੋਂ ਵੱਡਾ এনवायरमेंट ਦੇ ਵਿੱਚ ਆਈਆਂ ਚੇਂਜਸ ਡਿਊ ਟੂ ਹਿਊਮਨ ਬੀਇੰਗ। ਜਿਹੜਾ ਅਸੀਂ ਆਪਣੇ ਐਜ਼ ਏ ਹਿਊਮਨ ਬੀਇੰਗ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਲਿਆ, ਪੈਸਟੀਸਾਈਡ ਕਲਰ ਦੇਣ ਵਾਸਤੇ ਇਨਸੈਕਟੀਸਾਈਡਸ ਜਾਂ ਕੋਈ ਵੀ ਅਸੀਂ ਕੈਮੀਕਲ ਇਸਤੇਮਾਲ ਕਰਦੇ ਆ, ਉਹ ਕੈਮੀਕਲ ਸਾਡੀ ਜਿਹੜੀ ਲਾਈਫ ਨੂੰ ਹੈ ਉਹ ਹਾਰਮ, ਸਾਡੀ ਹੈਲਥ ਨੂੰ ਉਹ ਹਾਰਮ ਕਰ ਰਿਹਾ। ਔਰ ਉਹਨਾਂ ਚੀਜ਼ਾਂ ਦੇ ਕਰਕੇ ਹੀ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ, ਲਿਵਰ, ਕਿਡਨੀ, ਹਾਰਟ, ਬ੍ਰੇਨ, ਇਹ 4 ਸੈਗਮੈਂਟ ਤਾਂ ਪਹਿਲੇ ਇੱਕ ਟਾਈਮ ਹੁੰਦਾ ਸੀਗਾ। ਅਗਰ ਮੈਂ 80s ਦੀ ਗੱਲ ਕਰਾਂ, ਜਦੋਂ ਮੈਂ ਜੁਆਇਨ ਕੀਤਾ ਤਾਂ ਮੈਂ ਪੰਜਾਬ ਆਉਂਦਾ ਹੁੰਦਾ ਸੀਗਾ ਤਾਂ ਬੜੀ ਮੁਸ਼ਕਿਲ ਦੇ ਵਿੱਚ 100 ਦੇ ਵਿੱਚ ਕਿਤੇ ਇੱਕ ਕਿਡਨੀ ਦਾ ਪੇਸ਼ੈਂਟ ਮਿਲਦਾ ਹੁੰਦਾ ਸੀ। ਅੱਜ ਹਰ 4th ਪਰਸਨ ਜਿਹੜਾ ਕਿਡਨੀ ਫੇਲੀਅਰ ਦਾ ਸ਼ਿਕਾਰ ਹੋ ਰਿਹਾ। ਅੱਗੇ ਅਸੀਂ ਆਉਂਦੇ ਸੀ ਕਿਤੇ 1000 ਦੇ ਵਿੱਚ ਇੱਕ ਦਾ ਜੋ ਹੈ ਉਹ ਲਿਵਰ ਕੈਂਸਰ ਦਾ ਪੇਸ਼ੈਂਟ ਨਿਕਲਦਾ ਹੁੰਦਾ ਸੀਗਾ। ਜਿਵੇਂ ਤੁਸੀਂ ਜਾਣਦੇ ਹੋ ਵੀ ਕਾਲਾ ਪੀਲੀਆ, ਸਫੇਦ ਪੀਲੀਆ ਬੋਲਿਆ ਜਾਂਦਾ, ਜਾਂ ਫਿਰ ਲਿਵਰ ਦੀ ਜਿਹੜੀ ਹੈਪੇਟਾਈਟਸ ਦੇ ਵਿੱਚ ABC ਸਾਡੀਆਂ ਕਿਸਮਾਂ ਆਈਆਂ, ਇਹ ਕਿੱਥੋਂ ਆ ਗਈਆਂ? ਇਹ ਤਾਂ ਹੀ ਆਈਆਂ ਕਿਉਂਕਿ ਇਹ ਜਿਹੜਾ ਅੱਜ ਦੀ ਡੇਟ 'ਚ ਪਹਿਲੇ 1000 ਦੇ ਵਿੱਚ ਇੱਕ ਕੇਸ ਹੁੰਦਾ ਸੀਗਾ, ਅੱਜ 10 ਦੇ ਵਿੱਚ ਇੱਕ ਕੇਸ ਜਿਹੜਾ ਕੈਂਸਰ ਜਿਹੜਾ ਲਿਵਰ ਫੇਲੀਅਰ ਦਾ ਤੁਹਾਡੇ ਸਾਹਮਣੇ ਤੁਹਾਨੂੰ ਦੇਖਣ ਨੂੰ ਮਿਲੂਗਾ। ਹਾਲਾਂਕਿ ਅੱਜ ਤੋਂ ਕੋਈ ਤਕਰੀਬਨ 25 ਸਾਲ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਾਰਟ ਅਟੈਕ ਜਿਹੜੇ ਉਹ ਜ਼ਿਆਦਾ ਮਹਿਸੂਸ ਹੁੰਦੇ ਸੀਗੇ। ਅੱਜ ਅਸੀਂ ਦੇਖ ਰਹੇ ਹਾਂ ਕਿ ਹਾਰਟ ਅਟੈਕ ਤਾਂ ਅੱਜ ਬਹੁਤ ਪਿੱਛੇ ਰਹਿ ਗਿਆ, ਲੋਕਾਂ ਨੂੰ ਪਤਾ ਨਹੀਂ ਹਾਰਟ ਅਟੈਕ ਕੀ ਚੀਜ਼ ਹੁੰਦੀ ਹੈ। ਅੱਜ ਜਿਹੜਾ ਹਰ ਚੌਥਾ ਬੰਦਾ ਕਿਡਨੀ ਫੇਲੀਅਰ ਨੂੰ ਲੈ ਕਰਕੇ, ਹਰ 10ਵਾਂ ਬੰਦਾ ਜਿਹੜਾ ਲਿਵਰ ਕੈਂਸਰ ਨੂੰ ਲੈ ਕਰਕੇ ਉਹ ਆਪਣਾ ਹਾਰਟ ਅਟੈਕ ਤਾਂ ਭੁੱਲ ਹੀ ਚੁੱਕਿਆ ਕਿ ਉਹਨੂੰ ਕਦੀ ਹਾਰਟ ਅਟੈਕ ਵੀ ਆ ਸਕਦਾ। ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਆਈ, ਇਹ এনवायरमेंटल ਚੇਂਜ, ਹਿਊਮਨ ਮੇਡ এনवायरमेंटल ਚੇਂਜਸ ਹੈ, ਉਹਨਾਂ ਨੇ ਜ਼ਿਆਦਾ ਡਿਸਟਰਬ ਕੀਤਾ ਹੈ ਤੇ ਇਹੀ ਸਾਡਾ ਬਿਮਾਰੀਆਂ ਦਾ ਕੇਂਦਰ ਹੈ। ਫਰੀਦਕੋਟ ਲਈ ਤੁਹਾਡੀ ਸੰਸਥਾ ਕੀ ਇੰਟਰੋਡਿਊਸ ਕਰ ਰਹੀ ਹੈ? ਇਹ ਅੱਜ ਹੀ ਅਸੀਂ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ।
ਮੈਂ ਆਪਣੀ ਟੀਮ ਦੇ ਨਾਲ ਰਵੀਸਨ ਪਰਿਵਾਰ ਵੱਲੋਂ ਅੱਜ ਡਾਕਟਰ ਸੰਜੀਵ ਜੁਨੇਜਾ ਜੀ ਦਾ ਜਿਹੜਾ ਫਰੀਦਕੋਟ ਦੇ ਵਿੱਚ ਸੈਂਟਰ ਇਸਟੈਬਲਿਸ਼ ਹੋ ਚੁੱਕਿਆ, ਉਹਦਾ ਇਨੋਗ੍ਰੇਸ਼ਨ ਜਿਹੜੀ ਅੱਜ ਹੋਈ ਹੈ। ਮੈਂ ਇਹ ਸੈਂਟਰ ਦਾ ਨਾਮ ਹੈ ਜੀ ਲਾਸਟ ਲੀਫ ਕੇਅਰ, ਤੇ ਇਲੈਕਟ੍ਰੋਪੈਥੀ ਦਾ ਇੱਕ ਬਹੁਤ ਵੱਡਾ ਮਾਈਲਸਟੋਨ ਜਿਹੜਾ ਇਹ ਸਿੱਧ ਹੋਣ ਜਾ ਰਿਹਾ। ਇੱਥੇ ਦੇ ਲੋਕਾਂ ਨੂੰ ਵੀ ਜਿਹੜੇ ਕੱਲ੍ਹ ਤੱਕ ਜਿਨ੍ਹਾਂ ਨੂੰ ਬਠਿੰਡੇ ਜਾ ਕਰਕੇ, ਮੋਗੇ ਜਾ ਕਰਕੇ, ਜਾਂ ਈਵਨ ਬਹੁਤ ਸਾਰੇ ਪੇਸ਼ੈਂਟ ਮੇਰੇ ਪਾਸ ਚੰਬੇ ਤੱਕ ਵੀ, ਮੈਂ ਚੰਬਾ ਹਿਮਾਚਲ ਦਾ ਰਹਿਣ ਵਾਲਾ, ਸਾਡਾ ਹੈੱਡ ਆਫਿਸ ਰਿਸਰਚ ਸੈਂਟਰ ਉਹੀ ਹੈ ਰਵੀਸਨ ਪਰਿਵਾਰ ਦਾ। ਜਦੋਂ ਉੱਥੇ ਤੱਕ ਪੇਸ਼ੈਂਟ ਪਹੁੰਚਦੇ ਹੁੰਦੇ ਸੀ, ਅੱਜ ਉਹਨਾਂ ਨੂੰ ਜਦੋਂ ਲੋਕਲ ਵਿੱਚ ਫੈਸਿਲਿਟੀ ਮਿਲੂਗੀ, ਬਹੁਤ ਸਾਰੇ ਗਰੀਬ ਇੱਦਾਂ ਦੇ ਘਰਾਣੇ ਜਾਂ ਇੱਦਾਂ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਪਾਸ ਇਲਾਜ ਕਰਵਾਉਣ ਦੀ ਬਹੁਤ ਸਫੀਸ਼ੀਐਂਸੀ ਨਹੀਂ ਹੁੰਦੀ ਹੈ, ਉਹ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਆ। ਇਹ ਜਿਹੜਾ ਫਰੀਦਕੋਟ ਵਿੱਚ ਸੈਂਟਰ ਲਾਸਟ ਲੀਫ ਕੇਅਰ ਹੈ, ਇਹ ਬਹੁਤ ਵੱਡਾ ਇੱਕ ਮਾਈਲਸਟੋਨ ਸਿੱਧ ਹੋਣ ਜਾ ਰਿਹਾ ਹੈ। ਤੇ ਮੈਂ ਬਿਲਕੁਲ ਮੇਰੀ ਉਮੀਦ ਹੈ ਕਿ ਜਿਹੜੇ ਫਰੀਦਕੋਟ ਔਰ ਅਰਾਊਂਡ ਫਰੀਦਕੋਟ ਦੇ ਲੋਕੀ ਹੈ, ਜਿਹੜੇ ਮਰੀਜ਼ ਨੇ, ਜਿਹੜੇ ਲਾਇਲਾਜ ਬਿਮਾਰੀਆਂ ਤੋਂ ਗ੍ਰਸਿਤ ਨੇ, ਉਹ ਇਸ ਸੈਂਟਰ ਦਾ ਬਹੁਤ ਵਧੀਆ ਫਾਇਦਾ ਚੱਕਣਗੇ। ਤੇ ਡਾਕਟਰ ਸੰਜੀਵ ਜੁਨੇਜਾ ਜੀ ਤੇ ਇਹਨਾਂ ਦੀ ਫੈਮਿਲੀ ਨੂੰ ਮੈਂ ਇੱਕ ਵਾਰ ਬਹੁਤ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇਸ ਦੇ ਨਾਲ ਜਿਹੜੀ ਖਾਸੀਅਤ, ਇਹ ਜਿਹੜਾ ਸੈਂਟਰ ਹੈ, ਇਹ ਇਲੈਕਟ੍ਰੋਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਇੱਕ ਪਾਇਓਨੀਅਰ ਸੈਂਟਰ ਬਣਨ ਜਾ ਰਿਹਾ, ਜਿਨ੍ਹਾਂ ਦੇ ਇਸ EDMA ਦੇ ਜਿਹੜੇ ਚੇਅਰਪਰਸਨ ਨੇ ਡਾਕਟਰ ਜਗਤਾਰ ਸਿੰਘ ਸੇਖੋਂ, ਜਿਹੜੇ ਇਹਨਾਂ ਦੇ ਪ੍ਰਧਾਨ ਨੇ ਡਾਕਟਰ ਜਗਮੋਹਨ ਜੀ, ਸੈਕਟਰੀ ਨੇ ਡਾਕਟਰ ਪਾਠਕ ਜੀ, ਪਰਵਿੰਦਰ ਪਾਠਕ ਜੀ, ਇਹ ਪੂਰੀ ਟੀਮ ਦੇ ਨਾਲ ਇੱਥੇ ਆਏ ਹੋਏ ਨੇ ਇਹਨਾਂ ਦੀ ਇਨੋਗ੍ਰੇਸ਼ਨ ਅਗਵਾਈ ਕਰਦੇ ਹੋਏ। ਤਾਂ ਇਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਸੈਂਟਰ ਚੱਲੇਗਾ ਔਰ ਚੱਲ ਰਿਹਾ ਹੈ। ਤੇ ਮੈਨੂੰ ਉਮੀਦ ਹੈ ਕਿ ਇੱਥੇ ਲੋਕੀ ਦਾ ਬਹੁਤ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਫਾਇਦਾ ਚੱਕਦੇ ਹੋਏ ਆਪਣੇ ਆਪ ਦੇ ਸਰੀਰ ਨੂੰ ਨਿਰੋਗੀ ਬਣਾਉਣ ਦੇ ਵਿੱਚ ਇਹ ਸੈਂਟਰ ਬਹੁਤ ਵੱਡੀ ਮਦਦ ਕਰੇਗਾ। ਡਾਕਟਰ ਸਾਹਿਬ, ਕਿਸ ਤਰ੍ਹਾਂ ਦਾ ਵਿਜ਼ਨ ਲਿਆ ਤੁਸੀਂ ਅੱਜ ਸੈਂਟਰ ਖੋਲ੍ਹਿਆ? ਦੇਖੋ ਜੀ, ਮੈਂ ਕੁਝ 4-6 ਮਹੀਨਿਆਂ ਤੋਂ ਇਸ ਪੈਥੀ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜਿਆ। ਹਾਲਾਂਕਿ ਡਿਗਰੀਜ਼ ਜਾਂ ਕੁਆਲੀਫਿਕੇਸ਼ਨਸ ਆਪਣੇ ਕੋਲ ਆਲਰੇਡੀ ਹੈਗੀਆਂ, ਬੁੱਕਸ ਵੀ ਆਪਾਂ ਪੜ੍ਹਦੇ ਰਹਿੰਦੇ ਹਾਂ, ਆਪਣੀ ਸਬਜੈਕਟ ਬੁੱਕਸ ਵੀ ਆਪਾਂ ਪੜ੍ਹੀਆਂ, ਅਦਰਵਾਈਜ਼ ਵੀ ਆਰ ਇਨ ਟੱਚ। ਪਰ ਇੱਕ ਓਰੀਐਂਟੇਸ਼ਨ ਦੀ ਲੋੜ ਹੁੰਦੀ ਹੈ, ਇੱਕ ਸੰਗਠਿਤ ਤਰੀਕੇ ਨਾਲ ਕੰਮ ਕਰਨ ਦੀ ਖਮਤਾ ਵਾਸਤੇ ਤੁਹਾਨੂੰ ਇੱਕ ਟੀਮ ਦੀ ਲੋੜ ਹੁੰਦੀ ਹੈ, ਜਿਹੜੀ ਕਿ ਅੱਜ ਆਪਣੇ ਨਾਲ ਹੈ, ਤੁਸੀਂ ਦੇਖ ਰਹੇ ਹੋ। ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਥੇ ਆ ਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ, ਮੈਨੂੰ ਮਾਣ ਬਖਸ਼ਿਆ। ਔਰ ਮੈਂ ਉਮੀਦ ਕਰਦਾ ਸਰ, ਜਿਵੇਂ ਡਾਕਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਆਪਾਂ ਫਰੀਦਕੋਟ ਦੇ ਲੋਕਾਂ ਦੀ ਸਿਹਤ ਨੂੰ ਉਜਾਗਰ ਵਧੀਆ ਰੱਖਣ ਵਾਸਤੇ ਮੇਰੇ ਖਿਆਲ ਕੋਈ ਕਸਰ ਨਹੀਂ ਛੱਡਾਂਗੇ। ਦੂਸਰੀ ਗੱਲ, ਉਹ ਵੀ ਇਸ ਪੈਥੀ ਦਾ, ਮੇਰਾ ਇਸ ਸੈਂਟਰ ਦਾ ਪੂਰਾ ਫਾਇਦਾ ਉਠਾਉਣਗੇ। ਫਰੀਦਕੋਟ ਦੀ ਆਰਥਿਕਤਾ ਨੂੰ ਧਿਆਨ 'ਚ ਰੱਖਦੇ ਹੋਏ ਕਿਸ ਤਰ੍ਹਾਂ ਦੀਆਂ ਫੀਸਾਂ ਰੱਖ ਰਹੇ ਹੋ ਤੁਸੀਂ? ਡਾਕਟਰ ਸਾਹਿਬ, ਜੇ ਆਪਾਂ ਥੋੜ੍ਹੀ ਜਿਹੀ ਜੇ ਪੰਜਾਬੀ 'ਚ ਗੱਲ ਕਰੀਏ, ਲੇਮੈਨ ਲੈਂਗੁਏਜ, ਸਾਨੂੰ ਮਤਲਬ ਇਹ ਨਹੀਂ ਕਿ ਅਸੀਂ ਵੀ ਆਰ ਗੈਟਿੰਗ ਵੈਰੀ ਰਿਨਾਊਂਡ ਪੇਸ਼ੈਂਟਸ ਆਲਸੋ। ਬੜੇ ਲੋਕ ਜਿਹੜੇ ਬੜੇ ਥੋੜ੍ਹੇ ਜਿਹੇ ਸੋਫਿਸਟੀਕੇਟਡ ਲੋਕ ਆ, ਉਹ ਵੀ ਆਪਣੇ ਕੋਲ ਆ ਰਹੇ ਆ। ਬਟ ਬੇਸਿਕਲੀ ਸਾਨੂੰ ਗਰੀਬਾਂ ਦਾ ਡਾਕਟਰ ਕਿਹਾ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਬੇਸਿਕਲੀ ਜਿਹੜੇ ਪੇ ਨਹੀਂ ਕਰ ਸਕਦੇ। ਕੁੱਲ ਮਿਲਾ ਕੇ ਅਸੀਂ ਕਹਿਣਾ ਚਾਹੁੰਦੇ ਹਾਂ, ਸਾਡੇ ਜਿਹੜਾ ਟ੍ਰੀਟਮੈਂਟ ਦਾ ਜਿਹੜਾ ਐਕਸਪੈਂਡੀਚਰ ਹੈ ਸਰ, ਇੰਨਾ ਕੋਈ ਨੋਮੀਨਲ ਹੈ, ਇੰਨਾ ਕੋਈ ਥੋੜ੍ਹਾ ਹੈ ਵੀ ਕੋਈ ਵੀ ਬੰਦਾ ਉਹਨੂੰ ਪੇ ਕਰ ਸਕਦਾ। ਦੂਸਰੀ ਗੱਲ ਇਹ ਹੈ ਵੀ ਸਰ, ਜਿੱਥੇ ਵੱਡੀਆਂ ਬਿਮਾਰੀਆਂ ਦੀ ਆਪਾਂ ਗੱਲ ਕਰੀਏ, ਉੱਥੇ ਦਾ ਸਾਰੇ ਡਿਫਰੈਂਸ ਬਹੁਤ ਜ਼ਿਆਦਾ ਮਾਇਨੇ ਵਿੱਚ ਇਫੈਕਟ ਕਰਦਾ ਹੈ। ਇਨਫੈਕਟ ਜਦੋਂ ਛੋਟੀਆਂ ਬਿਮਾਰੀਆਂ ਦੀ ਗੱਲ ਕਰਦੇ ਆ ਤਾਂ ਉਹ ਤਾਂ ਉੱਥੇ ਹੀ, ਕਿਉਂਕਿ ਉਹੀ ਗੋਲੀਆਂ ਉਹਨੇ ਜਿਹੜੀਆਂ ਐਲੋਪੈਥੀ ਵਿੱਚ ਖਾ ਰਿਹਾ, ਲਗਭਗ ਉਹਨੇ ਪੈਸਿਆਂ ਦੇ ਵਿੱਚ ਹੀ ਆਪਣਾ ਇਹ ਇਲੈਕਟ੍ਰੋਪੈਥੀ ਟ੍ਰੀਟਮੈਂਟ ਹੋ ਜਾਂਦਾ। ਜਦੋਂ ਆਪਾਂ ਖਾਂਸੀ ਜ਼ੁਕਾਮ ਦੀ ਗੱਲ ਕਰਦੇ ਹਾਂ ਜਾਂ ਐਕਿਊਟ ਪ੍ਰੋਬਲਮਸ ਦੀ ਗੱਲ ਕਰਦੇ ਹਾਂ, ਜਿੱਥੇ ਕ੍ਰੋਨਿਸਿਟੀ ਆ ਜਾਂਦੀ ਹੈ ਸਰ, ਉੱਥੇ ਬਹੁਤ ਡਿਫਰੈਂਸ ਕ੍ਰੀਏਟ ਕਰਦਾ ਹੈ। ਕਿਉਂਕਿ ਸਰ, ਇੱਕ ਤਾਂ ਲੰਬਾ ਟ੍ਰੀਟਮੈਂਟ ਚੱਲਣਾ ਹੁੰਦਾ, ਦੂਸਰੀ ਗੱਲ ਪੇਸ਼ੈਂਟ ਦੀ ਬਿਮਾਰੀ ਗੰਭੀਰ ਹੁੰਦੀ ਹੈ, ਟੈਸਟਾਂ ਦੇ ਪੈਸੇ ਹੀ ਇੰਨੇ ਜ਼ਿਆਦਾ ਪੇਸ਼ੈਂਟ ਨੂੰ ਪੇ ਕਰਨੇ ਪੈਂਦੇ ਕਿ ਇਲਾਜ ਜੋਗੇ ਪੈਸੇ ਫਿਰ ਉਹਨੂੰ ਮੁਸ਼ਕਿਲ ਹੋ ਜਾਂਦੀ ਹੈ। ਅਤੇ ਸਾਡੇ ਇਸ ਪੈਥੀ ਦੇ ਵਿੱਚ ਸਰ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਟੂਲਸ ਹੈਗੇ ਆ ਜਿਨ੍ਹਾਂ ਵਿੱਚ ਸਾਨੂੰ ਟੈਸਟਾਂ ਦੀ ਲੋੜ ਵੀ ਮਿਨੀਮਲ ਤਰੀਕੇ ਨਾਲ ਪੈਂਦੀ ਹੈ। ਸਾਡੀ ਜਿੱਥੇ ਕੋਈ ਸਾਨੂੰ ਬਹੁਤ ਜ਼ਿਆਦਾ ਕਿਤੇ ਥੋੜ੍ਹਾ ਜਿਹਾ ਸੋਫਿਸਟੀਕੇਸ਼ਨ ਵਾਲੇ ਪਾਸੇ ਜਾਣ ਦੀ ਲੋੜ ਹੁੰਦੀ ਹੈ, ਉੱਥੇ ਅਸੀਂ ਪੇਸ਼ੈਂਟ ਨੂੰ ਟੈਸਟ ਕਰਾਉਣ ਵਾਸਤੇ ਕਹਿੰਦੇ ਹਾਂ। ਅਦਰਵਾਈਜ਼ ਸਾਡੀ ਪਲਸ ਡਾਇਗਨੋਸਿਸ ਸਾਡਾ ਇੱਕ ਬਹੁਤ ਵਧੀਆ ਟੂਲ ਸਾਡੇ ਕੋਲ ਹੈਗਾ ਸਰ, ਜਿਹਦੇ ਨਾਲ ਅਸੀਂ ਆਪਣੇ ਆਪ ਹੀ ਬੇਸਿਕ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਹੈ ਸਰ, ਉੱਥੋਂ ਤੱਕ ਅਸੀਂ ਪਹੁੰਚ ਜਾਂਦੇ ਹਾਂ ਅਤੇ ਅਕੋਰਡਿੰਗਲੀ ਅਸੀਂ ਟ੍ਰੀਟਮੈਂਟ ਦੇ ਰਹੇ ਹਾਂ। ਯਾਨੀ ਕਹਿ ਲਿਆ ਜਾਵੇ ਕਿ ਜਿਹੜੀ ਬਿਮਾਰੀ ਦੀ ਸ਼ਨਾਖਤ ਆ ਉਹ ਨਬਜ਼ ਰਾਹੀਂ ਹੁੰਦੀ ਆ, ਵੈਦਾਂ ਵਾਂਗੂ ਜਿਵੇਂ ਪੁਰਾਣੇ ਵੈਦ ਕਰਦੇ ਸੀ। ਤੁਸੀਂ ਬਿਲਕੁਲ ਕਹਿ ਸਕਦੇ ਹੋ, ਕੁਝ ਇਸੇ ਤਰ੍ਹਾਂ ਹੀ ਹੈ, ਪਰ ਇਹਨਾਂ ਵਿੱਚ ਵੀ ਕੁਝ ਨਵੀਆਂ ਟੈਕਨੀਕਸ ਸਾਡੇ ਰਿਸਰਚ ਸੈਂਟਰ ਤੋਂ ਸਰ ਕੰਟੀਨਿਊਸਲੀ ਪਿਛਲੇ 30-35 ਸਾਲਾਂ ਤੋਂ 37 ਸਾਲਾਂ ਤੋਂ ਸਰ ਇਹਦਾ ਪੂਰਾ ਪ੍ਰੋਗਰੈਸ਼ਨ ਤਰੀਕੇ ਨਾਲ ਇਹਦਾ ਇੱਕ ਰਿਸਰਚ ਹੋ ਰਿਹਾ ਸਰ।
ਉਹਦੇ ਵਿੱਚ ਸਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਉਜਾਗਰ ਹੋਈਆਂ, ਬਹੁਤ ਸਾਰੀਆਂ ਨਵੀਆਂ ਟੈਕਨੀਕਸ, ਬਹੁਤ ਸਾਰੇ ਨਵੇਂ ਨੁਸਖੇ ਸਾਨੂੰ ਸਰ ਪ੍ਰੋਵਾਈਡ ਹੁੰਦੇ ਰਹਿੰਦੇ ਆ, ਜਿੰਦੇ ਤਹਿਤ ਸਰ ਅਸੀਂ ਉਹਨਾਂ ਤੋਂ ਵੀ ਵਧੀਆ ਹੁਣ ਇਹ ਡਾਇਗਨੋਸ ਕਰ ਲੈਂਦੇ ਹਾਂ। ਕੁੱਲ ਮਿਲਾ ਕੇ ਸਰ ਜੇ ਕਿਹਾ ਜਾਵੇ, ਚਲੋ ਜਿਹੜੇ ਆਪਣੇ ਵੈਦ ਸੀਗੇ ਅਸੀਂ ਉਹਨਾਂ ਦਾ ਪੂਰਾ ਰਿਕਾਰਡ ਕਰਦੇ ਹਾਂ ਸਰ, ਕਿਉਂਕਿ ਇੰਸਟਰੂਮੈਂਟਸ ਦਾ ਅਭਾਵ ਉਦੋਂ ਹੁੰਦਾ ਸੀਗਾ, ਤਾਂ ਅਵਸ਼ਕਤਾ ਆਵਿਸ਼ਕਾਰ ਕੀ ਜਨਨੀ ਹੈ ਕਹਿੰਦੇ ਆ, ਤਾਂ ਉਹਨਾਂ ਦੀ ਤਾਂ ਮਜਬੂਰੀ ਸੀਗੀ ਸਰ, ਪਰ ਸਾਡੇ ਕੋਲ ਤਾਂ ਕਲਾ ਹੈ, ਤਾਂ ਅਸੀਂ ਇਸ ਕਲਾ ਨੂੰ ਸਰ ਪੂਰਾ ਉਪਯੋਗ ਕਰਦੇ ਹਾਂ। ਸਾਡੇ ਕੋਲ ਮੈਡੀਕਲ ਨੌਲੇਜ ਸਰ ਪੂਰੀ ਹੈ, ਸਾਡੇ ਕੋਲ ਦਵਾਈਆਂ ਸਰ ਅਸਰਦਾਰ ਹੈ, ਟੂ ਦਾ ਪੁਆਇੰਟ ਜਾ ਕੇ ਐਕਟ ਕਰਦੀਆਂ, ਟਾਰਗੇਟਡ ਫਾਰਮ ਦੇ ਵਿੱਚ, ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਤੁਸੀਂ ਦੇਖੋ ਸਭ ਤੋਂ ਵੱਡੀ ਪ੍ਰੋਬਲਮ ਐਲੋਪੈਥੀ ਵਿੱਚ ਵੀ ਇਹੀ ਆ ਰਹੀ ਹੈ, ਫਾਇਦਾ ਤਾਂ ਹੋਏ ਜਾਂ ਨਾ ਹੋਏ ਆਪਣਾ ਸਰ ਇਸ਼ੂ ਨਹੀਂ ਹੈਗਾ, ਬਟ ਸਾਈਡ ਇਫੈਕਟਸ ਡੈਫੀਨੇਟਲੀ ਹੈਗੇ ਆ ਸਰ। ਸਾਡਾ ਇਹ ਹੈ ਵੀ ਫਾਇਦਾ ਤਾਂ ਅਸੀਂ ਜ਼ਰੂਰ ਦਿੰਦੇ ਹਾਂ, ਚਲੋ ਹੋ ਸਕਦਾ 2 ਦਿਨ ਵੱਧ ਵੀ ਲੱਗ ਜਾਣ, ਪਰ ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਇਹ ਅਸੀਂ ਆਪਣੀ ਪੈਥੀ ਦੀ ਬਹੁਤ ਵੱਡੀ ਉਪਲਬਧੀ ਸਮਝਦੇ ਹਾਂ। ਆਮ ਤੌਰ ਤੇ ਨਾ ਹਰ ਇੱਕ ਮਰੀਜ਼ ਚਾਹੁੰਦਾ ਕਿ ਮੈਂ ਸ਼ਾਮ ਨੂੰ ਠੀਕ ਹੋ ਜਾ। ਜੀ ਸਰ। ਆਪਣੀ ਪੈਥੀ ਦਾ ਕਿਸ ਤਰ੍ਹਾਂ ਦੀ ਪ੍ਰਣਾਲੀ ਹੈ ਸਰ? ਸਾਡੇ ਪੈਥੀ ਸਰ 2-3 ਤਰੀਕੇ ਨਾਲ ਇਲਾਜ ਕਰਦੀ ਹੈ ਸਰ। ਸਾਡੇ ਕੋਲ ਜਿਨ੍ਹਾਂ ਨੂੰ ਐਕਿਊਟ ਪ੍ਰੋਬਲਮਸ, ਜਿਵੇਂ ਸ਼ਾਮ ਨੂੰ ਠੀਕ ਹੋਣ ਵਾਲੀਆਂ ਪ੍ਰੋਬਲਮਸ, ਸਰ ਅਸੀਂ ਇੱਕ ਵਾਰੀ ਸਿੰਪਟੋਮੈਟਿਕ ਟ੍ਰੀਟਮੈਂਟ ਜਿਹਨੂੰ ਆਪਾਂ ਕਹਿੰਦੇ ਆ, ਐਲੋਪੈਥੀ ਵਿੱਚ ਕਹਿੰਦੇ ਆ, ਉਹ ਵੀ ਅਸੀਂ ਦੇ ਦਿੰਦੇ ਆ। ਪਰ ਉਸ ਤੋਂ ਬਾਅਦ ਸਰ ਉਹਦਾ ਜਿਹੜਾ ਬੇਸਿਸ ਹੈ, ਜਿੱਥੋਂ ਬਿਮਾਰੀ ਸ਼ੁਰੂ ਹੋਈ ਹੈ ਸਰ, ਉਹਨੂੰ ਟ੍ਰੀਟ ਕਰਨਾ ਐਲੋਪੈਥੀ ਵਿੱਚ ਵੀ ਜ਼ਰੂਰੀ ਹੈ, ਇਹ ਤੁਸੀਂ ਵੀ ਸਮਝਦੇ ਹੋ, ਤੇ ਕਿਸੇ ਵੀ ਪੈਥੀ ਦੇ ਵਿੱਚ ਇਨਫੈਕਟ ਬੇਸਿਕ ਟ੍ਰੀਟਮੈਂਟ ਤਾਂ ਜ਼ਰੂਰੀ ਹੈਗਾ ਹੀ ਆ। ਪਰ ਬਹੁਤ ਸਾਰੀ ਪੈਥੀਸ ਇਹੋ ਜਿਹੀਆਂ ਹੈ, ਆਪਾਂ ਨਾਮ ਨਹੀਂ ਲੈਣਾ ਚਾਹਾਂਗੇ ਸਰ, ਜਿਹੜੇ ਸਿਰਫ ਬੇਸਿਕ ਟ੍ਰੀਟਮੈਂਟ ਹੀ ਦਿੰਦੀਆਂ ਸਰ, ਉਦੋਂ ਸਿੰਪਟੋਮੈਟਿਕ ਟ੍ਰੀਟਮੈਂਟ ਦੇਣ 'ਚ ਥੋੜ੍ਹਾ ਜਿਹਾ ਅਸਫਲ ਹੈ ਜਾਂ ਲੇਟ ਦਿੰਦੀਆਂ, ਜਿਹਦੇ ਵਜ੍ਹਾ ਕਰਕੇ ਪੇਸ਼ੈਂਟ ਨੂੰ ਸਰ ਭੁਗਤਣਾ ਪੈਂਦਾ। ਉਦੋਂ ਜਦੋਂ ਮੰਨ ਲਓ ਪੇਸ਼ੈਂਟ ਤੁਹਾਡੇ ਕੋਲ ਪੇਨ ਨਾਲ ਆਇਆ ਸਰ, ਜੇ ਉਹਦੀ ਪੇਨ ਹੀ ਨਾ ਠੀਕ ਹੋਈ ਤੇ ਸਰ ਟੂ ਹੈਲ ਵਿਦ ਦੈਟ ਵੀ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਦਾ ਸਿਸਟਮ ਠੀਕ ਹੋਣਾ ਸਰ। ਸਾਡੀ ਪੈਥੀ ਇਸ ਚੀਜ਼ ਨੂੰ ਵੀ ਖਿਆਲ ਕਰਦੀ ਹੈ। ਅਸੀਂ ਸਰ ਪੇਨ ਪੁਆਇੰਟ ਤੇ ਪਹਿਲੇ ਕੰਮ ਕਰਦੇ ਹਾਂ, ਫੋਰ ਐਗਜ਼ਾਮਪਲ, ਫਿਰ ਅਸੀਂ ਰੂਟ ਕਾਜ਼ ਤੇ ਜਾਂਦੇ ਹਾਂ। ਸੋ ਦਿਸ ਇਜ਼ ਆਵਰ ਐਂਡੀਓਵਰ। ਅਸੀਂ ਸਰ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ, ਹਾਂ ਇਹ ਹੈ ਵੀ ਉਹਦੇ ਵਿੱਚ ਸਰ ਕੁਝ ਐਲੋਪੈਥੀ ਜਿਹੜੀਆਂ ਡਰੱਗਸ ਹੈਗੀਆਂ ਬੇਸਿਕਲੀ, ਕਿਉਂਕਿ ਸਰ ਉਹ ਆਪਾਂ ਨੂੰ ਪਤਾ ਕਿ ਉਹ ਸਿਸਟਮ ਨੂੰ, ਡਿਜ਼ੀਜ਼ ਨੂੰ ਸੁਪਰੈਸ ਕਰਕੇ ਕੰਮ ਕਰਦੀਆਂ, ਬੇਸਿਕਲੀ ਦਬਾ ਦਿੰਦੀਆਂ ਸਰ। ਅਸੀਂ ਇਹ ਕੰਮ ਵੀ ਨਹੀਂ ਕਰਦੇ। ਸਾਡੀ ਮੈਡੀਸਨ ਰੂਟ ਕਾਜ਼ ਨੂੰ ਬਾਅਦ ਚੋਂ ਵਿਦਹੋਲਡ ਕਰਕੇ, ਪਰ ਪਹਿਲੇ ਉਹਦਾ ਪੇਨ ਜਿਹੜਾ ਠੀਕ ਕਰਦੀ ਹੈ, ਉਹ ਵੀ ਵਿਦਆਊਟ ਸਪਰੈਸ਼ਨ। ਸੋ ਦਿਸ ਇਜ਼ ਦਾ ਥਿੰਗ ਸਰ, ਜਿਹੜੀ ਕਿ ਕਿਸੇ ਵੀ ਹੋਰ ਪੈਥੀ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਨਹੀਂ ਮਿਲੇਗੀ। ਡਾਕਟਰ ਸਾਹਿਬ, ਕੀ ਹੈ ਇਲੈਕਟ੍ਰੋ ਹੋਮਿਓਪੈਥੀ? ਇਲੈਕਟ੍ਰੋ ਹੋਮਿਓਪੈਥੀ ਇਹ ਜਿਹੜਾ ਸਬਜੈਕਟ ਹੈ, ਇਹ ਹਰਬਲ 100% ਹਰਬਲ ਡਿਪੈਂਡ ਸਿਸਟਮ ਹੈ। ਇਹਦੀ ਜਿਹੜੀ ਖੋਜ ਹੈ 1865 ਈਸਵੀ ਦੇ ਵਿੱਚ ਕਾਉਂਟ ਸੀਜ਼ਰ ਮੈਟੀ, ਜਿਹੜੇ ਇਟਾਲੀ ਰੀਜਨ ਦੇ ਬਲੋਨੀਆ ਪ੍ਰੋਵਿੰਸ ਦੇ ਰਹਿਣ ਵਾਲੇ ਸੀਗੇ, ਉਹਨਾਂ ਨੇ ਰਿਓਲਾ ਦੇ ਅੰਦਰ ਇਹਦੀ ਜਿਹੜੀ ਖੋਜ ਕੀਤੀ ਸੀਗੀ। ਇਸ ਦੇ ਵਿੱਚ 114 ਪਲਾਂਟਸ, ਯਾਨੀ 114 ਐਸੀ ਜੜੀ ਬੂਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹਦੇ ਬੇਸਿਸ ਦੇ ਉੱਪਰ ਕੋਈ 38 ਯਾਨੀ ਕਿ 38 ਮੈਡੀਸਨ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਨੇ। ਔਰ ਇਹ ਸਾਰੀਆਂ ਮੈਡੀਸਨ ਜਿਹੜੀਆਂ ਕੁਦਰਤੀ ਸਾਡੇ ਸਰੀਰ ਦੇ ਵਿੱਚ 3 ਲੈਵਲ ਤੇ ਕੰਮ ਕਰਦੀਆਂ ਨੇ, ਜਿਹਨੂੰ ਅਸੀਂ ਬੋਲਦੇ ਹਾਂ ਫਿਜ਼ੀਕਲ ਲੈਵਲ, ਮੈਂਟਲ ਲੈਵਲ ਐਂਡ ਸਪਿਰਿਚੁਅਲ ਲੈਵਲ। ਤਿੰਨਾਂ ਚੀਜ਼ਾਂ ਦੀ ਇੱਕ ਕੰਪਲੀਟ ਹੀਲਿੰਗ ਕਰਨ ਤੋਂ ਬਾਅਦ ਹੀ ਜਿਹੜਾ ਇਹ ਸਿਸਟਮ ਹੈ ਸਾਡੀ ਬਾਡੀ ਦੇ ਵਿੱਚ ਇੱਕ ਕੰਪਲੀਟ ਹੋਲਿਸਟਿਕ ਅਪਰੋਚ ਟੂ ਹੈਲਥ ਪ੍ਰੋਵਾਈਡ ਕਰਵਾਉਂਦਾ ਹੈ। ਕਿਹੜੀਆਂ ਬਿਮਾਰੀਆਂ ਲਈ ਜ਼ਿਆਦਾ ਕਾਰਗਰ ਹੈ? ਇਸ ਵਕਤ ਇਹ ਵੈਸੇ ਤੇ ਓਵਰਆਲ ਇੱਕ ਕੰਪਲੀਟ ਸਿਸਟਮ ਆਫ ਮੈਡੀਸਨ ਹੈ। ਇਸ ਦੇ ਵਿੱਚ ਹਰ ਪ੍ਰਕਾਰ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਜਿਹਦੇ 'ਚ ਅਸੀਂ ਅਦਰਵਾਈਜ਼ ਦੂਜੇ ਸਿਸਟਮ 'ਚ ਜਿਹੜੇ ਬਿਮਾਰੀਆਂ ਵਾਸਤੇ ਡਾਕਟਰ ਜਿਹੜੇ ਸਰਜਰੀ ਅਪਲਾਈ ਕਰਦੇ ਨੇ, ਅਸੀਂ ਵਿਦਆਊਟ ਸਰਜਰੀ, ਇਹ ਨੋਨ ਸਰਜੀਕਲ ਟ੍ਰੀਟਮੈਂਟ ਆਫ ਸਿਸਟਮ ਹੈ। ਇਸ ਦੇ ਵਿੱਚ ਅਸੀਂ ਐਸੀ ਬਿਮਾਰੀਆਂ ਜਿਵੇਂ ਤੁਹਾਡਾ ਲਿਵਰ ਕੈਂਸਰ ਹੋ ਗਿਆ, ਕਿਡਨੀ ਫੇਲੀਅਰ ਹੋ ਗਿਆ, ਹਾਰਟ ਅਟੈਕਸ ਹੋ ਗਏ, ਬ੍ਰੇਨ ਟਿਊਮਰ ਹੋ ਗਿਆ, ਫਿਰ ਸਾਡੇ ਫਾਈਬਰੋਇਡਸ ਯਾਨੀ ਕਿ ਜਿਹੜੀਆਂ ਬੱਚਾਦਾਨੀ ਰਸੋਲੀਆਂ ਹੋ ਗਈਆਂ, ਪੱਥਰੀਆਂ ਹੋ ਗਈਆਂ, ਇਹ ਸਾਰੀ ਕਿਸਮ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਬਿਨਾਂ ਚੀਰ ਫਾੜ ਤੋਂ ਅਸੀਂ ਮੈਡੀਸਨ ਦੇ ਮਾਧਿਅਮ ਦੇ ਨਾਲ ਹੀ ਕਰਦੇ ਹਾਂ। ਸਭ ਤੋਂ ਅੱਛੀ ਗੱਲ ਇਹ ਹੈ ਕਿ ਇਹਨਾਂ ਮੈਡੀਸਨ ਦਾ ਜਿਹੜਾ ਸਾਈਡ ਇਫੈਕਟ ਉਹ 0% ਹੈ, ਕਿਉਂਕਿ ਜਿਹੜਾ ਇਹ ਮੈਡੀਸਨ ਬਣਾਉਣ ਦਾ ਤਰੀਕਾ, ਟੈਕਨੀਕ ਹੈ, ਉਹਨੂੰ ਅਸੀਂ ਬੋਲਦੇ ਹਾਂ ਸਪੈਜਰੀਕਲ ਕੋਹੋਵੇਸ਼ਨ। ਸਪੈਜਰੀਕਲ ਕੋਹੋਵੇਸ਼ਨ ਇੱਕ ਇਹੋ ਜਿਹੀ ਵਿਧੀ ਹੈ, ਦਵਾਈ ਪਲਾਂਟ ਤੋਂ ਮੈਡੀਸਨ ਐਕਸਟ੍ਰੈਕਟ ਕਰਨ ਦੀ ਜਿਹੜੀ ਉਹ ਵਿਧੀ ਹੈ, ਜਿਹਦੇ 'ਚ ਅਸੀਂ ਅਗਰ ਸਿੰਪਲ ਇੱਕ ਐਗਜ਼ਾਮਪਲ, ਪਾਣੀ ਵੀ ਉਹਦੇ ਜਿਹੜਾ ਯੂਜ਼ ਕੀਤਾ ਜਾਂਦਾ ਸਿੰਪਲ ਵਾਟਰ, ਉਹ ਵੀ ਆਪਣੇ ਲਾਸਟ ਸਟੇਜ ਤੱਕ ਪਹੁੰਚਦੇ 21 ਵਾਰ ਡਿਸਟਿਲੇਟ ਕੀਤਾ ਜਾਂਦਾ ਹੋ ਜਾਂਦਾ ਹੈ, ਔਰ ਇੰਨਾ ਕੁ ਪਿਊਰੀਫਾਈਡ ਸਿਸਟਮ ਹੈ।
ਇਹਦੇ 'ਚ ਕੀ ਹੈ ਕਿ ਅਸੀਂ ਜਦੋਂ ਕੋਈ ਮੈਡੀਸਨ ਕਿਸੇ ਪੇਸ਼ੈਂਟ ਨੂੰ ਦਿੰਦੇ ਹਾਂ ਤਾਂ ਪੇਸ਼ੈਂਟ ਦਾ ਸਭ ਤੋਂ ਵੱਡਾ ਪਹਿਲਾ ਕੁਐਸਚਨ ਇਹੀ ਹੁੰਦਾ ਕਿ ਸਰ ਇਹਨਾਂ ਦਵਾਈਆਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ। ਅਸੀਂ ਤੁਹਾਨੂੰ 100% ਦਾਅਵੇ ਨਾਲ ਬੋਲਦੇ ਪਏ ਹਾਂ, ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਜਿਹੜਾ 100% ਸਾਈਡ ਇਫੈਕਟਲੈਸ ਸਿਸਟਮ ਹੈ। ਗੁੱਡ ਇੰਪੈਕਟ ਇਹਦੇ ਕੀ ਹੋ ਸਕਦੇ ਨੇ, ਇਹ ਜਦੋਂ ਅਸੀਂ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ, ਜਦੋਂ ਅਸੀਂ ਪੇਸ਼ੈਂਟ ਨੂੰ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਪੇਸ਼ੈਂਟ ਹੈ ਇਹਨੂੰ ਅਸੀਂ ਗੁੱਡ ਇਫੈਕਟ ਕਿੰਨਾ ਕੁ ਦੇ ਸਕਦੇ ਹਾਂ। ਬਟ ਜਿਹੜਾ ਪਿਛਲਾ ਮੇਰਾ ਲਾਸਟ 34 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਇਹ ਬੋਲਦਾ ਵਾ ਕਿ ਅਸੀਂ 99% ਜਿਹੜੇ ਬਿਮਾਰੀਆਂ ਨੂੰ ਇੱਕ ਬਾਈ ਰੂਟ ਕੇਅਰ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਦੇ ਮੁਤਾਬਿਕ ਅਸੀਂ ਜਿਹੜੇ ਉਹਦੀ ਆਪਣੀ ਸਫਲਤਾ ਹਾਸਲ ਕਰ ਸਕਦੇ ਹਾਂ। ਇਹਦੇ ਖਰਚ ਦੀ ਗੱਲ ਕਰੀਏ, ਕਿੰਨਾ ਕੁ ਮਹਿੰਗਾ ਇਹ ਇਲਾਜ ਹੈ? ਇਸ ਦਾ ਖਰਚ ਤੁਸੀਂ ਇੱਕ ਐਗਜ਼ਾਮਪਲ ਮੈਂ ਲਵਾਂਗਾ। ਇੱਕ ਮੈਂ ਸਪੈਸ਼ਲ ਅਸੀਂ ਇੱਕ ਡਾਟਾ ਤਿਆਰ ਕੀਤਾ ਸੀਗਾ। ਅਸੀਂ ਕਿਡਨੀ ਫੇਲੀਅਰ ਯਾਨੀ ਜਿਹੜਾ ਸਾਡਾ CKD ਕਰੋਨਿਕ ਕਿਡਨੀ ਡਿਜ਼ੀਜ਼ ਉੱਪਰ ਅਸੀਂ ਇੱਕ ਡਾਟਾ ਤਿਆਰ ਕੀਤਾ। ਫਾਰ ਐਗਜ਼ਾਮਪਲ ਮੇਰੇ ਪਾਸ ਇੱਕ ਪੇਸ਼ੈਂਟ ਸੀਗਾ, ਉਹਦਾ ਇੱਕ ਮਤਲਬ ਕਿ ਗੁਰਦਾ ਜਿਹੜਾ ਉਹ ਟ੍ਰਾਂਸਪਲਾਂਟੇਸ਼ਨ ਵਾਸਤੇ ਡਾਕਟਰ ਨੂੰ ਬੋਲ ਚੁੱਕੇ ਸੀਗੇ ਤੇ ਜਦੋਂ ਉਹਨਾਂ ਦਾ ਪੂਰਾ ਡਾਕਟਰ ਨੇ ਇੱਕ ਬਿਊਰਾ ਬਣਾ ਕਰਕੇ ਦਿੱਤਾ ਸੀਗਾ, ਉਹਨੇ 12 ਤੋਂ 15 ਲੱਖ ਰੁਪਏ ਦੇ ਵਿੱਚ ਇੱਕ ਮਿਨੀਮਮ ਅਮਾਊਂਟ ਦੱਸਿਆ ਸੀਗਾ। ਸਰ ਉਹੀ ਪੇਸ਼ੈਂਟ ਜਦੋਂ ਮੇਰੇ ਅੰਡਰ ਟ੍ਰੀਟਮੈਂਟ ਆਂਦਾ ਹੈ, ਮੈਂ ਉਹਦੀ ਲਗਭਗ 6 ਤੋਂ 7 ਮਹੀਨੇ ਟ੍ਰੀਟਮੈਂਟ ਜਿਹੜੀ ਉਹ ਕੀਤੀ ਹੈ। ਪਹਿਲਾ ਪੁਆਇੰਟ ਤਾਂ ਇਹ ਹੈ ਕਿ ਅਸੀਂ ਨੋਨ ਸਰਜੀਕਲ ਸਿਸਟਮ ਆਫ ਟ੍ਰੀਟਮੈਂਟ ਹੈ। ਜਦੋਂ ਉਹਦਾ ਅਸੀਂ ਟ੍ਰੀਟਮੈਂਟ 6 ਤੋਂ 7 ਮਹੀਨੇ ਦਾ ਅਸੀਂ ਕੀਤਾ, ਹਾਰਡਲੀ 1 ਮਹੀਨੇ ਵਿੱਚ 7 ਤੋਂ ਲੈ ਕਰਕੇ 10,000 ਰੁਪਏ ਤੱਕ ਦੀ ਮੈਡੀਸਨ CKD ਵਿੱਚ ਅਸੀਂ ਉਹਨੂੰ ਦਿੱਤੀ ਹੈ। ਯਾਨੀ ਕਿ 7 ਤੋਂ 8 ਮਹੀਨਿਆਂ ਦੇ ਵਿੱਚ ਉਹਦਾ 70 ਤੋਂ 80,000 ਰੁਪਏ ਖਰਚਾ ਆਇਆ। ਕਿੱਥੇ 15 ਲੱਖ ਰੁਪਇਆ, 10 ਤੋਂ 15 ਲੱਖ ਰੁਪਇਆ, ਕਿੱਥੇ 70 ਤੋਂ 80,000 ਰੁਪਇਆ। ਤੁਸੀਂ ਆਪਣੇ ਆਪ ਹੀ ਕੰਪੈਰੀਜ਼ਨ ਕਰ ਸਕਦੇ ਹੋ ਕਿ ਇਲੈਕਟ੍ਰੋਪੈਥਿਕ ਸਿਸਟਮ ਨਾ ਕੇਵਲ ਸਸਤਾ ਹੈ ਬਲਕਿ ਮੈਂ ਇਹ ਵੀ ਕਹਿ ਸਕਦਾ ਇੰਨਾ ਕੁ ਐਫੀਸ਼ੀਐਂਟ ਹੈ ਕਿ ਜਦੋਂ ਅਸੀਂ ਸਰਜਰੀ ਕਰ ਦਿੰਦੇ ਹਾਂ, ਤੁਸੀਂ ਟ੍ਰਾਂਸਪਲਾਂਟੇਸ਼ਨ ਵੀ ਅਗਰ ਜਾਂਦਾ ਉਹ ਪੇਸ਼ੈਂਟ, ਤਦ ਵੀ ਡਾਕਟਰ ਤੁਹਾਨੂੰ ਦੱਸਣਗੇ ਇਹਦੀ ਜਿਹੜੀ ਲਾਈਫ ਹੈ ਕਿਡਨੀ ਦੀ, ਜਿਹੜਾ ਰਿਪਲੇਸ ਕਿਡਨੀ ਹੈ ਉਹਦਾ ਜਿਹੜਾ ਲਾਈਫ ਹੈ ਉਹ ਨੋਟ ਮੋਰ ਦੈਨ 10 ਈਅਰ, ਯਾਨੀ ਕਿ 10 ਸਾਲ ਤੱਕ ਵੀ ਉਹ ਜੇ ਤੁਸੀਂ ਪੂਰੀ ਦੇਖਭਾਲ ਕਰੋਗੇ ਆਪਣੀ ਆਪ ਦੇ ਸਰੀਰ ਨੂੰ, ਖਾਣ ਪੀਣ ਦਾ ਤੁਸੀਂ ਆਪਣੇ ਪੂਰਾ ਖਿਆਲ ਰੱਖੋਗੇ, ਰੱਖ ਰਖਾਵ ਵਧੀਆ ਹੋਏਗਾ, ਤਾਂ ਤੁਹਾਡਾ ਜਿਹੜਾ ਉਹ ਸਿਸਟਮ 10 ਸਾਲ ਵਾਸਤੇ ਕਿਡਨੀ ਕੱਢੂਗੀ। ਅਦਰਵਾਈਜ਼ ਅਸੀਂ ਮੋਰ ਓਵਰ 70% ਕੇਸਿਸ ਦੇਖਿਆ 3 ਤੋਂ 4 ਸਾਲ ਤੋਂ ਬਾਅਦ ਉਹਨਾਂ ਨੂੰ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ। ਮੇਰੇ ਪਾਸ ਇੱਕ ਇਹੋ ਜਿਹਾ ਕੇਸ ਸੀਗਾ ਜਿਹੜਾ 96 ਦੇ ਵਿੱਚ ਉਹਦਾ ਟ੍ਰੀਟਮੈਂਟ ਸਟਾਰਟ ਕੀਤਾ ਸੀਗਾ। ਤਦੋਂ ਉਹਨੂੰ ਬੋਲਿਆ ਗਿਆ ਸੀ, ਪੇਸ਼ੈਂਟ ਨੂੰ ਦੱਸਿਆ ਗਿਆ ਕਿ ਤੁਹਾਡੀ ਜਿਹੜੀ ਏਜ ਹੈ ਨੋਟ ਮੋਰ ਦੈਨ 5 to 6 ਵੀਕ। ਉਹ ਪੇਸ਼ੈਂਟ, ਉਹ ਜਿਹੜੀ ਮਾਤਾ ਸੀਗੀ ਉਹਦੀ ਉਮਰ ਸੀ ਉਸ ਟਾਈਮ 65 ਸਾਲ। ਇਹ ਲਾਸਟ 2021 ਦੇ ਵਿੱਚ ਉਸ ਪੇਸ਼ੈਂਟ ਨੂੰ ਇੱਕ ਨੈਚੁਰਲ ਡੈਥ ਦੇ ਵਿੱਚ ਜਦੋਂ ਉਹਦੀ ਏਜ ਮੋਰ ਦੈਨ 90 ਪਲੱਸ ਦੇ ਵਿੱਚ ਆ ਚੁੱਕੀ ਸੀਗੀ, ਤਦ ਉਹਦੀ ਜਿਹੜੀ ਉਹ ਡੈਥ ਹੋਈ ਹੈ। ਔਰ ਪੂਰੇ ਜੀਵਨ ਕਾਲ ਦੇ ਵਿੱਚ ਉਹਨੂੰ ਦੁਬਾਰਾ ਪਲਟ ਕੇ ਕਦੀ ਕਿਡਨੀ ਦੀ ਪ੍ਰੋਬਲਮ ਨਹੀਂ ਹੋਈ। ਕਿੱਥੇ ਇੱਕ ਟ੍ਰਾਂਸਪਲਾਂਟੇਸ਼ਨ ਤੋਂ ਬਾਅਦ ਡਾਕਟਰ ਜਿਹੜਾ ਮੇਨ ਰਿਕਮੈਂਡੇਸ਼ਨ ਦਿੰਦੇ ਕਿ 10 ਸਾਲ ਤੋਂ ਬਾਅਦ ਇਹਦੇ 'ਚ ਪ੍ਰੋਬਲਮ ਆਉਣ ਦੇ ਚਾਂਸਸ ਹੋ ਸਕਦੇ ਆ, ਕਿੱਥੇ ਇਲੈਕਟ੍ਰੋਪੈਥਿਕ ਸਿਸਟਮ ਨਾਲ ਉਹ ਪੇਸ਼ੈਂਟ ਅੱਛਾ ਹੋਇਆ ਤੇ ਉਹ 90 ਸਾਲ ਪਲੱਸ ਦੀ ਉਮਰ 'ਚ ਹੋ ਕਰਕੇ ਇੱਕ ਨੈਚੁਰਲ ਡੈਥ ਦੇ ਵਿੱਚ ਗਿਆ, ਪਰ ਉਹਨੇ 21 ਸਾਲ ਆਪਣੇ ਆਪ ਦੇ ਲਾਈਫ ਦੇ ਇੰਨੇ ਕੁ ਵਧੀਆ ਕੱਟੇ ਕਿ ਜਿਹਨੂੰ ਉਹਨੂੰ ਕੋਈ ਕਿਸੇ ਤਰੀਕੇ ਦੀ ਕੋਈ ਕੰਪਲਿਕੇਸ਼ਨ, ਇੰਨਾ ਕੁ ਐਫੀਕੇਸ਼ੀਅਸ ਪਲੱਸ ਇੰਨਾ ਕੁ ਇਹ ਐਕਸਪੈਂਸ ਜਿਹੜਾ ਬੇਸਿਸ ਇੱਕ ਇਕੋ ਐਕਸਪੈਂਸ ਸਿਸਟਮ ਹੈ, ਇਹਦੇ 'ਚ ਬਹੁਤ ਘੱਟ ਖਰਚੇ 'ਚ ਅਸੀਂ ਬਹੁਤ ਵੱਡੀਆਂ ਬਿਮਾਰੀਆਂ ਨੂੰ ਜਿਹੜਾ ਠੀਕ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਵਿੱਚ क्षमता ਹੈ। ਕਿੰਨੇ ਕੁ ਮਰੀਜ਼ ਆਪਾਂ ਹੁਣ ਤੱਕ ਠੀਕ ਕਰ ਚੁੱਕੇ ਹਾਂ ਕਿ ਅੱਟਾ ਸੱਟਾ ਕਰਨਾ ਹੋਵੇ? ਅਗਰ ਮੈਂ ਸਿਰਫ ਇਕੱਲੇ ਆਪਣੀ ਗੱਲ ਕਰਾਂ, ਮੈਂ 86-87 ਦੇ ਵਿੱਚ ਪ੍ਰੈਕਟਿਸ 'ਚ ਆਇਆ ਸੀਗਾ। ਹੁਣ ਤੱਕ ਮੋਰ ਦੈਨ 7.5 ਲੱਖ ਪੇਸ਼ੈਂਟ ਜਿਹੜੇ ਮੈਂ ਉਹ ਪਿਛਲੇ 30 ਤੋਂ 32 ਸਾਲ ਦੇ ਵਿੱਚ ਦੇਖ ਚੁੱਕਿਆ, ਰਾਈਟ। ਅਗਰ ਅਸੀਂ ਪੂਰੇ ਆਪਣੇ ਗਰੁੱਪ ਦੀ ਗੱਲ ਕਰੀਏ ਤੇ ਅੱਜ ਤੁਹਾਡੇ ਇਕੱਲੇ ਪੰਜਾਬ ਦੀ ਅਗਰ ਗੱਲ ਕਰੀਏ ਤੇ ਪੰਜਾਬ 'ਚ ਸਾਡੇ ਇਸ ਸਿਸਟਮ ਦੇ ਤਹਿਤ ਮੋਰ ਦੈਨ 1000 ਦੇ ਕਰੀਬ ਸਾਡੇ ਜਿਹੜੇ ਕਲੀਨਿਕ ਹੈ। ਅਗਰ ਔਨ ਐਂਡ ਐਵਰੇਜ ਅਸੀਂ ਦੇਖੀਏ ਤਾਂ ਅੱਜ ਕਰੋੜ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ 'ਚ ਪੇਸ਼ੈਂਟ ਪਿਛਲੇ 15 ਤੋਂ 20 ਸਾਲ ਦੇ ਵਿੱਚ ਦੇਖ ਚੁੱਕੇ ਹਾਂ। ਪਲੱਸ ਉਹਦੇ ਸਭ ਤੋਂ ਅੱਛਾ ਪੁਆਇੰਟ ਇਹੀ ਹੈ, ਨੰਬਰ ਆਫ ਪੇਸ਼ੈਂਟ ਤਾਂ ਜਿਹੜੇ ਹੈ ਸੋ ਹੈ ਹੀ ਹੈ, ਪਰ ਉਹਨਾਂ 'ਚੋਂ ਅੱਜ ਤੱਕ ਇੱਕ ਵੀ ਕੇਸ, ਜਿੰਨੇ ਵੀ ਸਾਡੇ ਪਾਸ ਕ੍ਰਿਟੀਕਲ ਕੇਸ ਵੀ ਆਏ ਨੇ, ਇੱਕ ਵੀ ਕੇਸ ਮੋਰਟੈਲਿਟੀ ਯਾਨੀ ਕਿ ਡੈਥ ਦਾ ਸਾਡੇ ਪਾਸ ਰਿਪੋਰਟ ਨਹੀਂ ਹੋਇਆ। ਯਾਨੀ ਕਿ ਜਿਨ੍ਹਾਂ ਦਾ ਇੱਕ ਕਿਸਮ ਦਾ ਡਾਕਟਰ ਨੇ ਟਾਈਮ ਲਿਮਿਟ ਵੀ ਫਿਕਸ ਕੀਤੀ ਹੋਈ ਸੀ, ਨਹੀਂ 4 ਮਹੀਨੇ 6 ਮਹੀਨੇ 4 ਦਿਨ ਹਫਤਾ 10 ਦਿਨ, ਉਹ ਪੇਸ਼ੈਂਟ ਨੂੰ ਵੀ ਅਸੀਂ ਏਜ ਐਨਹਾਂਸ ਹੁੰਦੇ ਹੋਏ ਦੇਖਿਆ। ਉਹ ਵੀ ਜਿਹਨਾਂ ਮਤਲਬ ਫਾਰ ਐਗਜ਼ਾਮਪਲ ਇੱਕ ਕੈਂਸਰ ਦਾ ਪੇਸ਼ੈਂਟ ਅਗਰ ਤੁਹਾਡੇ ਪਾਸ ਆਉਂਦਾ ਹੈ 4th ਸਟੇਜ ਆਉਂਦਾ, ਉਹਦੇ 'ਚ ਕੋਈ ਵੀ ਡਾਕਟਰ ਨੂੰ ਬਹੁਤ ਲੰਬੇ ਸਮੇਂ ਤੱਕ ਜਿੰਦਾ ਨਹੀਂ ਰੱਖ ਸਕਦਾ। ਬਟ ਇਲੈਕਟ੍ਰੋਪੈਥੀ ਮੈਡੀਸਨ ਇੱਕ ਆਪਣਾ ਕਲੇਮ ਕਰਦੀ ਹੈ ਕਿ ਅਸੀਂ ਉਸ ਸਟੇਜ ਦੇ ਵਿੱਚ ਵੀ 4th ਸਟੇਜ ਆਫ ਕੈਂਸਰ ਦੇ ਵਿੱਚ ਵੀ ਜਿਹੜੀ ਏਜ ਹੈ 2 ਸਾਲ ਤੋਂ ਲੈ ਕਰਕੇ 5 ਸਾਲ ਇਹ ਤੋਂ ਵੀ ਵੱਧ ਜਿਹੜੀ ਅਸੀਂ ਐਨਹਾਂਸ ਹੁੰਦੇ ਆਪਣੇ ਜੀਵਨ ਕਾਲ 'ਚ ਦੇਖੀ ਹੈ। ਇਸ ਦਾ ਮਤਲਬ ਕੀ ਹੈ ਕਿ ਜਿਹੜਾ ਇਹ ਸਿਸਟਮ ਹੈ ਇਹ ਸੱਚਮੁੱਚ ਇੱਕ ਇਨਸਾਨ ਨੂੰ ਹੈਲਥ ਦੇ ਕਰਕੇ ਉਹਦੀ ਏਜ ਨੂੰ ਅੱਗੇ ਵਧਾਉਣ ਦਾ ਕੰਮ ਕਰਦਾ ਹੈ।
ਜੇ ਆਪਾਂ ਕਾਰਨ ਦੇਖੀਏ ਬਿਮਾਰੀਆਂ ਦਾ ਕਾਰਨ ਕੀ ਦੇਖਦੇ ਹੋ ਜ਼ਿਆਦਾਤਰ ਪੰਜਾਬ ਦੇ ਵਿੱਚ ਕੈਂਸਰ ਹੋਇਆ ਜਾਂ ਜਿਹੜੀਆਂ ਗੰਭੀਰ ਬਿਮਾਰੀਆਂ? ਪੰਜਾਬ ਦੇ ਵਿੱਚ ਜੀ ਦੇਖੋ ਸਭ ਤੋਂ ਵੱਡਾ এনवायरमेंटल ਚੇਂਜ। এনवायरमेंटल ਚੇਂਜ ਦਾ ਮਤਲਬ ਇਹ ਨਹੀਂ ਹੈ ਸਿਰਫ ਇੱਕ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ। ਜਿੰਨਾ ਵੀ ਸਾਡੇ ਅੱਜ ਖੇਤ ਸਭ ਤੋਂ ਪਹਿਲਾ ਕੰਮ ਸ਼ੁਰੂ ਹੁੰਦਾ ਖੇਤ ਤੋਂ। ਖੇਤ ਦੇ ਵਿੱਚ ਜਿਹੜੀਆਂ ਵੀ ਜੀ ਅੱਜ ਦੀ ਡੇਟ 'ਚ ਫਸਲਾਂ ਸਾਡੀਆਂ ਬੋਈਆਂ ਜਾਂਦੀਆਂ, ਇੱਕ ਠੀਕ ਹੈ, ਇੱਕ ਟਾਈਮ ਸਾਡੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਅੰਨ ਦੀ ਜ਼ਰੂਰਤ ਸੀਗੀ। ਉਸ ਅੰਨ ਦੀ ਆਪੂਰਤੀ ਨੂੰ ਕਰਨ ਲਈ ਸਾਨੂੰ ਤਰ੍ਹਾਂ ਤਰ੍ਹਾਂ ਦੇ ਫਰਟੀਲਾਈਜ਼ਰ ਦੇ ਵਿੱਚ ਜਾਣ ਦੀ ਜ਼ਰੂਰਤ ਪਈ। ਬਟ ਇੱਕ ਲੈਵਲ ਅੱਜ ਇੱਦਾਂ ਦਾ ਆ ਗਿਆ ਵੀ ਸਾਡੇ ਪਾਸ ਅੰਨ ਜਿਹੜਾ ਸਰਪਲਸ ਹੈ, ਬਟ ਉਸ ਦੇ ਬਾਵਜੂਦ ਵੀ ਅਸੀਂ ਜਿਹੜਾ ਨੇਚਰ ਵੱਲ ਨਹੀਂ ਮੁੜ ਰਹੇ ਹਾਂ, ਕਿਉਂਕਿ ਸਭ ਤੋਂ ਵੱਡਾ ਜਿਹੜਾ ਸਾਡੀ ਬਿਮਾਰੀਆਂ ਦਾ ਕਾਰਨ ਔਰ ਕੇਂਦਰ ਬਣਿਆ ਉਹ ਅਸੀਂ ਨੇਚਰ ਤੋਂ ਅਲੱਗ ਹੋ ਗਏ। ਨੇਚਰ ਤੋਂ ਉਲਟੀ ਦਿਸ਼ਾ ਦੇ ਵਿੱਚ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਲਈ ਸਾਨੂੰ ਉਹਦਾ ਖਮਿਆਜਾ ਅੱਜ ਬਿਮਾਰੀਆਂ ਰੂਪ ਦੇ ਵਿੱਚ ਭੁਗਤਣ ਨੂੰ ਮਿਲ ਰਿਹਾ। ਤਾਂ ਮੇਰਾ ਮੰਨਣਾ ਇਹ ਜਿਹੜਾ ਸਾਡਾ ਜਿਹੜਾ ਪਾਰਟਿਕੂਲਰ ਬਿਮਾਰੀਆਂ ਦਾ ਮੇਨ ਕੇਂਦਰ ਹੈ ਉਹ ਸਾਡਾ ਸਭ ਤੋਂ ਵੱਡਾ এনवायरमेंट ਦੇ ਵਿੱਚ ਆਈਆਂ ਚੇਂਜਸ ਡਿਊ ਟੂ ਹਿਊਮਨ ਬੀਇੰਗ। ਜਿਹੜਾ ਅਸੀਂ ਆਪਣੇ ਐਜ਼ ਏ ਹਿਊਮਨ ਬੀਇੰਗ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਲਿਆ, ਪੈਸਟੀਸਾਈਡ ਕਲਰ ਦੇਣ ਵਾਸਤੇ ਇਨਸੈਕਟੀਸਾਈਡਸ ਜਾਂ ਕੋਈ ਵੀ ਅਸੀਂ ਕੈਮੀਕਲ ਇਸਤੇਮਾਲ ਕਰਦੇ ਆ, ਉਹ ਕੈਮੀਕਲ ਸਾਡੀ ਜਿਹੜੀ ਲਾਈਫ ਨੂੰ ਹੈ ਉਹ ਸਾਡੀ ਹੈਲਥ ਨੂੰ ਉਹ ਹਾਰਮ ਕਰ ਰਿਹਾ। ਔਰ ਉਹਨਾਂ ਚੀਜ਼ਾਂ ਦੇ ਕਰਕੇ ਹੀ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ, ਲਿਵਰ, ਕਿਡਨੀ, ਹਾਰਟ, ਬ੍ਰੇਨ, ਇਹ 4 ਸੈਗਮੈਂਟ ਤਾਂ ਪਹਿਲੇ ਇੱਕ ਟਾਈਮ ਹੁੰਦਾ ਸੀਗਾ। ਅਗਰ ਮੈਂ 80s ਦੀ ਗੱਲ ਕਰਾਂ, ਜਦੋਂ ਮੈਂ ਜੁਆਇਨ ਕੀਤਾ ਤਾਂ ਮੈਂ ਪੰਜਾਬ ਆਉਂਦਾ ਹੁੰਦਾ ਸੀਗਾ ਤਾਂ ਬੜੀ ਮੁਸ਼ਕਿਲ ਦੇ ਵਿੱਚ 100 ਦੇ ਵਿੱਚ ਕਿਤੇ ਇੱਕ ਕਿਡਨੀ ਦਾ ਪੇਸ਼ੈਂਟ ਮਿਲਦਾ ਹੁੰਦਾ ਸੀ। ਅੱਜ ਹਰ 4th ਪਰਸਨ ਜਿਹੜਾ ਕਿਡਨੀ ਫੇਲੀਅਰ ਦਾ ਸ਼ਿਕਾਰ ਹੋ ਰਿਹਾ। ਅੱਗੇ ਅਸੀਂ ਆਉਂਦੇ ਸੀ ਕਿਤੇ 1000 ਦੇ ਵਿੱਚ ਇੱਕ ਦਾ ਜੋ ਹੈ ਉਹ ਲਿਵਰ ਕੈਂਸਰ ਦਾ ਪੇਸ਼ੈਂਟ ਨਿਕਲਦਾ ਹੁੰਦਾ ਸੀਗਾ। ਜਿਵੇਂ ਤੁਸੀਂ ਜਾਣਦੇ ਹੋ ਵੀ ਕਾਲਾ ਪੀਲੀਆ, ਸਫੇਦ ਪੀਲੀਆ ਬੋਲਿਆ ਜਾਂਦਾ, ਜਾਂ ਫਿਰ ਲਿਵਰ ਦੀ ਜਿਹੜੀ ਹੈਪੇਟਾਈਟਸ ਦੇ ਵਿੱਚ ABC ਸਾਡੀਆਂ ਕਿਸਮਾਂ ਆਈਆਂ, ਇਹ ਕਿੱਥੋਂ ਆ ਗਈਆਂ? ਇਹ ਤਾਂ ਹੀ ਆਈਆਂ ਕਿਉਂਕਿ ਇਹ ਜਿਹੜਾ ਅੱਜ ਦੀ ਡੇਟ 'ਚ ਪਹਿਲੇ 1000 ਦੇ ਵਿੱਚ ਇੱਕ ਕੇਸ ਹੁੰਦਾ ਸੀਗਾ, ਅੱਜ 10 ਦੇ ਵਿੱਚ ਇੱਕ ਕੇਸ ਜਿਹੜਾ ਕੈਂਸਰ ਜਿਹੜਾ ਲਿਵਰ ਫੇਲੀਅਰ ਦਾ ਤੁਹਾਡੇ ਸਾਹਮਣੇ ਤੁਹਾਨੂੰ ਦੇਖਣ ਨੂੰ ਮਿਲੂਗਾ। ਹਾਲਾਂਕਿ ਅੱਜ ਤੋਂ ਕੋਈ ਤਕਰੀਬਨ 25 ਸਾਲ ਪਹਿਲੇ ਗੱਲ ਕੀਤੀ ਜਾਵੇ ਤਾਂ ਇੱਥੇ ਹਾਰਟ ਅਟੈਕ ਜਿਹੜੇ ਉਹ ਜ਼ਿਆਦਾ ਮਹਿਸੂਸ ਹੁੰਦੇ ਸੀਗੇ। ਅੱਜ ਅਸੀਂ ਦੇਖ ਰਹੇ ਹਾਂ ਕਿ ਹਾਰਟ ਅਟੈਕ ਤਾਂ ਅੱਜ ਬਹੁਤ ਪਿੱਛੇ ਰਹਿ ਗਿਆ, ਲੋਕਾਂ ਨੂੰ ਪਤਾ ਨਹੀਂ ਹਾਰਟ ਅਟੈਕ ਕੀ ਚੀਜ਼ ਹੁੰਦੀ ਹੈ। ਅੱਜ ਜਿਹੜਾ ਹਰ ਚੌਥਾ ਬੰਦਾ ਕਿਡਨੀ ਫੇਲੀਅਰ ਨੂੰ ਲੈ ਕਰਕੇ, ਹਰ 10ਵਾਂ ਬੰਦਾ ਜਿਹੜਾ ਲਿਵਰ ਕੈਂਸਰ ਨੂੰ ਲੈ ਕਰਕੇ ਉਹ ਆਪਣਾ ਹਾਰਟ ਅਟੈਕ ਤਾਂ ਭੁੱਲ ਹੀ ਚੁੱਕਿਆ ਕਿ ਉਹਨੂੰ ਕਦੀ ਹਾਰਟ ਅਟੈਕ ਵੀ ਆ ਸਕਦਾ। ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਆਈ, ਇਹ এনवायरमेंटल ਚੇਂਜ, ਹਿਊਮਨ ਮੇਡ এনवायरमेंटल ਚੇਂਜਸ ਹੈ, ਉਹਨਾਂ ਨੇ ਜ਼ਿਆਦਾ ਡਿਸਟਰਬ ਕੀਤਾ ਹੈ ਤੇ ਇਹੀ ਸਾਡਾ ਬਿਮਾਰੀਆਂ ਦਾ ਕੇਂਦਰ ਹੈ। ਫਰੀਦਕੋਟ ਲਈ ਤੁਹਾਡੀ ਸੰਸਥਾ ਕੀ ਇੰਟਰੋਡਿਊਸ ਕਰ ਰਹੀ ਹੈ? ਇਹ ਅੱਜ ਹੀ ਅਸੀਂ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ। ਮੈਂ ਆਪਣੀ ਟੀਮ ਦੇ ਨਾਲ ਰਵੀਸਨ ਪਰਿਵਾਰ ਵੱਲੋਂ ਅੱਜ ਡਾਕਟਰ ਸੰਜੀਵ ਜੁਨੇਜਾ ਜੀ ਦਾ ਜਿਹੜਾ ਫਰੀਦਕੋਟ ਦੇ ਵਿੱਚ ਸੈਂਟਰ ਇਸਟੈਬਲਿਸ਼ ਹੋਣ ਜਾ ਰਿਹਾ, ਹੋ ਚੁੱਕਿਆ, ਉਹਦਾ ਇਨੋਗ੍ਰੇਸ਼ਨ ਜਿਹੜੀ ਅੱਜ ਹੋਈ ਹੈ। ਮੈਂ ਇਹ ਸੈਂਟਰ ਦਾ ਨਾਂ ਹੈ ਜੀ ਲਾਸਟ ਲੀਫ ਕੇਅਰ, ਤੇ ਇਲੈਕਟ੍ਰੋਪੈਥੀ ਦਾ ਇੱਕ ਬਹੁਤ ਵੱਡਾ ਮਾਈਲਸਟੋਨ ਜਿਹੜਾ ਇਹ ਸਿੱਧ ਹੋਣ ਜਾ ਰਿਹਾ। ਇੱਥੇ ਦੇ ਲੋਕਾਂ ਨੂੰ ਵੀ ਜਿਹੜੇ ਕੱਲ੍ਹ ਤੱਕ ਜਿਨ੍ਹਾਂ ਨੂੰ ਬਠਿੰਡੇ ਜਾ ਕਰਕੇ, ਮੋਗੇ ਜਾ ਕਰਕੇ, ਜਾਂ ਈਵਨ ਬਹੁਤ ਸਾਰੇ ਪੇਸ਼ੈਂਟ ਮੇਰੇ ਪਾਸ ਚੰਬੇ ਤੱਕ ਵੀ, ਮੈਂ ਚੰਬਾ ਹਿਮਾਚਲ ਦਾ ਰਹਿਣ ਵਾਲਾ, ਸਾਡਾ ਹੈੱਡ ਆਫਿਸ ਰਿਸਰਚ ਸੈਂਟਰ ਉਹੀ ਹੈ ਰਵੀਸਨ ਪਰਿਵਾਰ ਦਾ। ਜਦੋਂ ਉੱਥੇ ਤੱਕ ਪੇਸ਼ੈਂਟ ਪਹੁੰਚਦੇ ਹੁੰਦੇ ਸੀ, ਅੱਜ ਉਹਨਾਂ ਨੂੰ ਜਦੋਂ ਲੋਕਲ ਦੇ 'ਚ ਫੈਸਿਲਿਟੀ ਮਿਲੂਗੀ, ਬਹੁਤ ਸਾਰੇ ਗਰੀਬ ਇੱਦਾਂ ਦੇ ਘਰਾਣੇ ਜਾਂ ਇੱਦਾਂ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਪਾਸ ਇਲਾਜ ਕਰਵਾਉਣ ਦੀ ਬਹੁਤ ਸਫੀਸ਼ੀਐਂਸੀ ਨਹੀਂ ਹੁੰਦੀ ਹੈ, ਉਹ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਆ। ਇਹ ਜਿਹੜਾ ਫਰੀਦਕੋਟ ਵਿੱਚ ਸੈਂਟਰ ਲਾਸਟ ਲੀਫ ਕੇਅਰ ਹੈ, ਇਹ ਬਹੁਤ ਵੱਡਾ ਇੱਕ ਮਾਈਲਸਟੋਨ ਸਿੱਧ ਹੋਣ ਜਾ ਰਿਹਾ ਹੈ। ਤੇ ਮੈਂ ਬਿਲਕੁਲ ਮੇਰੀ ਉਮੀਦ ਹੈ ਕਿ ਜਿਹੜੇ ਫਰੀਦਕੋਟ ਔਰ ਅਰਾਊਂਡ ਫਰੀਦਕੋਟ ਦੇ ਲੋਕੀ ਹੈ, ਜਿਹੜੇ ਮਰੀਜ਼ ਨੇ, ਜਿਹੜੇ ਲਾ ਇਲਾਜ ਬਿਮਾਰੀਆਂ ਤੋਂ ਗ੍ਰਸਿਤ ਨੇ, ਉਹ ਇਸ ਸੈਂਟਰ ਦਾ ਬਹੁਤ ਵਧੀਆ ਫਾਇਦਾ ਚੱਕਣਗੇ। ਤੇ ਡਾਕਟਰ ਸੰਜੀਵ ਜੁਨੇਜਾ ਜੀ ਤੇ ਇਹਨਾਂ ਦੀ ਫੈਮਿਲੀ ਨੂੰ ਮੈਂ ਇੱਕ ਵਾਰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇਸ ਦੇ ਨਾਲ ਨਾਲ ਜਿਹੜੀ ਖਾਸੀਅਤ, ਇਹ ਜਿਹੜਾ ਸੈਂਟਰ ਹੈ, ਇਹ ਇਲੈਕਟ੍ਰੋਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਇੱਕ ਪਾਇਓਨੀਅਰ ਸੈਂਟਰ ਬਣਨ ਜਾ ਰਿਹਾ, ਜਿਨ੍ਹਾਂ ਦੇ ਇਸ EDMA ਦੇ ਜਿਹੜੇ ਚੇਅਰਪਰਸਨ ਨੇ ਡਾਕਟਰ ਜਗਤਾਰ ਸਿੰਘ ਸੇਖੋਂ, ਜਿਹੜੇ ਇਹਨਾਂ ਦੇ ਪ੍ਰਧਾਨ ਨੇ ਡਾਕਟਰ ਜਗਮੋਹਨ ਜੀ, ਸੈਕਟਰੀ ਨੇ ਡਾਕਟਰ ਪਾਠਕ ਜੀ, ਪਰਵਿੰਦਰ ਪਾਠਕ ਜੀ, ਇਹ ਪੂਰੀ ਟੀਮ ਦੇ ਨਾਲ ਇੱਥੇ ਆਏ ਹੋਏ ਨੇ ਇਹਨਾਂ ਦੀ ਇਨੋਗ੍ਰੇਸ਼ਨ ਅਗਵਾਈ ਕਰਦੇ ਹੋਏ। ਤਾਂ ਇਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਸੈਂਟਰ ਚੱਲੇਗਾ ਔਰ ਚੱਲ ਰਿਹਾ ਹੈ। ਤੇ ਮੈਨੂੰ ਉਮੀਦ ਹੈ ਕਿ ਇੱਥੇ ਲੋਕੀ ਇਹਦਾ ਬਹੁਤ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਫਾਇਦਾ ਚੱਕਦੇ ਹੋਏ ਆਪਣੇ ਆਪ ਦੇ ਸਰੀਰ ਨੂੰ ਨਿਰੋਗੀ ਬਣਾਉਣ ਦੇ ਵਿੱਚ ਇਹ ਸੈਂਟਰ ਬਹੁਤ ਵੱਡੀ ਮਦਦ ਕਰੇਗਾ। ਡਾਕਟਰ ਸਾਹਿਬ, ਕਿਸ ਤਰ੍ਹਾਂ ਦਾ ਵਿਜ਼ਨ ਲਿਆ ਤੁਸੀਂ ਅੱਜ ਸੈਂਟਰ ਖੋਲ੍ਹਿਆ? ਦੇਖੋ ਜੀ, ਮੈਂ ਕੁਝ 4-6 ਮਹੀਨਿਆਂ ਤੋਂ ਇਸ ਪੈਥੀ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜਿਆ। ਹਾਲਾਂਕਿ ਡਿਗਰੀਜ਼ ਜਾਂ ਕੁਆਲੀਫਿਕੇਸ਼ਨਸ ਆਪਣੇ ਕੋਲ ਆਲਰੇਡੀ ਹੈਗੀਆਂ, ਬੁੱਕਸ ਵੀ ਆਪਾਂ ਪੜ੍ਹਦੇ ਰਹਿੰਦੇ ਹਾਂ, ਆਪਣੀ ਸਬਜੈਕਟ ਬੁੱਕਸ ਵੀ ਆਪਾਂ ਪੜ੍ਹੀਆਂ, ਅਦਰਵਾਈਜ਼ ਵੀ ਵੀ ਆਰ ਇਨ ਟੱਚ। ਪਰ ਇੱਕ ਓਰੀਐਂਟੇਸ਼ਨ ਦੀ ਲੋੜ ਹੁੰਦੀ ਹੈ, ਇੱਕ ਸੰਗਠਿਤ
ਤਰੀਕੇ ਨਾਲ ਕੰਮ ਕਰਨ ਦੀ ਖਮਤਾ ਵਾਸਤੇ ਤੁਹਾਨੂੰ ਇੱਕ ਟੀਮ ਦੀ ਲੋੜ ਹੁੰਦੀ ਹੈ, ਜਿਹੜੀ ਕਿ ਅੱਜ ਆਪਣੇ ਨਾਲ ਹੈ, ਤੁਸੀਂ ਦੇਖ ਰਹੇ ਹੋ। ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਥੇ ਆ ਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ, ਮੈਨੂੰ ਮਾਣ ਬਖਸ਼ਿਆ ਹੈ। ਔਰ ਮੈਂ ਉਮੀਦ ਕਰਦਾ ਸਰ, ਜਿਵੇਂ ਡਾਕਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਆਪਾਂ ਫਰੀਦਕੋਟ ਦੇ ਲੋਕਾਂ ਦੀ ਸਿਹਤ ਨੂੰ ਉਜਾਗਰ ਵਧੀਆ ਰੱਖਣ ਵਾਸਤੇ ਮੇਰੇ ਖਿਆਲ ਕੋਈ ਕਸਰ ਨਹੀਂ ਛੱਡਾਂਗੇ। ਦੂਸਰੀ ਗੱਲ, ਉਹ ਵੀ ਇਸ ਪੈਥੀ ਦਾ, ਮੇਰਾ ਇਸ ਸੈਂਟਰ ਦਾ ਪੂਰਾ ਫਾਇਦਾ ਉਠਾਉਣਗੇ। ਫਰੀਦਕੋਟ ਦੀ ਆਰਥਿਕਤਾ ਨੂੰ ਧਿਆਨ 'ਚ ਰੱਖਦੇ ਹੋਏ ਕਿਸ ਤਰ੍ਹਾਂ ਦੀਆਂ ਫੀਸਾਂ ਰੱਖ ਰਹੇ ਹੋ ਤੁਸੀਂ? ਡਾਕਟਰ ਸਾਹਿਬ, ਜੇ ਆਪਾਂ ਥੋੜ੍ਹੀ ਜਿਹੀ ਜੇ ਪੰਜਾਬੀ 'ਚ ਗੱਲ ਕਰੀਏ, ਲੇਮੈਨ ਲੈਂਗੁਏਜ, ਸਾਨੂੰ ਮਤਲਬ ਇਹ ਨਹੀਂ ਕਿ ਅਸੀਂ ਵੀ ਆਰ ਗੈਟਿੰਗ ਵੈਰੀ ਰਿਨਾਊਂਡ ਪੇਸ਼ੈਂਟਸ ਆਲਸੋ। ਬੜੇ ਲੋਕ ਜਿਹੜੇ ਬੜੇ ਥੋੜ੍ਹੇ ਜਿਹੇ ਸੋਫਿਸਟੀਕੇਟਡ ਲੋਕ ਆ, ਉਹ ਵੀ ਆਪਣੇ ਕੋਲ ਆ ਰਹੇ ਆ, ਬਟ ਬੇਸਿਕਲੀ ਸਾਨੂੰ ਗਰੀਬਾਂ ਦਾ ਡਾਕਟਰ ਕਿਹਾ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਬੇਸਿਕਲੀ ਜਿਹੜੇ ਪੇ ਨਹੀਂ ਕਰ ਸਕਦੇ। ਕੁੱਲ ਮਿਲਾ ਕੇ ਅਸੀਂ ਕਹਿਣਾ ਚਾਹੁੰਦੇ ਹਾਂ, ਸਾਡੇ ਜਿਹੜਾ ਟ੍ਰੀਟਮੈਂਟ ਦਾ ਜਿਹੜਾ ਐਕਸਪੈਂਡੀਚਰ ਹੈ ਸਰ, ਇੰਨਾ ਕੋਈ ਨੋਮੀਨਲ ਹੈ, ਇੰਨਾ ਕੋਈ ਥੋੜ੍ਹਾ ਹੈ ਵੀ ਕੋਈ ਵੀ ਬੰਦਾ ਉਹਨੂੰ ਪੇ ਕਰ ਸਕਦਾ। ਦੂਸਰੀ ਗੱਲ ਇਹ ਆ ਵੀ ਸਰ, ਜਿੱਥੇ ਵੱਡੀਆਂ ਬਿਮਾਰੀਆਂ ਦੀ ਆਪਾਂ ਗੱਲ ਕਰੀਏ, ਉੱਥੇ ਦਾ ਸਾਰੇ ਡਿਫਰੈਂਸ ਬਹੁਤ ਜ਼ਿਆਦਾ ਮਾਇਨੇ ਵਿੱਚ ਇਫੈਕਟ ਕਰਦਾ ਹੈ। ਇਨਫੈਕਟ ਜਦੋਂ ਛੋਟੀਆਂ ਬਿਮਾਰੀਆਂ ਦੀ ਗੱਲ ਕਰਦੇ ਆ ਤਾਂ ਉਹ ਤਾਂ ਉੱਥੇ ਹੀ, ਕਿਉਂਕਿ ਉਹੀ ਗੋਲੀਆਂ ਉਹਨੇ ਜਿਹੜੀਆਂ ਐਲੋਪੈਥੀ ਵਿੱਚ ਖਾ ਰਿਹਾ, ਲਗਭਗ ਉਹਨੇ ਪੈਸਿਆਂ ਦੇ ਵਿੱਚ ਹੀ ਆਪਣਾ ਇਹ ਇਲੈਕਟ੍ਰੋਪੈਥੀ ਟ੍ਰੀਟਮੈਂਟ ਹੋ ਜਾਂਦਾ। ਜਦੋਂ ਆਪਾਂ ਖਾਂਸੀ ਜ਼ੁਕਾਮ ਦੀ ਗੱਲ ਕਰਦੇ ਹਾਂ ਜਾਂ ਐਕਿਊਟ ਪ੍ਰੋਬਲਮਸ ਦੀ ਗੱਲ ਕਰਦੇ ਹਾਂ, ਜਿੱਥੇ ਕ੍ਰੋਨਿਸਿਟੀ ਆ ਜਾਂਦੀ ਹੈ ਸਰ, ਉੱਥੇ ਬਹੁਤ ਡਿਫਰੈਂਸ ਕ੍ਰੀਏਟ ਕਰਦਾ ਹੈ, ਕਿਉਂਕਿ ਸਰ ਇੱਕ ਤਾਂ ਲੰਬਾ ਟ੍ਰੀਟਮੈਂਟ ਚੱਲਣਾ ਹੁੰਦਾ ਹੈ, ਦੂਸਰੀ ਗੱਲ ਪੇਸ਼ੈਂਟ ਦੀ ਬਿਮਾਰੀ ਗੰਭੀਰ ਹੁੰਦੀ ਹੈ, ਟੈਸਟਾਂ ਦੇ ਪੈਸੇ ਹੀ ਇੰਨੇ ਜ਼ਿਆਦਾ ਪੇਸ਼ੈਂਟ ਨੂੰ ਪੇ ਕਰਨੇ ਪੈਂਦੇ ਕਿ ਇਲਾਜ ਜੋਗੇ ਪੈਸੇ ਫਿਰ ਉਹਨੂੰ ਮੁਸ਼ਕਿਲ ਹੋ ਜਾਂਦੀ ਹੈ। ਅਤੇ ਸਾਡੇ ਇਸ ਪੈਥੀ ਦੇ ਵਿੱਚ ਸਰ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਟੂਲਸ ਹੈਗੇ ਆ ਜਿਨ੍ਹਾਂ ਵਿੱਚ ਸਾਨੂੰ ਟੈਸਟਾਂ ਦੀ ਲੋੜ ਵੀ ਮਿਨੀਮਲ ਤਰੀਕੇ ਨਾਲ ਪੈਂਦੀ ਹੈ। ਸਾਡੀ ਜਿੱਥੇ ਕੋਈ ਸਾਨੂੰ ਬਹੁਤ ਜ਼ਿਆਦਾ ਕਿਤੇ ਥੋੜ੍ਹਾ ਜਿਹਾ ਸੋਫਿਸਟੀਕੇਸ਼ਨ ਵਾਲੇ ਪਾਸੇ ਜਾਣ ਦੀ ਲੋੜ ਹੁੰਦੀ ਹੈ, ਉੱਥੇ ਅਸੀਂ ਪੇਸ਼ੈਂਟ ਨੂੰ ਟੈਸਟ ਕਰਾਉਣ ਵਾਸਤੇ ਕਹਿੰਦੇ ਹਾਂ। ਅਦਰਵਾਈਜ਼ ਸਾਡੀ ਪਲਸ ਡਾਇਗਨੋਸਿਸ ਸਾਡਾ ਇੱਕ ਬਹੁਤ ਵਧੀਆ ਟੂਲ ਸਾਡੇ ਕੋਲ ਹੈਗਾ ਸਰ, ਜਿਹਦੇ ਨਾਲ ਅਸੀਂ ਆਪਣੇ ਆਪ ਹੀ ਬੇਸਿਕ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਹੈ ਸਰ, ਉੱਥੋਂ ਤੱਕ ਅਸੀਂ ਪਹੁੰਚ ਜਾਂਦੇ ਹਾਂ ਅਤੇ ਅਕੋਰਡਿੰਗਲੀ ਅਸੀਂ ਟ੍ਰੀਟਮੈਂਟ ਦੇ ਰਹੇ ਹਾਂ। ਯਾਨੀ ਇਹ ਕਹਿ ਲਿਆ ਜਾਵੇ ਕਿ ਜਿਹੜੀ ਬਿਮਾਰੀ ਦੀ ਸ਼ਨਾਖਤ ਆ ਉਹ ਨਬਜ਼ ਰਾਹੀਂ ਹੁੰਦੀ ਆ, ਵੈਦਾਂ ਵਾਂਗੂ ਜਿਵੇਂ ਪੁਰਾਣੇ ਵੈਦ ਕਰਦੇ ਸੀ। ਤੁਸੀਂ ਬਿਲਕੁਲ ਕਹਿ ਸਕਦੇ ਹੋ, ਕੁਝ ਇਸੇ ਤਰ੍ਹਾਂ ਹੀ ਹੈ, ਪਰ ਇਹਨਾਂ ਵਿੱਚ ਵੀ ਕੁਝ ਨਵੀਆਂ ਟੈਕਨੀਕਸ ਸਾਡੇ ਰਿਸਰਚ ਸੈਂਟਰ ਤੋਂ ਸਰ ਕੰਟੀਨਿਊਸਲੀ ਪਿਛਲੇ 30-35 ਸਾਲਾਂ ਤੋਂ 37 ਸਾਲਾਂ ਤੋਂ ਸਰ ਇਹਦਾ ਪੂਰਾ ਪ੍ਰੋਗਰੈਸ਼ਨ ਤਰੀਕੇ ਨਾਲ ਇਹਦਾ ਇੱਕ ਰਿਸਰਚ ਹੋ ਰਿਹਾ ਸਰ। ਉਹਦੇ ਵਿੱਚ ਸਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਉਜਾਗਰ ਹੋਈਆਂ, ਬਹੁਤ ਸਾਰੀਆਂ ਨਵੀਆਂ ਟੈਕਨੀਕਸ, ਬਹੁਤ ਸਾਰੇ ਨਵੇਂ ਨੁਸਖੇ ਸਾਨੂੰ ਸਰ ਪ੍ਰੋਵਾਈਡ ਹੁੰਦੇ ਰਹਿੰਦੇ ਆ, ਜਿੰਦੇ ਤਹਿਤ ਸਰ ਅਸੀਂ ਉਹਨਾਂ ਤੋਂ ਵੀ ਵਧੀਆ ਹੁਣ ਇਹ ਡਾਇਗਨੋਸ ਕਰ ਲੈਂਦੇ ਹਾਂ। ਕੁੱਲ ਮਿਲਾ ਕੇ ਸਰ ਜੇ ਕਿਹਾ ਜਾਵੇ, ਚਲੋ ਜਿਹੜੇ ਆਪਣੇ ਵੈਦ ਸੀਗੇ ਅਸੀਂ ਉਹਨਾਂ ਦਾ ਪੂਰਾ ਰਿਕਾਰਡ ਕਰਦੇ ਹਾਂ ਸਰ, ਕਿਉਂਕਿ ਇੰਸਟਰੂਮੈਂਟਸ ਦਾ ਅਭਾਵ ਉਦੋਂ ਹੁੰਦਾ ਸੀਗਾ, ਤਾਂ ਅਵਸ਼ਕਤਾ ਅਵਿਸ਼ਕਾਰ ਕੀ ਜਨਨੀ ਹੈ ਕਹਿੰਦੇ ਆ, ਤਾਂ ਉਹਨਾਂ ਦੀ ਤਾਂ ਮਜਬੂਰੀ ਸੀਗੀ ਸਰ, ਪਰ ਸਾਡੇ ਕੋਲ ਤਾਂ ਕਲਾ ਹੈ, ਤਾਂ ਅਸੀਂ ਇਸ ਕਲਾ ਨੂੰ ਸਰ ਪੂਰਾ ਉਪਯੋਗ ਕਰਦੇ ਹਾਂ। ਸਾਡੇ ਕੋਲ ਮੈਡੀਕਲ ਨੌਲੇਜ ਸਰ ਪੂਰੀ ਹੈ, ਸਾਡੇ ਕੋਲ ਦਵਾਈਆਂ ਸਰ ਅਸਰਦਾਰ ਹੈ, ਟੂ ਦਾ ਪੁਆਇੰਟ ਜਾ ਕੇ ਐਕਟ ਕਰਦੀਆਂ, ਟਾਰਗੇਟਡ ਫਾਰਮ ਦੇ ਵਿੱਚ, ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਤੁਸੀਂ ਦੇਖੋ, ਸਭ ਤੋਂ ਵੱਡੀ ਪ੍ਰੋਬਲਮ ਐਲੋਪੈਥੀ ਵਿੱਚ ਵੀ ਇਹੀ ਆ ਰਹੀ ਹੈ, ਫਾਇਦਾ ਤਾਂ ਹੋਏ ਜਾਂ ਨਾ ਹੋਏ ਆਪਣਾ ਸਰ ਇਸ਼ੂ ਨਹੀਂ ਹੈਗਾ, ਬਟ ਸਾਈਡ ਇਫੈਕਟਸ ਡੈਫੀਨੇਟਲੀ ਹੈਗੇ ਆ ਸਰ। ਸਾਡਾ ਇਹ ਹੈ ਵੀ ਫਾਇਦਾ ਤਾਂ ਅਸੀਂ ਜ਼ਰੂਰ ਦਿੰਦੇ ਹਾਂ, ਚਲੋ ਹੋ ਸਕਦਾ 2 ਦਿਨ ਵੱਧ ਵੀ ਲੱਗ ਜਾਣ, ਪਰ ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਇਹ ਅਸੀਂ ਆਪਣੀ ਪੈਥੀ ਦੀ ਬਹੁਤ ਵੱਡੀ ਉਪਲਬਧੀ ਸਮਝਦੇ ਹਾਂ। ਆਮ ਤੌਰ ਤੇ ਨਾ ਹਰ ਇੱਕ ਮਰੀਜ਼ ਚਾਹੁੰਦਾ ਕਿ ਮੈਂ ਸ਼ਾਮ ਨੂੰ ਠੀਕ ਹੋ ਜਾ। ਜੀ ਸਰ। ਆਪਣੀ ਪੈਥੀ ਦਾ ਕਿਸ ਤਰ੍ਹਾਂ ਦੀ ਪ੍ਰਣਾਲੀ ਸਰ? ਸਾਡੇ ਪੈਥੀ ਸਰ 2-3 ਤਰੀਕੇ ਨਾਲ ਇਲਾਜ ਕਰਦੀ ਹੈ ਸਰ। ਸਾਡੇ ਕੋਲ ਜਿਨ੍ਹਾਂ ਨੂੰ ਐਕਿਊਟ ਪ੍ਰੋਬਲਮਸ, ਜਿਵੇਂ ਸ਼ਾਮ ਨੂੰ ਠੀਕ ਹੋਣ ਵਾਲੀਆਂ ਪ੍ਰੋਬਲਮਸ ਸਰ, ਅਸੀਂ ਇੱਕ ਵਾਰੀ ਸਿੰਪਟੋਮੈਟਿਕ ਟ੍ਰੀਟਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਐਲੋਪੈਥੀ ਵਿੱਚ ਕਹਿੰਦੇ ਆ, ਉਹ ਵੀ ਅਸੀਂ ਦੇ ਦਿੰਦੇ ਹਾਂ। ਪਰ ਉਸ ਤੋਂ ਬਾਅਦ ਸਰ ਉਹਦਾ ਜਿਹੜਾ ਬੇਸਿਸ ਹੈ, ਜਿੱਥੋਂ ਬਿਮਾਰੀ ਸ਼ੁਰੂ ਹੋਈ ਹੈ ਸਰ, ਉਹਨੂੰ ਟ੍ਰੀਟ ਕਰਨਾ ਐਲੋਪੈਥੀ ਵਿੱਚ ਵੀ ਜ਼ਰੂਰੀ ਹੈ, ਇਹ ਤੁਸੀਂ ਵੀ ਸਮਝਦੇ ਹੋ, ਅਤੇ ਕਿਸੇ ਵੀ ਪੈਥੀ ਦੇ ਵਿੱਚ ਇਨਫੈਕਟ ਬੇਸਿਕ ਟ੍ਰੀਟਮੈਂਟ ਤਾਂ ਜ਼ਰੂਰੀ ਹੈਗਾ ਹੀ ਆ। ਪਰ ਬਹੁਤ ਸਾਰੀ ਪੈਥੀਸ ਇਹੋ ਜਿਹੀਆਂ, ਆਪਾਂ ਨਾਮ ਨਹੀਂ ਲੈਣਾ ਚਾਹਾਂਗੇ ਸਰ, ਜਿਹੜੇ ਸਿਰਫ ਬੇਸਿਕ ਟ੍ਰੀਟਮੈਂਟ ਹੀ ਦਿੰਦੀਆਂ ਸਰ, ਉਦੋਂ ਸਿੰਪਟੋਮੈਟਿਕ ਟ੍ਰੀਟਮੈਂਟ ਦੇਣ 'ਚ ਥੋੜ੍ਹਾ ਜਿਹਾ ਅਸਫਲ ਹੈ ਜਾਂ ਲੇਟ ਦਿੰਦੀਆਂ, ਜਿਹਦੇ ਵਜ੍ਹਾ ਕਰਕੇ ਪੇਸ਼ੈਂਟ ਨੂੰ ਸਰ ਭੁਗਤਣਾ ਪੈਂਦਾ। ਉਦੋਂ ਜਦੋਂ ਮੰਨ ਲਓ ਪੇਸ਼ੈਂਟ ਤੁਹਾਡੇ ਕੋਲ ਪੇਨ ਨਾਲ ਆਇਆ ਸਰ, ਜੇ ਉਹਦੀ ਪੇਨ ਹੀ ਨਾ ਠੀਕ ਹੋਈ ਤੇ ਸਰ ਟੂ ਹੈਲ ਵਿਦ ਦੈਟ ਵੀ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਦਾ ਸਿਸਟਮ ਠੀਕ ਹੋਣਾ ਸਰ। ਸਾਡੀ ਪੈਥੀ ਇਸ ਚੀਜ਼ ਨੂੰ ਵੀ ਖਿਆਲ ਕਰਦੀ ਹੈ। ਅਸੀਂ ਸਰ ਪੇਨ ਪੁਆਇੰਟ ਤੇ ਪਹਿਲੇ ਕੰਮ ਕਰਦੇ ਹਾਂ ਫੋਰ ਐਗਜ਼ਾਮਪਲ, ਫਿਰ ਅਸੀਂ ਰੂਟ ਕਾਜ਼ ਤੇ ਜਾਂਦੇ ਹਾਂ। ਸੋ ਦਿਸ ਇਜ਼ ਆਵਰ ਐਂਡੀਓਵਰ
ਅਸੀਂ ਸਰ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ, ਹਾਂ ਇਹ ਹੈ ਵੀ ਉਹਦੇ ਵਿੱਚ ਸਰ ਕੁਝ ਐਲੋਪੈਥੀ ਜਿਹੜੀਆਂ ਡਰੱਗਸ ਹੈਗੀਆਂ ਬੇਸਿਕਲੀ, ਕਿਉਂਕਿ ਸਰ ਉਹ ਆਪਾਂ ਨੂੰ ਪਤਾ ਕਿ ਉਹ ਸਿਸਟਮ ਨੂੰ ਡਿਜ਼ੀਜ਼ ਨੂੰ ਸੁਪਰੈਸ ਕਰਕੇ ਕੰਮ ਕਰਦੀਆਂ, ਬੇਸਿਕਲੀ ਦਬਾ ਦਿੰਦੀਆਂ। ਸਰ ਅਸੀਂ ਇਹ ਕੰਮ ਵੀ ਨਹੀਂ ਕਰਦੇ। ਸਾਡੀ ਮੈਡੀਸਨ ਰੂਟ ਕਾਜ਼ ਨੂੰ ਬਾਅਦ ਚੋਂ ਵਿਦਹੋਲਡ ਕਰਕੇ, ਪਰ ਪਹਿਲੇ ਉਹਦਾ ਪੇਨ ਜਿਹੜਾ ਠੀਕ ਕਰਦੀ ਹੈ, ਉਹ ਵੀ ਵਿਦਆਊਟ ਸਪਰੈਸ਼ਨ। ਸੋ ਦਿਸ ਇਜ਼ ਦਾ ਥਿੰਗ ਸਰ, ਜਿਹੜੀ ਕਿ ਕਿਸੇ ਵੀ ਹੋਰ ਪੈਥੀ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਨਹੀਂ ਮਿਲੇਗੀ। ਡਾਕਟਰ ਸਾਹਿਬ ਕੀ ਹੈ ਇਲੈਕਟ੍ਰੋ ਹੋਮਿਓਪੈਥੀ? ਇਲੈਕਟ੍ਰੋ ਹੋਮਿਓਪੈਥੀ ਇਹ ਜਿਹੜਾ ਸਬਜੈਕਟ ਹੈ ਇਹ ਹਰਬਲ 100% ਹਰਬਲ ਡਿਪੈਂਡ ਸਿਸਟਮ ਹੈ। ਇਹਦੀ ਜਿਹੜੀ ਖੋਜ ਹੈ 1865 ਈਸਵੀ ਦੇ ਵਿੱਚ ਕਾਉਂਟ ਸੀਜ਼ਰ ਮੈਟੀ ਜਿਹੜੇ ਇਟਾਲੀ ਰੀਜਨ ਦੇ ਬਲੋਨੀਆ ਪ੍ਰੋਵਿੰਸ ਦੇ ਰਹਿਣ ਵਾਲੇ ਸੀਗੇ, ਉਹਨਾਂ ਨੇ ਰਿਓਲਾ ਦੇ ਅੰਦਰ ਇਹਦੀ ਜਿਹੜੀ ਖੋਜ ਕੀਤੀ ਸੀਗੀ। ਇਸ ਦੇ ਵਿੱਚ 114 ਪਲਾਂਟਸ ਯਾਨੀ 114 ਐਸੀ ਜੜੀ ਬੂਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹਦੇ ਬੇਸਿਸ ਦੇ ਉੱਪਰ ਕੋਈ 38 ਯਾਨੀ ਕਿ 38 ਮੈਡੀਸਨ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਨੇ। ਔਰ ਇਹ ਸਾਰੀਆਂ ਮੈਡੀਸਨ ਜਿਹੜੀਆਂ ਕੁਦਰਤੀ ਸਾਡੇ ਸਰੀਰ ਦੇ ਵਿੱਚ 3 ਲੈਵਲ ਤੇ ਕੰਮ ਕਰਦੀਆਂ ਨੇ, ਜਿਹਨੂੰ ਅਸੀਂ ਬੋਲਦੇ ਹਾਂ ਫਿਜ਼ੀਕਲ ਲੈਵਲ, ਮੈਂਟਲ ਲੈਵਲ ਐਂਡ ਸਪਿਰਿਚੁਅਲ ਲੈਵਲ। ਤਿੰਨਾਂ ਚੀਜ਼ਾਂ ਦੀ ਇੱਕ ਕੰਪਲੀਟ ਹੀਲਿੰਗ ਕਰਨ ਤੋਂ ਬਾਅਦ ਹੀ ਜਿਹੜਾ ਇਹ ਸਿਸਟਮ ਹੈ ਸਾਡੀ ਬਾਡੀ ਵਿੱਚ ਇੱਕ ਕੰਪਲੀਟ ਹੋਲਿਸਟਿਕ ਅਪਰੋਚ ਟੂ ਹੈਲਥ ਪ੍ਰੋਵਾਈਡ ਕਰਵਾਉਂਦਾ ਹੈ। ਕਿਹੜੀਆਂ ਬਿਮਾਰੀਆਂ ਲਈ ਜ਼ਿਆਦਾ ਕਾਰਗਰ ਹੈ? ਇਸ ਵਕਤ ਇਹ ਵੈਸੇ ਤੇ ਓਵਰਆਲ ਇੱਕ ਕੰਪਲੀਟ ਸਿਸਟਮ ਆਫ ਮੈਡੀਸਨ ਹੈ। ਇਸ ਦੇ ਵਿੱਚ ਹਰ ਪ੍ਰਕਾਰ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਜਿਹਦੇ 'ਚ ਅਸੀਂ ਅਦਰਵਾਈਜ਼ ਦੂਜੇ ਸਿਸਟਮ 'ਚ ਜਿਹੜੇ ਬਿਮਾਰੀਆਂ ਵਾਸਤੇ ਡਾਕਟਰ ਜਿਹੜੇ ਸਰਜਰੀ ਅਪਲਾਈ ਕਰਦੇ ਨੇ, ਅਸੀਂ ਵਿਦਆਊਟ ਸਰਜਰੀ, ਇਹ ਨੋਨ ਸਰਜੀਕਲ ਟ੍ਰੀਟਮੈਂਟ ਆਫ ਸਿਸਟਮ ਹੈ। ਇਸ ਦੇ ਵਿੱਚ ਅਸੀਂ ਐਸੀ ਬਿਮਾਰੀਆਂ ਜਿਵੇਂ ਤੁਹਾਡਾ ਲਿਵਰ ਕੈਂਸਰ ਹੋ ਗਿਆ, ਕਿਡਨੀ ਫੇਲੀਅਰ ਹੋ ਗਿਆ, ਹਾਰਟ ਅਟੈਕਸ ਹੋ ਗਏ, ਬ੍ਰੇਨ ਟਿਊਮਰ ਹੋ ਗਿਆ, ਫਿਰ ਸਾਡੇ ਫਾਈਬਰੋਇਡਸ ਯਾਨੀ ਕਿ ਜਿਹੜੀਆਂ ਬੱਚਾਦਾਨੀ ਰਸੋਲੀਆਂ ਹੋ ਗਈਆਂ, ਪੱਥਰੀਆਂ ਹੋ ਗਈਆਂ, ਇਹ ਸਾਰੀ ਕਿਸਮ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਬਿਨਾਂ ਚੀਰ ਫਾੜ ਤੋਂ ਅਸੀਂ ਮੈਡੀਸਨ ਦੇ ਮਾਧਿਅਮ ਦੇ ਨਾਲ ਹੀ ਕਰਦੇ ਹਾਂ। ਸਭ ਤੋਂ ਅੱਛੀ ਗੱਲ ਇਹ ਹੈ ਕਿ ਇਹਨਾਂ ਮੈਡੀਸਨ ਦਾ ਜਿਹੜਾ ਸਾਈਡ ਇਫੈਕਟ ਉਹ 0% ਹੈ, ਕਿਉਂਕਿ ਜਿਹੜਾ ਇਹ ਮੈਡੀਸਨ ਬਣਾਉਣ ਦਾ ਤਰੀਕਾ ਟੈਕਨੀਕ ਹੈ ਉਹਨੂੰ ਅਸੀਂ ਬੋਲਦੇ ਹਾਂ ਸਪੈਜਰੀਕਲ ਕੋਹੋਵੇਸ਼ਨ। ਸਪੈਜਰੀਕਲ ਕੋਹੋਵੇਸ਼ਨ ਇੱਕ ਇਹੋ ਜਿਹੀ ਵਿਧੀ ਹੈ, ਦਵਾਈ ਪਲਾਂਟ ਤੋਂ ਮੈਡੀਸਨ ਐਕਸਟ੍ਰੈਕਟ ਕਰਨ ਦੀ ਜਿਹੜੀ ਉਹ ਵਿਧੀ ਹੈ, ਜਿਹਦੇ 'ਚ ਅਸੀਂ ਅਗਰ ਸਿੰਪਲ ਇੱਕ ਐਗਜ਼ਾਮਪਲ ਪਾਣੀ ਵੀ ਉਹਦੇ ਜਿਹੜਾ ਯੂਜ਼ ਕੀਤਾ ਜਾਂਦਾ ਸਿੰਪਲ ਵਾਟਰ, ਉਹ ਵੀ ਆਪਣੇ ਲਾਸਟ ਸਟੇਜ ਤੱਕ ਪਹੁੰਚਦੇ 21 ਵਾਰ ਡਿਸਟਿਲੇਟ ਕੀਤਾ ਜਾਂਦਾ ਹੋ ਜਾਂਦਾ ਹੈ। ਔਰ ਇੰਨਾ ਕੁ ਪਿਊਰੀਫਾਈਡ ਸਿਸਟਮ ਹੈ। ਇਹਦੇ 'ਚ ਕੀ ਹੈ ਕਿ ਅਸੀਂ ਜਦੋਂ ਕੋਈ ਮੈਡੀਸਨ ਕਿਸੇ ਪੇਸ਼ੈਂਟ ਨੂੰ ਦਿੰਦੇ ਹਾਂ ਤਾਂ ਪੇਸ਼ੈਂਟ ਦਾ ਸਭ ਤੋਂ ਵੱਡਾ ਪਹਿਲਾ ਕੁਐਸਚਨ ਇਹ ਹੁੰਦਾ ਕਿ ਸਰ ਇਹਨਾਂ ਦਵਾਈਆਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ। ਅਸੀਂ ਤੁਹਾਨੂੰ 100% ਦਾਅਵੇ ਨਾਲ ਬੋਲਦੇ ਪਏ ਹਾਂ, ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਜਿਹੜਾ 100% ਸਾਈਡ ਇਫੈਕਟਲੈਸ ਸਿਸਟਮ ਹੈ। ਗੁੱਡ ਇੰਪੈਕਟ ਇਹਦੇ ਕੀ ਹੋ ਸਕਦੇ ਨੇ, ਇਹ ਜਦੋਂ ਅਸੀਂ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ, ਜਦੋਂ ਅਸੀਂ ਪੇਸ਼ੈਂਟ ਨੂੰ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਪੇਸ਼ੈਂਟ ਹੈ ਇਹਨੂੰ ਅਸੀਂ ਗੁੱਡ ਇਫੈਕਟ ਕਿੰਨਾ ਕੁ ਦੇ ਸਕਦੇ ਹਾਂ। ਬਟ ਜਿਹੜਾ ਪਿਛਲਾ ਮੇਰਾ ਲਾਸਟ 34 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਇਹ ਬੋਲਦਾ ਵਾ ਕਿ ਅਸੀਂ 99% ਜਿਹੜੇ ਬਿਮਾਰੀਆਂ ਨੂੰ ਇੱਕ ਬਾਈ ਰੂਟ ਕੇਅਰ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਦੇ ਮੁਤਾਬਿਕ ਅਸੀਂ ਜਿਹੜੇ ਉਹਦੀ ਆਪਣੀ ਸਫਲਤਾ ਹਾਸਲ ਕਰ ਸਕਦੇ ਹਾਂ। ਇਹਦੇ ਖਰਚ ਦੀ ਗੱਲ ਕਰੀਏ, ਕਿੰਨਾ ਕੁ ਮਹਿੰਗਾ ਇਹ ਇਲਾਜ ਹੈ? ਇਸ ਦਾ ਖਰਚ ਤੁਸੀਂ ਇੱਕ ਐਗਜ਼ਾਮਪਲ ਮੈਂ ਲਵਾਂਗਾ। ਇੱਕ ਮੈਂ ਸਪੈਸ਼ਲ ਅਸੀਂ ਇੱਕ ਡਾਟਾ ਤਿਆਰ ਕੀਤਾ ਸੀਗਾ। ਅਸੀਂ ਕਿਡਨੀ ਫੇਲੀਅਰ ਯਾਨੀ ਜਿਹੜਾ ਸਾਡਾ CKD ਕਰੋਨਿਕ ਕਿਡਨੀ ਡਿਜ਼ੀਜ਼ ਦੇ ਉੱਪਰ ਅਸੀਂ ਇੱਕ ਡਾਟਾ ਤਿਆਰ ਕੀਤਾ। ਫਾਰ ਐਗਜ਼ਾਮਪਲ ਮੇਰੇ ਪਾਸ ਇੱਕ ਪੇਸ਼ੈਂਟ ਸੀਗਾ, ਉਹਦਾ ਇੱਕ ਮਤਲਬ ਕਿ ਗੁਰਦਾ ਜਿਹੜਾ ਉਹ ਟ੍ਰਾਂਸਪਲਾਂਟੇਸ਼ਨ ਵਾਸਤੇ ਡਾਕਟਰ ਨੂੰ ਬੋਲ ਚੁੱਕੇ ਸੀਗੇ, ਅਤੇ ਜਦੋਂ ਉਹਨਾਂ ਦਾ ਪੂਰਾ ਡਾਕਟਰ ਨੇ ਇੱਕ ਬਿਊਰਾ ਬਣਾ ਕਰਕੇ ਦਿੱਤਾ ਸੀਗਾ, ਉਹਨੇ 12 ਤੋਂ 15 ਲੱਖ ਰੁਪਏ ਦੇ ਵਿੱਚ ਇੱਕ ਮਿਨੀਮਮ ਅਮਾਊਂਟ ਦੱਸਿਆ ਸੀਗਾ। ਸਰ ਉਹੀ ਪੇਸ਼ੈਂਟ ਜਦੋਂ ਮੇਰੇ ਅੰਡਰ ਟ੍ਰੀਟਮੈਂਟ ਆਉਂਦਾ ਹੈ, ਮੈਂ ਉਹਦੀ ਲਗਭਗ 6 ਤੋਂ 7 ਮਹੀਨੇ ਟ੍ਰੀਟਮੈਂਟ ਜਿਹੜੀ ਉਹ ਕੀਤੀ ਹੈ। ਪਹਿਲਾ ਪੁਆਇੰਟ ਤਾਂ ਇਹ ਕਿ ਅਸੀਂ ਨੋਨ ਸਰਜੀਕਲ ਸਿਸਟਮ ਆਫ ਟ੍ਰੀਟਮੈਂਟ ਹੈ। ਜਦੋਂ ਉਹਦਾ ਅਸੀਂ ਟ੍ਰੀਟਮੈਂਟ 6 ਤੋਂ 7 ਮਹੀਨੇ ਦਾ ਅਸੀਂ ਕੀਤਾ, ਹਾਰਡਲੀ 1 ਮਹੀਨੇ ਵਿੱਚ 7 ਤੋਂ ਲੈ ਕਰਕੇ 10,000 ਰੁਪਏ ਤੱਕ ਦੀ ਮੈਡੀਸਨ CKD ਵਿੱਚ ਅਸੀਂ ਉਹਨੂੰ ਦਿੱਤੀ ਹੈ। ਯਾਨੀ ਕਿ 7 ਤੋਂ 8 ਮਹੀਨਿਆਂ ਦੇ ਵਿੱਚ ਉਹਦਾ 70 ਤੋਂ 80,000 ਰੁਪਏ ਖਰਚਾ ਆਇਆ। ਕਿੱਥੇ 15 ਲੱਖ ਰੁਪਇਆ, 10 ਤੋਂ 15 ਲੱਖ ਰੁਪਇਆ, ਕਿੱਥੇ 70 ਤੋਂ 80,000 ਰੁਪਇਆ। ਤੁਸੀਂ ਆਪਣੇ ਆਪ ਹੀ ਕੰਪੈਰੀਜ਼ਨ ਕਰ ਸਕਦੇ ਹੋ ਕਿ ਇਲੈਕਟ੍ਰੋਪੈਥਿਕ ਸਿਸਟਮ ਨਾ ਕੇਵਲ ਸਸਤਾ ਹੈ, ਬਲਕਿ ਮੈਂ ਇਹ ਵੀ ਕਹਿ ਸਕਦਾ ਇੰਨਾ ਕੁ ਐਫੀਸ਼ੀਐਂਟ ਹੈ ਕਿ ਜਦੋਂ ਅਸੀਂ ਸਰਜਰੀ ਕਰ ਦਿੰਦੇ ਹਾਂ, ਤੁਸੀਂ ਟ੍ਰਾਂਸਪਲਾਂਟੇਸ਼ਨ ਵੀ ਅਗਰ ਜਾਂਦਾ ਉਹ ਪੇਸ਼ੈਂਟ, ਤਦ ਵੀ ਡਾਕਟਰ ਤੁਹਾਨੂੰ ਦੱਸਣਗੇ ਇਹਦੀ ਜਿਹੜੀ ਲਾਈਫ ਹੈ ਕਿਡਨੀ ਦੀ, ਜਿਹੜਾ ਰਿਪਲੇਸ ਕਿਡਨੀ ਹੈ ਉਹਦਾ ਜਿਹੜਾ ਲਾਈਫ ਹੈ ਉਹ ਨੋਟ ਮੋਰ ਦੈਨ 10 ਈਅਰ, ਯਾਨੀ ਕਿ 10 ਸਾਲ ਤੱਕ ਵੀ ਉਹ ਜੇ ਤੁਸੀਂ ਪੂਰੀ ਦੇਖਭਾਲ ਕਰੋਗੇ ਆਪਣੀ ਆਪ ਦੇ ਸਰੀਰ ਨੂੰ, ਖਾਣ ਪੀਣ ਦਾ ਤੁਸੀਂ ਆਪਣੇ ਪੂਰਾ ਖਿਆਲ ਰੱਖੋਗੇ, ਰੱਖ ਰਖਾਵ ਵਧੀਆ ਹੋਏਗਾ, ਤਾਂ ਤੁਹਾਡਾ ਜਿਹੜਾ ਉਹ ਸਿਸਟਮ 10 ਸਾਲ ਵਾਸਤੇ ਕਿਡਨੀ ਕੱਢੂਗੀ।
ਅਦਰਵਾਈਜ਼ ਅਸੀਂ ਮੋਰ ਓਵਰ 70% ਕੇਸਿਸ ਦੇਖਿਆ 3 ਤੋਂ 4 ਸਾਲ ਤੋਂ ਬਾਅਦ ਉਹਨਾਂ ਨੂੰ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ। ਮੇਰੇ ਪਾਸ ਇੱਕ ਇਹੋ ਜਿਹਾ ਕੇਸ ਸੀਗਾ ਜਿਹੜਾ 96 ਦੇ ਵਿੱਚ ਉਹਦਾ ਟ੍ਰੀਟਮੈਂਟ ਸਟਾਰਟ ਕੀਤਾ ਸੀਗਾ। ਤਦੋਂ ਉਹਨੂੰ ਬੋਲਿਆ ਗਿਆ ਸੀ ਪੇਸ਼ੈਂਟ ਨੂੰ ਦੱਸਿਆ ਗਿਆ ਕਿ ਤੁਹਾਡੀ ਜਿਹੜੀ ਏਜ ਹੈ ਨੋਟ ਮੋਰ ਦੈਨ 5 to 6 ਵੀਕ। ਉਹ ਪੇਸ਼ੈਂਟ ਉਹ ਜਿਹੜੀ ਮਾਤਾ ਸੀਗੀ ਉਹਦੀ ਉਮਰ ਸੀ ਉਸ ਟਾਈਮ 65 ਸਾਲ। ਇਹ ਲਾਸਟ 2021 ਦੇ ਵਿੱਚ ਉਸ ਪੇਸ਼ੈਂਟ ਨੂੰ ਇੱਕ ਨੈਚੁਰਲ ਡੈਥ ਦੇ ਵਿੱਚ ਜਦੋਂ ਉਹਦੀ ਏਜ ਮੋਰ ਦੈਨ 90 ਪਲੱਸ ਦੇ ਵਿੱਚ ਆ ਚੁੱਕੀ ਸੀਗੀ ਤਦ ਉਹਦੀ ਜਿਹੜੀ ਉਹ ਡੈਥ ਹੋਈ ਹੈ। ਔਰ ਪੂਰੇ ਜੀਵਨ ਕਾਲ ਦੇ ਵਿੱਚ ਉਹਨੂੰ ਦੁਬਾਰਾ ਪਲਟ ਕੇ ਕਦੀ ਕਿਡਨੀ ਦੀ ਪ੍ਰੋਬਲਮ ਨਹੀਂ ਹੋਈ। ਕਿੱਥੇ ਇੱਕ ਟ੍ਰਾਂਸਪਲਾਂਟੇਸ਼ਨ ਤੋਂ ਬਾਅਦ ਡਾਕਟਰ ਜਿਹੜਾ ਮੇਨ ਰਿਕਮੈਂਡੇਸ਼ਨ ਦਿੰਦੇ ਕਿ 10 ਸਾਲ ਤੋਂ ਬਾਅਦ ਇਹਦੇ 'ਚ ਪ੍ਰੋਬਲਮ ਆਉਣ ਦੇ ਚਾਂਸਸ ਹੋ ਸਕਦੇ ਆ। ਕਿੱਥੇ ਇਲੈਕਟ੍ਰੋਪੈਥਿਕ ਸਿਸਟਮ ਨਾਲ ਉਹ ਪੇਸ਼ੈਂਟ ਅੱਛਾ ਹੋਇਆ ਤੇ ਉਹ 90 ਸਾਲ ਪਲੱਸ ਦੀ ਉਮਰ 'ਚ ਹੋ ਕਰਕੇ ਇੱਕ ਨੈਚੁਰਲ ਡੈਥ ਦੇ ਵਿੱਚ ਗਿਆ, ਪਰ ਉਹਨੇ 21 ਸਾਲ ਆਪਣੇ ਆਪ ਦੇ ਲਾਈਫ ਦੇ ਇੰਨੇ ਕੁ ਵਧੀਆ ਕੱਟੇ ਕਿ ਜਿਹਨੂੰ ਉਹਨੂੰ ਕੋਈ ਕਿਸੇ ਤਰੀਕੇ ਦੀ ਕੋਈ ਕੰਪਲਿਕੇਸ਼ਨ, ਇੰਨਾ ਕੁ ਐਫੀਕੇਸ਼ੀਅਸ ਪਲੱਸ ਇੰਨਾ ਕੁ ਇਹ ਐਕਸਪੈਂਸ ਜਿਹੜਾ ਬੇਸਿਸ ਇੱਕ ਇਕੋ ਐਕਸਪੈਂਸ ਸਿਸਟਮ ਹੈ, ਇਹਦੇ 'ਚ ਬਹੁਤ ਘੱਟ ਖਰਚੇ 'ਚ ਅਸੀਂ ਬਹੁਤ ਵੱਡੀਆਂ ਬਿਮਾਰੀਆਂ ਨੂੰ ਜਿਹੜਾ ਠੀਕ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਵਿੱਚ क्षमता ਹੈ। ਕਿੰਨੇ ਕੁ ਮਰੀਜ਼ ਆਪਾਂ ਹੁਣ ਤੱਕ ਠੀਕ ਕਰ ਚੁੱਕੇ ਹਾਂ ਕਿ ਅੱਟਾ ਸੱਟਾ ਕਰਨਾ ਹੋਵੇ? ਅਗਰ ਮੈਂ ਸਿਰਫ ਇਕੱਲੇ ਆਪਣੀ ਗੱਲ ਕਰਾਂ, ਮੈਂ 86-87 ਦੇ ਵਿੱਚ ਪ੍ਰੈਕਟਿਸ 'ਚ ਆਇਆ ਸੀਗਾ। ਹੁਣ ਤੱਕ ਮੋਰ ਦੈਨ 7.5 ਲੱਖ ਪੇਸ਼ੈਂਟ ਜਿਹੜੇ ਮੈਂ ਉਹ ਪਿਛਲੇ 30 ਤੋਂ 32 ਸਾਲ ਦੇ ਵਿੱਚ ਦੇਖ ਚੁੱਕਿਆ, ਰਾਈਟ। ਅਗਰ ਅਸੀਂ ਪੂਰੇ ਆਪਣੇ ਗਰੁੱਪ ਦੀ ਗੱਲ ਕਰੀਏ ਤੇ ਅੱਜ ਤੁਹਾਡੇ ਇਕੱਲੇ ਪੰਜਾਬ ਦੀ ਅਗਰ ਗੱਲ ਕਰੀਏ ਤੇ ਪੰਜਾਬ 'ਚ ਸਾਡੇ ਇਸ ਸਿਸਟਮ ਦੇ ਤਹਿਤ ਮੋਰ ਦੈਨ 1000 ਦੇ ਕਰੀਬ ਸਾਡੇ ਜਿਹੜੇ ਕਲੀਨਿਕ ਹੈ। ਅਗਰ ਔਨ ਐਂਡ ਐਵਰੇਜ ਅਸੀਂ ਦੇਖੀਏ ਤਾਂ ਅੱਜ ਕਰੋੜ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ 'ਚ ਪੇਸ਼ੈਂਟ ਪਿਛਲੇ 15 ਤੋਂ 20 ਸਾਲ ਦੇ ਵਿੱਚ ਦੇਖ ਚੁੱਕੇ ਹਾਂ। ਪਲੱਸ ਉਹਦੇ ਸਭ ਤੋਂ ਅੱਛਾ ਪੁਆਇੰਟ ਇਹੀ ਹੈ, ਨੰਬਰ ਆਫ ਪੇਸ਼ੈਂਟ ਤਾਂ ਜਿਹੜੇ ਹੈ ਸੋ ਹੈ ਹੀ ਹੈ, ਪਰ ਉਹਨਾਂ 'ਚੋਂ ਅੱਜ ਤੱਕ ਇੱਕ ਵੀ ਕੇਸ, ਜਿੰਨੇ ਵੀ ਸਾਡੇ ਪਾਸ ਕ੍ਰਿਟੀਕਲ ਕੇਸ ਵੀ ਆਏ ਨੇ, ਇੱਕ ਵੀ ਕੇਸ ਮੋਰਟੈਲਿਟੀ ਯਾਨੀ ਕਿ ਡੈਥ ਦਾ ਸਾਡੇ ਪਾਸ ਰਿਪੋਰਟ ਨਹੀਂ ਹੋਇਆ। ਯਾਨੀ ਕਿ ਜਿਨ੍ਹਾਂ ਦਾ ਇੱਕ ਕਿਸਮ ਦਾ ਡਾਕਟਰ ਨੇ ਟਾਈਮ ਲਿਮਿਟ ਵੀ ਫਿਕਸ ਕੀਤੀ ਹੋਈ ਸੀ, ਨਹੀਂ 4 ਮਹੀਨੇ 6 ਮਹੀਨੇ 4 ਦਿਨ ਹਫਤਾ 10 ਦਿਨ, ਉਹ ਪੇਸ਼ੈਂਟ ਨੂੰ ਵੀ ਅਸੀਂ ਏਜ ਐਨਹਾਂਸ ਹੁੰਦੇ ਹੋਏ ਦੇਖਿਆ। ਉਹ ਵੀ ਜਿਹਨੂੰ ਮਤਲਬ ਫਾਰ ਐਗਜ਼ਾਮਪਲ ਇੱਕ ਕੈਂਸਰ ਦਾ ਪੇਸ਼ੈਂਟ ਅਗਰ ਤੁਹਾਡੇ ਪਾਸ ਆਉਂਦਾ ਹੈ 4th ਸਟੇਜ ਆਉਂਦਾ, ਉਹਦੇ 'ਚ ਕੋਈ ਵੀ ਡਾਕਟਰ ਨੂੰ ਬਹੁਤ ਲੰਬੇ ਸਮੇਂ ਤੱਕ ਜਿੰਦਾ ਨਹੀਂ ਰੱਖ ਸਕਦਾ। ਬਟ ਇਲੈਕਟ੍ਰੋਪੈਥੀ ਮੈਡੀਸਨ ਇੱਕ ਆਪਣਾ ਕਲੇਮ ਕਰਦੀ ਹੈ ਕਿ ਅਸੀਂ ਉਸ ਸਟੇਜ ਦੇ ਵਿੱਚ ਵੀ 4th ਸਟੇਜ ਆਫ ਕੈਂਸਰ ਦੇ ਵਿੱਚ ਵੀ ਜਿਹੜੀ ਏਜ ਹੈ 2 ਸਾਲ ਤੋਂ ਲੈ ਕਰਕੇ 5 ਸਾਲ ਇਹ ਤੋਂ ਵੀ ਵੱਧ ਜਿਹੜੀ ਅਸੀਂ ਐਨਹਾਂਸ ਹੁੰਦੇ ਆਪਣੇ ਜੀਵਨ ਕਾਲ 'ਚ ਦੇਖੀ ਹੈ। ਇਸ ਦਾ ਮਤਲਬ ਕੀ ਹੈ ਕਿ ਜਿਹੜਾ ਇਹ ਸਿਸਟਮ ਹੈ ਇਹ ਸੱਚਮੁੱਚ ਇੱਕ ਇਨਸਾਨ ਨੂੰ ਹੈਲਥ ਦੇ ਕਰਕੇ ਉਹਦੀ ਏਜ ਨੂੰ ਅੱਗੇ ਵਧਾਉਣ ਦਾ ਕੰਮ ਕਰਦਾ ਹੈ। ਜੇ ਆਪਾਂ ਕਾਰਨ ਦੇਖੀਏ, ਬਿਮਾਰੀਆਂ ਦਾ ਕਾਰਨ ਕੀ ਦੇਖਦੇ ਹੋ ਜ਼ਿਆਦਾਤਰ ਪੰਜਾਬ ਦੇ ਵਿੱਚ? ਕੈਂਸਰ ਹੋਇਆ ਜਾਂ ਜਿਹੜੀਆਂ ਗੰਭੀਰ ਬਿਮਾਰੀਆਂ ਪੰਜਾਬ ਦੇ ਵਿੱਚ ਜੀ ਦੇਖੋ, ਸਭ ਤੋਂ ਵੱਡਾ ਹੈ এনवायरमेंटल ਚੇਂਜ। এনवायरमेंटल ਚੇਂਜ ਦਾ ਮਤਲਬ ਇਹ ਨਹੀਂ ਹੈ ਸਿਰਫ ਇੱਕ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ। ਜਿੰਨਾ ਵੀ ਸਾਡੇ ਅੱਜ ਖੇਤ, ਸਭ ਤੋਂ ਪਹਿਲਾ ਕੰਮ ਸ਼ੁਰੂ ਹੁੰਦਾ ਖੇਤ ਤੋਂ। ਖੇਤ ਦੇ ਵਿੱਚ ਜਿਹੜੀਆਂ ਵੀ ਅੱਜ ਦੀ ਡੇਟ 'ਚ ਫਸਲਾਂ ਸਾਡੀਆਂ ਬੋਈਆਂ ਜਾਂਦੀਆਂ, ਇੱਕ ਠੀਕ ਹੈ, ਇੱਕ ਟਾਈਮ ਸਾਡੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਅੰਨ ਦੀ ਜ਼ਰੂਰਤ ਸੀਗੀ। ਉਸ ਅੰਨ ਦੀ ਆਪੂਰਤੀ ਨੂੰ ਕਰਨ ਲਈ ਸਾਨੂੰ ਤਰ੍ਹਾਂ ਦੇ ਫਰਟੀਲਾਈਜ਼ਰ ਦੇ ਵਿੱਚ ਜਾਣ ਦੀ ਜ਼ਰੂਰਤ ਪਈ। ਬਟ ਇੱਕ ਲੈਵਲ ਅੱਜ ਇੱਦਾਂ ਦਾ ਆ ਗਿਆ ਵੀ ਸਾਡੇ ਪਾਸ ਅੰਨ ਜਿਹੜਾ ਸਰਪਲਸ ਹੈ, ਬਟ ਉਸ ਦੇ ਬਾਵਜੂਦ ਵੀ ਅਸੀਂ ਜਿਹੜਾ ਨੇਚਰ ਵੱਲ ਨਹੀਂ ਮੁੜ ਰਹੇ ਹਾਂ, ਕਿਉਂਕਿ ਸਭ ਤੋਂ ਵੱਡਾ ਜਿਹੜਾ ਸਾਡੀ ਬਿਮਾਰੀਆਂ ਦਾ ਕਾਰਨ ਔਰ ਕੇਂਦਰ ਬਣਿਆ ਉਹ ਅਸੀਂ ਨੇਚਰ ਤੋਂ ਅਲੱਗ ਹੋ ਗਏ। ਨੇਚਰ ਤੋਂ ਉਲਟੀ ਦਿਸ਼ਾ ਦੇ ਵਿੱਚ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਲਈ ਸਾਨੂੰ ਉਹਦਾ ਖਮਿਆਜਾ ਅੱਜ ਬਿਮਾਰੀਆਂ ਰੂਪ ਦੇ ਵਿੱਚ ਭੁਗਤਣ ਨੂੰ ਮਿਲ ਰਿਹਾ। ਤਾਂ ਮੇਰਾ ਮੰਨਣਾ ਇਹ ਜਿਹੜਾ ਸਾਡਾ ਜਿਹੜਾ ਪਾਰਟਿਕੂਲਰ ਬਿਮਾਰੀਆਂ ਦਾ ਮੇਨ ਕੇਂਦਰ ਹੈ ਉਹ ਸਾਡਾ ਸਭ ਤੋਂ ਵੱਡਾ এনवायरमेंट ਦੇ ਵਿੱਚ ਆਈਆਂ ਚੇਂਜਸ ਡਿਊ ਟੂ ਹਿਊਮਨ ਬੀਇੰਗ। ਜਿਹੜਾ ਅਸੀਂ ਆਪਣੇ ਐਜ਼ ਏ ਹਿਊਮਨ ਬੀਇੰਗ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਲਿਆ, ਪੈਸਟੀਸਾਈਡ ਕਲਰ ਦੇਣ ਵਾਸਤੇ, ਇਨਸੈਕਟੀਸਾਈਡਸ ਜਾਂ ਕੋਈ ਵੀ ਅਸੀਂ ਕੈਮੀਕਲ ਇਸਤੇਮਾਲ ਕਰਦੇ ਹਾਂ, ਉਹ ਕੈਮੀਕਲ ਸਾਡੀ ਜਿਹੜੀ ਲਾਈਫ ਨੂੰ ਹੈ ਉਹ ਹਾਰਮ, ਸਾਡੀ ਹੈਲਥ ਨੂੰ ਉਹ ਹਾਰਮ ਕਰ ਰਿਹਾ। ਔਰ ਉਹਨਾਂ ਚੀਜ਼ਾਂ ਦੇ ਕਰਕੇ ਹੀ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ, ਲਿਵਰ, ਕਿਡਨੀ, ਹਾਰਟ, ਬ੍ਰੇਨ, ਇਹ 4 ਸੈਗਮੈਂਟ ਤਾਂ ਪਹਿਲੇ ਇੱਕ ਟਾਈਮ ਹੁੰਦਾ ਸੀਗਾ। ਅਗਰ ਮੈਂ 80s ਦੀ ਗੱਲ ਕਰਾਂ, ਜਦੋਂ ਮੈਂ ਜੁਆਇਨ ਕੀਤਾ ਤਾਂ ਮੈਂ ਪੰਜਾਬ ਆਉਂਦਾ ਹੁੰਦਾ ਸੀਗਾ ਤਾਂ ਬੜੀ ਮੁਸ਼ਕਿਲ ਦੇ ਵਿੱਚ 100 ਦੇ ਵਿੱਚ ਕਿਤੇ ਇੱਕ ਕਿਡਨੀ ਦਾ ਪੇਸ਼ੈਂਟ ਮਿਲਦਾ ਹੁੰਦਾ ਸੀ। ਅੱਜ ਹਰ 4th ਪਰਸਨ ਜਿਹੜਾ ਕਿਡਨੀ ਫੇਲੀਅਰ ਦਾ ਸ਼ਿਕਾਰ ਹੋ ਰਿਹਾ। ਅੱਗੇ ਅਸੀਂ ਆਉਂਦੇ ਸੀ ਕਿਤੇ 1000 ਦੇ ਵਿੱਚ ਇੱਕ ਦਾ ਜੋ ਹੈ ਉਹ ਲਿਵਰ ਕੈਂਸਰ ਦਾ ਪੇਸ਼ੈਂਟ ਨਿਕਲਦਾ ਹੁੰਦਾ ਸੀਗਾ। ਜਿਵੇਂ ਤੁਸੀਂ ਜਾਣਦੇ ਹੋ ਵੀ ਕਾਲਾ ਪੀਲੀਆ, ਸਫੇਦ ਪੀਲੀਆ ਬੋਲਿਆ ਜਾਂਦਾ, ਜਾਂ ਫਿਰ ਲਿਵਰ ਦੀ ਜਿਹੜੀ ਹੈਪੇਟਾਈਟਸ ਦੇ ਵਿੱਚ ABC ਸਾਡੀਆਂ ਕਿਸਮਾਂ ਆਈਆਂ, ਇਹ ਕਿੱਥੋਂ ਆ ਗਈਆਂ? ਇਹ ਤਾਂ ਹੀ ਆਈਆਂ ਕਿਉਂਕਿ ਇਹ ਜਿਹੜਾ ਅੱਜ ਦੀ ਡੇਟ 'ਚ ਪਹਿਲੇ 1000 ਦੇ ਵਿੱਚ ਇੱਕ ਕੇਸ ਹੁੰਦਾ ਸੀਗਾ, ਅੱਜ 10 ਦੇ ਵਿੱਚ ਇੱਕ ਕੇਸ ਜਿਹੜਾ ਕੈਂਸਰ ਜਿਹੜਾ ਲਿਵਰ ਫੇਲੀਅਰ ਦਾ ਤੁਹਾਡੇ ਸਾਹਮਣੇ ਤੁਹਾਨੂੰ ਦੇਖਣ ਨੂੰ ਮਿਲੂਗਾ। ਹਾਲਾਂਕਿ ਅੱਜ ਤੋਂ ਕੋਈ ਤਕਰੀਬਨ 25 ਸਾਲ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਾਰਟ ਅਟੈਕ ਜਿਹੜੇ ਉਹ ਜ਼ਿਆਦਾ ਮਹਿਸੂਸ ਹੁੰਦੇ ਸੀਗੇ। ਅੱਜ ਅਸੀਂ ਦੇਖ ਰਹੇ ਹਾਂ ਕਿ ਹਾਰਟ ਅਟੈਕ ਤਾਂ ਅੱਜ ਬਹੁਤ ਪਿੱਛੇ ਰਹਿ ਗਿਆ, ਲੋਕਾਂ ਨੂੰ ਪਤਾ ਨਹੀਂ ਹਾਰਟ ਅਟੈਕ ਕੀ ਚੀਜ਼ ਹੁੰਦੀ ਹੈ। ਅੱਜ ਜਿਹੜਾ ਹਰ ਚੌਥਾ ਬੰਦਾ ਕਿਡਨੀ ਫੇਲੀਅਰ ਨੂੰ ਲੈ ਕਰਕੇ
ਹਰ 10ਵਾਂ ਬੰਦਾ ਜਿਹੜਾ ਲਿਵਰ ਕੈਂਸਰ ਨੂੰ ਲੈ ਕਰਕੇ ਉਹ ਆਪਣਾ ਹਾਰਟ ਅਟੈਕ ਤਾਂ ਭੁੱਲ ਹੀ ਚੁੱਕਿਆ ਕਿ ਉਹਨੂੰ ਕਦੀ ਹਾਰਟ ਅਟੈਕ ਵੀ ਆ ਸਕਦਾ। ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਆਈ, ਇਹ ਐਨਵਾਇਰਨਮੈਂਟਲ ਚੇਂਜ, ਹਿਊਮਨ ਮੇਡ ਐਨਵਾਇਰਨਮੈਂਟਲ ਚੇਂਜਸ ਹੈ, ਉਹਨਾਂ ਨੇ ਜ਼ਿਆਦਾ ਡਿਸਟਰਬ ਕੀਤਾ ਹੈ ਤੇ ਇਹੀ ਸਾਡਾ ਬਿਮਾਰੀਆਂ ਦਾ ਕੇਂਦਰ ਹੈ। ਫਰੀਦਕੋਟ ਲਈ ਤੁਹਾਡੀ ਸੰਸਥਾ ਕੀ ਪ੍ਰੋਡਿਊਸ ਕਰ ਰਹੀ ਹੈ ਅੱਜ? ਇਹ ਅੱਜ ਹੀ ਅਸੀਂ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ। ਮੈਂ ਆਪਣੀ ਟੀਮ ਦੇ ਨਾਲ ਰਵੀਸਨ ਪਰਿਵਾਰ ਵੱਲੋਂ ਅੱਜ ਡਾਕਟਰ ਸੰਜੀਵ ਜੁਨੇਜਾ ਜੀ ਦਾ ਜਿਹੜਾ ਫਰੀਦਕੋਟ ਦੇ ਵਿੱਚ ਸੈਂਟਰ ਇਸਟੈਬਲਿਸ਼ ਹੋਣ ਜਾ ਰਿਹਾ, ਹੋ ਚੁੱਕਿਆ, ਉਹਦਾ ਇਨੋਗ੍ਰੇਸ਼ਨ ਜਿਹੜੀ ਅੱਜ ਹੋਈ ਹੈ। ਮੈਂ ਇਹ ਸੈਂਟਰ ਦਾ ਨਾਮ ਹੈ ਜੀ ਲਾਸਟ ਲੀਫ ਕੇਅਰ, ਤੇ ਇਲੈਕਟ੍ਰੋਪੈਥੀ ਦਾ ਇੱਕ ਬਹੁਤ ਵੱਡਾ ਮਾਈਲਸਟੋਨ ਜਿਹੜਾ ਇਹ ਸਿੱਧ ਹੋਣ ਜਾ ਰਿਹਾ। ਇੱਥੇ ਦੇ ਲੋਕਾਂ ਨੂੰ ਵੀ ਜਿਹੜੇ ਕੱਲ੍ਹ ਤੱਕ ਜਿਨ੍ਹਾਂ ਨੂੰ ਬਠਿੰਡੇ ਜਾ ਕਰਕੇ, ਮੋਗੇ ਜਾ ਕਰਕੇ, ਜਾਂ ਈਵਨ ਬਹੁਤ ਸਾਰੇ ਪੇਸ਼ੈਂਟ ਮੇਰੇ ਪਾਸ ਚੰਬੇ ਤੱਕ ਵੀ, ਮੈਂ ਚੰਬਾ ਹਿਮਾਚਲ ਦਾ ਰਹਿਣ ਵਾਲਾ, ਸਾਡਾ ਹੈੱਡ ਆਫਿਸ ਰਿਸਰਚ ਸੈਂਟਰ ਉਹੀ ਹੈ ਰਵੀਸਨ ਪਰਿਵਾਰ ਦਾ। ਜਦੋਂ ਉੱਥੇ ਤੱਕ ਪੇਸ਼ੈਂਟ ਪਹੁੰਚਦੇ ਹੁੰਦੇ ਸੀ, ਅੱਜ ਉਹਨਾਂ ਨੂੰ ਜਦੋਂ ਲੋਕਲ ਦੇ 'ਚ ਫੈਸਿਲਿਟੀ ਮਿਲੂਗੀ, ਬਹੁਤ ਸਾਰੇ ਗਰੀਬ ਇੱਦਾਂ ਦੇ ਘਰਾਣੇ ਜਾਂ ਇੱਦਾਂ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਪਾਸ ਇਲਾਜ ਕਰਵਾਉਣ ਦੀ ਬਹੁਤ ਸਫੀਸ਼ੀਐਂਸੀ ਨਹੀਂ ਹੁੰਦੀ ਹੈ, ਉਹ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਆ। ਇਹ ਜਿਹੜਾ ਫਰੀਦਕੋਟ ਵਿੱਚ ਸੈਂਟਰ ਲਾਸਟ ਲੀਫ ਕੇਅਰ ਹੈ, ਇਹ ਬਹੁਤ ਵੱਡਾ ਇੱਕ ਮਾਈਲਸਟੋਨ ਸਿੱਧ ਹੋਣ ਜਾ ਰਿਹਾ ਹੈ। ਤੇ ਮੈਂ ਇੱਕ ਬਿਲਕੁਲ ਮੇਰੀ ਉਮੀਦ ਹੈ ਕਿ ਜਿਹੜੇ ਫਰੀਦਕੋਟ ਔਰ ਅਰਾਊਂਡ ਫਰੀਦਕੋਟ ਦੇ ਲੋਕੀ ਹੈ, ਜਿਹੜੇ ਮਰੀਜ਼ ਨੇ, ਜਿਹੜੇ ਲਾ ਇਲਾਜ ਬਿਮਾਰੀਆਂ ਤੋਂ ਗ੍ਰਸਿਤ ਨੇ, ਉਹ ਇਸ ਸੈਂਟਰ ਦਾ ਬਹੁਤ ਵਧੀਆ ਫਾਇਦਾ ਚੱਕਣਗੇ। ਤੇ ਡਾਕਟਰ ਸੰਜੀਵ ਜੁਨੇਜਾ ਜੀ ਤੇ ਇਹਨਾਂ ਦੀ ਫੈਮਿਲੀ ਨੂੰ ਮੈਂ ਇੱਕ ਵਾਰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇਸ ਦੇ ਨਾਲ ਨਾਲ ਜਿਹੜੀ ਖਾਸੀਅਤ, ਇਹ ਜਿਹੜਾ ਸੈਂਟਰ ਹੈ, ਇਹ ਇਲੈਕਟ੍ਰੋਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਇੱਕ ਪਾਇਓਨੀਅਰ ਸੈਂਟਰ ਬਣਨ ਜਾ ਰਿਹਾ, ਜਿਨ੍ਹਾਂ ਦੇ ਇਸ EDMA ਦੇ ਜਿਹੜੇ ਚੇਅਰਪਰਸਨ ਨੇ ਡਾਕਟਰ ਜਗਤਾਰ ਸਿੰਘ ਸੇਖੋਂ, ਜਿਹੜੇ ਇਹਨਾਂ ਦੇ ਪ੍ਰਧਾਨ ਨੇ ਡਾਕਟਰ ਜਗਮੋਹਨ ਜੀ, ਸੈਕਟਰੀ ਨੇ ਡਾਕਟਰ ਪਾਠਕ ਜੀ, ਪਰਵਿੰਦਰ ਪਾਠਕ ਜੀ, ਇਹ ਪੂਰੀ ਟੀਮ ਦੇ ਨਾਲ ਇੱਥੇ ਆਏ ਹੋਏ ਨੇ, ਇਹਨਾਂ ਦੀ ਇਨੋਗ੍ਰੇਸ਼ਨ ਅਗਵਾਈ ਕਰਦੇ ਹੋਏ। ਤਾਂ ਇਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਸੈਂਟਰ ਚੱਲੇਗਾ ਔਰ ਚੱਲ ਰਿਹਾ ਹੈ। ਤੇ ਮੈਨੂੰ ਉਮੀਦ ਹੈ ਕਿ ਇੱਥੇ ਲੋਕੀ ਇਹਦਾ ਬਹੁਤ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਫਾਇਦਾ ਚੱਕਦੇ ਹੋਏ ਆਪਣੇ ਆਪ ਦੇ ਸਰੀਰ ਨੂੰ ਨਿਰੋਗੀ ਬਣਾਉਣ ਦੇ ਵਿੱਚ ਇਹ ਸੈਂਟਰ ਬਹੁਤ ਵੱਡੀ ਮਦਦ ਕਰੇਗਾ। ਡਾਕਟਰ ਸਾਹਿਬ, ਕਿਸ ਤਰ੍ਹਾਂ ਦਾ ਵਿਜ਼ਨ ਲਿਆ ਤੁਸੀਂ ਅੱਜ ਸੈਂਟਰ ਖੋਲ੍ਹਿਆ? ਦੇਖੋ ਜੀ, ਮੈਂ ਕੁਝ 4-6 ਮਹੀਨਿਆਂ ਤੋਂ ਇਸ ਪੈਥੀ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜਿਆ। ਹਾਲਾਂਕਿ ਡਿਗਰੀਜ਼ ਜਾਂ ਕੁਆਲੀਫਿਕੇਸ਼ਨਸ ਆਪਣੇ ਕੋਲ ਆਲਰੇਡੀ ਹੈਗੀਆਂ, ਬੁੱਕਸ ਵੀ ਆਪਾਂ ਪੜ੍ਹਦੇ ਰਹਿੰਦੇ ਹਾਂ, ਆਪਣੀ ਸਬਜੈਕਟ ਬੁੱਕਸ ਵੀ ਆਪਾਂ ਪੜ੍ਹੀਆਂ, ਅਦਰਵਾਈਜ਼ ਵੀ ਵੀ ਆਰ ਇਨ ਟੱਚ। ਪਰ ਇੱਕ ਓਰੀਐਂਟੇਸ਼ਨ ਦੀ ਲੋੜ ਹੁੰਦੀ ਹੈ, ਇੱਕ ਸੰਗਠਿਤ ਤਰੀਕੇ ਨਾਲ ਕੰਮ ਕਰਨ ਦੀ ਖਮਤਾ ਵਾਸਤੇ ਤੁਹਾਨੂੰ ਇੱਕ ਟੀਮ ਦੀ ਲੋੜ ਹੁੰਦੀ ਹੈ, ਜਿਹੜੀ ਕਿ ਅੱਜ ਆਪਣੇ ਨਾਲ ਹੈ, ਤੁਸੀਂ ਦੇਖ ਰਹੇ ਹੋ। ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਥੇ ਆ ਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ, ਮੈਨੂੰ ਮਾਣ ਬਖਸ਼ਿਆ। ਔਰ ਮੈਂ ਉਮੀਦ ਕਰਦਾ ਸਰ, ਜਿਵੇਂ ਡਾਕਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਆਪਾਂ ਫਰੀਦਕੋਟ ਦੇ ਲੋਕਾਂ ਦੀ ਸਿਹਤ ਨੂੰ ਉਜਾਗਰ ਵਧੀਆ ਰੱਖਣ ਵਾਸਤੇ ਮੇਰੇ ਖਿਆਲ ਕੋਈ ਕਸਰ ਨਹੀਂ ਛੱਡਾਂਗੇ। ਦੂਸਰੀ ਗੱਲ, ਉਹ ਵੀ ਇਸ ਪੈਥੀ ਦਾ, ਮੇਰਾ ਇਸ ਸੈਂਟਰ ਦਾ ਪੂਰਾ ਫਾਇਦਾ ਉਠਾਉਣਗੇ। ਫਰੀਦਕੋਟ ਦੀ ਆਰਥਿਕਤਾ ਨੂੰ ਧਿਆਨ 'ਚ ਰੱਖਦੇ ਹੋਏ ਕਿਸ ਤਰ੍ਹਾਂ ਦੀਆਂ ਫੀਸਾਂ ਰੱਖ ਰਹੇ ਹੋ ਤੁਸੀਂ? ਡਾਕਟਰ ਸਾਹਿਬ, ਜੇ ਆਪਾਂ ਥੋੜ੍ਹੀ ਜਿਹੀ ਜੇ ਪੰਜਾਬੀ 'ਚ ਗੱਲ ਕਰੀਏ, ਲੇਮੈਨ ਲੈਂਗੁਏਜ, ਸਾਨੂੰ ਮਤਲਬ ਇਹ ਨਹੀਂ ਕਿ ਅਸੀਂ ਵੀ ਆਰ ਗੈਟਿੰਗ ਵੈਰੀ ਰਿਨਾਊਂਡ ਪੇਸ਼ੈਂਟਸ ਆਲਸੋ। ਬੜੇ ਲੋਕ ਜਿਹੜੇ ਬੜੇ ਥੋੜ੍ਹੇ ਜਿਹੇ ਸੋਫਿਸਟੀਕੇਟਡ ਲੋਕ ਆ, ਉਹ ਵੀ ਆਪਣੇ ਕੋਲ ਆ ਰਹੇ ਆ। ਬਟ ਬੇਸਿਕਲੀ ਸਾਨੂੰ ਗਰੀਬਾਂ ਦਾ ਡਾਕਟਰ ਕਿਹਾ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਬੇਸਿਕਲੀ ਜਿਹੜੇ ਪੇ ਨਹੀਂ ਕਰ ਸਕਦੇ, ਕੁੱਲ ਮਿਲਾ ਕੇ ਅਸੀਂ ਕਹਿਣਾ ਚਾਹੁੰਦੇ ਹਾਂ ਸਾਡੇ ਜਿਹੜਾ ਟ੍ਰੀਟਮੈਂਟ ਦਾ ਜਿਹੜਾ ਐਕਸਪੈਂਡੀਚਰ ਹੈ ਸਰ, ਇੰਨਾ ਕੋਈ ਨੋਮੀਨਲ ਹੈ, ਇੰਨਾ ਕੋਈ ਥੋੜ੍ਹਾ ਹੈ ਵੀ ਕੋਈ ਵੀ ਬੰਦਾ ਉਹਨੂੰ ਪੇ ਕਰ ਸਕਦਾ। ਦੂਸਰੀ ਗੱਲ ਇਹ ਆ ਵੀ ਸਰ, ਜਿੱਥੇ ਵੱਡੀਆਂ ਬਿਮਾਰੀਆਂ ਦੀ ਆਪਾਂ ਗੱਲ ਕਰੀਏ, ਉੱਥੇ ਦਾ ਸਾਰੇ ਡਿਫਰੈਂਸ ਬਹੁਤ ਜ਼ਿਆਦਾ ਮਾਇਨੇ ਵਿੱਚ ਇਫੈਕਟ ਕਰਦਾ ਹੈ। ਇਨਫੈਕਟ ਜਦੋਂ ਛੋਟੀਆਂ ਬਿਮਾਰੀਆਂ ਦੀ ਗੱਲ ਕਰਦੇ ਆ ਤਾਂ ਉਹ ਤਾਂ ਉੱਥੇ ਹੀ, ਕਿਉਂਕਿ ਉਹੀ ਗੋਲੀਆਂ ਉਹਨੇ ਜਿਹੜੀਆਂ ਐਲੋਪੈਥੀ ਵਿੱਚ ਖਾ ਰਿਹਾ, ਲਗਭਗ ਉਹਨੇ ਪੈਸਿਆਂ ਦੇ ਵਿੱਚ ਹੀ ਆਪਣਾ ਇਹ ਇਲੈਕਟ੍ਰੋਪੈਥੀ ਟ੍ਰੀਟਮੈਂਟ ਹੋ ਜਾਂਦਾ। ਜਦੋਂ ਆਪਾਂ ਖਾਂਸੀ ਜ਼ੁਕਾਮ ਦੀ ਗੱਲ ਕਰਦੇ ਹਾਂ ਜਾਂ ਐਕਿਊਟ ਪ੍ਰੋਬਲਮਸ ਦੀ ਗੱਲ ਕਰਦੇ ਹਾਂ, ਜਿੱਥੇ ਕ੍ਰੋਨਿਸਿਟੀ ਆ ਜਾਂਦੀ ਹੈ ਸਰ, ਉੱਥੇ ਬਹੁਤ ਡਿਫਰੈਂਸ ਕ੍ਰੀਏਟ ਕਰਦਾ ਹੈ। ਕਿਉਂਕਿ ਸਰ, ਇੱਕ ਤਾਂ ਲੰਬਾ ਟ੍ਰੀਟਮੈਂਟ ਚੱਲਣਾ ਹੁੰਦਾ, ਦੂਸਰੀ ਗੱਲ ਪੇਸ਼ੈਂਟ ਦੀ ਬਿਮਾਰੀ ਗੰਭੀਰ ਹੁੰਦੀ ਹੈ, ਟੈਸਟਾਂ ਦੇ ਪੈਸੇ ਹੀ ਇੰਨੇ ਜ਼ਿਆਦਾ ਪੇਸ਼ੈਂਟ ਨੂੰ ਪੇ ਕਰਨੇ ਪੈਂਦੇ ਕਿ ਇਲਾਜ ਜੋਗੇ ਪੈਸੇ ਫਿਰ ਉਹਨੂੰ ਮੁਸ਼ਕਿਲ ਹੋ ਜਾਂਦੀ ਹੈ। ਅਤੇ ਸਾਡੇ ਇਸ ਪੈਥੀ ਦੇ ਵਿੱਚ ਸਰ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਟੂਲਸ ਹੈਗੇ ਆ ਜਿਨ੍ਹਾਂ ਵਿੱਚ ਸਾਨੂੰ ਟੈਸਟਾਂ ਦੀ ਲੋੜ ਵੀ ਮਿਨੀਮਲ ਤਰੀਕੇ ਨਾਲ ਪੈਂਦੀ ਹੈ। ਸਾਡੀ ਜਿੱਥੇ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਕਿਤੇ ਥੋੜ੍ਹਾ ਜਿਹਾ ਸੋਫਿਸਟੀਕੇਸ਼ਨ ਵਾਲੇ ਪਾਸੇ ਜਾਣ ਦੀ ਲੋੜ ਹੁੰਦੀ ਹੈ, ਉੱਥੇ ਅਸੀਂ ਪੇਸ਼ੈਂਟ ਨੂੰ ਟੈਸਟ ਕਰਾਉਣ ਵਾਸਤੇ ਕਹਿੰਦੇ ਹਾਂ। ਅਦਰਵਾਈਜ਼ ਸਾਡੀ ਪਲਸ ਡਾਇਗਨੋਸਿਸ ਸਾਡਾ ਇੱਕ ਬਹੁਤ ਵਧੀਆ ਟੂਲ ਸਾਡੇ ਕੋਲ ਹੈਗਾ ਸਰ, ਜਿਹਦੇ ਨਾਲ ਅਸੀਂ ਆਪਣੇ ਆਪ ਹੀ ਬੇਸਿਕ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਹੈ ਸਰ, ਉੱਥੋਂ ਤੱਕ ਅਸੀਂ ਪਹੁੰਚ ਜਾਂਦੇ ਹਾਂ ਅਤੇ ਅਕੋਰਡਿੰਗਲੀ ਅਸੀਂ ਟ੍ਰੀਟਮੈਂਟ ਦੇ ਰਹੇ ਹਾਂ।
ਯਾਨੀ ਇਹ ਕਹਿ ਲਿਆ ਜਾਵੇ ਕਿ ਜਿਹੜੀ ਬਿਮਾਰੀ ਦੀ ਸ਼ਨਾਖਤ ਆ ਉਹ ਨਬਜ਼ ਰਾਹੀਂ ਹੁੰਦੀ ਆ, ਵੈਦਾਂ ਵਾਂਗੂ ਜਿਵੇਂ ਪੁਰਾਣੇ ਵੈਦ ਕਰਦੇ ਸੀ। ਤੁਸੀਂ ਬਿਲਕੁਲ ਕਹਿ ਸਕਦੇ ਹੋ, ਕੁਝ ਇਸੇ ਤਰ੍ਹਾਂ ਹੀ ਹੈ, ਪਰ ਇਹਨਾਂ ਵਿੱਚ ਵੀ ਕੁਝ ਨਵੀਆਂ ਟੈਕਨੀਕਸ ਸਾਡੇ ਰਿਸਰਚ ਸੈਂਟਰ ਤੋਂ ਸਰ ਕੰਟੀਨਿਊਸਲੀ ਪਿਛਲੇ 30-35 ਸਾਲਾਂ ਤੋਂ 37 ਸਾਲਾਂ ਤੋਂ ਸਰ ਇਹਦਾ ਪੂਰਾ ਪ੍ਰੋਗਰੈਸ਼ਨ ਤਰੀਕੇ ਨਾਲ ਇਹਦਾ ਇੱਕ ਰਿਸਰਚ ਹੋ ਰਿਹਾ ਸਰ। ਉਹਦੇ ਵਿੱਚ ਸਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਉਜਾਗਰ ਹੋਈਆਂ, ਬਹੁਤ ਸਾਰੀਆਂ ਨਵੀਆਂ ਟੈਕਨੀਕਸ, ਬਹੁਤ ਸਾਰੇ ਨਵੇਂ ਨੁਸਖੇ ਸਾਨੂੰ ਸਰ ਪ੍ਰੋਵਾਈਡ ਹੁੰਦੇ ਰਹਿੰਦੇ ਆ, ਜਿੰਦੇ ਤਹਿਤ ਸਰ ਅਸੀਂ ਉਹਨਾਂ ਤੋਂ ਵੀ ਵਧੀਆ ਹੁਣ ਇਹ ਡਾਇਗਨੋਸ ਕਰ ਲੈਂਦੇ। ਕੁੱਲ ਮਿਲਾ ਕੇ ਸਰ ਜੇ ਕਿਹਾ ਜਾਵੇ, ਚਲੋ ਜਿਹੜੇ ਆਪਣੇ ਵੈਦ ਸੀਗੇ ਅਸੀਂ ਉਹਨਾਂ ਦਾ ਪੂਰਾ ਰਿਗਾਰਡ ਕਰਦੇ ਹਾਂ ਸਰ, ਕਿਉਂਕਿ ਇੰਸਟਰੂਮੈਂਟਸ ਦਾ ਅਭਾਵ ਉਦੋਂ ਹੁੰਦਾ ਸੀਗਾ, ਤਾਂ ਅਵਸ਼ਕਤਾ ਅਵਿਸ਼ਕਾਰ ਕੀ ਜਨਨੀਆਂ ਕਹਿੰਦੇ ਆ, ਤਾਂ ਉਹਨਾਂ ਦੀ ਤਾਂ ਮਜਬੂਰੀ ਸੀਗੀ ਸਰ, ਪਰ ਸਾਡੇ ਕੋਲ ਤਾਂ ਕਲਾ ਹੈ, ਤਾਂ ਅਸੀਂ ਇਸ ਕਲਾ ਨੂੰ ਸਰ ਪੂਰਾ ਉਪਯੋਗ ਕਰਦੇ ਹਾਂ। ਸਾਡੇ ਕੋਲ ਮੈਡੀਕਲ ਨੌਲੇਜ ਸਰ ਪੂਰੀ ਹੈ, ਸਾਡੇ ਕੋਲ ਦਵਾਈਆਂ ਸਰ ਅਸਰਦਾਰ ਹੈ, ਟੂ ਦਾ ਪੁਆਇੰਟ ਜਾ ਕੇ ਐਕਟ ਕਰਦੀਆਂ, ਟਾਰਗੇਟਡ ਫਾਰਮ ਦੇ ਵਿੱਚ, ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਤੁਸੀਂ ਦੇਖੋ ਸਭ ਤੋਂ ਵੱਡੀ ਪ੍ਰੋਬਲਮ ਐਲੋਪੈਥੀ ਵਿੱਚ ਵੀ ਇਹੀ ਆ ਰਹੀ ਹੈ, ਫਾਇਦਾ ਤਾਂ ਹੋਏ ਜਾਂ ਨਾ ਹੋਏ ਆਪਣਾ ਸਰ ਇਸ਼ੂ ਨਹੀਂ ਹੈਗਾ, ਬਟ ਸਾਈਡ ਇਫੈਕਟਸ ਡੈਫੀਨੇਟਲੀ ਹੈਗੇ ਆ ਸਰ। ਸਾਡਾ ਇਹ ਹੈ ਵੀ ਫਾਇਦਾ ਤਾਂ ਅਸੀਂ ਜ਼ਰੂਰ ਦਿੰਦੇ ਹਾਂ, ਚਲੋ ਹੋ ਸਕਦਾ ਹੈ 2 ਦਿਨ ਵੱਧ ਵੀ ਲੱਗ ਜਾਣ, ਪਰ ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਇਹ ਅਸੀਂ ਆਪਣੀ ਪੈਥੀ ਦੀ ਬਹੁਤ ਵੱਡੀ ਉਪਲਬਧੀ ਸਮਝਦੇ ਹਾਂ। ਆਮ ਤੌਰ ਤੇ ਨਾ ਹਰ ਇੱਕ ਮਰੀਜ਼ ਚਾਹੁੰਦਾ ਕਿ ਮੈਂ ਸ਼ਾਮ ਨੂੰ ਠੀਕ ਹੋ ਜਾ। ਜੀ ਸਰ। ਆਪਣੀ ਪੈਥੀ ਦਾ ਕਿਸ ਤਰ੍ਹਾਂ ਦੀ ਪ੍ਰਣਾਲੀ ਹੈ? ਸਰ ਸਾਡੇ ਪੈਥੀ ਸਰ 2-3 ਤਰੀਕੇ ਨਾਲ ਇਲਾਜ ਕਰਦੀ ਹੈ ਸਰ। ਸਾਡੇ ਕੋਲ ਜਿਨ੍ਹਾਂ ਨੂੰ ਐਕਿਊਟ ਪ੍ਰੋਬਲਮਸ, ਜਿਵੇਂ ਸ਼ਾਮ ਨੂੰ ਠੀਕ ਹੋਣ ਵਾਲੀਆਂ ਪ੍ਰੋਬਲਮਸ, ਸਰ ਅਸੀਂ ਇੱਕ ਵਾਰੀ ਸਿੰਪਟੋਮੈਟਿਕ ਟ੍ਰੀਟਮੈਂਟ ਜਿਹਨੂੰ ਆਪਾਂ ਕਹਿੰਦੇ ਆ, ਐਲੋਪੈਥੀ ਵਿੱਚ ਕਹਿੰਦੇ ਆ, ਉਹ ਵੀ ਅਸੀਂ ਦੇ ਦਿੰਦੇ ਆ। ਪਰ ਉਸ ਤੋਂ ਬਾਅਦ ਸਰ ਉਹਦਾ ਜਿਹੜਾ ਬੇਸਿਸ ਹੈ, ਜਿੱਥੋਂ ਬਿਮਾਰੀ ਸ਼ੁਰੂ ਹੋਈ ਹੈ ਸਰ, ਉਹਨੂੰ ਟ੍ਰੀਟ ਕਰਨਾ ਐਲੋਪੈਥੀ ਵਿੱਚ ਵੀ ਜ਼ਰੂਰੀ ਹੈ, ਇਹ ਤੁਸੀਂ ਵੀ ਸਮਝਦੇ ਹੋ, ਤੇ ਕਿਸੇ ਵੀ ਪੈਥੀ ਦੇ ਵਿੱਚ ਇਨਫੈਕਟ ਬੇਸਿਕ ਟ੍ਰੀਟਮੈਂਟ ਤਾਂ ਜ਼ਰੂਰੀ ਹੈਗਾ ਹੀ ਆ। ਪਰ ਬਹੁਤ ਸਾਰੀ ਪੈਥੀਸ ਇਹੋ ਜਿਹੀਆਂ ਹੈ, ਆਪਾਂ ਨਾਮ ਨਹੀਂ ਲੈਣਾ ਚਾਹਾਂਗੇ ਸਰ, ਜਿਹੜੇ ਸਿਰਫ ਬੇਸਿਕ ਟ੍ਰੀਟਮੈਂਟ ਹੀ ਦਿੰਦੀਆਂ ਸਰ, ਉਦੋਂ ਸਿੰਪਟੋਮੈਟਿਕ ਟ੍ਰੀਟਮੈਂਟ ਦੇਣ 'ਚ ਥੋੜ੍ਹਾ ਜਿਹਾ ਅਸਫਲ ਹੈ ਜਾਂ ਲੇਟ ਦਿੰਦੀਆਂ, ਜਿਹਦੇ ਵਜ੍ਹਾ ਕਰਕੇ ਪੇਸ਼ੈਂਟ ਨੂੰ ਸਰ ਭੁਗਤਣਾ ਪੈਂਦਾ। ਉਦੋਂ ਜਦੋਂ ਮੰਨ ਲਓ ਪੇਸ਼ੈਂਟ ਤੁਹਾਡੇ ਕੋਲ ਪੇਨ ਨਾਲ ਆਇਆ ਸਰ, ਜੇ ਉਹਦੀ ਪੇਨ ਹੀ ਨਾ ਠੀਕ ਹੋਈ ਤੇ ਸਰ ਟੂ ਹੈਲ ਵਿਦ ਦੈਟ ਵੀ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਦਾ ਸਿਸਟਮ ਠੀਕ ਹੋਣਾ ਸਰ। ਸਾਡੀ ਪੈਥੀ ਇਸ ਚੀਜ਼ ਨੂੰ ਵੀ ਖਿਆਲ ਕਰਦੀ ਹੈ। ਅਸੀਂ ਸਰ ਪੇਨ ਪੁਆਇੰਟ ਤੇ ਪਹਿਲੇ ਕੰਮ ਕਰਦੇ ਹਾਂ ਫੋਰ ਐਗਜ਼ਾਮਪਲ, ਫਿਰ ਅਸੀਂ ਰੂਟ ਕਾਜ਼ ਤੇ ਜਾਂਦੇ ਹਾਂ। ਸੋ ਦਿਸ ਇਜ਼ ਆਵਰ ਐਂਡੀਓਵਰ। ਅਸੀਂ ਸਰ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ, ਹਾਂ ਇਹ ਹੈ ਵੀ ਉਹਦੇ ਵਿੱਚ ਸਰ ਕੁਝ ਐਲੋਪੈਥੀ ਜਿਹੜੀਆਂ ਡਰੱਗਸ ਹੈਗੀਆਂ ਬੇਸਿਕਲੀ, ਕਿਉਂਕਿ ਸਰ ਉਹ ਆਪਾਂ ਨੂੰ ਪਤਾ ਕਿ ਉਹ ਸਿਸਟਮ ਨੂੰ ਡਿਜ਼ੀਜ਼ ਨੂੰ ਸੁਪਰੈਸ ਕਰਕੇ ਕੰਮ ਕਰਦੀਆਂ, ਬੇਸਿਕਲੀ ਦਬਾ ਦਿੰਦੀਆਂ ਸਰ। ਅਸੀਂ ਇਹ ਕੰਮ ਵੀ ਨਹੀਂ ਕਰਦੇ। ਸਾਡੀ ਮੈਡੀਸਨ ਰੂਟ ਕਾਜ਼ ਨੂੰ ਬਾਅਦ ਚੋਂ ਵਿਦਹੋਲਡ ਕਰਕੇ, ਪਰ ਪਹਿਲੇ ਉਹਦਾ ਪੇਨ ਜਿਹੜਾ ਠੀਕ ਕਰਦੀ ਹੈ, ਉਹ ਵੀ ਵਿਦਆਊਟ ਸਪਰੈਸ਼ਨ। ਸੋ ਦਿਸ ਇਜ਼ ਦਾ ਥਿੰਗ ਸਰ, ਜਿਹੜੀ ਕਿ ਕਿਸੇ ਵੀ ਹੋਰ ਪੈਥੀ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਨਹੀਂ ਮਿਲੇਗੀ। ਡਾਕਟਰ ਸਾਹਿਬ ਕੀ ਹੈ ਇਲੈਕਟ੍ਰੋਹੋਮਿਓਪੈਥੀ? ਇਲੈਕਟ੍ਰੋਹੋਮਿਓਪੈਥੀ ਇਹ ਜਿਹੜਾ ਸਬਜੈਕਟ ਹੈ, ਇਹ ਹਰਬਲ 100% ਹਰਬਲ ਡਿਪੈਂਡ ਸਿਸਟਮ ਹੈ। ਇਹਦੀ ਜਿਹੜੀ ਖੋਜ ਹੈ 1865 ਈਸਵੀ ਦੇ ਵਿੱਚ ਕਾਉਂਟ ਸੀਜ਼ਰ ਮੈਟੀ, ਜਿਹੜੇ ਇਟਾਲੀ ਰੀਜਨ ਦੇ ਬਲੋਨੀਆ ਪ੍ਰੋਵਿੰਸ ਦੇ ਰਹਿਣ ਵਾਲੇ ਸੀਗੇ, ਉਹਨਾਂ ਨੇ ਰਿਓਲਾ ਦੇ ਅੰਦਰ ਇਹਦੀ ਜਿਹੜੀ ਖੋਜ ਕੀਤੀ ਸੀਗੀ। ਇਸ ਦੇ ਵਿੱਚ 114 ਪਲਾਂਟਸ ਯਾਨੀ 114 ਐਸੀ ਜੜੀ ਬੂਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹਦੇ ਬੇਸਿਸ ਦੇ ਉੱਪਰ ਕੋਈ 38 ਯਾਨੀ ਕਿ 38 ਮੈਡੀਸਨ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਨੇ। ਔਰ ਇਹ ਸਾਰੀਆਂ ਮੈਡੀਸਨ ਜਿਹੜੀਆਂ ਕੁਦਰਤੀ ਸਾਡੇ ਸਰੀਰ ਦੇ ਵਿੱਚ 3 ਲੈਵਲ ਤੇ ਕੰਮ ਕਰਦੀਆਂ ਨੇ, ਜਿਹਨੂੰ ਅਸੀਂ ਬੋਲਦੇ ਹਾਂ ਫਿਜ਼ੀਕਲ ਲੈਵਲ, ਮੈਂਟਲ ਲੈਵਲ ਐਂਡ ਸਪਿਰਿਚੁਅਲ ਲੈਵਲ। ਤਿੰਨਾਂ ਚੀਜ਼ਾਂ ਦੀ ਇੱਕ ਕੰਪਲੀਟ ਹੀਲਿੰਗ ਕਰਨ ਤੋਂ ਬਾਅਦ ਹੀ ਜਿਹੜਾ ਇਹ ਸਿਸਟਮ ਹੈ ਸਾਡੀ ਬਾਡੀ ਵਿੱਚ ਇੱਕ ਕੰਪਲੀਟ ਹੋਲਿਸਟਿਕ ਅਪਰੋਚ ਟੂ ਹੈਲਥ ਪ੍ਰੋਵਾਈਡ ਕਰਵਾਉਂਦਾ ਹੈ। ਕਿਹੜੀਆਂ ਬਿਮਾਰੀਆਂ ਲਈ ਜ਼ਿਆਦਾ ਕਾਰਗਰ ਹੈ ਇਸ ਵਕਤ ਇਹ ਵੈਸੇ ਤੇ ਓਵਰਆਲ ਇੱਕ ਕੰਪਲੀਟ ਸਿਸਟਮ ਆਫ ਮੈਡੀਸਨ ਹੈ। ਇਸ ਦੇ ਵਿੱਚ ਹਰ ਪ੍ਰਕਾਰ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਜਿਹਦੇ 'ਚ ਅਸੀਂ ਅਦਰਵਾਈਜ਼ ਦੂਜੇ ਸਿਸਟਮ ਵਿੱਚ ਜਿਹੜੇ ਬਿਮਾਰੀਆਂ ਵਾਸਤੇ ਡਾਕਟਰ ਜਿਹੜੇ ਸਰਜਰੀ ਅਪਲਾਈ ਕਰਦੇ ਨੇ, ਅਸੀਂ ਵਿਦਆਊਟ ਸਰਜਰੀ, ਇਹ ਨੋਨ ਸਰਜੀਕਲ ਟ੍ਰੀਟਮੈਂਟ ਆਫ ਸਿਸਟਮ ਹੈ। ਇਸ ਦੇ ਵਿੱਚ ਅਸੀਂ ਐਸੀ ਬਿਮਾਰੀਆਂ ਜਿਵੇਂ ਤੁਹਾਡਾ ਲਿਵਰ ਕੈਂਸਰ ਹੋ ਗਿਆ, ਕਿਡਨੀ ਫੇਲੀਅਰ ਹੋ ਗਿਆ, ਹਾਰਟ ਅਟੈਕਸ ਹੋ ਗਏ, ਬ੍ਰੇਨ ਟਿਊਮਰ ਹੋ ਗਿਆ, ਫਿਰ ਸਾਡੇ ਫਾਈਬਰੋਇਡਸ ਯਾਨੀ ਕਿ ਜਿਹੜੀਆਂ ਬੱਚਾਦਾਨੀ ਰਸੋਲੀਆਂ ਹੋ ਗਈਆਂ, ਪੱਥਰੀਆਂ ਹੋ ਗਈਆਂ, ਇਹ ਸਾਰੀ ਕਿਸਮ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਬਿਨਾਂ ਚੀਰ ਫਾੜ ਤੋਂ ਅਸੀਂ ਮੈਡੀਸਨ ਦੇ ਮਾਧਿਅਮ ਦੇ ਨਾਲ ਹੀ ਕਰਦੇ ਹਾਂ। ਸਭ ਤੋਂ ਅੱਛੀ ਗੱਲ ਇਹ ਹੈ ਕਿ ਇਹਨਾਂ ਮੈਡੀਸਨ ਦਾ ਜਿਹੜਾ ਸਾਈਡ ਇਫੈਕਟ ਉਹ 0% ਹੈ, ਕਿਉਂਕਿ ਜਿਹੜਾ ਇਹ ਮੈਡੀਸਨ ਬਣਾਉਣ ਦਾ ਤਰੀਕਾ ਟੈਕਨੀਕ ਹੈ
ਉਹਨੂੰ ਅਸੀਂ ਬੋਲਦੇ ਹਾਂ ਸਪੈਜਰੀਕਲ ਕੋਹੋਵੇਸ਼ਨ। ਸਪੈਜਰੀਕਲ ਕੋਹੋਵੇਸ਼ਨ ਇੱਕ ਇਹੋ ਜਿਹੀ ਵਿਧੀ ਹੈ, ਦਵਾਈ ਪਲਾਂਟ ਤੋਂ ਮੈਡੀਸਨ ਐਕਸਟ੍ਰੈਕਟ ਕਰਨ ਦੀ ਜਿਹੜੀ ਉਹ ਵਿਧੀ ਹੈ, ਜਿਹਦੇ 'ਚ ਅਸੀਂ ਅਗਰ ਸਿੰਪਲ ਇੱਕ ਐਗਜ਼ਾਮਪਲ ਪਾਣੀ ਵੀ ਉਹਦੇ ਜਿਹੜਾ ਯੂਜ਼ ਕੀਤਾ ਜਾਂਦਾ ਸਿੰਪਲ ਵਾਟਰ, ਉਹ ਵੀ ਆਪਣੇ ਲਾਸਟ ਸਟੇਜ ਤੱਕ ਪਹੁੰਚਦੇ 21 ਵਾਰ ਡਿਸਟਿਲੇਟ ਕੀਤਾ ਜਾਂਦਾ ਹੋ ਜਾਂਦਾ ਹੈ, ਔਰ ਇੰਨਾ ਕੁ ਪਿਊਰੀਫਾਈਡ ਸਿਸਟਮ ਹੈ। ਇਹਦੇ 'ਚ ਕੀ ਹੈ ਕਿ ਅਸੀਂ ਜਦੋਂ ਕੋਈ ਮੈਡੀਸਨ ਕਿਸੇ ਪੇਸ਼ੈਂਟ ਨੂੰ ਦਿੰਦੇ ਹਾਂ ਤਾਂ ਪੇਸ਼ੈਂਟ ਦਾ ਸਭ ਤੋਂ ਵੱਡਾ ਪਹਿਲਾ ਕੁਐਸਚਨ ਇਹੀ ਹੁੰਦਾ ਕਿ ਸਰ ਇਹਨਾਂ ਦਵਾਈਆਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ। ਅਸੀਂ ਤੁਹਾਨੂੰ 100% ਦਾਅਵੇ ਨਾਲ ਬੋਲਦੇ ਪਏ ਹਾਂ, ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਜਿਹੜਾ 100% ਸਾਈਡ ਇਫੈਕਟਲੈਸ ਸਿਸਟਮ ਹੈ। ਗੁੱਡ ਇੰਪੈਕਟ ਇਹਦੇ ਕੀ ਹੋ ਸਕਦੇ ਨੇ, ਇਹ ਜਦੋਂ ਅਸੀਂ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ, ਜਦੋਂ ਅਸੀਂ ਪੇਸ਼ੈਂਟ ਨੂੰ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਪੇਸ਼ੈਂਟ ਹੈ ਇਹਨੂੰ ਅਸੀਂ ਗੁੱਡ ਇਫੈਕਟ ਕਿੰਨਾ ਕੁ ਦੇ ਸਕਦੇ ਹਾਂ। ਬਟ ਜਿਹੜਾ ਪਿਛਲਾ ਮੇਰਾ ਲਾਸਟ 34 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਇਹ ਬੋਲਦਾ ਵਾ ਕਿ ਅਸੀਂ 99% ਜਿਹੜੇ ਬਿਮਾਰੀਆਂ ਨੂੰ ਇੱਕ ਬਾਈ ਰੂਟ ਕੇਅਰ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਦੇ ਮੁਤਾਬਿਕ ਅਸੀਂ ਜਿਹੜੇ ਉਹਦੀ ਆਪਣੀ ਸਫਲਤਾ ਹਾਸਲ ਕਰ ਸਕਦੇ ਹਾਂ। ਇਹਦੇ ਖਰਚ ਦੀ ਗੱਲ ਕਰੀਏ, ਕਿੰਨਾ ਕੁ ਮਹਿੰਗਾ ਇਹ ਇਲਾਜ ਹੈ? ਇਸ ਦਾ ਖਰਚ ਤੁਸੀਂ ਇੱਕ ਐਗਜ਼ਾਮਪਲ ਮੈਂ ਲਵਾਂਗਾ। ਇੱਕ ਮੈਂ ਸਪੈਸ਼ਲ ਅਸੀਂ ਇੱਕ ਡਾਟਾ ਤਿਆਰ ਕੀਤਾ ਸੀਗਾ, ਅਸੀਂ ਕਿਡਨੀ ਫੇਲੀਅਰ ਯਾਨੀ ਜਿਹੜਾ ਸਾਡਾ CKD ਕਰੋਨਿਕ ਕਿਡਨੀ ਡਿਜ਼ੀਜ਼ ਉੱਪਰ ਅਸੀਂ ਇੱਕ ਡਾਟਾ ਤਿਆਰ ਕੀਤਾ। ਫਾਰ ਐਗਜ਼ਾਮਪਲ ਮੇਰੇ ਪਾਸ ਇੱਕ ਪੇਸ਼ੈਂਟ ਸੀਗਾ, ਉਹਦਾ ਇੱਕ ਮਤਲਬ ਕਿ ਗੁਰਦਾ ਜਿਹੜਾ ਉਹ ਟ੍ਰਾਂਸਪਲਾਂਟੇਸ਼ਨ ਵਾਸਤੇ ਡਾਕਟਰ ਨੂੰ ਬੋਲ ਚੁੱਕੇ ਸੀਗੇ, ਤੇ ਜਦੋਂ ਉਹਨਾਂ ਦਾ ਪੂਰਾ ਡਾਕਟਰ ਨੇ ਇੱਕ ਬਿਊਰਾ ਬਣਾ ਕਰਕੇ ਦਿੱਤਾ ਸੀਗਾ, ਉਹਨੇ 12 ਤੋਂ 15 ਲੱਖ ਰੁਪਏ ਦੇ ਵਿੱਚ ਇੱਕ ਮਿਨੀਮਮ ਅਮਾਊਂਟ ਦੱਸਿਆ ਸੀਗਾ। ਸਰ ਉਹੀ ਪੇਸ਼ੈਂਟ ਜਦੋਂ ਮੇਰੇ ਅੰਡਰ ਟ੍ਰੀਟਮੈਂਟ ਆਂਦਾ ਹੈ, ਮੈਂ ਉਹਦੀ ਲਗਭਗ 6 ਤੋਂ 7 ਮਹੀਨੇ ਟ੍ਰੀਟਮੈਂਟ ਜਿਹੜੀ ਉਹ ਕੀਤੀ ਹੈ। ਪਹਿਲਾ ਪੁਆਇੰਟ ਤਾਂ ਇਹ ਹੈ ਕਿ ਅਸੀਂ ਨੋਨ ਸਰਜੀਕਲ ਸਿਸਟਮ ਆਫ ਟ੍ਰੀਟਮੈਂਟ ਹੈ। ਜਦੋਂ ਉਹਦਾ ਅਸੀਂ ਟ੍ਰੀਟਮੈਂਟ 6 ਤੋਂ 7 ਮਹੀਨੇ ਦਾ ਅਸੀਂ ਕੀਤਾ, ਹਾਰਡਲੀ 1 ਮਹੀਨੇ ਵਿੱਚ 7 ਤੋਂ ਲੈ ਕਰਕੇ 10,000 ਰੁਪਏ ਤੱਕ ਦੀ ਮੈਡੀਸਨ CKD ਵਿੱਚ ਅਸੀਂ ਉਹਨੂੰ ਦਿੱਤੀ ਹੈ। ਯਾਨੀ ਕਿ 7 ਤੋਂ 8 ਮਹੀਨਿਆਂ ਦੇ ਵਿੱਚ ਉਹਦਾ 70 ਤੋਂ 80,000 ਰੁਪਏ ਖਰਚਾ ਆਇਆ। ਕਿੱਥੇ 15 ਲੱਖ ਰੁਪਇਆ, 10 ਤੋਂ 15 ਲੱਖ ਰੁਪਇਆ, ਕਿੱਥੇ 70 ਤੋਂ 80,000 ਰੁਪਇਆ। ਤੁਸੀਂ ਆਪਣੇ ਆਪ ਹੀ ਕੰਪੈਰੀਜ਼ਨ ਕਰ ਸਕਦੇ ਹੋ ਕਿ ਇਲੈਕਟ੍ਰੋਪੈਥਿਕ ਸਿਸਟਮ ਨਾ ਕੇਵਲ ਸਸਤਾ ਹੈ, ਬਲਕਿ ਮੈਂ ਇਹ ਵੀ ਕਹਿ ਸਕਦਾ ਇੰਨਾ ਕੁ ਐਫੀਸ਼ੀਐਂਟ ਹੈ ਕਿ ਜਦੋਂ ਅਸੀਂ ਸਰਜਰੀ ਕਰ ਦਿੰਦੇ ਹਾਂ, ਤੁਸੀਂ ਟ੍ਰਾਂਸਪਲਾਂਟੇਸ਼ਨ ਵੀ ਅਗਰ ਜਾਂਦਾ ਉਹ ਪੇਸ਼ੈਂਟ, ਤਦ ਵੀ ਡਾਕਟਰ ਤੁਹਾਨੂੰ ਦੱਸਣਗੇ ਇਹਦੀ ਜਿਹੜੀ ਲਾਈਫ ਹੈ ਕਿਡਨੀ ਦੀ, ਜਿਹੜਾ ਰਿਪਲੇਸ ਕਿਡਨੀ ਹੈ ਉਹਦਾ ਜਿਹੜਾ ਲਾਈਫ ਹੈ ਉਹ ਨੋਟ ਮੋਰ ਦੈਨ 10 ਈਅਰ, ਯਾਨੀ ਕਿ 10 ਸਾਲ ਤੱਕ ਵੀ ਉਹ ਜੇ ਤੁਸੀਂ ਪੂਰੀ ਦੇਖਭਾਲ ਕਰੋਗੇ ਆਪਣੀ ਆਪ ਦੇ ਸਰੀਰ ਨੂੰ, ਖਾਣ ਪੀਣ ਦਾ ਤੁਸੀਂ ਆਪਣੇ ਪੂਰਾ ਖਿਆਲ ਰੱਖੋਗੇ, ਰੱਖ ਰਖਾਵ ਵਧੀਆ ਹੋਏਗਾ, ਤਾਂ ਤੁਹਾਡਾ ਜਿਹੜਾ ਉਹ ਸਿਸਟਮ 10 ਸਾਲ ਵਾਸਤੇ ਕਿਡਨੀ ਕੱਢੂਗੀ। ਅਦਰਵਾਈਜ਼ ਅਸੀਂ ਮੋਰ ਓਵਰ 70% ਕੇਸਿਸ ਦੇਖਿਆ 3 ਤੋਂ 4 ਸਾਲ ਤੋਂ ਬਾਅਦ ਉਹਨਾਂ ਨੂੰ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ। ਮੇਰੇ ਪਾਸ ਇੱਕ ਇਹੋ ਜਿਹਾ ਕੇਸ ਸੀਗਾ ਜਿਹੜਾ 96 ਦੇ ਵਿੱਚ ਉਹਦਾ ਟ੍ਰੀਟਮੈਂਟ ਸਟਾਰਟ ਕੀਤਾ ਸੀਗਾ। ਤਦੋਂ ਉਹਨੂੰ ਬੋਲਿਆ ਗਿਆ ਸੀ, ਪੇਸ਼ੈਂਟ ਨੂੰ ਦੱਸਿਆ ਗਿਆ ਕਿ ਤੁਹਾਡੀ ਜਿਹੜੀ ਏਜ ਹੈ ਨੋਟ ਮੋਰ ਦੈਨ 5 to 6 ਵੀਕ। ਉਹ ਪੇਸ਼ੈਂਟ, ਉਹ ਜਿਹੜੀ ਮਾਤਾ ਸੀਗੀ, ਉਹਦੀ ਉਮਰ ਸੀ ਉਸ ਟਾਈਮ 65 ਸਾਲ। ਇਹ ਲਾਸਟ 2021 ਦੇ ਵਿੱਚ ਉਸ ਪੇਸ਼ੈਂਟ ਨੂੰ ਇੱਕ ਨੈਚੁਰਲ ਡੈਥ ਦੇ ਵਿੱਚ, ਜਦੋਂ ਉਹਦੀ ਏਜ ਮੋਰ ਦੈਨ 90 ਪਲੱਸ ਦੇ ਵਿੱਚ ਆ ਚੁੱਕੀ ਸੀਗੀ, ਤਦ ਉਹਦੀ ਜਿਹੜੀ ਉਹ ਡੈਥ ਹੋਈ ਹੈ। ਔਰ ਪੂਰੇ ਜੀਵਨ ਕਾਲ ਦੇ ਵਿੱਚ ਉਹਨੂੰ ਦੁਬਾਰਾ ਪਲਟ ਕੇ ਕਦੀ ਕਿਡਨੀ ਦੀ ਪ੍ਰੋਬਲਮ ਨਹੀਂ ਹੋਈ। ਕਿੱਥੇ ਇੱਕ ਟ੍ਰਾਂਸਪਲਾਂਟੇਸ਼ਨ ਤੋਂ ਬਾਅਦ ਡਾਕਟਰ ਜਿਹੜਾ ਮੇਨ ਰਿਕਮੈਂਡੇਸ਼ਨ ਦਿੰਦੇ ਕਿ 10 ਸਾਲ ਤੋਂ ਬਾਅਦ ਇਹਦੇ 'ਚ ਪ੍ਰੋਬਲਮ ਆਉਣ ਦੇ ਚਾਂਸਿਸ ਹੋ ਸਕਦੇ ਆ, ਕਿੱਥੇ ਇਲੈਕਟ੍ਰੋਪੈਥਿਕ ਸਿਸਟਮ ਨਾਲ ਉਹ ਪੇਸ਼ੈਂਟ ਅੱਛਾ ਹੋਇਆ ਤੇ ਉਹ 90 ਸਾਲ ਪਲੱਸ ਦੀ ਉਮਰ 'ਚ ਹੋ ਕਰਕੇ ਇੱਕ ਨੈਚੁਰਲ ਡੈਥ ਦੇ ਵਿੱਚ ਗਿਆ, ਪਰ ਉਹਨੇ 21 ਸਾਲ ਆਪਣੇ ਆਪ ਦੇ ਲਾਈਫ ਦੇ ਇੰਨੇ ਕੁ ਵਧੀਆ ਕੱਟੇ ਕਿ ਜਿਹਨੂੰ ਉਹਨੂੰ ਕੋਈ ਕਿਸੇ ਤਰੀਕੇ ਦੀ ਕੋਈ ਕੰਪਲਿਕੇਸ਼ਨ, ਇੰਨਾ ਕੁ ਐਫੀਕੇਸ਼ੀਅਸ ਪਲੱਸ ਇੰਨਾ ਕੁ ਇਹ ਐਕਸਪੈਂਸ ਜਿਹੜਾ ਬੇਸਿਸ ਇੱਕ ਇਕੋ ਐਕਸਪੈਂਸ ਸਿਸਟਮ ਹੈ, ਇਹਦੇ 'ਚ ਬਹੁਤ ਘੱਟ ਖਰਚੇ 'ਚ ਅਸੀਂ ਬਹੁਤ ਵੱਡੀਆਂ ਬਿਮਾਰੀਆਂ ਨੂੰ ਜਿਹੜਾ ਠੀਕ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਵਿੱਚ क्षमता ਹੈ। ਕਿੰਨੇ ਕੁ ਮਰੀਜ਼ ਆਪਾਂ ਹੁਣ ਤੱਕ ਠੀਕ ਕਰ ਚੁੱਕੇ ਹਾਂ ਕਿ ਅੱਟਾ ਸੱਟਾ ਕਰਨਾ ਹੋਵੇ? ਅਗਰ ਮੈਂ ਸਿਰਫ ਇਕੱਲੇ ਆਪਣੀ ਗੱਲ ਕਰਾਂ, ਮੈਂ 86-87 ਦੇ ਵਿੱਚ ਪ੍ਰੈਕਟਿਸ 'ਚ ਆਇਆ ਸੀਗਾ। ਹੁਣ ਤੱਕ ਮੋਰ ਦੈਨ 7.5 ਲੱਖ ਪੇਸ਼ੈਂਟ ਜਿਹੜੇ ਮੈਂ ਉਹ ਪਿਛਲੇ 30 ਤੋਂ 32 ਸਾਲ ਦੇ ਵਿੱਚ ਦੇਖ ਚੁੱਕਿਆ, ਰਾਈਟ। ਅਗਰ ਅਸੀਂ ਪੂਰੇ ਆਪਣੇ ਗਰੁੱਪ ਦੀ ਗੱਲ ਕਰੀਏ ਤੇ ਅੱਜ ਤੁਹਾਡੇ ਇਕੱਲੇ ਪੰਜਾਬ ਦੀ ਅਗਰ ਗੱਲ ਕਰੀਏ ਤੇ ਪੰਜਾਬ 'ਚ ਸਾਡੇ ਇਸ ਸਿਸਟਮ ਦੇ ਤਹਿਤ ਮੋਰ ਦੈਨ 1000 ਦੇ ਕਰੀਬ ਸਾਡੇ ਜਿਹੜੇ ਕਲੀਨਿਕ ਹੈ। ਅਗਰ ਔਨ ਐਂਡ ਐਵਰੇਜ ਅਸੀਂ ਦੇਖੀਏ ਤਾਂ ਅੱਜ ਕਰੋੜ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ 'ਚ ਪੇਸ਼ੈਂਟ ਪਿਛਲੇ 15 ਤੋਂ 20 ਸਾਲ ਦੇ ਵਿੱਚ ਦੇਖ ਚੁੱਕੇ ਹਾਂ। ਪਲੱਸ ਉਹਦੇ ਸਭ ਤੋਂ ਅੱਛਾ ਪੁਆਇੰਟ ਇਹੀ ਹੈ, ਨੰਬਰ ਆਫ ਪੇਸ਼ੈਂਟ ਤਾਂ ਜਿਹੜੇ ਹੈ ਸੋ ਹੈ ਹੀ ਹੈ, ਪਰ ਉਹਨਾਂ 'ਚੋਂ ਅੱਜ ਤੱਕ ਇੱਕ ਵੀ ਕੇਸ, ਜਿੰਨੇ ਵੀ ਸਾਡੇ ਪਾਸ ਕ੍ਰਿਟੀਕਲ ਕੇਸ ਵੀ ਆਏ ਨੇ, ਇੱਕ ਵੀ ਕੇਸ ਮੋਰਟੈਲਿਟੀ ਯਾਨੀ ਕਿ ਡੈਥ ਦਾ ਸਾਡੇ ਪਾਸ ਰਿਪੋਰਟ ਨਹੀਂ ਹੋਇਆ। ਯਾਨੀ ਕਿ ਜਿਨ੍ਹਾਂ ਦਾ ਇੱਕ ਕਿਸਮ ਦਾ ਡਾਕਟਰ ਨੇ ਟਾਈਮ ਲਿਮਿਟ ਵੀ ਫਿਕਸ ਕੀਤੀ ਹੋਈ ਸੀ, ਨਹੀਂ 4 ਮਹੀਨੇ 6 ਮਹੀਨੇ 4 ਦਿਨ ਹਫਤਾ 10 ਦਿਨ, ਉਹ ਪੇਸ਼ੈਂਟ ਨੂੰ ਵੀ ਅਸੀਂ ਏਜ ਐਨਹਾਂਸ ਹੁੰਦੇ ਹੋਏ ਦੇਖਿਆ। ਉਹ ਵੀ ਜਿਹਨਾਂ ਮਤਲਬ ਫਾਰ ਐਗਜ਼ਾਮਪਲ ਇੱਕ ਕੈਂਸਰ ਦਾ ਪੇਸ਼ੈਂਟ ਅਗਰ ਤੁਹਾਡੇ ਪਾਸ ਆਉਂਦਾ ਹੈ 4th ਸਟੇਜ ਆਉਂਦਾ, ਉਹਦੇ 'ਚ ਕੋਈ ਵੀ ਡਾਕਟਰ ਨੂੰ ਬਹੁਤ ਲੰਬੇ ਸਮੇਂ ਤੱਕ ਜਿੰਦਾ ਨਹੀਂ ਰੱਖ ਸਕਦਾ। ਬਟ ਇਲੈਕਟ੍ਰੋਪੈਥੀ ਮੈਡੀਸਨ ਇੱਕ ਆਪਣਾ ਕਲੇਮ ਕਰਦੀ ਹੈ ਕਿ ਅਸੀਂ ਉਸ ਸਟੇਜ ਦੇ ਵਿੱਚ ਵੀ 4th ਸਟੇਜ ਆਫ ਕੈਂਸਰ ਦੇ ਵਿੱਚ ਵੀ ਜਿਹੜੀ ਏਜ ਹੈ
2 ਸਾਲ ਤੋਂ ਲੈ ਕਰਕੇ 5 ਸਾਲ ਇਹ ਤੋਂ ਵੀ ਵੱਧ ਜਿਹੜੀ ਅਸੀਂ ਐਨਹਾਂਸ ਹੁੰਦੇ ਆਪਣੇ ਜੀਵਨ ਕਾਲ 'ਚ ਦੇਖੀ ਹੈ। ਇਸ ਦਾ ਮਤਲਬ ਕੀ ਹੈ ਕਿ ਜਿਹੜਾ ਇਹ ਸਿਸਟਮ ਹੈ ਇਹ ਸੱਚਮੁੱਚ ਇੱਕ ਇਨਸਾਨ ਨੂੰ ਹੈਲਥ ਦੇ ਕਰਕੇ ਉਹਦੀ ਏਜ ਨੂੰ ਅੱਗੇ ਵਧਾਉਣ ਦਾ ਕੰਮ ਕਰਦਾ ਹੈ। ਜੇ ਆਪਾਂ ਕਾਰਨ ਦੇਖੀਏ ਬਿਮਾਰੀਆਂ ਦਾ ਕਾਰਨ ਕੀ ਦੇਖਦੇ ਹੋ ਜ਼ਿਆਦਾਤਰ ਪੰਜਾਬ ਦੇ ਵਿੱਚ ਕੈਂਸਰ ਹੋਇਆ ਜਾਂ ਜਿਹੜੀਆਂ ਗੰਭੀਰ ਬਿਮਾਰੀਆਂ? ਪੰਜਾਬ ਦੇ ਵਿੱਚ ਜੀ ਦੇਖੋ ਸਭ ਤੋਂ ਵੱਡਾ ਐਨਵਾਇਰਨਮੈਂਟਲ ਚੇਂਜ। ਐਨਵਾਇਰਨਮੈਂਟਲ ਚੇਂਜ ਦਾ ਮਤਲਬ ਇਹ ਨਹੀਂ ਹੈ ਸਿਰਫ ਇੱਕ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ। ਜਿੰਨਾ ਵੀ ਸਾਡੇ ਅੱਜ ਖੇਤ ਸਭ ਤੋਂ ਪਹਿਲਾ ਕੰਮ ਸ਼ੁਰੂ ਹੁੰਦਾ ਖੇਤ ਤੋਂ। ਖੇਤ ਦੇ ਵਿੱਚ ਜਿਹੜੀਆਂ ਵੀ ਜੀ ਅੱਜ ਦੀ ਡੇਟ 'ਚ ਫਸਲਾਂ ਸਾਡੀਆਂ ਬੋਈਆਂ ਜਾਂਦੀਆਂ, ਇੱਕ ਠੀਕ ਹੈ, ਇੱਕ ਟਾਈਮ ਸਾਡੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਅੰਨ ਦੀ ਜ਼ਰੂਰਤ ਸੀਗੀ। ਉਸ ਅੰਨ ਦੀ ਆਪੂਰਤੀ ਨੂੰ ਕਰਨ ਲਈ ਸਾਨੂੰ ਤਰ੍ਹਾਂ ਤਰ੍ਹਾਂ ਦੇ ਫਰਟੀਲਾਈਜ਼ਰ ਦੇ ਵਿੱਚ ਜਾਣ ਦੀ ਜ਼ਰੂਰਤ ਪਈ। ਬਟ ਇੱਕ ਲੈਵਲ ਅੱਜ ਇੱਦਾਂ ਦਾ ਆ ਗਿਆ ਵੀ ਸਾਡੇ ਪਾਸ ਅੰਨ ਜਿਹੜਾ ਸਰਪਲਸ ਹੈ, ਬਟ ਉਸ ਦੇ ਬਾਵਜੂਦ ਵੀ ਅਸੀਂ ਜਿਹੜਾ ਨੇਚਰ ਵੱਲ ਨਹੀਂ ਮੁੜ ਰਹੇ ਹਾਂ, ਕਿਉਂਕਿ ਸਭ ਤੋਂ ਵੱਡਾ ਜਿਹੜਾ ਸਾਡੀ ਬਿਮਾਰੀਆਂ ਦਾ ਕਾਰਨ ਔਰ ਕੇਂਦਰ ਬਣਿਆ ਉਹ ਅਸੀਂ ਨੇਚਰ ਤੋਂ ਅਲੱਗ ਹੋ ਗਏ। ਨੇਚਰ ਤੋਂ ਉਲਟੀ ਦਿਸ਼ਾ ਦੇ ਵਿੱਚ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਲਈ ਸਾਨੂੰ ਉਹਦਾ ਖਮਿਆਜਾ ਅੱਜ ਬਿਮਾਰੀਆਂ ਰੂਪ ਦੇ ਵਿੱਚ ਭੁਗਤਣ ਨੂੰ ਮਿਲ ਰਿਹਾ। ਤਾਂ ਮੇਰਾ ਮੰਨਣਾ ਇਹ ਜਿਹੜਾ ਸਾਡਾ ਜਿਹੜਾ ਪਾਰਟਿਕੂਲਰ ਬਿਮਾਰੀਆਂ ਦਾ ਮੇਨ ਕੇਂਦਰ ਹੈ ਉਹ ਸਾਡਾ ਸਭ ਤੋਂ ਵੱਡਾ এনवायरमेंट ਦੇ ਵਿੱਚ ਆਈਆਂ ਚੇਂਜਸ ਡਿਊ ਟੂ ਹਿਊਮਨ ਬੀਇੰਗ। ਜਿਹੜਾ ਅਸੀਂ ਆਪਣੇ ਐਜ਼ ਏ ਹਿਊਮਨ ਬੀਇੰਗ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਲਿਆ, ਪੈਸਟੀਸਾਈਡ ਕਲਰ ਦੇਣ ਵਾਸਤੇ ਇਨਸੈਕਟੀਸਾਈਡਸ ਜਾਂ ਕੋਈ ਵੀ ਅਸੀਂ ਕੈਮੀਕਲ ਇਸਤੇਮਾਲ ਕਰਦੇ ਆ, ਉਹ ਕੈਮੀਕਲ ਸਾਡੀ ਜਿਹੜੀ ਲਾਈਫ ਨੂੰ ਹੈ ਉਹ ਸਾਡੀ ਹੈਲਥ ਨੂੰ ਉਹ ਹਾਰਮ ਕਰ ਰਿਹਾ। ਔਰ ਉਹਨਾਂ ਚੀਜ਼ਾਂ ਦੇ ਕਰਕੇ ਹੀ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ, ਲਿਵਰ, ਕਿਡਨੀ, ਹਾਰਟ, ਬ੍ਰੇਨ, ਇਹ 4 ਸੈਗਮੈਂਟ ਤਾਂ ਪਹਿਲੇ ਇੱਕ ਟਾਈਮ ਹੁੰਦਾ ਸੀਗਾ। ਅਗਰ ਮੈਂ 80s ਦੀ ਗੱਲ ਕਰਾਂ, ਜਦੋਂ ਮੈਂ ਜੁਆਇਨ ਕੀਤਾ ਤਾਂ ਮੈਂ ਪੰਜਾਬ ਆਉਂਦਾ ਹੁੰਦਾ ਸੀਗਾ ਤਾਂ ਬੜੀ ਮੁਸ਼ਕਿਲ ਦੇ ਵਿੱਚ 100 ਦੇ ਵਿੱਚ ਕਿਤੇ ਇੱਕ ਕਿਡਨੀ ਦਾ ਪੇਸ਼ੈਂਟ ਮਿਲਦਾ ਹੁੰਦਾ ਸੀ। ਅੱਜ ਹਰ 4th ਪਰਸਨ ਜਿਹੜਾ ਕਿਡਨੀ ਫੇਲੀਅਰ ਦਾ ਸ਼ਿਕਾਰ ਹੋ ਰਿਹਾ। ਅੱਗੇ ਅਸੀਂ ਆਉਂਦੇ ਸੀ ਕਿਤੇ 1000 ਦੇ ਵਿੱਚ ਇੱਕ ਦਾ ਜੋ ਹੈ ਉਹ ਲਿਵਰ ਕੈਂਸਰ ਦਾ ਪੇਸ਼ੈਂਟ ਨਿਕਲਦਾ ਹੁੰਦਾ ਸੀਗਾ। ਜਿਵੇਂ ਤੁਸੀਂ ਜਾਣਦੇ ਹੋ ਵੀ ਕਾਲਾ ਪੀਲੀਆ, ਸਫੇਦ ਪੀਲੀਆ ਬੋਲਿਆ ਜਾਂਦਾ, ਜਾਂ ਫਿਰ ਲਿਵਰ ਦੀ ਜਿਹੜੀ ਹੈਪੇਟਾਈਟਸ ਦੇ ਵਿੱਚ ABC ਸਾਡੀਆਂ ਕਿਸਮਾਂ ਆਈਆਂ, ਇਹ ਕਿੱਥੋਂ ਆ ਗਈਆਂ? ਇਹ ਤਾਂ ਹੀ ਆਈਆਂ ਕਿਉਂਕਿ ਇਹ ਜਿਹੜਾ ਅੱਜ ਦੀ ਡੇਟ 'ਚ ਪਹਿਲੇ 1000 ਦੇ ਵਿੱਚ ਇੱਕ ਕੇਸ ਹੁੰਦਾ ਸੀਗਾ, ਅੱਜ 10 ਦੇ ਵਿੱਚ ਇੱਕ ਕੇਸ ਜਿਹੜਾ ਕੈਂਸਰ ਜਿਹੜਾ ਲਿਵਰ ਫੇਲੀਅਰ ਦਾ ਤੁਹਾਡੇ ਸਾਹਮਣੇ ਤੁਹਾਨੂੰ ਦੇਖਣ ਨੂੰ ਮਿਲੂਗਾ। ਹਾਲਾਂਕਿ ਅੱਜ ਤੋਂ ਕੋਈ ਤਕਰੀਬਨ 25 ਸਾਲ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਾਰਟ ਅਟੈਕ ਜਿਹੜੇ ਉਹ ਜ਼ਿਆਦਾ ਮਹਿਸੂਸ ਹੁੰਦੇ ਸੀਗੇ। ਅੱਜ ਅਸੀਂ ਦੇਖ ਰਹੇ ਹਾਂ ਕਿ ਹਾਰਟ ਅਟੈਕ ਤਾਂ ਅੱਜ ਬਹੁਤ ਪਿੱਛੇ ਰਹਿ ਗਿਆ, ਲੋਕਾਂ ਨੂੰ ਪਤਾ ਨਹੀਂ ਹਾਰਟ ਅਟੈਕ ਕੀ ਚੀਜ਼ ਹੁੰਦੀ ਹੈ। ਅੱਜ ਜਿਹੜਾ ਹਰ ਚੌਥਾ ਬੰਦਾ ਕਿਡਨੀ ਫੇਲੀਅਰ ਨੂੰ ਲੈ ਕਰਕੇ, ਹਰ 10ਵਾਂ ਬੰਦਾ ਜਿਹੜਾ ਲਿਵਰ ਕੈਂਸਰ ਨੂੰ ਲੈ ਕਰਕੇ ਉਹ ਆਪਣਾ ਹਾਰਟ ਅਟੈਕ ਤਾਂ ਭੁੱਲ ਹੀ ਚੁੱਕਿਆ ਕਿ ਉਹਨੂੰ ਕਦੀ ਹਾਰਟ ਅਟੈਕ ਵੀ ਆ ਸਕਦਾ। ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਆਈ, ਇਹ এনवायरमेंटल ਚੇਂਜ, ਹਿਊਮਨ ਮੇਡ এনवायरमेंटल ਚੇਂਜਸ ਹੈ, ਉਹਨਾਂ ਨੇ ਜ਼ਿਆਦਾ ਡਿਸਟਰਬ ਕੀਤਾ ਹੈ ਤੇ ਇਹੀ ਸਾਡਾ ਬਿਮਾਰੀਆਂ ਦਾ ਕੇਂਦਰ ਹੈ। ਫਰੀਦਕੋਟ ਲਈ ਤੁਹਾਡੀ ਸੰਸਥਾ ਕੀ ਪ੍ਰੋਡਿਊਸ ਕਰ ਰਹੀ ਹੈ? ਇਹ ਅੱਜ ਹੀ ਅਸੀਂ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ। ਮੈਂ ਆਪਣੀ ਟੀਮ ਦੇ ਨਾਲ ਰਵੀਸਨ ਪਰਿਵਾਰ ਵੱਲੋਂ ਅੱਜ ਡਾਕਟਰ ਸੰਜੀਵ ਜੁਨੇਜਾ ਜੀ ਦਾ ਜਿਹੜਾ ਫਰੀਦਕੋਟ ਦੇ ਵਿੱਚ ਸੈਂਟਰ ਇਸਟੈਬਲਿਸ਼ ਹੋਣ ਜਾ ਰਿਹਾ, ਹੋ ਚੁੱਕਿਆ, ਉਹਦਾ ਇਨੋਗ੍ਰੇਸ਼ਨ ਜਿਹੜੀ ਅੱਜ ਹੋਈ ਹੈ। ਮੈਂ ਇਹ ਸੈਂਟਰ ਦਾ ਨਾਮ ਹੈ ਜੀ ਲਾਸਟ ਲੀਫ ਕੇਅਰ, ਤੇ ਇਲੈਕਟ੍ਰੋਪੈਥੀ ਦਾ ਇੱਕ ਬਹੁਤ ਵੱਡਾ ਮਾਈਲਸਟੋਨ ਜਿਹੜਾ ਇਹ ਸਿੱਧ ਹੋਣ ਜਾ ਰਿਹਾ। ਇੱਥੇ ਦੇ ਲੋਕਾਂ ਨੂੰ ਵੀ ਜਿਹੜੇ ਕੱਲ੍ਹ ਤੱਕ ਜਿਨ੍ਹਾਂ ਨੂੰ ਬਠਿੰਡੇ ਜਾ ਕਰਕੇ, ਮੋਗੇ ਜਾ ਕਰਕੇ, ਜਾਂ ਈਵਨ ਬਹੁਤ ਸਾਰੇ ਪੇਸ਼ੈਂਟ ਮੇਰੇ ਪਾਸ ਚੰਬੇ ਤੱਕ ਵੀ, ਮੈਂ ਚੰਬਾ ਹਿਮਾਚਲ ਦਾ ਰਹਿਣ ਵਾਲਾ, ਸਾਡਾ ਹੈੱਡ ਆਫਿਸ ਰਿਸਰਚ ਸੈਂਟਰ ਉਹੀ ਹੈ ਰਵੀਸਨ ਪਰਿਵਾਰ ਦਾ। ਜਦੋਂ ਉੱਥੇ ਤੱਕ ਪੇਸ਼ੈਂਟ ਪਹੁੰਚਦੇ ਹੁੰਦੇ ਸੀ, ਅੱਜ ਉਹਨਾਂ ਨੂੰ ਜਦੋਂ ਲੋਕਲ ਦੇ 'ਚ ਫੈਸਿਲਿਟੀ ਮਿਲੂਗੀ, ਬਹੁਤ ਸਾਰੇ ਗਰੀਬ ਇੱਦਾਂ ਦੇ ਘਰਾਣੇ ਜਾਂ ਇੱਦਾਂ ਦੇ ਮਰੀਜ਼ ਹੁੰਦੇ ਨੇ ਜਿਹਨਾਂ ਪਾਸ ਇਲਾਜ ਕਰਵਾਉਣ ਦੀ ਬਹੁਤ ਸਫੀਸ਼ੀਐਂਸੀ ਨਹੀਂ ਹੁੰਦੀ ਹੈ, ਉਹ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਆ। ਇਹ ਜਿਹੜਾ ਫਰੀਦਕੋਟ ਵਿੱਚ ਸੈਂਟਰ ਲਾਸਟ ਲੀਫ ਕੇਅਰ ਹੈ, ਇਹ ਬਹੁਤ ਵੱਡਾ ਇੱਕ ਮਾਈਲਸਟੋਨ ਸਿੱਧ ਹੋਣ ਜਾ ਰਿਹਾ ਹੈ। ਤੇ ਮੈਂ ਬਿਲਕੁਲ ਮੇਰੀ ਉਮੀਦ ਹੈ ਕਿ ਜਿਹੜੇ ਫਰੀਦਕੋਟ ਔਰ ਅਰਾਊਂਡ ਫਰੀਦਕੋਟ ਦੇ ਲੋਕੀ ਹੈ, ਜਿਹੜੇ ਮਰੀਜ਼ ਨੇ, ਜਿਹੜੇ ਲਾ ਇਲਾਜ ਬਿਮਾਰੀਆਂ ਤੋਂ ਗ੍ਰਸਿਤ ਨੇ, ਉਹ ਇਸ ਸੈਂਟਰ ਦਾ ਬਹੁਤ ਵਧੀਆ ਫਾਇਦਾ ਚੱਕਣਗੇ। ਤੇ ਡਾਕਟਰ ਸੰਜੀਵ ਜੁਨੇਜਾ ਜੀ ਤੇ ਇਹਨਾਂ ਦੀ ਫੈਮਿਲੀ ਨੂੰ ਮੈਂ ਇੱਕ ਵਾਰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇਸ ਦੇ ਨਾਲ ਨਾਲ ਜਿਹੜੀ ਖਾਸੀਅਤ, ਇਹ ਜਿਹੜਾ ਸੈਂਟਰ ਹੈ, ਇਹ ਇਲੈਕਟ੍ਰੋਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਇੱਕ ਪਾਇਓਨੀਅਰ ਸੈਂਟਰ ਬਣਨ ਜਾ ਰਿਹਾ, ਜਿਨ੍ਹਾਂ ਦੇ ਇਸ EDMA ਦੇ ਜਿਹੜੇ ਚੇਅਰਪਰਸਨ ਨੇ ਡਾਕਟਰ ਜਗਤਾਰ ਸਿੰਘ ਸੇਖੋਂ, ਜਿਹੜੇ ਇਹਨਾਂ ਦੇ ਪ੍ਰਧਾਨ ਨੇ ਡਾਕਟਰ ਜਗਮੋਹਨ ਜੀ, ਸੈਕਟਰੀ ਨੇ ਡਾਕਟਰ ਪਾਠਕ ਜੀ, ਪਰਵਿੰਦਰ ਪਾਠਕ ਜੀ, ਇਹ ਪੂਰੀ ਟੀਮ ਦੇ ਨਾਲ ਇੱਥੇ ਆਏ ਹੋਏ ਨੇ ਇਹਨਾਂ ਦੀ ਇਨੋਗ੍ਰੇਸ਼ਨ ਅਗਵਾਈ ਕਰਦੇ ਹੋਏ। ਤਾਂ ਇਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਸੈਂਟਰ ਚੱਲੇਗਾ ਔਰ ਚੱਲ ਰਿਹਾ ਹੈ। ਤੇ ਮੈਨੂੰ ਉਮੀਦ ਹੈ ਕਿ ਇੱਥੇ ਲੋਕੀ ਦਾ ਬਹੁਤ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਫਾਇਦਾ ਚੱਕਦੇ ਹੋਏ ਆਪਣੇ ਆਪ ਦੇ ਸਰੀਰ ਨੂੰ ਨਿਰੋਗੀ ਬਣਾਉਣ ਦੇ ਵਿੱਚ ਇਹ ਸੈਂਟਰ ਬਹੁਤ ਵੱਡੀ ਮਦਦ ਕਰੇਗਾ। ਡਾਕਟਰ ਸਾਹਿਬ, ਕਿਸ ਤਰ੍ਹਾਂ ਦਾ ਵਿਜ਼ਨ ਲਿਆ ਤੁਸੀਂ ਅੱਜ ਸੈਂਟਰ ਖੋਲ੍ਹਿਆ? ਦੇਖੋ ਜੀ, ਮੈਂ ਕੁਝ 4-6 ਮਹੀਨਿਆਂ ਤੋਂ ਇਸ ਪੈਥੀ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜਿਆ। ਹਾਲਾਂਕਿ ਡਿਗਰੀਜ਼
ਜਾਂ ਕੁਆਲੀਫਿਕੇਸ਼ਨਸ ਆਪਣੇ ਕੋਲ ਆਲਰੇਡੀ ਹੈਗੀਆਂ, ਬੁੱਕਸ ਵੀ ਆਪਾਂ ਪੜ੍ਹਦੇ ਰਹਿੰਦੇ ਹਾਂ, ਆਪਣੀ ਸਬਜੈਕਟ ਬੁੱਕਸ ਵੀ ਆਪਾਂ ਪੜ੍ਹੀਆਂ, ਅਦਰਵਾਈਜ਼ ਵੀ ਵੀ ਆਰ ਇਨ ਟੱਚ। ਪਰ ਇੱਕ ਓਰੀਐਂਟੇਸ਼ਨ ਦੀ ਲੋੜ ਹੁੰਦੀ ਹੈ, ਇੱਕ ਸੰਗਠਿਤ ਤਰੀਕੇ ਨਾਲ ਕੰਮ ਕਰਨ ਦੀ ਖਮਤਾ ਵਾਸਤੇ ਤੁਹਾਨੂੰ ਇੱਕ ਟੀਮ ਦੀ ਲੋੜ ਹੁੰਦੀ ਹੈ, ਜਿਹੜੀ ਕਿ ਅੱਜ ਆਪਣੇ ਨਾਲ ਹੈ, ਤੁਸੀਂ ਦੇਖ ਰਹੇ ਹੋ। ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਥੇ ਆ ਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ, ਮੈਨੂੰ ਮਾਣ ਬਖਸ਼ਿਆ ਹੈ। ਔਰ ਮੈਂ ਉਮੀਦ ਕਰਦਾ ਸਰ, ਜਿਵੇਂ ਡਾਕਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਆਪਾਂ ਫਰੀਦਕੋਟ ਦੇ ਲੋਕਾਂ ਦੀ ਸਿਹਤ ਨੂੰ ਉਜਾਗਰ ਵਧੀਆ ਰੱਖਣ ਵਾਸਤੇ ਮੇਰੇ ਖਿਆਲ ਕੋਈ ਕਸਰ ਨਹੀਂ ਛੱਡਾਂਗੇ। ਦੂਸਰੀ ਗੱਲ, ਉਹ ਵੀ ਇਸ ਪੈਥੀ ਦਾ, ਮੇਰਾ ਇਸ ਸੈਂਟਰ ਦਾ ਪੂਰਾ ਫਾਇਦਾ ਉਠਾਉਣਗੇ। ਫਰੀਦਕੋਟ ਦੀ ਆਰਥਿਕਤਾ ਨੂੰ ਧਿਆਨ 'ਚ ਰੱਖਦੇ ਹੋਏ ਕਿਸ ਤਰ੍ਹਾਂ ਦੀਆਂ ਫੀਸਾਂ ਰੱਖ ਰਹੇ ਹੋ ਤੁਸੀਂ? ਡਾਕਟਰ ਸਾਹਿਬ, ਜੇ ਆਪਾਂ ਥੋੜ੍ਹੀ ਜਿਹੀ ਜੇ ਪੰਜਾਬੀ 'ਚ ਗੱਲ ਕਰੀਏ, ਲੇਮੈਨ ਲੈਂਗੁਏਜ, ਸਾਨੂੰ ਮਤਲਬ ਇਹ ਨਹੀਂ ਕਿ ਅਸੀਂ ਵੀ ਆਰ ਗੈਟਿੰਗ ਵੈਰੀ ਰਿਨਾਊਂਡ ਪੇਸ਼ੈਂਟਸ ਆਲਸੋ। ਬੜੇ ਲੋਕ ਜਿਹੜੇ ਬੜੇ ਥੋੜ੍ਹੇ ਜਿਹੇ ਸੋਫਿਸਟੀਕੇਟਡ ਲੋਕ ਆ, ਉਹ ਵੀ ਆਪਣੇ ਕੋਲ ਆ ਰਹੇ ਆ। ਬਟ ਬੇਸਿਕਲੀ ਸਾਨੂੰ ਗਰੀਬਾਂ ਦਾ ਡਾਕਟਰ ਕਿਹਾ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਬੇਸਿਕਲੀ ਜਿਹੜੇ ਪੇ ਨਹੀਂ ਕਰ ਸਕਦੇ, ਕੁੱਲ ਮਿਲਾ ਕੇ ਅਸੀਂ ਕਹਿਣਾ ਚਾਹੁੰਦੇ ਹਾਂ ਸਾਡੇ ਜਿਹੜਾ ਟ੍ਰੀਟਮੈਂਟ ਦਾ ਜਿਹੜਾ ਐਕਸਪੈਂਡੀਚਰ ਹੈ ਸਰ, ਇੰਨਾ ਕੋਈ ਨੋਮੀਨਲ ਹੈ, ਇੰਨਾ ਕੋਈ ਥੋੜ੍ਹਾ ਹੈ ਵੀ ਕੋਈ ਵੀ ਬੰਦਾ ਉਹਨੂੰ ਪੇ ਕਰ ਸਕਦਾ। ਦੂਸਰੀ ਗੱਲ ਇਹ ਆ ਵੀ ਸਰ, ਜਿੱਥੇ ਵੱਡੀਆਂ ਬਿਮਾਰੀਆਂ ਦੀ ਆਪਾਂ ਗੱਲ ਕਰੀਏ, ਉੱਥੇ ਦਾ ਸਰ ਇਹ ਡਿਫਰੈਂਸ ਬਹੁਤ ਜ਼ਿਆਦਾ ਮਾਇਨੇ ਵਿੱਚ ਇਫੈਕਟ ਕਰਦਾ ਹੈ। ਇਨਫੈਕਟ ਜਦੋਂ ਛੋਟੀਆਂ ਬਿਮਾਰੀਆਂ ਦੀ ਗੱਲ ਕਰਦੇ ਆ ਤਾਂ ਉਹ ਤਾਂ ਉੱਥੇ ਹੀ, ਕਿਉਂਕਿ ਉਹੀ ਗੋਲੀਆਂ ਉਹਨੇ ਜਿਹੜੀਆਂ ਐਲੋਪੈਥੀ ਵਿੱਚ ਖਾ ਰਿਹਾ, ਲਗਭਗ ਉਹਨੇ ਪੈਸਿਆਂ ਦੇ ਵਿੱਚ ਹੀ ਆਪਣਾ ਇਹ ਇਲੈਕਟ੍ਰੋਪੈਥੀ ਟ੍ਰੀਟਮੈਂਟ ਹੋ ਜਾਂਦਾ। ਜਦੋਂ ਆਪਾਂ ਖਾਂਸੀ ਜ਼ੁਕਾਮ ਦੀ ਗੱਲ ਕਰਦੇ ਹਾਂ ਜਾਂ ਐਕਿਊਟ ਪ੍ਰੋਬਲਮਸ ਦੀ ਗੱਲ ਕਰਦੇ ਹਾਂ, ਜਿੱਥੇ ਕ੍ਰੋਨਿਸਿਟੀ ਆ ਜਾਂਦੀ ਹੈ ਸਰ, ਉੱਥੇ ਬਹੁਤ ਡਿਫਰੈਂਸ ਕ੍ਰੀਏਟ ਕਰਦਾ ਹੈ। ਕਿਉਂਕਿ ਸਰ ਇੱਕ ਤਾਂ ਲੰਬਾ ਟ੍ਰੀਟਮੈਂਟ ਚੱਲਣਾ ਹੁੰਦਾ, ਦੂਸਰੀ ਗੱਲ ਪੇਸ਼ੈਂਟ ਦੀ ਬਿਮਾਰੀ ਗੰਭੀਰ ਹੁੰਦੀ ਹੈ, ਟੈਸਟਾਂ ਦੇ ਪੈਸੇ ਹੀ ਇੰਨੇ ਜ਼ਿਆਦਾ ਪੇਸ਼ੈਂਟ ਨੂੰ ਪੇ ਕਰਨੇ ਪੈਂਦੇ ਕਿ ਇਲਾਜ ਜੋਗੇ ਪੈਸੇ ਫਿਰ ਉਹਨੂੰ ਮੁਸ਼ਕਿਲ ਹੋ ਜਾਂਦੀ ਹੈ। ਅਤੇ ਸਾਡੇ ਇਸ ਪੈਥੀ ਦੇ ਵਿੱਚ ਸਰ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਟੂਲਸ ਹੈਗੇ ਆ ਜਿਨ੍ਹਾਂ ਵਿੱਚ ਸਾਨੂੰ ਟੈਸਟਾਂ ਦੀ ਲੋੜ ਵੀ ਮਿਨੀਮਲ ਤਰੀਕੇ ਨਾਲ ਪੈਂਦੀ ਹੈ। ਸਾਡੀ ਜਿੱਥੇ ਕੋਈ ਸਾਨੂੰ ਬਹੁਤ ਜ਼ਿਆਦਾ ਕਿਤੇ ਥੋੜ੍ਹਾ ਜਿਹਾ ਸੋਫਿਸਟੀਕੇਸ਼ਨ ਵਾਲੇ ਪਾਸੇ ਜਾਣ ਦੀ ਲੋੜ ਹੁੰਦੀ ਹੈ, ਉੱਥੇ ਅਸੀਂ ਪੇਸ਼ੈਂਟ ਨੂੰ ਟੈਸਟ ਕਰਾਉਣ ਵਾਸਤੇ ਕਹਿੰਦੇ ਹਾਂ। ਅਦਰਵਾਈਜ਼ ਸਾਡੀ ਪਲਸ ਡਾਇਗਨੋਸਿਸ ਸਾਡਾ ਇੱਕ ਬਹੁਤ ਵਧੀਆ ਟੂਲ ਸਾਡੇ ਕੋਲ ਹੈਗਾ ਸਰ, ਜਿਹਦੇ ਨਾਲ ਅਸੀਂ ਆਪਣੇ ਆਪ ਹੀ ਬੇਸਿਕ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਹੈ ਸਰ, ਉੱਥੋਂ ਤੱਕ ਅਸੀਂ ਪਹੁੰਚ ਜਾਂਦੇ ਹਾਂ ਅਤੇ ਅਕੋਰਡਿੰਗਲੀ ਅਸੀਂ ਟ੍ਰੀਟਮੈਂਟ ਦੇ ਦਿੰਦੇ ਹਾਂ। ਯਾਨੀ ਕਹਿ ਲਿਆ ਜਾਵੇ ਕਿ ਜਿਹੜੀ ਬਿਮਾਰੀ ਦੀ ਸ਼ਨਾਖਤ ਆ ਉਹ ਨਬਜ਼ ਰਾਹੀਂ ਹੁੰਦੀ ਆ, ਵੈਦਾਂ ਵਾਂਗੂ ਜਿਵੇਂ ਪੁਰਾਣੇ ਵੈਦ ਕਰਦੇ ਸੀ। ਤੁਸੀਂ ਬਿਲਕੁਲ ਕਹਿ ਸਕਦੇ ਹੋ, ਕੁਝ ਇਸੇ ਤਰ੍ਹਾਂ ਹੀ ਹੈ, ਪਰ ਇਹਨਾਂ ਵਿੱਚ ਵੀ ਕੁਝ ਨਵੀਆਂ ਟੈਕਨੀਕਸ ਸਾਡੇ ਰਿਸਰਚ ਸੈਂਟਰ ਤੋਂ ਸਰ ਕੰਟੀਨਿਊਸਲੀ ਪਿਛਲੇ 30-35 ਸਾਲਾਂ ਤੋਂ 37 ਸਾਲਾਂ ਤੋਂ ਸਰ ਇਹਦਾ ਪੂਰਾ ਪ੍ਰੋਗਰੈਸ਼ਨ ਤਰੀਕੇ ਨਾਲ ਇਹਦਾ ਇੱਕ ਰਿਸਰਚ ਹੋ ਰਿਹਾ ਸਰ। ਉਹਦੇ ਵਿੱਚ ਸਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਉਜਾਗਰ ਹੋਈਆਂ, ਬਹੁਤ ਸਾਰੀਆਂ ਨਵੀਆਂ ਟੈਕਨੀਕਸ, ਬਹੁਤ ਸਾਰੇ ਨਵੇਂ ਨੁਸਖੇ ਸਾਨੂੰ ਸਰ ਪ੍ਰੋਵਾਈਡ ਹੁੰਦੇ ਰਹਿੰਦੇ ਆ, ਜਿੰਦੇ ਤਹਿਤ ਸਰ ਅਸੀਂ ਉਹਨਾਂ ਤੋਂ ਵੀ ਵਧੀਆ ਹੁਣ ਇਹ ਡਾਇਗਨੋਸ ਕਰ ਲੈਂਦੇ ਹਾਂ। ਕੁੱਲ ਮਿਲਾ ਕੇ ਸਰ ਜੇ ਕਿਹਾ ਜਾਵੇ, ਚਲੋ ਜਿਹੜੇ ਆਪਣੇ ਵੈਦ ਸੀਗੇ ਅਸੀਂ ਉਹਨਾਂ ਦਾ ਪੂਰਾ ਰਿਗਾਰਡ ਕਰਦੇ ਹਾਂ ਸਰ, ਕਿਉਂਕਿ ਇੰਸਟਰੂਮੈਂਟਸ ਦਾ ਅਭਾਵ ਉਦੋਂ ਹੁੰਦਾ ਸੀਗਾ, ਤਾਂ ਅਵਸ਼ਕਤਾ ਅਵਿਸ਼ਕਾਰ ਕੀ ਜਨਨੀ ਹੈ ਕਹਿੰਦੇ ਆ, ਤਾਂ ਉਹਨਾਂ ਦੀ ਤਾਂ ਮਜਬੂਰੀ ਸੀਗੀ ਸਰ, ਪਰ ਸਾਡੇ ਕੋਲ ਤਾਂ ਕਲਾ ਹੈ, ਤਾਂ ਅਸੀਂ ਇਸ ਕਲਾ ਨੂੰ ਸਰ ਪੂਰਾ ਉਪਯੋਗ ਕਰਦੇ ਹਾਂ। ਸਾਡੇ ਕੋਲ ਮੈਡੀਕਲ ਨੌਲੇਜ ਸਰ ਪੂਰੀ ਹੈ, ਸਾਡੇ ਕੋਲ ਦਵਾਈਆਂ ਸਰ ਅਸਰਦਾਰ ਹੈ, ਟੂ ਦਾ ਪੁਆਇੰਟ ਜਾ ਕੇ ਐਕਟ ਕਰਦੀਆਂ, ਟਾਰਗੇਟਡ ਫਾਰਮ ਦੇ ਵਿੱਚ, ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਤੁਸੀਂ ਦੇਖੋ, ਸਭ ਤੋਂ ਵੱਡੀ ਪ੍ਰੋਬਲਮ ਐਲੋਪੈਥੀ ਵਿੱਚ ਵੀ ਇਹੀ ਆ ਰਹੀ ਹੈ, ਫਾਇਦਾ ਤਾਂ ਹੋਏ ਜਾਂ ਨਾ ਹੋਏ ਆਪਣਾ ਸਰ ਇਸ਼ੂ ਨਹੀਂ ਹੈਗਾ, ਬਟ ਸਾਈਡ ਇਫੈਕਟਸ ਡੈਫੀਨੇਟਲੀ ਹੈਗੇ ਆ ਸਰ। ਸਾਡਾ ਇਹ ਹੈ ਵੀ ਫਾਇਦਾ ਤਾਂ ਅਸੀਂ ਜ਼ਰੂਰ ਦਿੰਦੇ ਹਾਂ, ਚਲੋ ਹੋ ਸਕਦਾ 2 ਦਿਨ ਵੱਧ ਵੀ ਲੱਗ ਜਾਣ, ਪਰ ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਇਹ ਅਸੀਂ ਆਪਣੀ ਪੈਥੀ ਦੀ ਬਹੁਤ ਵੱਡੀ ਉਪਲਬਧੀ ਸਮਝਦੇ ਹਾਂ। ਆਮ ਤੌਰ ਤੇ ਨਾ ਹਰ ਇੱਕ ਮਰੀਜ਼ ਚਾਹੁੰਦਾ ਕਿ ਮੈਂ ਸ਼ਾਮ ਨੂੰ ਠੀਕ ਹੋ ਜਾ। ਜੀ ਸਰ। ਆਪਣੀ ਪੈਥੀ ਦਾ ਕਿਸ ਤਰ੍ਹਾਂ ਦੀ ਪ੍ਰਣਾਲੀ ਸਰ? ਸਾਡੇ ਪੈਥੀ ਸਰ 2-3 ਤਰੀਕੇ ਨਾਲ ਇਲਾਜ ਕਰਦੀ ਹੈ ਸਰ। ਸਾਡੇ ਕੋਲ ਜਿਨ੍ਹਾਂ ਨੂੰ ਐਕਿਊਟ ਪ੍ਰੋਬਲਮਸ, ਜਿਵੇਂ ਸ਼ਾਮ ਨੂੰ ਠੀਕ ਹੋਣ ਵਾਲੀਆਂ ਪ੍ਰੋਬਲਮਸ ਸਰ, ਅਸੀਂ ਇੱਕ ਵਾਰੀ ਸਿੰਪਟੋਮੈਟਿਕ ਟ੍ਰੀਟਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਐਲੋਪੈਥੀ ਵਿੱਚ ਕਹਿੰਦੇ ਆ, ਉਹ ਵੀ ਅਸੀਂ ਦੇ ਦਿੰਦੇ ਹਾਂ। ਪਰ ਉਸ ਤੋਂ ਬਾਅਦ ਸਰ ਉਹਦਾ ਜਿਹੜਾ ਬੇਸਿਸ ਹੈ, ਜਿੱਥੋਂ ਬਿਮਾਰੀ ਸ਼ੁਰੂ ਹੋਈ ਹੈ ਸਰ, ਉਹਨੂੰ ਟ੍ਰੀਟ ਕਰਨਾ ਐਲੋਪੈਥੀ ਵਿੱਚ ਵੀ ਜ਼ਰੂਰੀ ਹੈ, ਇਹ ਤੁਸੀਂ ਵੀ ਸਮਝਦੇ ਹੋ, ਅਤੇ ਕਿਸੇ ਵੀ ਪੈਥੀ ਦੇ ਵਿੱਚ ਇਨਫੈਕਟ ਬੇਸਿਕ ਟ੍ਰੀਟਮੈਂਟ ਤਾਂ ਜ਼ਰੂਰੀ ਹੈਗਾ ਹੀ ਆ। ਪਰ ਬਹੁਤ ਸਾਰੀ ਪੈਥੀਸ ਇਹੋ ਜਿਹੀਆਂ ਹੈ, ਆਪਾਂ ਨਾਮ ਨਹੀਂ ਲੈਣਾ ਚਾਹਾਂਗੇ ਸਰ, ਜਿਹੜੇ ਸਿਰਫ ਬੇਸਿਕ ਟ੍ਰੀਟਮੈਂਟ ਹੀ ਦਿੰਦੀਆਂ ਸਰ, ਉਦੋਂ ਸਿੰਪਟੋਮੈਟਿਕ ਟ੍ਰੀਟਮੈਂਟ ਦੇਣ 'ਚ ਥੋੜ੍ਹਾ ਜਿਹਾ ਅਸਫਲ ਹੈ ਜਾਂ ਲੇਟ ਦਿੰਦੀਆਂ, ਜਿਹਦੇ ਵਜ੍ਹਾ ਕਰਕੇ ਪੇਸ਼ੈਂਟ ਨੂੰ ਸਰ ਭੁਗਤਣਾ ਪੈਂਦਾ।
ਉਦੋਂ ਜਦੋਂ ਮੰਨ ਲਓ ਪੇਸ਼ੈਂਟ ਤੁਹਾਡੇ ਕੋਲ ਪੇਨ ਨਾਲ ਆਇਆ ਸਰ, ਜੇ ਉਹਦੀ ਪੇਨ ਹੀ ਨਾ ਠੀਕ ਹੋਈ ਤੇ ਸਰ ਟੂ ਹੈਲ ਵਿਦ ਦੈਟ ਵੀ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਦਾ ਸਿਸਟਮ ਠੀਕ ਹੋਣਾ। ਸਰ ਸਾਡੀ ਪੈਥੀ ਇਸ ਚੀਜ਼ ਨੂੰ ਵੀ ਖਿਆਲ ਕਰਦੀ ਹੈ। ਅਸੀਂ ਸਰ ਪੇਨ ਪੁਆਇੰਟ ਤੇ ਪਹਿਲੇ ਕੰਮ ਕਰਦੇ ਹਾਂ, ਫੋਰ ਐਗਜ਼ਾਮਪਲ, ਫਿਰ ਅਸੀਂ ਰੂਟ ਕਾਜ਼ ਤੇ ਜਾਂਦੇ ਹਾਂ। ਸੋ ਦਿਸ ਇਜ਼ ਆਵਰ ਐਂਡੀਓਵਰ। ਅਸੀਂ ਸਰ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ, ਹਾਂ ਇਹ ਹੈ ਵੀ ਉਹਦੇ ਵਿੱਚ ਸਰ ਕੁਝ ਐਲੋਪੈਥੀ ਜਿਹੜੀਆਂ ਡਰੱਗਸ ਹੈਗੀਆਂ ਬੇਸਿਕਲੀ, ਕਿਉਂਕਿ ਸਰ ਉਹ ਆਪਾਂ ਨੂੰ ਪਤਾ ਕਿ ਉਹ ਸਿਸਟਮ ਨੂੰ ਡਿਜ਼ੀਜ਼ ਨੂੰ ਸੁਪਰੈਸ ਕਰਕੇ ਕੰਮ ਕਰਦੀਆਂ, ਬੇਸਿਕਲੀ ਦਬਾ ਦਿੰਦੀਆਂ। ਸਰ ਅਸੀਂ ਇਹ ਕੰਮ ਵੀ ਨਹੀਂ ਕਰਦੇ। ਸਾਡੀ ਮੈਡੀਸਨ ਰੂਟ ਕਾਜ਼ ਨੂੰ ਬਾਅਦ ਚੋਂ ਵਿਦਹੋਲਡ ਕਰਕੇ, ਪਰ ਪਹਿਲੇ ਉਹਦਾ ਪੇਨ ਜਿਹੜਾ ਠੀਕ ਕਰਦੀ ਹੈ, ਉਹ ਵੀ ਵਿਦਆਊਟ ਸਪਰੈਸ਼ਨ। ਸੋ ਦਿਸ ਇਜ਼ ਦਾ ਥਿੰਗ ਸਰ, ਜਿਹੜੀ ਕਿ ਕਿਸੇ ਵੀ ਹੋਰ ਪੈਥੀ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਨਹੀਂ ਮਿਲੇਗੀ। ਡਾਕਟਰ ਸਾਹਿਬ ਕੀ ਹੈ ਇਲੈਕਟ੍ਰੋ ਹੋਮਿਓਪੈਥੀ? ਇਲੈਕਟ੍ਰੋ ਹੋਮਿਓਪੈਥੀ ਇਹ ਜਿਹੜਾ ਸਬਜੈਕਟ ਹੈ ਇਹ ਹਰਬਲ 100% ਹਰਬਲ ਡਿਪੈਂਡ ਸਿਸਟਮ ਹੈ। ਇਹਦੀ ਜਿਹੜੀ ਖੋਜ ਹੈ 1865 ਈਸਵੀ ਦੇ ਵਿੱਚ ਕਾਉਂਟ ਸੀਜ਼ਰ ਮੈਟੀ ਜਿਹੜੇ ਇਟਾਲੀ ਰੀਜਨ ਦੇ ਬਲੋਨੀਆ ਪ੍ਰੋਵਿੰਸ ਦੇ ਰਹਿਣ ਵਾਲੇ ਸੀਗੇ, ਉਹਨਾਂ ਨੇ ਰਿਓਲਾ ਦੇ ਅੰਦਰ ਇਹਦੀ ਜਿਹੜੀ ਖੋਜ ਕੀਤੀ ਸੀਗੀ। ਇਸ ਦੇ ਵਿੱਚ 114 ਪਲਾਂਟਸ ਯਾਨੀ 114 ਐਸੀ ਜੜੀ ਬੂਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹਦੇ ਬੇਸਿਸ ਦੇ ਉੱਪਰ ਕੋਈ 38 ਯਾਨੀ ਕਿ 38 ਮੈਡੀਸਨ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਨੇ। ਔਰ ਇਹ ਸਾਰੀਆਂ ਮੈਡੀਸਨ ਜਿਹੜੀਆਂ ਕੁਦਰਤੀ ਸਾਡੇ ਸਰੀਰ ਦੇ ਵਿੱਚ 3 ਲੈਵਲ ਤੇ ਕੰਮ ਕਰਦੀਆਂ ਨੇ, ਜਿਹਨੂੰ ਅਸੀਂ ਬੋਲਦੇ ਹਾਂ ਫਿਜ਼ੀਕਲ ਲੈਵਲ, ਮੈਂਟਲ ਲੈਵਲ ਐਂਡ ਸਪਿਰਿਚੁਅਲ ਲੈਵਲ। ਤਿੰਨਾਂ ਚੀਜ਼ਾਂ ਦੀ ਇੱਕ ਕੰਪਲੀਟ ਹੀਲਿੰਗ ਕਰਨ ਤੋਂ ਬਾਅਦ ਹੀ ਜਿਹੜਾ ਇਹ ਸਿਸਟਮ ਹੈ ਸਾਡੀ ਬਾਡੀ ਵਿੱਚ ਇੱਕ ਕੰਪਲੀਟ ਹੋਲਿਸਟਿਕ ਅਪਰੋਚ ਟੂ ਹੈਲਥ ਪ੍ਰੋਵਾਈਡ ਕਰਵਾਉਂਦਾ ਹੈ। ਕਿਹੜੀਆਂ ਬਿਮਾਰੀਆਂ ਲਈ ਜ਼ਿਆਦਾ ਕਾਰਗਰ ਹੈ? ਇਸ ਵਕਤ ਇਹ ਵੈਸੇ ਤੇ ਓਵਰਆਲ ਇੱਕ ਕੰਪਲੀਟ ਸਿਸਟਮ ਆਫ ਮੈਡੀਸਨ ਹੈ। ਇਸ ਦੇ ਵਿੱਚ ਹਰ ਪ੍ਰਕਾਰ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਜਿਹਦੇ 'ਚ ਅਸੀਂ ਅਦਰਵਾਈਜ਼ ਦੂਜੇ ਸਿਸਟਮ 'ਚ ਜਿਹੜੇ ਬਿਮਾਰੀਆਂ ਵਾਸਤੇ ਇੱਕ ਡਾਕਟਰ ਜਿਹੜੇ ਸਰਜਰੀ ਅਪਲਾਈ ਕਰਦੇ ਨੇ, ਅਸੀਂ ਵਿਦਆਊਟ ਸਰਜਰੀ, ਇਹ ਨੋਨ ਸਰਜੀਕਲ ਟ੍ਰੀਟਮੈਂਟ ਆਫ ਸਿਸਟਮ ਹੈ। ਇਸ ਦੇ ਵਿੱਚ ਅਸੀਂ ਐਸੀ ਬਿਮਾਰੀਆਂ ਜਿਵੇਂ ਤੁਹਾਡਾ ਲਿਵਰ ਕੈਂਸਰ ਹੋ ਗਿਆ, ਕਿਡਨੀ ਫੇਲੀਅਰ ਹੋ ਗਿਆ, ਹਾਰਟ ਅਟੈਕਸ ਹੋ ਗਏ, ਬ੍ਰੇਨ ਟਿਊਮਰ ਹੋ ਗਿਆ, ਫਿਰ ਸਾਡੇ ਫਾਈਬਰੋਇਡਸ ਯਾਨੀ ਕਿ ਜਿਹੜੀਆਂ ਬੱਚਾਦਾਨੀ ਰਸੋਲੀਆਂ ਹੋ ਗਈਆਂ, ਪੱਥਰੀਆਂ ਹੋ ਗਈਆਂ, ਇਹ ਸਾਰੀ ਕਿਸਮ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਬਿਨਾਂ ਚੀਰ ਫਾੜ ਤੋਂ ਅਸੀਂ ਮੈਡੀਸਨ ਦੇ ਮਾਧਿਅਮ ਦੇ ਨਾਲ ਹੀ ਕਰਦੇ ਹਾਂ। ਸਭ ਤੋਂ ਅੱਛੀ ਗੱਲ ਇਹ ਹੈ ਕਿ ਇਹਨਾਂ ਮੈਡੀਸਨ ਦਾ ਜਿਹੜਾ ਸਾਈਡ ਇਫੈਕਟ ਉਹ 0% ਹੈ, ਕਿਉਂਕਿ ਜਿਹੜਾ ਇਹ ਮੈਡੀਸਨ ਬਣਾਉਣ ਦਾ ਤਰੀਕਾ ਟੈਕਨੀਕ ਹੈ ਉਹਨੂੰ ਅਸੀਂ ਬੋਲਦੇ ਹਾਂ ਸਪੈਜਰੀਕਲ ਕੋਹੋਵੇਸ਼ਨ। ਸਪੈਜਰੀਕਲ ਕੋਹੋਵੇਸ਼ਨ ਇੱਕ ਇਹੋ ਜਿਹੀ ਵਿਧੀ ਹੈ, ਦਵਾਈ ਪਲਾਂਟ ਤੋਂ ਮੈਡੀਸਨ ਐਕਸਟ੍ਰੈਕਟ ਕਰਨ ਦੀ ਜਿਹੜੀ ਉਹ ਵਿਧੀ ਹੈ, ਜਿਹਦੇ 'ਚ ਅਸੀਂ ਅਗਰ ਸਿੰਪਲ ਇੱਕ ਐਗਜ਼ਾਮਪਲ, ਪਾਣੀ ਵੀ ਉਹਦੇ ਜਿਹੜਾ ਯੂਜ਼ ਕੀਤਾ ਜਾਂਦਾ ਸਿੰਪਲ ਵਾਟਰ, ਉਹ ਵੀ ਆਪਣੇ ਲਾਸਟ ਸਟੇਜ ਤੱਕ ਪਹੁੰਚਦੇ 21 ਵਾਰ ਡਿਸਟਿਲੇਟ ਕੀਤਾ ਜਾਂਦਾ ਹੋ ਜਾਂਦਾ ਹੈ। ਔਰ ਇੰਨਾ ਕੁ ਪਿਊਰੀਫਾਈਡ ਸਿਸਟਮ ਹੈ। ਇਹਦੇ 'ਚ ਕੀ ਹੈ ਕਿ ਅਸੀਂ ਜਦੋਂ ਕੋਈ ਮੈਡੀਸਨ ਕਿਸੇ ਪੇਸ਼ੈਂਟ ਨੂੰ ਦਿੰਦੇ ਹਾਂ ਤਾਂ ਪੇਸ਼ੈਂਟ ਦਾ ਸਭ ਤੋਂ ਵੱਡਾ ਪਹਿਲਾ ਕੁਐਸਚਨ ਇਹ ਹੁੰਦਾ ਕਿ ਸਰ ਇਹਨਾਂ ਦਵਾਈਆਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ। ਅਸੀਂ ਤੁਹਾਨੂੰ 100% ਦਾਅਵੇ ਨਾਲ ਬੋਲਦੇ ਪਏ ਹਾਂ, ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਜਿਹੜਾ 100% ਸਾਈਡ ਇਫੈਕਟਲੈਸ ਸਿਸਟਮ ਹੈ। ਗੁੱਡ ਇੰਪੈਕਟ ਇਹਦੇ ਕੀ ਹੋ ਸਕਦੇ ਨੇ, ਇਹ ਜਦੋਂ ਅਸੀਂ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ, ਜਦੋਂ ਅਸੀਂ ਪੇਸ਼ੈਂਟ ਨੂੰ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਪੇਸ਼ੈਂਟ ਹੈ ਇਹਨੂੰ ਅਸੀਂ ਗੁੱਡ ਇਫੈਕਟ ਕਿੰਨਾ ਕੁ ਦੇ ਸਕਦੇ ਹਾਂ। ਬਟ ਜਿਹੜਾ ਪਿਛਲਾ ਮੇਰਾ ਲਾਸਟ 34 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਇਹ ਬੋਲਦਾ ਵਾ ਕਿ ਅਸੀਂ 99% ਜਿਹੜੇ ਬਿਮਾਰੀਆਂ ਨੂੰ ਇੱਕ ਬਾਈ ਰੂਟ ਕੇਅਰ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਦੇ ਮੁਤਾਬਿਕ ਅਸੀਂ ਜਿਹੜੇ ਉਹਦੀ ਆਪਣੀ ਸਫਲਤਾ ਹਾਸਲ ਕਰ ਸਕਦੇ ਹਾਂ। ਇਹਦੇ ਖਰਚ ਦੀ ਗੱਲ ਕਰੀਏ, ਕਿੰਨਾ ਕੁ ਮਹਿੰਗਾ ਇਹ ਇਲਾਜ ਹੈ? ਇਸ ਦਾ ਖਰਚ ਤੁਸੀਂ ਇੱਕ ਐਗਜ਼ਾਮਪਲ ਮੈਂ ਲਵਾਂਗਾ। ਇੱਕ ਮੈਂ ਸਪੈਸ਼ਲ ਅਸੀਂ ਇੱਕ ਡਾਟਾ ਤਿਆਰ ਕੀਤਾ ਸੀਗਾ। ਅਸੀਂ ਕਿਡਨੀ ਫੇਲੀਅਰ ਯਾਨੀ ਜਿਹੜਾ ਸਾਡਾ CKD ਕਰੋਨਿਕ ਕਿਡਨੀ ਡਿਜ਼ੀਜ਼ ਉੱਪਰ ਅਸੀਂ ਇੱਕ ਡਾਟਾ ਤਿਆਰ ਕੀਤਾ। ਫਾਰ ਐਗਜ਼ਾਮਪਲ ਮੇਰੇ ਪਾਸ ਇੱਕ ਪੇਸ਼ੈਂਟ ਸੀਗਾ, ਉਹਦਾ ਇੱਕ ਮਤਲਬ ਕਿ ਗੁਰਦਾ ਜਿਹੜਾ ਉਹ ਟ੍ਰਾਂਸਪਲਾਂਟੇਸ਼ਨ ਵਾਸਤੇ ਡਾਕਟਰ ਨੂੰ ਬੋਲ ਚੁੱਕੇ ਸੀਗੇ, ਅਤੇ ਜਦੋਂ ਉਹਨਾਂ ਦਾ ਪੂਰਾ ਡਾਕਟਰ ਨੇ ਇੱਕ ਬਿਊਰਾ ਬਣਾ ਕਰਕੇ ਦਿੱਤਾ ਸੀਗਾ, ਉਹਨੇ 12 ਤੋਂ 15 ਲੱਖ ਰੁਪਏ ਦੇ ਵਿੱਚ ਇੱਕ ਮਿਨੀਮਮ ਅਮਾਊਂਟ ਦੱਸਿਆ ਸੀਗਾ। ਸਰ ਉਹੀ ਪੇਸ਼ੈਂਟ ਜਦੋਂ ਮੇਰੇ ਅੰਡਰ ਟ੍ਰੀਟਮੈਂਟ ਆਉਂਦਾ ਹੈ, ਮੈਂ ਉਹਦੀ ਲਗਭਗ 6 ਤੋਂ 7 ਮਹੀਨੇ ਟ੍ਰੀਟਮੈਂਟ ਜਿਹੜੀ ਉਹ ਕੀਤੀ ਹੈ। ਪਹਿਲਾ ਪੁਆਇੰਟ ਤਾਂ ਇਹ ਕਿ ਅਸੀਂ ਨੋਨ ਸਰਜੀਕਲ ਸਿਸਟਮ ਆਫ ਟ੍ਰੀਟਮੈਂਟ ਹੈ। ਜਦੋਂ ਉਹਦਾ ਅਸੀਂ ਟ੍ਰੀਟਮੈਂਟ 6 ਤੋਂ 7 ਮਹੀਨੇ ਦਾ ਅਸੀਂ ਕੀਤਾ, ਹਾਰਡਲੀ 1 ਮਹੀਨੇ ਵਿੱਚ 7 ਤੋਂ ਲੈ ਕਰਕੇ 10,000 ਰੁਪਏ ਤੱਕ ਦੀ ਮੈਡੀਸਨ CKD ਵਿੱਚ ਅਸੀਂ ਉਹਨੂੰ ਦਿੱਤੀ ਹੈ। ਯਾਨੀ ਕਿ 7 ਤੋਂ 8 ਮਹੀਨਿਆਂ ਦੇ ਵਿੱਚ ਉਹਦਾ 70 ਤੋਂ 80,000 ਰੁਪਇਆ ਖਰਚਾ ਆਇਆ। ਕਿੱਥੇ 15 ਲੱਖ ਰੁਪਇਆ, 10 ਤੋਂ 15 ਲੱਖ ਰੁਪਇਆ, ਕਿੱਥੇ 70 ਤੋਂ 80,000 ਰੁਪਇਆ। ਤੁਸੀਂ ਆਪਣੇ ਆਪ ਹੀ ਕੰਪੈਰੀਜ਼ਨ ਕਰ ਸਕਦੇ ਹੋ ਕਿ ਇਲੈਕਟ੍ਰੋਪੈਥਿਕ ਸਿਸਟਮ ਨਾ ਕੇਵਲ ਸਸਤਾ ਹੈ, ਬਲਕਿ ਮੈਂ ਇਹ ਵੀ ਕਹਿ ਸਕਦਾ ਇੰਨਾ ਕੁ ਐਫੀਸ਼ੀਐਂਟ ਹੈ ਕਿ ਜਦੋਂ ਅਸੀਂ ਸਰਜਰੀ ਕਰ ਦਿੰਦੇ ਹਾਂ, ਤੁਸੀਂ ਟ੍ਰਾਂਸਪਲਾਂਟੇਸ਼ਨ ਵੀ ਅਗਰ ਜਾਂਦਾ ਉਹ ਪੇਸ਼ੈਂਟ,
ਤਦ ਵੀ ਡਾਕਟਰ ਤੁਹਾਨੂੰ ਦੱਸਣਗੇ ਇਹਦੀ ਜਿਹੜੀ ਲਾਈਫ ਹੈ ਕਿਡਨੀ ਦੀ, ਜਿਹੜਾ ਰਿਪਲੇਸ ਕਿਡਨੀ ਹੈ ਉਹਦਾ ਜਿਹੜਾ ਲਾਈਫ ਹੈ ਉਹ ਨੋਟ ਮੋਰ ਦੈਨ 10 ਈਅਰ, ਯਾਨੀ ਕਿ 10 ਸਾਲ ਤੱਕ ਵੀ ਉਹ ਜੇ ਤੁਸੀਂ ਪੂਰੀ ਦੇਖਭਾਲ ਕਰੋਗੇ ਆਪਣੀ ਆਪ ਦੇ ਸਰੀਰ ਨੂੰ, ਖਾਣ ਪੀਣ ਦਾ ਤੁਸੀਂ ਆਪਣੇ ਪੂਰਾ ਖਿਆਲ ਰੱਖੋਗੇ, ਰੱਖ ਰਖਾਵ ਵਧੀਆ ਹੋਏਗਾ, ਤਾਂ ਤੁਹਾਡਾ ਜਿਹੜਾ ਉਹ ਸਿਸਟਮ 10 ਸਾਲ ਵਾਸਤੇ ਕਿਡਨੀ ਕੱਢੂਗੀ। ਅਦਰਵਾਈਜ਼ ਅਸੀਂ ਮੋਰ ਓਵਰ 70% ਕੇਸਿਸ ਦੇਖਿਆ 3 ਤੋਂ 4 ਸਾਲ ਤੋਂ ਬਾਅਦ ਉਹਨਾਂ ਨੂੰ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ। ਮੇਰੇ ਪਾਸ ਇੱਕ ਇਹੋ ਜਿਹਾ ਕੇਸ ਸੀਗਾ ਜਿਹੜਾ 96 ਦੇ ਵਿੱਚ ਉਹਦਾ ਟ੍ਰੀਟਮੈਂਟ ਸਟਾਰਟ ਕੀਤਾ ਸੀਗਾ। ਤਦੋਂ ਉਹਨੂੰ ਬੋਲਿਆ ਗਿਆ ਸੀ, ਪੇਸ਼ੈਂਟ ਨੂੰ ਦੱਸਿਆ ਗਿਆ ਕਿ ਤੁਹਾਡੀ ਜਿਹੜੀ ਏਜ ਹੈ ਨੋਟ ਮੋਰ ਦੈਨ 5 to 6 ਵੀਕ। ਉਹ ਪੇਸ਼ੈਂਟ, ਉਹ ਜਿਹੜੀ ਮਾਤਾ ਸੀਗੀ ਉਹਦੀ ਉਮਰ ਸੀ ਉਸ ਟਾਈਮ 65 ਸਾਲ। ਇਹ ਲਾਸਟ 2021 ਦੇ ਵਿੱਚ ਉਸ ਪੇਸ਼ੈਂਟ ਨੂੰ ਇੱਕ ਨੈਚੁਰਲ ਡੈਥ ਦੇ ਵਿੱਚ, ਜਦੋਂ ਉਹਦੀ ਏਜ ਮੋਰ ਦੈਨ 90 ਪਲੱਸ ਦੇ ਵਿੱਚ ਆ ਚੁੱਕੀ ਸੀਗੀ, ਤਦ ਉਹਦੀ ਜਿਹੜੀ ਉਹ ਡੈਥ ਹੋਈ ਹੈ। ਔਰ ਪੂਰੇ ਜੀਵਨ ਕਾਲ ਦੇ ਵਿੱਚ ਉਹਨੂੰ ਦੁਬਾਰਾ ਪਲਟ ਕੇ ਕਦੀ ਕਿਡਨੀ ਦੀ ਪ੍ਰੋਬਲਮ ਨਹੀਂ ਹੋਈ। ਕਿੱਥੇ ਇੱਕ ਟ੍ਰਾਂਸਪਲਾਂਟੇਸ਼ਨ ਤੋਂ ਬਾਅਦ ਡਾਕਟਰ ਜਿਹੜਾ ਮੇਨ ਰਿਕਮੈਂਡੇਸ਼ਨ ਦਿੰਦੇ ਕਿ 10 ਸਾਲ ਤੋਂ ਬਾਅਦ ਇਹਦੇ 'ਚ ਪ੍ਰੋਬਲਮ ਆਉਣ ਦੇ ਚਾਂਸਸ ਹੋ ਸਕਦੇ ਆ, ਕਿੱਥੇ ਇਲੈਕਟ੍ਰੋਪੈਥਿਕ ਸਿਸਟਮ ਨਾਲ ਉਹ ਪੇਸ਼ੈਂਟ ਅੱਛਾ ਹੋਇਆ ਤੇ ਉਹ 90 ਸਾਲ ਪਲੱਸ ਦੀ ਉਮਰ 'ਚ ਹੋ ਕਰਕੇ ਇੱਕ ਨੈਚੁਰਲ ਡੈਥ ਦੇ ਵਿੱਚ ਗਿਆ, ਪਰ ਉਹਨੇ 21 ਸਾਲ ਆਪਣੇ ਆਪ ਦੇ ਲਾਈਫ ਦੇ ਇੰਨੇ ਕੁ ਵਧੀਆ ਕੱਟੇ ਕਿ ਜਿਹਨੂੰ ਉਹਨੂੰ ਕੋਈ ਕਿਸੇ ਤਰੀਕੇ ਦੀ ਕੋਈ ਕੰਪਲਿਕੇਸ਼ਨ, ਇੰਨਾ ਕੁ ਐਫੀਕੇਸ਼ੀਅਸ ਪਲੱਸ ਇੰਨਾ ਕੁ ਇਹ ਐਕਸਪੈਂਸ ਜਿਹੜਾ ਬੇਸਿਸ ਇੱਕ ਇਕੋ ਐਕਸਪੈਂਸ ਸਿਸਟਮ ਹੈ, ਇਹਦੇ 'ਚ ਬਹੁਤ ਘੱਟ ਖਰਚੇ 'ਚ ਅਸੀਂ ਬਹੁਤ ਵੱਡੀਆਂ ਬਿਮਾਰੀਆਂ ਨੂੰ ਜਿਹੜਾ ਠੀਕ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਵਿੱਚ क्षमता ਹੈ। ਕਿੰਨੇ ਕੁ ਮਰੀਜ਼ ਆਪਾਂ ਹੁਣ ਤੱਕ ਠੀਕ ਕਰ ਚੁੱਕੇ ਹਾਂ ਕਿ ਅੱਟਾ ਸੱਟਾ ਕਰਨਾ ਹੋਵੇ? ਅਗਰ ਮੈਂ ਸਿਰਫ ਇਕੱਲੇ ਆਪਣੀ ਗੱਲ ਕਰਾਂ, ਮੈਂ 86-87 ਦੇ ਵਿੱਚ ਪ੍ਰੈਕਟਿਸ 'ਚ ਆਇਆ ਸੀਗਾ। ਹੁਣ ਤੱਕ ਮੋਰ ਦੈਨ 7.5 ਲੱਖ ਪੇਸ਼ੈਂਟ ਜਿਹੜੇ ਮੈਂ ਉਹ ਪਿਛਲੇ 30 ਤੋਂ 32 ਸਾਲ ਦੇ ਵਿੱਚ ਦੇਖ ਚੁੱਕਿਆ, ਰਾਈਟ। ਅਗਰ ਅਸੀਂ ਪੂਰੇ ਆਪਣੇ ਗਰੁੱਪ ਦੀ ਗੱਲ ਕਰੀਏ ਤੇ ਅੱਜ ਤੁਹਾਡੇ ਇਕੱਲੇ ਪੰਜਾਬ ਦੀ ਅਗਰ ਗੱਲ ਕਰੀਏ ਤੇ ਪੰਜਾਬ 'ਚ ਸਾਡੇ ਇਸ ਸਿਸਟਮ ਦੇ ਤਹਿਤ ਮੋਰ ਦੈਨ 1000 ਦੇ ਕਰੀਬ ਸਾਡੇ ਜਿਹੜੇ ਕਲੀਨਿਕ ਹੈ। ਅਗਰ ਉਹਨਾਂ ਦਾ ਐਵਰੇਜ ਅਸੀਂ ਦੇਖੀਏ ਤਾਂ ਅੱਜ ਕਰੋੜ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ 'ਚ ਪੇਸ਼ੈਂਟ ਪਿਛਲੇ 15 ਤੋਂ 20 ਸਾਲ ਦੇ ਵਿੱਚ ਦੇਖ ਚੁੱਕੇ ਹਾਂ। ਪਲੱਸ ਉਹਦੇ ਸਭ ਤੋਂ ਅੱਛਾ ਪੁਆਇੰਟ ਇਹੀ ਹੈ, ਨੰਬਰ ਆਫ ਪੇਸ਼ੈਂਟ ਤਾਂ ਜਿਹੜੇ ਹੈ ਸੋ ਹੈ ਹੀ ਹੈ, ਪਰ ਉਹਨਾਂ 'ਚੋਂ ਅੱਜ ਤੱਕ ਇੱਕ ਵੀ ਕੇਸ, ਜਿੰਨੇ ਵੀ ਸਾਡੇ ਪਾਸ ਕ੍ਰਿਟੀਕਲ ਕੇਸ ਵੀ ਆਏ ਨੇ, ਇੱਕ ਵੀ ਕੇਸ ਮੋਰਟੈਲਿਟੀ ਯਾਨੀ ਕਿ ਡੈਥ ਦਾ ਸਾਡੇ ਪਾਸ ਰਿਪੋਰਟ ਨਹੀਂ ਹੋਇਆ। ਯਾਨੀ ਕਿ ਜਿਨ੍ਹਾਂ ਦਾ ਇੱਕ ਕਿਸਮ ਦਾ ਡਾਕਟਰ ਨੇ ਟਾਈਮ ਲਿਮਿਟ ਵੀ ਫਿਕਸ ਕੀਤੀ ਹੋਈ ਸੀ, ਨਹੀਂ 4 ਮਹੀਨੇ 6 ਮਹੀਨੇ 4 ਦਿਨ ਹਫਤਾ 10 ਦਿਨ, ਉਹ ਪੇਸ਼ੈਂਟ ਨੂੰ ਵੀ ਅਸੀਂ ਏਜ ਅਨਹਾਂਸ ਹੁੰਦੇ ਹੋਏ ਦੇਖਿਆ। ਉਹ ਵੀ ਜਿਹਨੂੰ ਮਤਲਬ ਫਾਰ ਐਗਜ਼ਾਮਪਲ ਇੱਕ ਕੈਂਸਰ ਦਾ ਪੇਸ਼ੈਂਟ ਅਗਰ ਤੁਹਾਡੇ ਪਾਸ ਆਉਂਦਾ ਹੈ 4th ਸਟੇਜ ਆਉਂਦਾ, ਉਹਦੇ 'ਚ ਕੋਈ ਵੀ ਡਾਕਟਰ ਨੂੰ ਬਹੁਤ ਲੰਬੇ ਸਮੇਂ ਤੱਕ ਜਿੰਦਾ ਨਹੀਂ ਰੱਖ ਸਕਦਾ। ਬਟ ਇਲੈਕਟ੍ਰੋਪੈਥੀ ਮੈਡੀਸਨ ਇੱਕ ਆਪਣਾ ਕਲੇਮ ਕਰਦੀ ਹੈ ਕਿ ਅਸੀਂ ਉਸ ਸਟੇਜ ਦੇ ਵਿੱਚ ਵੀ 4th ਸਟੇਜ ਆਫ ਕੈਂਸਰ ਦੇ ਵਿੱਚ ਵੀ ਜਿਹੜੀ ਏਜ ਹੈ 2 ਸਾਲ ਤੋਂ ਲੈ ਕਰਕੇ 5 ਸਾਲ ਇਹ ਤੋਂ ਵੀ ਵੱਧ ਜਿਹੜੀ ਅਸੀਂ ਅਨਹਾਂਸ ਹੁੰਦੇ ਆਪਣੇ ਜੀਵਨ ਕਾਲ 'ਚ ਦੇਖੀ ਹੈ। ਇਸ ਦਾ ਮਤਲਬ ਕੀ ਹੈ ਕਿ ਜਿਹੜਾ ਇਹ ਸਿਸਟਮ ਹੈ ਇਹ ਸੱਚਮੁੱਚ ਇੱਕ ਇਨਸਾਨ ਨੂੰ ਹੈਲਥ ਦੇ ਕਰਕੇ ਉਹਦੀ ਏਜ ਨੂੰ ਅੱਗੇ ਵਧਾਉਣ ਦਾ ਕੰਮ ਕਰਦਾ ਹੈ। ਜੇ ਆਪਾਂ ਕਾਰਨ ਦੇਖੀਏ, ਬਿਮਾਰੀਆਂ ਦਾ ਕਾਰਨ ਕੀ ਦੇਖਦੇ ਹੋ ਜ਼ਿਆਦਾਤਰ ਪੰਜਾਬ ਦੇ ਵਿੱਚ, ਕੈਂਸਰ ਹੋਇਆ ਜਾਂ ਜਿਹੜੀਆਂ ਗੰਭੀਰ ਬਿਮਾਰੀਆਂ? ਪੰਜਾਬ ਦੇ ਵਿੱਚ ਜੀ ਦੇਖੋ, ਸਭ ਤੋਂ ਵੱਡਾ ਐਨਵਾਇਰਨਮੈਂਟਲ ਚੇਂਜ। ਐਨਵਾਇਰਨਮੈਂਟਲ ਚੇਂਜ ਦਾ ਮਤਲਬ ਇਹ ਨਹੀਂ ਹੈ ਸਿਰਫ ਇੱਕ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ। ਜਿੰਨਾ ਵੀ ਸਾਡੇ ਅੱਜ ਖੇਤ, ਸਭ ਤੋਂ ਪਹਿਲਾ ਕੰਮ ਸ਼ੁਰੂ ਹੁੰਦਾ ਖੇਤ ਤੋਂ। ਖੇਤ ਦੇ ਵਿੱਚ ਜਿਹੜੀਆਂ ਵੀ ਅੱਜ ਦੀ ਡੇਟ 'ਚ ਫਸਲਾਂ ਸਾਡੀਆਂ ਬੋਈਆਂ ਜਾਂਦੀਆਂ, ਇੱਕ ਠੀਕ ਹੈ, ਇੱਕ ਟਾਈਮ ਸਾਡੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਅੰਨ ਦੀ ਜ਼ਰੂਰਤ ਸੀਗੀ। ਉਸ ਅੰਨ ਦੀ ਆਪੂਰਤੀ ਨੂੰ ਕਰਨ ਲਈ ਸਾਨੂੰ ਤਰ੍ਹਾਂ ਦੇ ਫਰਟੀਲਾਈਜ਼ਰ ਦੇ ਵਿੱਚ ਜਾਣ ਦੀ ਜ਼ਰੂਰਤ ਪਈ। ਬਟ ਇੱਕ ਲੈਵਲ ਅੱਜ ਇੱਦਾਂ ਦਾ ਆ ਗਿਆ ਵੀ ਸਾਡੇ ਪਾਸ ਅੰਨ ਜਿਹੜਾ ਸਰਪਲਸ ਹੈ, ਬਟ ਉਸ ਦੇ ਬਾਵਜੂਦ ਵੀ ਅਸੀਂ ਜਿਹੜਾ ਨੇਚਰ ਵੱਲ ਨਹੀਂ ਮੁੜ ਰਹੇ ਹਾਂ, ਕਿਉਂਕਿ ਸਭ ਤੋਂ ਵੱਡਾ ਜਿਹੜਾ ਸਾਡੀ ਬਿਮਾਰੀਆਂ ਦਾ ਕਾਰਨ ਔਰ ਕੇਂਦਰ ਬਣਿਆ ਉਹ ਅਸੀਂ ਨੇਚਰ ਤੋਂ ਅਲੱਗ ਹੋ ਗਏ। ਨੇਚਰ ਤੋਂ ਉਲਟੀ ਦਿਸ਼ਾ ਦੇ ਵਿੱਚ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਲਈ ਸਾਨੂੰ ਉਹਦਾ ਖਮਿਆਜਾ ਅੱਜ ਬਿਮਾਰੀਆਂ ਰੂਪ ਦੇ ਵਿੱਚ ਭੁਗਤਣ ਨੂੰ ਮਿਲ ਰਿਹਾ। ਤਾਂ ਮੇਰਾ ਮੰਨਣਾ ਇਹ ਜਿਹੜਾ ਸਾਡਾ ਜਿਹੜਾ ਪਾਰਟਿਕੂਲਰ ਬਿਮਾਰੀਆਂ ਦਾ ਮੇਨ ਕੇਂਦਰ ਹੈ ਉਹ ਸਾਡਾ ਸਭ ਤੋਂ ਵੱਡਾ এনवायरमेंट ਦੇ ਵਿੱਚ ਆਈਆਂ ਚੇਂਜਸ ਡਿਊ ਟੂ ਹਿਊਮਨ ਬੀਇੰਗ। ਜਿਹੜਾ ਅਸੀਂ ਆਪਣੇ ਐਜ਼ ਏ ਹਿਊਮਨ ਬੀਇੰਗ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਲਿਆ, ਪੈਸਟੀਸਾਈਡ ਕਲਰ ਦੇਣ ਵਾਸਤੇ, ਇਨਸੈਕਟੀਸਾਈਡਸ ਜਾਂ ਕੋਈ ਵੀ ਅਸੀਂ ਕੈਮੀਕਲ ਇਸਤੇਮਾਲ ਕਰਦੇ ਆ, ਉਹ ਕੈਮੀਕਲ ਸਾਡੀ ਜਿਹੜੀ ਲਾਈਫ ਨੂੰ ਹੈ ਉਹ ਹਾਰਮ, ਸਾਡੀ ਹੈਲਥ ਨੂੰ ਉਹ ਹਾਰਮ ਕਰ ਰਿਹਾ। ਔਰ ਉਹਨਾਂ ਚੀਜ਼ਾਂ ਦੇ ਕਰਕੇ ਹੀ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ, ਲਿਵਰ, ਕਿਡਨੀ, ਹਾਰਟ, ਬ੍ਰੇਨ, ਇਹ 4 ਸੈਗਮੈਂਟ ਤਾਂ ਪਹਿਲੇ ਇੱਕ ਟਾਈਮ ਹੁੰਦਾ ਸੀਗਾ। ਅਗਰ ਮੈਂ 80s ਦੀ ਗੱਲ ਕਰਾਂ, ਜਦੋਂ ਮੈਂ ਜੁਆਇਨ ਕੀਤਾ ਸੀ ਤਾਂ ਮੈਂ ਪੰਜਾਬ ਆਉਂਦਾ ਹੁੰਦਾ ਸੀਗਾ ਤਾਂ ਬੜੀ ਮੁਸ਼ਕਿਲ ਦੇ ਵਿੱਚ 100 ਦੇ ਵਿੱਚ ਕਿਤੇ ਇੱਕ ਕਿਡਨੀ ਦਾ ਪੇਸ਼ੈਂਟ ਮਿਲਦਾ ਹੁੰਦਾ ਸੀ। ਅੱਜ ਹਰ 4th ਪਰਸਨ ਜਿਹੜਾ ਕਿਡਨੀ ਫੇਲੀਅਰ ਦਾ ਸ਼ਿਕਾਰ ਹੋ ਰਿਹਾ। ਅੱਗੇ ਅਸੀਂ ਆਉਂਦੇ ਸੀ ਕਿਤੇ 1000 ਦੇ ਵਿੱਚ ਇੱਕ ਦਾ ਜੋ ਹੈ ਉਹ ਲਿਵਰ ਕੈਂਸਰ ਦਾ ਪੇਸ਼ੈਂਟ ਨਿਕਲਦਾ ਹੁੰਦਾ ਸੀਗਾ। ਜਿਵੇਂ ਤੁਸੀਂ ਜਾਣਦੇ ਹੋ ਵੀ ਕਾਲਾ ਪੀਲੀਆ, ਸਫੇਦ ਪੀਲੀਆ ਬੋਲਿਆ ਜਾਂਦਾ, ਜਾਂ ਫਿਰ ਲਿਵਰ ਦੀ ਜਿਹੜੀ ਹੈਪੇਟਾਈਟਸ ਦੇ ਵਿੱਚ ABC ਸਾਡੀਆਂ ਕਿਸਮਾਂ ਆਈਆਂ, ਇਹ ਕਿੱਥੋਂ ਆ ਗਈਆਂ?
ਇਹ ਤਾਂ ਹੀ ਆਈਆਂ ਕਿਉਂਕਿ ਇਹ ਜਿਹੜਾ ਅੱਜ ਦੀ ਡੇਟ 'ਚ ਪਹਿਲੇ 1000 ਦੇ ਵਿੱਚ ਇੱਕ ਕੇਸ ਹੁੰਦਾ ਸੀਗਾ, ਅੱਜ 10 ਦੇ ਵਿੱਚ ਇੱਕ ਕੇਸ ਜਿਹੜਾ ਕੈਂਸਰ ਜਿਹੜਾ ਲਿਵਰ ਫੇਲੀਅਰ ਦਾ ਤੁਹਾਡੇ ਸਾਹਮਣੇ ਤੁਹਾਨੂੰ ਦੇਖਣ ਨੂੰ ਮਿਲੂਗਾ। ਹਾਲਾਂਕਿ ਅੱਜ ਤੋਂ ਕੋਈ ਤਕਰੀਬਨ 25 ਸਾਲ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਾਰਟ ਅਟੈਕ ਜਿਹੜੇ ਉਹ ਜ਼ਿਆਦਾ ਮਹਿਸੂਸ ਹੁੰਦੇ ਸੀਗੇ। ਅੱਜ ਅਸੀਂ ਦੇਖ ਰਹੇ ਹਾਂ ਕਿ ਹਾਰਟ ਅਟੈਕ ਤਾਂ ਅੱਜ ਬਹੁਤ ਪਿੱਛੇ ਰਹਿ ਗਿਆ, ਲੋਕਾਂ ਨੂੰ ਪਤਾ ਨਹੀਂ ਹਾਰਟ ਅਟੈਕ ਕੀ ਚੀਜ਼ ਹੁੰਦੀ ਹੈ। ਅੱਜ ਜਿਹੜਾ ਹਰ ਚੌਥਾ ਬੰਦਾ ਕਿਡਨੀ ਫੇਲੀਅਰ ਨੂੰ ਲੈ ਕਰਕੇ, ਹਰ 10ਵਾਂ ਬੰਦਾ ਜਿਹੜਾ ਲਿਵਰ ਕੈਂਸਰ ਨੂੰ ਲੈ ਕਰਕੇ ਉਹ ਆਪਣਾ ਹਾਰਟ ਅਟੈਕ ਤਾਂ ਭੁੱਲ ਹੀ ਚੁੱਕਿਆ ਕਿ ਉਹਨੂੰ ਕਦੀ ਹਾਰਟ ਅਟੈਕ ਵੀ ਆ ਸਕਦਾ। ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਆਈ, ਇਹ ਐਨਵਾਇਰਨਮੈਂਟਲ ਚੇਂਜ, ਹਿਊਮਨ ਮੇਡ ਐਨਵਾਇਰਨਮੈਂਟਲ ਚੇਂਜਸ ਹੈ, ਉਹਨਾਂ ਨੇ ਜ਼ਿਆਦਾ ਡਿਸਟਰਬ ਕੀਤਾ ਹੈ ਤੇ ਇਹੀ ਸਾਡਾ ਬਿਮਾਰੀਆਂ ਦਾ ਕੇਂਦਰ ਹੈ। ਫਰੀਦਕੋਟ ਲਈ ਤੁਹਾਡੀ ਸੰਸਥਾ ਕੀ ਇੰਟਰੋਡਿਊਸ ਕਰ ਰਹੀ ਹੈ? ਇਹ ਅੱਜ ਹੀ ਅਸੀਂ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ। ਮੈਂ ਆਪਣੀ ਟੀਮ ਦੇ ਨਾਲ ਰਵੀਸਨ ਪਰਿਵਾਰ ਵੱਲੋਂ ਅੱਜ ਡਾਕਟਰ ਸੰਜੀਵ ਜੁਨੇਜਾ ਜੀ ਦਾ ਜਿਹੜਾ ਫਰੀਦਕੋਟ ਦੇ ਵਿੱਚ ਸੈਂਟਰ ਇਸਟੈਬਲਿਸ਼ ਹੋਣ ਜਾ ਰਿਹਾ, ਹੋ ਚੁੱਕਿਆ, ਉਹਦਾ ਇਨੋਗ੍ਰੇਸ਼ਨ ਜਿਹੜੀ ਅੱਜ ਹੋਈ ਹੈ। ਮੈਂ ਇਹ ਸੈਂਟਰ ਦਾ ਨਾਮ ਹੈ ਜੀ ਲਾਸਟ ਲੀਫ ਕੇਅਰ, ਤੇ ਇਲੈਕਟ੍ਰੋਪੈਥੀ ਦਾ ਇੱਕ ਬਹੁਤ ਵੱਡਾ ਮਾਈਲਸਟੋਨ ਜਿਹੜਾ ਇਹ ਸਿੱਧ ਹੋਣ ਜਾ ਰਿਹਾ। ਇੱਥੇ ਦੇ ਲੋਕਾਂ ਨੂੰ ਵੀ ਜਿਹੜੇ ਕੱਲ੍ਹ ਤੱਕ ਜਿਨ੍ਹਾਂ ਨੂੰ ਬਠਿੰਡੇ ਜਾ ਕਰਕੇ, ਮੋਗੇ ਜਾ ਕਰਕੇ, ਜਾਂ ਈਵਨ ਬਹੁਤ ਸਾਰੇ ਪੇਸ਼ੈਂਟ ਮੇਰੇ ਪਾਸ ਚੰਬੇ ਤੱਕ ਵੀ, ਮੈਂ ਚੰਬਾ ਹਿਮਾਚਲ ਦਾ ਰਹਿਣ ਵਾਲਾ, ਸਾਡਾ ਹੈੱਡ ਆਫਿਸ ਰਿਸਰਚ ਸੈਂਟਰ ਉਹੀ ਹੈ ਰਵੀਸਨ ਪਰਿਵਾਰ ਦਾ। ਜਦੋਂ ਉੱਥੇ ਤੱਕ ਪੇਸ਼ੈਂਟ ਪਹੁੰਚਦੇ ਹੁੰਦੇ ਸੀ, ਅੱਜ ਉਹਨਾਂ ਨੂੰ ਜਦੋਂ ਲੋਕਲ ਵਿੱਚ ਫੈਸਿਲਿਟੀ ਮਿਲੂਗੀ, ਬਹੁਤ ਸਾਰੇ ਗਰੀਬ ਇੱਦਾਂ ਦੇ ਘਰਾਣੇ ਜਾਂ ਇੱਦਾਂ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਪਾਸ ਇਲਾਜ ਕਰਵਾਉਣ ਦੀ ਬਹੁਤ ਸਫੀਸ਼ੀਐਂਸੀ ਨਹੀਂ ਹੁੰਦੀ ਹੈ, ਉਹ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਆ। ਇਹ ਜਿਹੜਾ ਫਰੀਦਕੋਟ ਵਿੱਚ ਸੈਂਟਰ ਲਾਸਟ ਲੀਫ ਕੇਅਰ ਹੈ, ਇਹ ਬਹੁਤ ਵੱਡਾ ਇੱਕ ਮਾਈਲਸਟੋਨ ਸਿੱਧ ਹੋਣ ਜਾ ਰਿਹਾ ਹੈ। ਤੇ ਮੈਂ ਇੱਕ ਬਿਲਕੁਲ ਮੇਰੀ ਉਮੀਦ ਹੈ ਕਿ ਜਿਹੜੇ ਫਰੀਦਕੋਟ ਔਰ ਅਰਾਊਂਡ ਫਰੀਦਕੋਟ ਦੇ ਲੋਕੀ ਹੈ, ਜਿਹੜੇ ਮਰੀਜ਼ ਨੇ, ਜਿਹੜੇ ਲਾ ਇਲਾਜ ਬਿਮਾਰੀਆਂ ਤੋਂ ਗ੍ਰਸਿਤ ਨੇ, ਉਹ ਇਸ ਸੈਂਟਰ ਦਾ ਬਹੁਤ ਵਧੀਆ ਫਾਇਦਾ ਚੱਕਣਗੇ। ਤੇ ਡਾਕਟਰ ਸੰਜੀਵ ਜੁਨੇਜਾ ਜੀ ਤੇ ਇਹਨਾਂ ਦੀ ਫੈਮਿਲੀ ਨੂੰ ਮੈਂ ਇੱਕ ਵਾਰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇਸ ਦੇ ਨਾਲ ਨਾਲ ਜਿਹੜੀ ਖਾਸੀਅਤ, ਇਹ ਜਿਹੜਾ ਸੈਂਟਰ ਹੈ, ਇਹ ਇਲੈਕਟ੍ਰੋਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਇੱਕ ਪਾਇਓਨੀਅਰ ਸੈਂਟਰ ਬਣਨ ਜਾ ਰਿਹਾ, ਜਿਨ੍ਹਾਂ ਦੇ ਇਸ EDMA ਦੇ ਜਿਹੜੇ ਚੇਅਰਪਰਸਨ ਨੇ ਡਾਕਟਰ ਜਗਤਾਰ ਸਿੰਘ ਸੇਖੋਂ, ਜਿਹੜੇ ਇਹਨਾਂ ਦੇ ਪ੍ਰਧਾਨ ਨੇ ਡਾਕਟਰ ਜਗਮੋਹਨ ਜੀ, ਸੈਕਟਰੀ ਨੇ ਡਾਕਟਰ ਪਾਠਕ ਜੀ, ਪਰਵਿੰਦਰ ਪਾਠਕ ਜੀ, ਇਹ ਪੂਰੀ ਟੀਮ ਦੇ ਨਾਲ ਇੱਥੇ ਆਏ ਹੋਏ ਨੇ ਇਹਨਾਂ ਦੀ ਇਨੋਗ੍ਰੇਸ਼ਨ ਅਗਵਾਈ ਕਰਦੇ ਹੋਏ। ਤਾਂ ਇਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਸੈਂਟਰ ਚੱਲੇਗਾ ਔਰ ਚੱਲ ਰਿਹਾ ਹੈ। ਤੇ ਮੈਨੂੰ ਉਮੀਦ ਹੈ ਕਿ ਇੱਥੇ ਲੋਕੀ ਦਾ ਬਹੁਤ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਫਾਇਦਾ ਚੱਕਦੇ ਹੋਏ ਆਪਣੇ ਆਪ ਦੇ ਸਰੀਰ ਨੂੰ ਨਿਰੋਗੀ ਬਣਾਉਣ ਦੇ ਵਿੱਚ ਇਹ ਸੈਂਟਰ ਬਹੁਤ ਵੱਡੀ ਮਦਦ ਕਰੇਗਾ। ਡਾਕਟਰ ਸਾਹਿਬ, ਕਿਸ ਤਰ੍ਹਾਂ ਦਾ ਵਿਜ਼ਨ ਲਿਆ ਤੁਸੀਂ ਅੱਜ ਸੈਂਟਰ ਖੋਲ੍ਹਿਆ? ਦੇਖੋ ਜੀ, ਮੈਂ ਕੁਝ 4-6 ਮਹੀਨਿਆਂ ਤੋਂ ਇਸ ਪੈਥੀ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜਿਆ। ਹਾਲਾਂਕਿ ਡਿਗਰੀਜ਼ ਜਾਂ ਕੁਆਲੀਫਿਕੇਸ਼ਨਸ ਆਪਣੇ ਕੋਲ ਆਲਰੇਡੀ ਹੈਗੀਆਂ, ਬੁੱਕਸ ਵੀ ਆਪਾਂ ਪੜ੍ਹਦੇ ਰਹਿੰਦੇ ਹਾਂ, ਆਪਣੀ ਸਬਜੈਕਟ ਬੁੱਕਸ ਵੀ ਆਪਾਂ ਪੜ੍ਹੀਆਂ, ਅਦਰਵਾਈਜ਼ ਵੀ ਵੀ ਆਰ ਇਨ ਟੱਚ। ਪਰ ਇੱਕ ਓਰੀਐਂਟੇਸ਼ਨ ਦੀ ਲੋੜ ਹੁੰਦੀ ਹੈ, ਇੱਕ ਸੰਗਠਿਤ ਤਰੀਕੇ ਨਾਲ ਕੰਮ ਕਰਨ ਦੀ ਖਮਤਾ ਵਾਸਤੇ ਤੁਹਾਨੂੰ ਇੱਕ ਟੀਮ ਦੀ ਲੋੜ ਹੁੰਦੀ ਹੈ, ਜਿਹੜੀ ਕਿ ਅੱਜ ਆਪਣੇ ਨਾਲ ਹੈ, ਤੁਸੀਂ ਦੇਖ ਰਹੇ ਹੋ। ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਥੇ ਆ ਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ, ਮੈਨੂੰ ਮਾਣ ਬਖਸ਼ਿਆ ਹੈ। ਔਰ ਮੈਂ ਉਮੀਦ ਕਰਦਾ ਸਰ, ਜਿਵੇਂ ਡਾਕਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਆਪਾਂ ਫਰੀਦਕੋਟ ਦੇ ਲੋਕਾਂ ਦੀ ਸਿਹਤ ਨੂੰ ਉਜਾਗਰ ਵਧੀਆ ਰੱਖਣ ਵਾਸਤੇ ਮੇਰੇ ਖਿਆਲ ਕੋਈ ਕਸਰ ਨਹੀਂ ਛੱਡਾਂਗੇ। ਦੂਸਰੀ ਗੱਲ, ਉਹ ਵੀ ਇਸ ਪੈਥੀ ਦਾ, ਮੇਰਾ ਇਸ ਸੈਂਟਰ ਦਾ ਪੂਰਾ ਫਾਇਦਾ ਉਠਾਉਣਗੇ। ਫਰੀਦਕੋਟ ਦੀ ਆਰਥਿਕਤਾ ਨੂੰ ਧਿਆਨ 'ਚ ਰੱਖਦੇ ਹੋਏ ਕਿਸ ਤਰ੍ਹਾਂ ਦੀਆਂ ਫੀਸਾਂ ਰੱਖ ਰਹੇ ਹੋ ਤੁਸੀਂ? ਡਾਕਟਰ ਸਾਹਿਬ, ਜੇ ਆਪਾਂ ਥੋੜ੍ਹੀ ਜਿਹੀ ਜੇ ਪੰਜਾਬੀ 'ਚ ਗੱਲ ਕਰੀਏ, ਲੇਮੈਨ ਲੈਂਗੁਏਜ, ਸਾਨੂੰ ਮਤਲਬ ਇਹ ਨਹੀਂ ਕਿ ਅਸੀਂ ਵੀ ਆਰ ਗੈਟਿੰਗ ਵੈਰੀ ਰਿਨਾਊਂਡ ਪੇਸ਼ੈਂਟਸ ਆਲਸੋ। ਬੜੇ ਲੋਕ ਜਿਹੜੇ ਬੜੇ ਥੋੜ੍ਹੇ ਜਿਹੇ ਸੋਫਿਸਟੀਕੇਟਡ ਲੋਕ ਆ, ਉਹ ਵੀ ਆਪਣੇ ਕੋਲ ਆ ਰਹੇ ਆ। ਬਟ ਬੇਸਿਕਲੀ ਸਾਨੂੰ ਗਰੀਬਾਂ ਦਾ ਡਾਕਟਰ ਕਿਹਾ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਬੇਸਿਕਲੀ ਜਿਹੜੇ ਪੇ ਨਹੀਂ ਕਰ ਸਕਦੇ। ਕੁੱਲ ਮਿਲਾ ਕੇ ਅਸੀਂ ਕਹਿਣਾ ਚਾਹੁੰਦੇ ਹਾਂ, ਸਾਡੇ ਜਿਹੜਾ ਟ੍ਰੀਟਮੈਂਟ ਦਾ ਜਿਹੜਾ ਐਕਸਪੈਂਡੀਚਰ ਹੈ ਸਰ, ਇੰਨਾ ਕੋਈ ਨੋਮੀਨਲ ਹੈ, ਇੰਨਾ ਕੋਈ ਥੋੜ੍ਹਾ ਹੈ ਵੀ ਕੋਈ ਵੀ ਬੰਦਾ ਉਹਨੂੰ ਪੇ ਕਰ ਸਕਦਾ। ਦੂਸਰੀ ਗੱਲ ਇਹ ਆ ਵੀ ਸਰ, ਜਿੱਥੇ ਵੱਡੀਆਂ ਬਿਮਾਰੀਆਂ ਦੀ ਆਪਾਂ ਗੱਲ ਕਰੀਏ, ਉੱਥੇ ਦਾ ਸਾਰੇ ਡਿਫਰੈਂਸ ਬਹੁਤ ਜ਼ਿਆਦਾ ਮਾਇਨੇ ਵਿੱਚ ਇਫੈਕਟ ਕਰਦਾ ਹੈ। ਇਨਫੈਕਟ ਜਦੋਂ ਛੋਟੀਆਂ ਬਿਮਾਰੀਆਂ ਦੀ ਗੱਲ ਕਰਦੇ ਆ ਤਾਂ ਉਹ ਤਾਂ ਉੱਥੇ ਹੀ, ਕਿਉਂਕਿ ਉਹੀ ਗੋਲੀਆਂ ਉਹਨੇ ਜਿਹੜੀਆਂ ਐਲੋਪੈਥੀ ਵਿੱਚ ਖਾ ਰਿਹਾ, ਲਗਭਗ ਉਹਨੇ ਪੈਸਿਆਂ ਦੇ ਵਿੱਚ ਹੀ ਆਪਣਾ ਇਹ ਇਲੈਕਟ੍ਰੋਪੈਥੀ ਟ੍ਰੀਟਮੈਂਟ ਹੋ ਜਾਂਦਾ। ਜਦੋਂ ਆਪਾਂ ਖਾਂਸੀ ਜ਼ੁਕਾਮ ਦੀ ਗੱਲ ਕਰਦੇ ਹਾਂ ਜਾਂ ਐਕਿਊਟ ਪ੍ਰੋਬਲਮਸ ਦੀ ਗੱਲ ਕਰਦੇ ਹਾਂ, ਜਿੱਥੇ ਕ੍ਰੋਨਿਸਿਟੀ ਆ ਜਾਂਦੀ ਹੈ ਸਰ, ਉੱਥੇ ਬਹੁਤ ਡਿਫਰੈਂਸ ਕ੍ਰੀਏਟ ਕਰਦਾ ਹੈ। ਕਿਉਂਕਿ ਸਰ, ਇੱਕ ਤਾਂ ਲੰਬਾ ਟ੍ਰੀਟਮੈਂਟ ਚੱਲਣਾ ਹੁੰਦਾ, ਦੂਸਰੀ ਗੱਲ ਪੇਸ਼ੈਂਟ ਦੀ ਬਿਮਾਰੀ ਗੰਭੀਰ ਹੁੰਦੀ ਹੈ, ਟੈਸਟਾਂ ਦੇ ਪੈਸੇ ਹੀ ਇੰਨੇ ਜ਼ਿਆਦਾ ਪੇਸ਼ੈਂਟ ਨੂੰ ਪੇ ਕਰਨੇ ਪੈਂਦੇ ਕਿ ਇਲਾਜ ਜੋਗੇ ਪੈਸੇ ਫਿਰ ਉਹਨੂੰ ਮੁਸ਼ਕਿਲ ਹੋ ਜਾਂਦੀ ਹੈ। ਅਤੇ ਸਾਡੇ ਇਸ ਪੈਥੀ ਦੇ ਵਿੱਚ ਸਰ
ਕਿਉਂਕਿ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਟੂਲਸ ਹੈਗੇ ਆ ਜਿਨ੍ਹਾਂ ਵਿੱਚ ਸਾਨੂੰ ਟੈਸਟਾਂ ਦੀ ਲੋੜ ਵੀ ਮਿਨੀਮਲ ਤਰੀਕੇ ਨਾਲ ਪੈਂਦੀ ਹੈ। ਸਾਡੀ ਜਿੱਥੇ ਕੋਈ ਸਾਨੂੰ ਬਹੁਤ ਜ਼ਿਆਦਾ ਕਿਤੇ ਥੋੜ੍ਹਾ ਜਿਹਾ ਸੋਫਿਸਟੀਕੇਸ਼ਨ ਵਾਲੇ ਪਾਸੇ ਜਾਣ ਦੀ ਲੋੜ ਹੁੰਦੀ ਹੈ, ਉੱਥੇ ਅਸੀਂ ਪੇਸ਼ੈਂਟ ਨੂੰ ਟੈਸਟ ਕਰਾਉਣ ਵਾਸਤੇ ਕਹਿੰਦੇ ਹਾਂ। ਅਦਰਵਾਈਜ਼ ਸਾਡੀ ਪਲਸ ਡਾਇਗਨੋਸਿਸ ਸਾਡਾ ਇੱਕ ਬਹੁਤ ਵਧੀਆ ਟੂਲ ਸਾਡੇ ਕੋਲ ਹੈਗਾ, ਸੋ ਜਿਹਦੇ ਨਾਲ ਅਸੀਂ ਆਪਣੇ ਆਪ ਹੀ ਬੇਸਿਕ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਹੈ ਸਰ ਉੱਥੋਂ ਤੱਕ ਅਸੀਂ ਪਹੁੰਚ ਜਾਂਦੇ ਹਾਂ ਤੇ ਅਕੋਰਡਿੰਗਲੀ ਅਸੀਂ ਟ੍ਰੀਟਮੈਂਟ ਦੇ ਦਿੰਦੇ ਹਾਂ। ਯਾਨੀ ਇਹ ਕਹਿ ਲਿਆ ਜਾਵੇ ਕਿ ਜਿਹੜੀ ਬਿਮਾਰੀ ਦੀ ਸ਼ਨਾਖਤ ਆ ਉਹ ਨਬਜ਼ ਰਾਹੀਂ ਹੁੰਦੀ ਆ, ਵੈਦਾਂ ਵਾਂਗੂ ਜਿਵੇਂ ਪੁਰਾਣੇ ਵੈਦ ਕਰਦੇ ਸੀ। ਤੁਸੀਂ ਬਿਲਕੁਲ ਕਹਿ ਸਕਦੇ ਹੋ, ਕੁਝ ਇਸੇ ਤਰ੍ਹਾਂ ਹੀ ਹੈ, ਪਰ ਇਹਨਾਂ ਵਿੱਚ ਵੀ ਕੁਝ ਨਵੀਆਂ ਟੈਕਨੀਕਸ ਸਾਡੇ ਰਿਸਰਚ ਸੈਂਟਰ ਤੋਂ ਸਰ ਕੰਟੀਨਿਊਸਲੀ ਪਿਛਲੇ 30-35 ਸਾਲਾਂ ਤੋਂ 37 ਸਾਲਾਂ ਤੋਂ ਸਰ ਇਹਦਾ ਪੂਰਾ ਪ੍ਰੋਗਰੈਸ਼ਨ ਤਰੀਕੇ ਨਾਲ ਇਹਦਾ ਇੱਕ ਰਿਸਰਚ ਹੋ ਰਿਹਾ ਸਰ। ਉਹਦੇ ਵਿੱਚ ਸਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਉਜਾਗਰ ਹੋਈਆਂ, ਬਹੁਤ ਸਾਰੀਆਂ ਨਵੀਆਂ ਟੈਕਨੀਕਸ, ਬਹੁਤ ਸਾਰੇ ਨਵੇਂ ਨੁਸਖੇ ਸਾਨੂੰ ਸਰ ਪ੍ਰੋਵਾਈਡ ਹੁੰਦੇ ਰਹਿੰਦੇ ਆ, ਜਿੰਦੇ ਤਹਿਤ ਸਰ ਅਸੀਂ ਉਹਨਾਂ ਤੋਂ ਵੀ ਵਧੀਆ ਹੁਣ ਇਹ ਡਾਇਗਨੋਸ ਕਰ ਲੈਂਦੇ ਹਾਂ। ਕੁੱਲ ਮਿਲਾ ਕੇ ਸਰ ਜੇ ਕਿਹਾ ਜਾਵੇ, ਚਲੋ ਜਿਹੜੇ ਆਪਣੇ ਵੈਦ ਸੀਗੇ ਅਸੀਂ ਉਹਨਾਂ ਦਾ ਪੂਰਾ ਰਿਗਾਰਡ ਕਰਦੇ ਹਾਂ ਸਰ, ਕਿਉਂਕਿ ਇੰਸਟਰੂਮੈਂਟਸ ਦਾ ਅਭਾਵ ਉਦੋਂ ਹੁੰਦਾ ਸੀਗਾ, ਤਾਂ ਅਵਸ਼ਕਤਾ ਅਵਿਸ਼ਕਾਰ ਕੀ ਜਨਨੀਆਂ ਕਹਿੰਦੇ ਆ, ਤਾਂ ਉਹਨਾਂ ਦੀ ਤਾਂ ਮਜਬੂਰੀ ਸੀਗੀ ਸਰ, ਪਰ ਸਾਡੇ ਕੋਲ ਤਾਂ ਕਲਾ ਹੈ, ਤਾਂ ਅਸੀਂ ਇਸ ਕਲਾ ਨੂੰ ਸਰ ਪੂਰਾ ਉਪਯੋਗ ਕਰਦੇ ਹਾਂ। ਸਾਡੇ ਕੋਲ ਮੈਡੀਕਲ ਨੌਲੇਜ ਸਰ ਪੂਰੀ ਹੈ, ਸਾਡੇ ਕੋਲ ਦਵਾਈਆਂ ਸਰ ਅਸਰਦਾਰ ਹੈ, ਟੂ ਦਾ ਪੁਆਇੰਟ ਜਾ ਕੇ ਐਕਟ ਕਰਦੀਆਂ, ਟਾਰਗੇਟਡ ਫਾਰਮ ਦੇ ਵਿੱਚ, ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਤੁਸੀਂ ਦੇਖੋ ਸਭ ਤੋਂ ਵੱਡੀ ਪ੍ਰੋਬਲਮ ਐਲੋਪੈਥੀ ਵਿੱਚ ਵੀ ਇਹੀ ਆ ਰਹੀ ਹੈ, ਫਾਇਦਾ ਤਾਂ ਹੋਏ ਜਾਂ ਨਾ ਹੋਏ ਆਪਣਾ ਸਰ ਇਸ਼ੂ ਨਹੀਂ ਹੈਗਾ, ਬਟ ਸਾਈਡ ਇਫੈਕਟਸ ਡੈਫੀਨੇਟਲੀ ਹੈਗੇ ਆ ਸਰ। ਸਾਡਾ ਇਹ ਹੈ ਵੀ ਫਾਇਦਾ ਤਾਂ ਅਸੀਂ ਜ਼ਰੂਰ ਦਿੰਦੇ ਹਾਂ, ਚਲੋ ਹੋ ਸਕਦਾ 2 ਦਿਨ ਵੱਧ ਵੀ ਲੱਗ ਜਾਣ, ਪਰ ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਇਹ ਅਸੀਂ ਆਪਣੀ ਪੈਥੀ ਦੀ ਬਹੁਤ ਵੱਡੀ ਉਪਲਬਧੀ ਸਮਝਦੇ ਹਾਂ। ਆਮ ਤੌਰ ਤੇ ਨਾ ਹਰ ਇੱਕ ਮਰੀਜ਼ ਚਾਹੁੰਦਾ ਕਿ ਮੈਂ ਸ਼ਾਮ ਨੂੰ ਠੀਕ ਹੋ ਜਾ। ਜੀ ਸਰ। ਆਪਣੀ ਪੈਥੀ ਦਾ ਕਿਸ ਤਰ੍ਹਾਂ ਦੀ ਪ੍ਰਣਾਲੀ ਸਰ ਸਾਡੇ ਪੈਥੀ ਸਰ 2-3 ਤਰੀਕੇ ਨਾਲ ਇਲਾਜ ਕਰਦੀ ਹੈ ਸਰ। ਸਾਡੇ ਕੋਲ ਜਿਨ੍ਹਾਂ ਨੂੰ ਐਕਿਊਟ ਪ੍ਰੋਬਲਮਸ ਜਿਵੇਂ ਸ਼ਾਮ ਨੂੰ ਠੀਕ ਹੋਣ ਵਾਲੀਆਂ ਪ੍ਰੋਬਲਮਸ ਸਰ, ਅਸੀਂ ਇੱਕ ਵਾਰੀ ਸਿੰਪਟੋਮੈਟਿਕ ਟ੍ਰੀਟਮੈਂਟ ਜਿਹਨੂੰ ਆਪਾਂ ਕਹਿੰਦੇ ਆ ਐਲੋਪੈਥੀ ਵਿੱਚ ਕਹਿੰਦੇ ਆ, ਉਹ ਵੀ ਅਸੀਂ ਦੇ ਦਿੰਦੇ ਆ। ਪਰ ਉਸ ਤੋਂ ਬਾਅਦ ਸਰ ਉਹਦਾ ਜਿਹੜਾ ਬੇਸਿਸ ਹੈ ਜਿੱਥੋਂ ਬਿਮਾਰੀ ਸ਼ੁਰੂ ਹੋਈ ਹੈ ਸਰ, ਉਹਨੂੰ ਟ੍ਰੀਟ ਕਰਨਾ ਐਲੋਪੈਥੀ ਵਿੱਚ ਵੀ ਜ਼ਰੂਰੀ ਹੈ, ਇਹ ਤੁਸੀਂ ਵੀ ਸਮਝਦੇ ਹੋ, ਤੇ ਕਿਸੇ ਵੀ ਪੈਥੀ ਦੇ ਵਿੱਚ ਇਨਫੈਕਟ ਬੇਸਿਕ ਟ੍ਰੀਟਮੈਂਟ ਤਾਂ ਜ਼ਰੂਰੀ ਹੈਗਾ ਹੀ ਆ। ਪਰ ਬਹੁਤ ਸਾਰੀ ਪੈਥੀਸ ਇਹੋ ਜਿਹੀਆਂ ਹੈ, ਆਪਾਂ ਨਾਮ ਨਹੀਂ ਲੈਣਾ ਚਾਹਾਂਗੇ ਸਰ, ਜਿਹੜੇ ਸਿਰਫ ਬੇਸਿਕ ਟ੍ਰੀਟਮੈਂਟ ਹੀ ਦਿੰਦੀ ਹੈ ਸਰ, ਉਦੋਂ ਸਿੰਪਟੋਮੈਟਿਕ ਟ੍ਰੀਟਮੈਂਟ ਦੇਣ 'ਚ ਥੋੜਾ ਜਿਹਾ ਅਸਫਲ ਹੈ ਜਾਂ ਲੇਟ ਦਿੰਦੀ ਹੈ, ਜਿਹਦੇ ਵਜ੍ਹਾ ਕਰਕੇ ਪੇਸ਼ੈਂਟ ਨੂੰ ਸਰ ਭੁਗਤਣਾ ਪੈਂਦਾ। ਉਦੋਂ ਜਦੋਂ ਮੰਨ ਲਓ ਪੇਸ਼ੈਂਟ ਤੁਹਾਡੇ ਕੋਲ ਪੇਨ ਨਾਲ ਆਇਆ ਸਰ, ਜੇ ਉਹਦੀ ਪੇਨ ਹੀ ਨਾ ਠੀਕ ਹੋਈ ਤੇ ਸਰ ਟੂ ਹੈਲ ਵਿਦ ਦੈਟ ਵੀ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਦਾ ਸਿਸਟਮ ਠੀਕ ਹੋਣਾ ਸਰ। ਸਾਡੀ ਪੈਥੀ ਇਸ ਚੀਜ਼ ਨੂੰ ਵੀ ਖਿਆਲ ਕਰਦੀ ਹੈ। ਅਸੀਂ ਸਰ ਪੇਨ ਪੁਆਇੰਟ ਤੇ ਪਹਿਲੇ ਕੰਮ ਕਰਦੇ ਹਾਂ ਫੋਰ ਐਗਜ਼ਾਮਪਲ, ਫਿਰ ਅਸੀਂ ਰੂਟ ਕਾਜ਼ ਤੇ ਜਾਂਦੇ ਹਾਂ। ਸੋ ਦਿਸ ਇਜ਼ ਆਵਰ ਐਂਡੀਓਵਰ। ਅਸੀਂ ਸਰ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ, ਹਾਂ ਇਹ ਹੈ ਵੀ ਉਹਦੇ ਵਿੱਚ ਸਰ ਕੁਝ ਐਲੋਪੈਥੀ ਜਿਹੜੀਆਂ ਡਰੱਗਸ ਹੈਗੀਆਂ ਬੇਸਿਕਲੀ, ਕਿਉਂਕਿ ਸਰ ਉਹ ਆਪਾਂ ਨੂੰ ਪਤਾ ਕਿ ਉਹ ਸਿਸਟਮ ਨੂੰ ਡਿਜ਼ੀਜ਼ ਨੂੰ ਸੁਪਰੈਸ ਕਰਕੇ ਕੰਮ ਕਰਦੀਆਂ, ਬੇਸਿਕਲੀ ਦਬਾ ਦਿੰਦੀਆਂ ਸਰ। ਅਸੀਂ ਇਹ ਕੰਮ ਵੀ ਨਹੀਂ ਕਰਦੇ। ਸਾਡੀ ਮੈਡੀਸਨ ਰੂਟ ਕਾਜ਼ ਨੂੰ ਬਾਅਦ ਚੋਂ ਵਿਦਹੋਲਡ ਕਰਕੇ, ਪਰ ਪਹਿਲੇ ਉਹਦਾ ਪੇਨ ਜਿਹੜਾ ਠੀਕ ਕਰਦੀ ਹੈ, ਉਹ ਵੀ ਵਿਦਆਊਟ ਸਪਰੈਸ਼ਨ। ਸੋ ਦਿਸ ਇਜ਼ ਦਾ ਥਿੰਗ ਸਰ, ਜਿਹੜੀ ਕਿ ਕਿਸੇ ਵੀ ਹੋਰ ਪੈਥੀ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਨਹੀਂ ਮਿਲੇਗੀ। ਡਾਕਟਰ ਸਾਹਿਬ ਕੀ ਹੈ ਇਲੈਕਟ੍ਰੋ ਹੋਮਿਓਪੈਥੀ? ਇਲੈਕਟ੍ਰੋ ਹੋਮਿਓਪੈਥੀ ਇਹ ਜਿਹੜਾ ਸਬਜੈਕਟ ਹੈ ਇਹ ਹਰਬਲ 100% ਹਰਬਲ ਡਿਪੈਂਡ ਸਿਸਟਮ ਹੈ। ਇਹਦੀ ਜਿਹੜੀ ਖੋਜ ਹੈ 1865 ਈਸਵੀ ਦੇ ਵਿੱਚ ਕਾਉਂਟ ਸੀਜ਼ਰ ਮੈਟੀ ਜਿਹੜੇ ਇਟਾਲੀ ਰੀਜਨ ਦੇ ਬਲੋਨੀਆ ਪ੍ਰੋਵਿੰਸ ਦੇ ਰਹਿਣ ਵਾਲੇ ਸੀਗੇ, ਉਹਨਾਂ ਨੇ ਰਿਓਲਾ ਦੇ ਅੰਦਰ ਇਹਦੀ ਜਿਹੜੀ ਖੋਜ ਕੀਤੀ ਸੀਗੀ। ਇਸ ਦੇ ਵਿੱਚ 114 ਪਲਾਂਟਸ ਯਾਨੀ 114 ਐਸੀ ਜੜੀ ਬੂਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹਦੇ ਬੇਸਿਸ ਦੇ ਉੱਪਰ ਕੋਈ 38 ਯਾਨੀ ਕਿ 38 ਮੈਡੀਸਨ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਨੇ। ਔਰ ਇਹ ਸਾਰੀਆਂ ਮੈਡੀਸਨ ਜਿਹੜੀਆਂ ਕੁਦਰਤੀ ਸਾਡੇ ਸਰੀਰ ਦੇ ਵਿੱਚ 3 ਲੈਵਲ ਤੇ ਕੰਮ ਕਰਦੀਆਂ ਨੇ, ਜਿਹਨੂੰ ਅਸੀਂ ਬੋਲਦੇ ਹਾਂ ਫਿਜ਼ੀਕਲ ਲੈਵਲ, ਮੈਂਟਲ ਲੈਵਲ ਐਂਡ ਸਪਿਰਿਚੁਅਲ ਲੈਵਲ। ਤਿੰਨਾਂ ਚੀਜ਼ਾਂ ਦੀ ਇੱਕ ਕੰਪਲੀਟ ਹੀਲਿੰਗ ਕਰਨ ਤੋਂ ਬਾਅਦ ਹੀ ਜਿਹੜਾ ਇਹ ਸਿਸਟਮ ਹੈ ਸਾਡੀ ਬਾਡੀ ਦੇ ਵਿੱਚ ਇੱਕ ਕੰਪਲੀਟ ਹੋਲਿਸਟਿਕ ਅਪਰੋਚ ਟੂ ਹੈਲਥ ਪ੍ਰੋਵਾਈਡ ਕਰਵਾਉਂਦਾ ਹੈ। ਕਿਹੜੀਆਂ ਬਿਮਾਰੀਆਂ ਲਈ ਜ਼ਿਆਦਾ ਕਾਰਗਰ ਹੈ ਇਸ ਵਕਤ ਇਹ ਵੈਸੇ ਤੇ ਓਵਰਆਲ ਇੱਕ ਕੰਪਲੀਟ ਸਿਸਟਮ ਆਫ ਮੈਡੀਸਨ ਹੈ। ਇਸ ਦੇ ਵਿੱਚ ਹਰ ਪ੍ਰਕਾਰ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਜਿਹਦੇ 'ਚ ਅਸੀਂ ਅਦਰਵਾਈਜ਼ ਦੂਜੇ ਸਿਸਟਮ ਵਿੱਚ ਜਿਹੜੇ ਬਿਮਾਰੀਆਂ ਵਾਸਤੇ ਇੱਕ ਡਾਕਟਰ ਜਿਹੜੇ ਸਰਜਰੀ ਅਪਲਾਈ ਕਰਦੇ ਨੇ,
ਅਸੀਂ ਵਿਦਆਊਟ ਸਰਜਰੀ, ਇਹ ਨੋਨ ਸਰਜੀਕਲ ਟ੍ਰੀਟਮੈਂਟ ਆਫ ਸਿਸਟਮ ਹੈ। ਇਸ ਦੇ ਵਿੱਚ ਅਸੀਂ ਐਸੀ ਬਿਮਾਰੀਆਂ ਜਿਵੇਂ ਤੁਹਾਡਾ ਲਿਵਰ ਕੈਂਸਰ ਹੋ ਗਿਆ, ਕਿਡਨੀ ਫੇਲੀਅਰ ਹੋ ਗਿਆ, ਹਾਰਟ ਅਟੈਕਸ ਹੋ ਗਏ, ਬ੍ਰੇਨ ਟਿਊਮਰ ਹੋ ਗਿਆ, ਫਿਰ ਸਾਡੇ ਫਾਈਬਰੋਇਡਸ ਯਾਨੀ ਕਿ ਜਿਹੜੀਆਂ ਬੱਚਾਦਾਨੀ ਰਸੋਲੀਆਂ ਹੋ ਗਈਆਂ, ਪੱਥਰੀਆਂ ਹੋ ਗਈਆਂ, ਇਹ ਸਾਰੀ ਕਿਸਮ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਬਿਨਾਂ ਚੀਰ ਫਾੜ ਤੋਂ ਅਸੀਂ ਮੈਡੀਸਨ ਦੇ ਮਾਧਿਅਮ ਦੇ ਨਾਲ ਹੀ ਕਰਦੇ ਹਾਂ। ਸਭ ਤੋਂ ਅੱਛੀ ਗੱਲ ਇਹ ਹੈ ਕਿ ਇਹਨਾਂ ਮੈਡੀਸਨ ਦਾ ਜਿਹੜਾ ਸਾਈਡ ਇਫੈਕਟ ਉਹ 0% ਹੈ, ਕਿਉਂਕਿ ਜਿਹੜਾ ਇਹ ਮੈਡੀਸਨ ਬਣਾਉਣ ਦਾ ਤਰੀਕਾ ਟੈਕਨੀਕ ਹੈ ਉਹਨੂੰ ਅਸੀਂ ਬੋਲਦੇ ਹਾਂ ਸਪੈਜਰੀਕਲ ਕੋਹੋਵੇਸ਼ਨ। ਸਪੈਜਰੀਕਲ ਕੋਹੋਵੇਸ਼ਨ ਇੱਕ ਇਹੋ ਜਿਹੀ ਵਿਧੀ ਹੈ, ਦਵਾਈ ਪਲਾਂਟ ਤੋਂ ਮੈਡੀਸਨ ਐਕਸਟ੍ਰੈਕਟ ਕਰਨ ਦੀ ਜਿਹੜੀ ਉਹ ਵਿਧੀ ਹੈ, ਜਿਹਦੇ 'ਚ ਅਸੀਂ ਅਗਰ ਸਿੰਪਲ ਇੱਕ ਐਗਜ਼ਾਮਪਲ ਪਾਣੀ ਵੀ ਉਹਦੇ ਜਿਹੜਾ ਯੂਜ਼ ਕੀਤਾ ਜਾਂਦਾ ਸਿੰਪਲ ਵਾਟਰ, ਉਹ ਵੀ ਆਪਣੇ ਲਾਸਟ ਸਟੇਜ ਤੱਕ ਪਹੁੰਚਦੇ 21 ਵਾਰ ਡਿਸਟਿਲੇਟ ਕੀਤਾ ਜਾਂਦਾ ਹੋ ਜਾਂਦਾ ਹੈ, ਔਰ ਇੰਨਾ ਕੁ ਪਿਊਰੀਫਾਈਡ ਸਿਸਟਮ ਹੈ। ਇਹਦੇ 'ਚ ਕੀ ਹੈ ਕਿ ਅਸੀਂ ਜਦੋਂ ਕੋਈ ਮੈਡੀਸਨ ਕਿਸੇ ਪੇਸ਼ੈਂਟ ਨੂੰ ਦਿੰਦੇ ਹਾਂ ਤਾਂ ਪੇਸ਼ੈਂਟ ਦਾ ਸਭ ਤੋਂ ਵੱਡਾ ਪਹਿਲਾ ਕੁਐਸਚਨ ਇਹੀ ਹੁੰਦਾ ਕਿ ਸਰ ਇਹਨਾਂ ਦਵਾਈਆਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ। ਅਸੀਂ ਤੁਹਾਨੂੰ 100% ਦਾਅਵੇ ਨਾਲ ਬੋਲਦੇ ਪਏ ਹਾਂ, ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਜਿਹੜਾ 100% ਸਾਈਡ ਇਫੈਕਟਲੈਸ ਸਿਸਟਮ ਹੈ। ਗੁੱਡ ਇੰਪੈਕਟ ਇਹਦੇ ਕੀ ਹੋ ਸਕਦੇ ਨੇ, ਇਹ ਜਦੋਂ ਅਸੀਂ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ, ਜਦੋਂ ਅਸੀਂ ਪੇਸ਼ੈਂਟ ਨੂੰ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਪੇਸ਼ੈਂਟ ਹੈ ਇਹਨੂੰ ਅਸੀਂ ਗੁੱਡ ਇਫੈਕਟ ਕਿੰਨਾ ਕੁ ਦੇ ਸਕਦੇ ਹਾਂ। ਬਟ ਜਿਹੜਾ ਪਿਛਲਾ ਮੇਰਾ ਲਾਸਟ 34 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਇਹ ਬੋਲਦਾ ਵਾ ਕਿ ਅਸੀਂ 99% ਜਿਹੜੇ ਬਿਮਾਰੀਆਂ ਨੂੰ ਇੱਕ ਬਾਈ ਰੂਟ ਕੇਅਰ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਦੇ ਮੁਤਾਬਿਕ ਅਸੀਂ ਜਿਹੜੇ ਉਹਦੀ ਆਪਣੀ ਸਫਲਤਾ ਹਾਸਲ ਕਰ ਸਕਦੇ ਹਾਂ। ਇਹਦੇ ਖਰਚ ਦੀ ਗੱਲ ਕਰੀਏ, ਕਿੰਨਾ ਕੁ ਮਹਿੰਗਾ ਇਹ ਇਲਾਜ ਹੈ? ਇਸ ਦਾ ਖਰਚ ਤੁਸੀਂ ਇੱਕ ਐਗਜ਼ਾਮਪਲ ਮੈਂ ਲਵਾਂਗਾ। ਇੱਕ ਮੈਂ ਸਪੈਸ਼ਲ ਅਸੀਂ ਇੱਕ ਡਾਟਾ ਤਿਆਰ ਕੀਤਾ ਸੀਗਾ, ਅਸੀਂ ਕਿਡਨੀ ਫੇਲੀਅਰ ਯਾਨੀ ਜਿਹੜਾ ਸਾਡਾ CKD ਕਰੋਨਿਕ ਕਿਡਨੀ ਡਿਜ਼ੀਜ਼ ਉੱਪਰ ਅਸੀਂ ਇੱਕ ਡਾਟਾ ਤਿਆਰ ਕੀਤਾ। ਫਾਰ ਐਗਜ਼ਾਮਪਲ ਮੇਰੇ ਪਾਸ ਇੱਕ ਪੇਸ਼ੈਂਟ ਸੀਗਾ, ਉਹਦਾ ਇੱਕ ਮਤਲਬ ਕਿ ਗੁਰਦਾ ਜਿਹੜਾ ਉਹ ਟ੍ਰਾਂਸਪਲਾਂਟੇਸ਼ਨ ਵਾਸਤੇ ਡਾਕਟਰ ਨੂੰ ਬੋਲ ਚੁੱਕੇ ਸੀਗੇ, ਅਤੇ ਜਦੋਂ ਉਹਨਾਂ ਦਾ ਪੂਰਾ ਡਾਕਟਰ ਨੇ ਇੱਕ ਬਿਊਰਾ ਬਣਾ ਕਰਕੇ ਦਿੱਤਾ ਸੀਗਾ, ਉਹਨੇ 12 ਤੋਂ 15 ਲੱਖ ਰੁਪਏ ਦੇ ਵਿੱਚ ਇੱਕ ਮਿਨੀਮਮ ਅਮਾਊਂਟ ਦੱਸਿਆ ਸੀਗਾ। ਸਰ ਉਹੀ ਪੇਸ਼ੈਂਟ ਜਦੋਂ ਮੇਰੇ ਅੰਡਰ ਟ੍ਰੀਟਮੈਂਟ ਆਉਂਦਾ ਹੈ, ਮੈਂ ਉਹਦੀ ਲਗਭਗ 6 ਤੋਂ 7 ਮਹੀਨੇ ਟ੍ਰੀਟਮੈਂਟ ਜਿਹੜੀ ਉਹ ਕੀਤੀ ਹੈ। ਪਹਿਲਾ ਪੁਆਇੰਟ ਤਾਂ ਇਹ ਕਿ ਅਸੀਂ ਨੋਨ ਸਰਜੀਕਲ ਸਿਸਟਮ ਆਫ ਟ੍ਰੀਟਮੈਂਟ ਹੈ। ਜਦੋਂ ਉਹਦਾ ਅਸੀਂ ਟ੍ਰੀਟਮੈਂਟ 6 ਤੋਂ 7 ਮਹੀਨੇ ਦਾ ਅਸੀਂ ਕੀਤਾ, ਹਾਰਡਲੀ 1 ਮਹੀਨੇ ਵਿੱਚ 7 ਤੋਂ ਲੈ ਕਰਕੇ 10,000 ਰੁਪਏ ਤੱਕ ਦੀ ਮੈਡੀਸਨ CKD ਵਿੱਚ ਅਸੀਂ ਉਹਨੂੰ ਦਿੱਤੀ ਹੈ। ਯਾਨੀ ਕਿ 7 ਤੋਂ 8 ਮਹੀਨਿਆਂ ਦੇ ਵਿੱਚ ਉਹਦਾ 70 ਤੋਂ 80,000 ਰੁਪਇਆ ਖਰਚਾ ਆਇਆ। ਕਿੱਥੇ 15 ਲੱਖ ਰੁਪਇਆ, 10 ਤੋਂ 15 ਲੱਖ ਰੁਪਇਆ, ਕਿੱਥੇ 70 ਤੋਂ 80,000 ਰੁਪਇਆ। ਤੁਸੀਂ ਆਪਣੇ ਆਪ ਹੀ ਕੰਪੈਰੀਜ਼ਨ ਕਰ ਸਕਦੇ ਹੋ ਕਿ ਇਲੈਕਟ੍ਰੋਪੈਥਿਕ ਸਿਸਟਮ ਨਾ ਕੇਵਲ ਸਸਤਾ ਹੈ, ਬਲਕਿ ਮੈਂ ਇਹ ਵੀ ਕਹਿ ਸਕਦਾ ਇੰਨਾ ਕੁ ਐਫੀਸ਼ੀਐਂਟ ਹੈ ਕਿ ਜਦੋਂ ਅਸੀਂ ਸਰਜਰੀ ਕਰ ਦਿੰਦੇ ਹਾਂ, ਤੁਸੀਂ ਟ੍ਰਾਂਸਪਲਾਂਟੇਸ਼ਨ ਵੀ ਅਗਰ ਜਾਂਦਾ ਉਹ ਪੇਸ਼ੈਂਟ ਵੀ ਡਾਕਟਰ ਤੁਹਾਨੂੰ ਦੱਸਣਗੇ ਇਹਦੀ ਜਿਹੜੀ ਲਾਈਫ ਹੈ ਕਿਡਨੀ ਦੀ, ਜਿਹੜਾ ਰਿਪਲੇਸ ਕਿਡਨੀ ਹੈ ਉਹਦਾ ਜਿਹੜਾ ਲਾਈਫ ਹੈ ਉਹ ਨੋਟ ਮੋਰ ਦੈਨ 10 ਈਅਰ, ਯਾਨੀ ਕਿ 10 ਸਾਲ ਤੱਕ ਵੀ ਉਹ ਜੇ ਤੁਸੀਂ ਪੂਰੀ ਦੇਖਭਾਲ ਕਰੋਗੇ ਆਪਣੀ ਆਪ ਦੇ ਸਰੀਰ ਨੂੰ, ਖਾਣ ਪੀਣ ਦਾ ਤੁਸੀਂ ਆਪਣੇ ਪੂਰਾ ਖਿਆਲ ਰੱਖੋਗੇ, ਰੱਖ ਰਖਾਵ ਵਧੀਆ ਹੋਏਗਾ, ਤਾਂ ਤੁਹਾਡਾ ਜਿਹੜਾ ਉਹ ਸਿਸਟਮ 10 ਸਾਲ ਵਾਸਤੇ ਕਿਡਨੀ ਕੱਢੂਗੀ। ਅਦਰਵਾਈਜ਼ ਮੋਰ ਓਵਰ 70% ਕੇਸਿਸ ਦੇਖਿਆ 3 ਤੋਂ 4 ਸਾਲ ਤੋਂ ਬਾਅਦ ਉਹਨਾਂ ਨੂੰ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ। ਮੇਰੇ ਪਾਸ ਇੱਕ ਇਹੋ ਜਿਹਾ ਕੇਸ ਸੀਗਾ ਜਿਹੜਾ 96 ਦੇ ਵਿੱਚ ਉਹਦਾ ਟ੍ਰੀਟਮੈਂਟ ਸਟਾਰਟ ਕੀਤਾ ਸੀਗਾ। ਤਦੋਂ ਉਹਨੂੰ ਬੋਲਿਆ ਗਿਆ ਸੀ, ਪੇਸ਼ੈਂਟ ਨੂੰ ਦੱਸਿਆ ਗਿਆ ਕਿ ਤੁਹਾਡੀ ਜਿਹੜੀ ਏਜ ਹੈ ਨੋਟ ਮੋਰ ਦੈਨ 5 to 6 ਵੀਕ। ਉਹ ਪੇਸ਼ੈਂਟ, ਉਹ ਜਿਹੜੀ ਮਾਤਾ ਸੀਗੀ, ਉਹਦੀ ਉਮਰ ਸੀ ਉਸ ਟਾਈਮ 65 ਸਾਲ। ਇਹ ਲਾਸਟ 2021 ਦੇ ਵਿੱਚ ਉਸ ਪੇਸ਼ੈਂਟ ਨੂੰ ਇੱਕ ਨੈਚੁਰਲ ਡੈਥ ਦੇ ਵਿੱਚ, ਜਦੋਂ ਉਹਦੀ ਏਜ ਮੋਰ ਦੈਨ 90+ ਦੇ ਵਿੱਚ ਆ ਚੁੱਕੀ ਸੀਗੀ, ਤਦ ਉਹਦੀ ਜਿਹੜੀ ਉਹ ਡੈਥ ਹੋਈ ਹੈ। ਔਰ ਪੂਰੇ ਜੀਵਨ ਕਾਲ ਦੇ ਵਿੱਚ ਉਹਨੂੰ ਦੁਬਾਰਾ ਪਲਟ ਕੇ ਕਦੀ ਕਿਡਨੀ ਦੀ ਪ੍ਰੋਬਲਮ ਨਹੀਂ ਹੋਈ। ਕਿੱਥੇ ਇੱਕ ਟ੍ਰਾਂਸਪਲਾਂਟੇਸ਼ਨ ਤੋਂ ਬਾਅਦ ਡਾਕਟਰ ਜਿਹੜਾ ਮੇਨ ਰਿਕਮੈਂਡੇਸ਼ਨ ਦਿੰਦੇ ਕਿ 10 ਸਾਲ ਤੋਂ ਬਾਅਦ ਇਹਦੇ 'ਚ ਪ੍ਰੋਬਲਮ ਆਉਣ ਦੇ ਚਾਂਸਸ ਹੋ ਸਕਦੇ ਆ, ਕਿੱਥੇ ਇਲੈਕਟ੍ਰੋਪੈਥਿਕ ਸਿਸਟਮ ਨਾਲ ਉਹ ਪੇਸ਼ੈਂਟ ਅੱਛਾ ਹੋਇਆ ਤੇ ਉਹ 90 ਸਾਲ ਪਲੱਸ ਦੀ ਉਮਰ 'ਚ ਹੋ ਕਰਕੇ ਇੱਕ ਨੈਚੁਰਲ ਡੈਥ ਦੇ ਵਿੱਚ ਗਿਆ। ਪਰ 21 ਸਾਲ ਆਪਣੇ ਆਪ ਦੇ ਲਾਈਫ ਦੇ ਇੰਨੇ ਕੁ ਵਧੀਆ ਕੱਟੇ ਕਿ ਜਿਹਨੂੰ ਉਹਨੂੰ ਕੋਈ ਕਿਸੇ ਤਰੀਕੇ ਦੀ ਕੋਈ ਕੰਪਲਿਕੇਸ਼ਨ
ਮੈਡੀਸਨ ਇੰਨਾ ਕੁ ਐਫੀਕੇਸ਼ੀਅਸ ਪਲੱਸ ਇੰਨਾ ਕੁ ਇਹ ਐਕਸਪੈਂਸ ਜਿਹੜਾ ਬੇਸਿਸ ਇੱਕ ਇਕੋ ਐਕਸਪੈਂਸ ਸਿਸਟਮ ਹੈ, ਇਹਦੇ ਚ ਬਹੁਤ ਘੱਟ ਖਰਚੇ 'ਚ ਅਸੀਂ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਜਿਹੜਾ ਠੀਕ ਕਰਨ ਦੀ ਇਸ ਇਲੈਕਟ੍ਰੋਪੈਥਿਕ ਸਿਸਟਮ ਵਿੱਚ क्षमता ਹੈ। ਕਿੰਨੇ ਮਰੀਜ਼ ਆਪਾਂ ਹੁਣ ਤੱਕ ਠੀਕ ਕਰ ਚੁੱਕੇ ਹਾਂ ਕਿ ਅੱਟਾ ਸੱਟਾ ਕਰਨਾ ਹੋਵੇ? ਅਗਰ ਮੈਂ ਸਿਰਫ ਇਕੱਲੇ ਆਪਣੀ ਗੱਲ ਕਰਾਂ, ਮੈਂ 86 87 ਦੇ ਵਿੱਚ ਪ੍ਰੈਕਟਿਸ ਆਇਆ ਸੀਗਾ। ਹੁਣ ਤੱਕ ਮੋਰ ਦੈਨ 7.5 ਲੱਖ ਪੇਸ਼ੈਂਟ ਜਿਹੜੇ ਮੈਂ ਉਹ ਪਿਛਲੇ 30 ਤੋਂ 32 ਸਾਲ ਦੇ ਵਿੱਚ ਦੇਖ ਚੁੱਕਿਆ, ਰਾਈਟ। ਅਗਰ ਅਸੀਂ ਪੂਰੇ ਆਪਣੇ ਗਰੁੱਪ ਦੀ ਗੱਲ ਕਰੀਏ ਤੇ ਅੱਜ ਤੁਹਾਡੇ ਇਕੱਲੇ ਪੰਜਾਬ ਦੀ ਅਗਰ ਗੱਲ ਕਰੀਏ ਤੇ ਪੰਜਾਬ 'ਚ ਸਾਡੇ ਇਸ ਸਿਸਟਮ ਦੇ ਤਹਿਤ ਮੋਰ ਦੈਨ 1000 ਦੇ ਕਰੀਬ ਸਾਡੇ ਜਿਹੜੇ ਕਲੀਨਿਕ ਹੈ, ਅਗਰ ਔਨ ਐਂਡ ਐਵਰੇਜ ਅਸੀਂ ਦੇਖੀਏ ਤਾਂ ਅੱਜ ਕਰੋੜ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ 'ਚ ਪੇਸ਼ੈਂਟ ਪਿਛਲੇ 15 ਤੋਂ 20 ਸਾਲ ਦੇ ਵਿੱਚ ਦੇਖ ਚੁੱਕੇ ਹਾਂ। ਪਲੱਸ ਉਹਦੇ ਸਭ ਤੋਂ ਅੱਛਾ ਪੁਆਇੰਟ ਇਹੀ ਹੈ, ਨੰਬਰ ਆਫ ਪੇਸ਼ੈਂਟ ਤਾਂ ਜਿਹੜੇ ਹੈ ਸੋ ਹੈ ਹੀ ਹੈ, ਪਰ ਉਹਨਾਂ 'ਚੋਂ ਅੱਜ ਤੱਕ ਇੱਕ ਵੀ ਕੇਸ, ਜਿੰਨੇ ਵੀ ਸਾਡੇ ਪਾਸ ਕ੍ਰਿਟੀਕਲ ਕੇਸ ਵੀ ਆਏ ਨੇ, ਇੱਕ ਵੀ ਕੇਸ ਮੋਰਟੈਲਿਟੀ ਯਾਨੀ ਕਿ ਡੈਥ ਦਾ ਸਾਡੇ ਪਾਸ ਰਿਪੋਰਟ ਨਹੀਂ ਹੋਇਆ। ਯਾਨੀ ਕਿ ਜਿਹਨਾਂ ਦਾ ਇੱਕ ਕਿਸਮ ਦਾ ਡਾਕਟਰ ਨੇ ਟਾਈਮ ਲਿਮਿਟ ਵੀ ਫਿਕਸ ਕੀਤੀ ਹੋਈ ਸੀ, ਨਹੀਂ 4 ਮਹੀਨੇ 6 ਮਹੀਨੇ 4 ਦਿਨ ਹਫਤਾ 10 ਦਿਨ, ਉਹ ਪੇਸ਼ੈਂਟ ਨੂੰ ਵੀ ਅਸੀਂ ਏਜ ਐਨਹਾਂਸ ਹੁੰਦੇ ਹੋਏ ਦੇਖਿਆ। ਉਹ ਵੀ ਜਿਹਨੂੰ ਮਤਲਬ ਫਾਰ ਐਗਜ਼ਾਮਪਲ ਇੱਕ ਕੈਂਸਰ ਦਾ ਪੇਸ਼ੈਂਟ ਅਗਰ ਤੁਹਾਡੇ ਪਾਸ ਆਉਂਦਾ ਹੈ 4th ਸਟੇਜ ਜਾਂਦਾ, ਉਹਦੇ 'ਚ ਕੋਈ ਵੀ ਡਾਕਟਰ ਨੂੰ ਬਹੁਤ ਲੰਬੇ ਸਮੇਂ ਤੱਕ ਜਿੰਦਾ ਨਹੀਂ ਰੱਖ ਸਕਦਾ। ਬਟ ਇਲੈਕਟ੍ਰੋਪੈਥੀ ਮੈਡੀਸਨ ਇੱਕ ਆਪਣਾ ਕਲੇਮ ਕਰਦੀ ਹੈ ਕਿ ਅਸੀਂ ਉਸ ਸਟੇਜ ਦੇ ਵਿੱਚ ਵੀ 4th ਸਟੇਜ ਆਫ ਕੈਂਸਰ ਦੇ ਵਿੱਚ ਵੀ ਜਿਹੜੀ ਏਜ ਹੈ 2 ਸਾਲ ਤੋਂ ਲੈ ਕਰਕੇ 5 ਸਾਲ ਇਹ ਤੋਂ ਵੀ ਵੱਧ ਜਿਹੜੀ ਅਸੀਂ ਐਨਹਾਂਸ ਹੁੰਦੇ ਆਪਣੇ ਜੀਵਨ ਕਾਲ 'ਚ ਦੇਖੀ ਹੈ। ਇਸ ਦਾ ਮਤਲਬ ਕੀ ਹੈ ਕਿ ਜਿਹੜਾ ਇਹ ਸਿਸਟਮ ਹੈ ਇਹ ਸੱਚਮੁੱਚ ਇੱਕ ਇਨਸਾਨ ਨੂੰ ਹੈਲਥ ਦੇ ਕਰਕੇ ਉਹਦੀ ਏਜ ਨੂੰ ਅੱਗੇ ਵਧਾਉਣ ਦਾ ਕੰਮ ਕਰਦਾ ਹੈ। ਜੇ ਆਪਾਂ ਕਾਰਨ ਦੇਖੀਏ, ਬਿਮਾਰੀਆਂ ਦਾ ਕਾਰਨ ਕੀ ਦੇਖਦੇ ਹੋ ਜ਼ਿਆਦਾਤਰ ਪੰਜਾਬ ਦੇ ਵਿੱਚ, ਕੈਂਸਰ ਹੋਇਆ ਜਾਂ ਜਿਹੜੀਆਂ ਗੰਭੀਰ ਬਿਮਾਰੀਆਂ? ਪੰਜਾਬ ਦੇ ਵਿੱਚ ਜੀ ਦੇਖੋ, ਸਭ ਤੋਂ ਵੱਡਾ ਐਨਵਾਇਰਨਮੈਂਟਲ ਚੇਂਜ। ਐਨਵਾਇਰਨਮੈਂਟਲ ਚੇਂਜ ਦਾ ਮਤਲਬ ਇਹ ਨਹੀਂ ਹੈ ਸਿਰਫ ਇੱਕ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ। ਜਿੰਨਾ ਵੀ ਸਾਡੇ ਅੱਜ ਖੇਤ, ਸਭ ਤੋਂ ਪਹਿਲਾ ਕੰਮ ਸ਼ੁਰੂ ਹੁੰਦਾ ਖੇਤ ਤੋਂ। ਖੇਤ ਦੇ ਵਿੱਚ ਜਿਹੜੀਆਂ ਵੀ ਜੀ ਅੱਜ ਦੀ ਡੇਟ 'ਚ ਫਸਲਾਂ ਸਾਡੀਆਂ ਬੋਈਆਂ ਜਾਂਦੀਆਂ, ਇੱਕ ਠੀਕ ਹੈ, ਇੱਕ ਟਾਈਮ ਸਾਡੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਅੰਨ ਦੀ ਜ਼ਰੂਰਤ ਸੀਗੀ। ਉਸ ਅੰਨ ਦੀ ਆਪੂਰਤੀ ਨੂੰ ਕਰਨ ਲਈ ਸਾਨੂੰ ਤਰ੍ਹਾਂ ਤਰ੍ਹਾਂ ਦੇ ਫਰਟੀਲਾਈਜ਼ਰ ਦੇ ਵਿੱਚ ਜਾਣ ਦੀ ਜ਼ਰੂਰਤ ਪਈ। ਬਟ ਇੱਕ ਲੈਵਲ ਅੱਜ ਇੱਦਾਂ ਦਾ ਆ ਗਿਆ ਵੀ ਸਾਡੇ ਪਾਸ ਅੰਨ ਜਿਹੜਾ ਸਰਪਲਸ ਹੈ, ਬਟ ਉਸ ਦੇ ਬਾਵਜੂਦ ਵੀ ਅਸੀਂ ਜਿਹੜਾ ਨੇਚਰ ਵੱਲ ਨਹੀਂ ਮੁੜ ਰਹੇ ਹਾਂ, ਕਿਉਂਕਿ ਸਭ ਤੋਂ ਵੱਡਾ ਜਿਹੜਾ ਸਾਡੀ ਬਿਮਾਰੀਆਂ ਦਾ ਕਾਰਨ ਔਰ ਕੇਂਦਰ ਬਣਿਆ ਉਹ ਅਸੀਂ ਨੇਚਰ ਤੋਂ ਅਲੱਗ ਹੋ ਗਏ। ਨੇਚਰ ਤੋਂ ਉਲਟੀ ਦਿਸ਼ਾ ਦੇ ਵਿੱਚ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਲਈ ਸਾਨੂੰ ਉਹਦਾ ਖਮਿਆਜਾ ਅੱਜ ਬਿਮਾਰੀਆਂ ਰੂਪ ਦੇ ਵਿੱਚ ਭੁਗਤਣ ਨੂੰ ਮਿਲ ਰਿਹਾ। ਤਾਂ ਮੇਰਾ ਮੰਨਣਾ ਇਹ ਜਿਹੜਾ ਸਾਡਾ ਜਿਹੜਾ ਪਾਰਟਿਕੂਲਰ ਬਿਮਾਰੀਆਂ ਦਾ ਮੇਨ ਕੇਂਦਰ ਹੈ ਉਹ ਸਾਡਾ ਸਭ ਤੋਂ ਵੱਡਾ এনवायरमेंट ਦੇ ਵਿੱਚ ਆਈਆਂ ਚੇਂਜਸ ਡਿਊ ਟੂ ਹਿਊਮਨ ਬੀਇੰਗ। ਜਿਹੜਾ ਅਸੀਂ ਆਪਣੇ ਐਜ਼ ਏ ਹਿਊਮਨ ਬੀਇੰਗ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਲਿਆ, ਪੈਸਟੀਸਾਈਡ ਕਲਰ ਦੇਣ ਵਾਸਤੇ ਇਨਸੈਕਟੀਸਾਈਡਸ ਜਾਂ ਕੋਈ ਵੀ ਅਸੀਂ ਕੈਮੀਕਲ ਇਸਤੇਮਾਲ ਕਰਦੇ ਆ, ਉਹ ਕੈਮੀਕਲ ਸਾਡੀ ਜਿਹੜੀ ਲਾਈਫ ਨੂੰ ਹੈ ਉਹ ਹਾਰਮ, ਸਾਡੀ ਹੈਲਥ ਨੂੰ ਉਹ ਹਾਰਮ ਕਰ ਰਿਹਾ। ਔਰ ਉਹਨਾਂ ਚੀਜ਼ਾਂ ਦੇ ਕਰਕੇ ਹੀ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ, ਲਿਵਰ, ਕਿਡਨੀ, ਹਾਰਟ, ਬ੍ਰੇਨ, ਇਹ 4 ਸੈਗਮੈਂਟ ਤਾਂ ਪਹਿਲੇ ਇੱਕ ਟਾਈਮ ਹੁੰਦਾ ਸੀਗਾ। ਅਗਰ ਮੈਂ 80s ਦੀ ਗੱਲ ਕਰਾਂ, ਜਦੋਂ ਮੈਂ ਜੁਆਇਨ ਕੀਤਾ ਸੀ ਤਾਂ ਮੈਂ ਪੰਜਾਬ ਆਉਂਦਾ ਹੁੰਦਾ ਸੀਗਾ ਤਾਂ ਬੜੀ ਮੁਸ਼ਕਿਲ ਦੇ ਵਿੱਚ 100 ਦੇ ਵਿੱਚ ਕਿਤੇ ਇੱਕ ਕਿਡਨੀ ਦਾ ਪੇਸ਼ੈਂਟ ਮਿਲਦਾ ਹੁੰਦਾ ਸੀ। ਅੱਜ ਹਰ 4th ਪਰਸਨ ਜਿਹੜਾ ਕਿਡਨੀ ਫੇਲੀਅਰ ਦਾ ਸ਼ਿਕਾਰ ਹੋ ਰਿਹਾ। ਅੱਗੇ ਅਸੀਂ ਆਉਂਦੇ ਸੀ ਕਿਤੇ 1000 ਦੇ ਵਿੱਚ ਇੱਕ ਦਾ ਜੋ ਹੈ ਉਹ ਲਿਵਰ ਕੈਂਸਰ ਦਾ ਪੇਸ਼ੈਂਟ ਨਿਕਲਦਾ ਹੁੰਦਾ ਸੀਗਾ। ਜਿਵੇਂ ਤੁਸੀਂ ਜਾਣਦੇ ਹੋ ਵੀ ਕਾਲਾ ਪੀਲੀਆ, ਸਫੇਦ ਪੀਲੀਆ ਬੋਲਿਆ ਜਾਂਦਾ, ਜਾਂ ਫਿਰ ਲਿਵਰ ਦੀ ਜਿਹੜੀ ਹੈਪੇਟਾਈਟਸ ਦੇ ਵਿੱਚ ABC ਸਾਡੀਆਂ ਕਿਸਮਾਂ ਆਈਆਂ, ਇਹ ਕਿੱਥੋਂ ਆ ਗਈਆਂ? ਇਹ ਤਾਂ ਹੀ ਆਈਆਂ ਕਿਉਂਕਿ ਇਹ ਜਿਹੜਾ ਅੱਜ ਦੀ ਡੇਟ 'ਚ ਪਹਿਲੇ 1000 ਦੇ ਵਿੱਚ ਇੱਕ ਕੇਸ ਹੁੰਦਾ ਸੀਗਾ, ਅੱਜ 10 ਦੇ ਵਿੱਚ ਇੱਕ ਕੇਸ ਜਿਹੜਾ ਕੈਂਸਰ ਜਿਹੜਾ ਲਿਵਰ ਫੇਲੀਅਰ ਦਾ ਤੁਹਾਡੇ ਸਾਹਮਣੇ ਤੁਹਾਨੂੰ ਦੇਖਣ ਨੂੰ ਮਿਲੂਗਾ। ਹਾਲਾਂਕਿ ਅੱਜ ਤੋਂ ਕੋਈ ਤਕਰੀਬਨ 25 ਸਾਲ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਾਰਟ ਅਟੈਕ ਜਿਹੜੇ ਉਹ ਜ਼ਿਆਦਾ ਮਹਿਸੂਸ ਹੁੰਦੇ ਸੀਗੇ। ਅੱਜ ਅਸੀਂ ਦੇਖ ਰਹੇ ਹਾਂ ਕਿ ਹਾਰਟ ਅਟੈਕ ਤਾਂ ਅੱਜ ਬਹੁਤ ਪਿੱਛੇ ਰਹਿ ਗਿਆ, ਲੋਕਾਂ ਨੂੰ ਪਤਾ ਨਹੀਂ ਹਾਰਟ ਅਟੈਕ ਕੀ ਚੀਜ਼ ਹੁੰਦੀ ਹੈ। ਅੱਜ ਜਿਹੜਾ ਹਰ ਚੌਥਾ ਬੰਦਾ ਕਿਡਨੀ ਫੇਲੀਅਰ ਨੂੰ ਲੈ ਕਰਕੇ, ਹਰ 10ਵਾਂ ਬੰਦਾ ਜਿਹੜਾ ਲਿਵਰ ਕੈਂਸਰ ਨੂੰ ਲੈ ਕਰਕੇ ਉਹ ਆਪਣਾ ਹਾਰਟ ਅਟੈਕ ਤਾਂ ਭੁੱਲ ਹੀ ਚੁੱਕਿਆ ਕਿ ਉਹਨੂੰ ਕਦੀ ਹਾਰਟ ਅਟੈਕ ਵੀ ਆ ਸਕਦਾ। ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਆਈ, ਇਹ এনवायरमेंटल ਚੇਂਜ, ਹਿਊਮਨ ਮੇਡ এনवायरमेंटल ਚੇਂਜਸ ਹੈ, ਉਹਨਾਂ ਨੇ ਜ਼ਿਆਦਾ ਡਿਸਟਰਬ ਕੀਤਾ ਹੈ ਤੇ ਇਹੀ ਸਾਡਾ ਬਿਮਾਰੀਆਂ ਦਾ ਕੇਂਦਰ ਹੈ। ਫਰੀਦਕੋਟ ਲਈ ਤੁਹਾਡੀ ਸੰਸਥਾ ਕੀ ਪ੍ਰੋਡਿਊਸ ਕਰ ਰਹੀ ਹੈ? ਇਹ ਅੱਜ ਹੀ ਅਸੀਂ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ
ਮੈਂ ਆਪਣੀ ਟੀਮ ਦੇ ਨਾਲ ਰਵੀਸਨ ਪਰਿਵਾਰ ਵੱਲੋਂ ਅੱਜ ਡਾਕਟਰ ਸੰਜੀਵ ਜੁਨੇਜਾ ਜੀ ਦਾ ਜਿਹੜਾ ਫਰੀਦਕੋਟ ਦੇ ਵਿੱਚ ਸੈਂਟਰ ਇਸਟੈਬਲਿਸ਼ ਹੋਣ ਜਾ ਰਿਹਾ ਹੋ ਚੁੱਕਿਆ, ਉਹਦਾ ਇਨੋਗ੍ਰੇਸ਼ਨ ਜਿਹੜੀ ਅੱਜ ਹੋਈ ਹੈ। ਮੈਂ ਇਹ ਸੈਂਟਰ ਦਾ ਨਾਮ ਹੈ ਜੀ ਲਾਸਟ ਲੀਫ ਕੇਅਰ, ਤੇ ਇਲੈਕਟ੍ਰੋਪੈਥੀ ਦਾ ਇੱਕ ਬਹੁਤ ਵੱਡਾ ਮਾਈਲਸਟੋਨ ਜਿਹੜਾ ਇਹ ਸਿੱਧ ਹੋਣ ਜਾ ਰਿਹਾ। ਇੱਥੇ ਦੇ ਲੋਕਾਂ ਨੂੰ ਵੀ ਜਿਹੜੇ ਕੱਲ੍ਹ ਤੱਕ ਜਿਨ੍ਹਾਂ ਨੂੰ ਬਠਿੰਡੇ ਜਾ ਕਰਕੇ, ਮੋਗੇ ਜਾ ਕਰਕੇ, ਜਾਂ ਈਵਨ ਬਹੁਤ ਸਾਰੇ ਪੇਸ਼ੈਂਟ ਮੇਰੇ ਪਾਸ ਚੰਬੇ ਤੱਕ ਵੀ, ਮੈਂ ਚੰਬਾ ਹਿਮਾਚਲ ਦਾ ਰਹਿਣ ਵਾਲਾ, ਸਾਡਾ ਹੈੱਡ ਆਫਿਸ ਰਿਸਰਚ ਸੈਂਟਰ ਉਹੀ ਹੈ ਰਵੀਸਨ ਪਰਿਵਾਰ ਦਾ। ਜਦੋਂ ਉੱਥੇ ਤੱਕ ਪੇਸ਼ੈਂਟ ਪਹੁੰਚਦੇ ਹੁੰਦੇ ਸੀ, ਅੱਜ ਉਹਨਾਂ ਨੂੰ ਜਦੋਂ ਲੋਕਲ ਵਿੱਚ ਇਹ ਫੈਸਿਲਿਟੀ ਮਿਲੂਗੀ, ਬਹੁਤ ਸਾਰੇ ਗਰੀਬ ਇੱਦਾਂ ਦੇ ਘਰਾਣੇ ਜਾਂ ਇੱਦਾਂ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਪਾਸ ਇਲਾਜ ਕਰਵਾਉਣ ਦੀ ਬਹੁਤ ਸਫੀਸ਼ੀਐਂਸੀ ਨਹੀਂ ਹੁੰਦੀ ਹੈ, ਉਹ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਆ। ਇਹ ਜਿਹੜਾ ਫਰੀਦਕੋਟ ਵਿੱਚ ਸੈਂਟਰ ਲਾਸਟ ਲੀਫ ਕੇਅਰ ਹੈ, ਇਹ ਬਹੁਤ ਵੱਡਾ ਇੱਕ ਮਾਈਲਸਟੋਨ ਸਿੱਧ ਹੋਣ ਜਾ ਰਿਹਾ ਹੈ। ਤੇ ਮੈਂ ਇੱਕ ਬਿਲਕੁਲ ਮੇਰੀ ਉਮੀਦ ਹੈ ਕਿ ਜਿਹੜੇ ਫਰੀਦਕੋਟ ਔਰ ਅਰਾਊਂਡ ਫਰੀਦਕੋਟ ਦੇ ਲੋਕੀ ਹੈ, ਜਿਹੜੇ ਮਰੀਜ਼ ਨੇ, ਜਿਹੜੇ ਲਾ ਇਲਾਜ ਬਿਮਾਰੀਆਂ ਤੋਂ ਗ੍ਰਸਿਤ ਨੇ, ਉਹ ਇਸ ਸੈਂਟਰ ਦਾ ਬਹੁਤ ਵਧੀਆ ਫਾਇਦਾ ਚੱਕਣਗੇ। ਤੇ ਡਾਕਟਰ ਸੰਜੀਵ ਜੁਨੇਜਾ ਜੀ ਤੇ ਇਹਨਾਂ ਦੀ ਫੈਮਿਲੀ ਨੂੰ ਮੈਂ ਇੱਕ ਵਾਰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇਸ ਦੇ ਨਾਲ ਨਾਲ ਜਿਹੜੀ ਖਾਸੀਅਤ, ਇਹ ਜਿਹੜਾ ਸੈਂਟਰ ਹੈ, ਇਹ ਇਲੈਕਟ੍ਰੋਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਇੱਕ ਪਾਇਓਨੀਅਰ ਸੈਂਟਰ ਬਣਨ ਜਾ ਰਿਹਾ, ਜਿਨ੍ਹਾਂ ਦੇ ਇਸ EDMA ਦੇ ਜਿਹੜੇ ਚੇਅਰਪਰਸਨ ਨੇ ਡਾਕਟਰ ਜਗਤਾਰ ਸਿੰਘ ਸੇਖੋਂ, ਜਿਹੜੇ ਇਹਨਾਂ ਦੇ ਪ੍ਰਧਾਨ ਨੇ ਡਾਕਟਰ ਜਗਮੋਹਨ ਜੀ, ਸੈਕਟਰੀ ਨੇ ਡਾਕਟਰ ਪਾਠਕ ਜੀ, ਪਰਵਿੰਦਰ ਪਾਠਕ ਜੀ, ਇਹ ਪੂਰੀ ਟੀਮ ਦੇ ਨਾਲ ਇੱਥੇ ਆਏ ਹੋਏ ਨੇ, ਇਹਨਾਂ ਦੀ ਇਨੋਗ੍ਰੇਸ਼ਨ ਅਗਵਾਈ ਕਰਦੇ ਹੋਏ। ਤਾਂ ਇਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਸੈਂਟਰ ਚੱਲੇਗਾ ਔਰ ਚੱਲ ਰਿਹਾ ਹੈ। ਤੇ ਮੈਨੂੰ ਉਮੀਦ ਹੈ ਕਿ ਇੱਥੇ ਲੋਕੀ ਦਾ ਬਹੁਤ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਫਾਇਦਾ ਚੱਕਦੇ ਹੋਏ ਆਪਣੇ ਆਪ ਦੇ ਸਰੀਰ ਨੂੰ ਨਿਰੋਗੀ ਬਣਾਉਣ ਦੇ ਵਿੱਚ ਇਹ ਸੈਂਟਰ ਬਹੁਤ ਵੱਡੀ ਮਦਦ ਕਰੇਗਾ। ਡਾਕਟਰ ਸਾਹਿਬ, ਕਿਸ ਤਰ੍ਹਾਂ ਦਾ ਵਿਜ਼ਨ ਲਿਆ ਤੁਸੀਂ ਅੱਜ ਸੈਂਟਰ ਖੋਲ੍ਹਿਆ? ਦੇਖੋ ਜੀ, ਮੈਂ ਕੁਝ 4-6 ਮਹੀਨਿਆਂ ਤੋਂ ਇਸ ਪੈਥੀ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਜੁੜਿਆ। ਹਾਲਾਂਕਿ ਡਿਗਰੀਜ਼ ਜਾਂ ਕੁਆਲੀਫਿਕੇਸ਼ਨਸ ਆਪਣੇ ਕੋਲ ਆਲਰੇਡੀ ਹੈਗੀਆਂ, ਬੁੱਕਸ ਵੀ ਆਪਾਂ ਪੜ੍ਹਦੇ ਰਹਿੰਦੇ ਹਾਂ, ਆਪਣੀ ਸਬਜੈਕਟ ਬੁੱਕਸ ਵੀ ਆਪਾਂ ਪੜ੍ਹੀਆਂ, ਅਦਰਵਾਈਜ਼ ਵੀ ਵੀ ਆਰ ਇਨ ਟੱਚ। ਪਰ ਇੱਕ ਓਰੀਐਂਟੇਸ਼ਨ ਦੀ ਲੋੜ ਹੁੰਦੀ ਹੈ, ਇੱਕ ਸੰਗਠਿਤ ਤਰੀਕੇ ਨਾਲ ਕੰਮ ਕਰਨ ਦੀ ਖਮਤਾ ਵਾਸਤੇ ਤੁਹਾਨੂੰ ਇੱਕ ਟੀਮ ਦੀ ਲੋੜ ਹੁੰਦੀ ਹੈ, ਜਿਹੜੀ ਕਿ ਅੱਜ ਆਪਣੇ ਨਾਲ ਹੈ, ਤੁਸੀਂ ਦੇਖ ਰਹੇ ਹੋ। ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਥੇ ਆ ਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ, ਮੈਨੂੰ ਮਾਣ ਬਖਸ਼ਿਆ। ਔਰ ਮੈਂ ਉਮੀਦ ਕਰਦਾ ਸਰ, ਜਿਵੇਂ ਡਾਕਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਆਪਾਂ ਫਰੀਦਕੋਟ ਦੇ ਲੋਕਾਂ ਦੀ ਸਿਹਤ ਨੂੰ ਉਜਾਗਰ ਵਧੀਆ ਰੱਖਣ ਵਾਸਤੇ ਮੇਰੇ ਖਿਆਲ ਕੋਈ ਕਸਰ ਨਹੀਂ ਛੱਡਾਂਗੇ। ਦੂਸਰੀ ਗੱਲ, ਉਹ ਵੀ ਇਸ ਪੈਥੀ ਦਾ, ਮੇਰਾ ਇਸ ਸੈਂਟਰ ਦਾ ਪੂਰਾ ਫਾਇਦਾ ਉਠਾਉਣਗੇ। ਫਰੀਦਕੋਟ ਦੀ ਆਰਥਿਕਤਾ ਨੂੰ ਧਿਆਨ 'ਚ ਰੱਖਦੇ ਹੋਏ ਕਿਸ ਤਰ੍ਹਾਂ ਦੀਆਂ ਫੀਸਾਂ ਰੱਖ ਰਹੇ ਹੋ ਤੁਸੀਂ? ਡਾਕਟਰ ਸਾਹਿਬ, ਜੇ ਆਪਾਂ ਥੋੜ੍ਹੀ ਜਿਹੀ ਜੇ ਪੰਜਾਬੀ 'ਚ ਗੱਲ ਕਰੀਏ, ਲੇਮੈਨ ਲੈਂਗੁਏਜ, ਸਾਨੂੰ ਮਤਲਬ ਇਹ ਨਹੀਂ ਕਿ ਅਸੀਂ ਵੀ ਆਰ ਗੈਟਿੰਗ ਵੈਰੀ ਰਿਨਾਊਂਡ ਪੇਸ਼ੈਂਟਸ ਆਲਸੋ। ਬੜੇ ਲੋਕ ਜਿਹੜੇ ਬੜੇ ਥੋੜ੍ਹੇ ਜਿਹੇ ਸੋਫਿਸਟੀਕੇਟਡ ਲੋਕ ਆ, ਉਹ ਵੀ ਆਪਣੇ ਕੋਲ ਆ ਰਹੇ ਆ। ਬਟ ਬੇਸਿਕਲੀ ਸਾਨੂੰ ਗਰੀਬਾਂ ਦਾ ਡਾਕਟਰ ਕਿਹਾ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਬੇਸਿਕਲੀ ਜਿਹੜੇ ਪੇ ਨਹੀਂ ਕਰ ਸਕਦੇ, ਕੁੱਲ ਮਿਲਾ ਕੇ ਅਸੀਂ ਕਹਿਣਾ ਚਾਹੁੰਦੇ ਹਾਂ ਸਾਡੇ ਜਿਹੜਾ ਟ੍ਰੀਟਮੈਂਟ ਦਾ ਜਿਹੜਾ ਐਕਸਪੈਂਡੀਚਰ ਹੈ ਸਰ, ਇੰਨਾ ਕੋਈ ਨੋਮੀਨਲ ਹੈ, ਇੰਨਾ ਕੋਈ ਥੋੜ੍ਹਾ ਹੈ ਵੀ ਕੋਈ ਵੀ ਬੰਦਾ ਉਹਨੂੰ ਪੇ ਕਰ ਸਕਦਾ। ਦੂਸਰੀ ਗੱਲ ਇਹ ਆ ਵੀ ਸਰ, ਜਿੱਥੇ ਵੱਡੀਆਂ ਬਿਮਾਰੀਆਂ ਦੀ ਆਪਾਂ ਗੱਲ ਕਰੀਏ, ਉੱਥੇ ਦਾ ਸਰ ਇਹ ਡਿਫਰੈਂਸ ਬਹੁਤ ਜ਼ਿਆਦਾ ਮਾਇਨੇ ਵਿੱਚ ਇਫੈਕਟ ਕਰਦਾ ਹੈ। ਇਨਫੈਕਟ ਜਦੋਂ ਛੋਟੀਆਂ ਬਿਮਾਰੀਆਂ ਦੀ ਗੱਲ ਕਰਦੇ ਆ ਤਾਂ ਉਹ ਤਾਂ ਉੱਥੇ ਹੀ, ਕਿਉਂਕਿ ਉਹੀ ਗੋਲੀਆਂ ਉਹਨੇ ਜਿਹੜੀਆਂ ਐਲੋਪੈਥੀ ਵਿੱਚ ਖਾ ਰਿਹਾ, ਲਗਭਗ ਉਹਨੇ ਪੈਸਿਆਂ ਦੇ ਵਿੱਚ ਹੀ ਆਪਣਾ ਇਹ ਇਲੈਕਟ੍ਰੋਪੈਥੀ ਟ੍ਰੀਟਮੈਂਟ ਹੋ ਜਾਂਦਾ। ਜਦੋਂ ਆਪਾਂ ਖਾਂਸੀ ਜ਼ੁਕਾਮ ਦੀ ਗੱਲ ਕਰਦੇ ਹਾਂ ਜਾਂ ਐਕਿਊਟ ਪ੍ਰੋਬਲਮਸ ਦੀ ਗੱਲ ਕਰਦੇ ਹਾਂ, ਜਿੱਥੇ ਕ੍ਰੋਨਿਸਿਟੀ ਆ ਜਾਂਦੀ ਹੈ ਸਰ, ਉੱਥੇ ਬਹੁਤ ਡਿਫਰੈਂਸ ਕ੍ਰੀਏਟ ਕਰਦਾ ਹੈ। ਕਿਉਂਕਿ ਸਰ, ਇੱਕ ਤਾਂ ਲੰਬਾ ਟ੍ਰੀਟਮੈਂਟ ਚੱਲਣਾ ਹੁੰਦਾ, ਦੂਸਰੀ ਗੱਲ ਪੇਸ਼ੈਂਟ ਦੀ ਬਿਮਾਰੀ ਗੰਭੀਰ ਹੁੰਦੀ ਹੈ, ਟੈਸਟਾਂ ਦੇ ਪੈਸੇ ਹੀ ਇੰਨੇ ਜ਼ਿਆਦਾ ਪੇਸ਼ੈਂਟ ਨੂੰ ਪੇ ਕਰਨੇ ਪੈਂਦੇ ਕਿ ਇਲਾਜ ਜੋਗੇ ਪੈਸੇ ਫਿਰ ਉਹਨੂੰ ਮੁਸ਼ਕਿਲ ਹੋ ਜਾਂਦੀ ਹੈ। ਅਤੇ ਸਾਡੇ ਇਸ ਪੈਥੀ ਦੇ ਵਿੱਚ ਸਰ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਟੂਲਸ ਹੈਗੇ ਆ ਜਿਨ੍ਹਾਂ ਵਿੱਚ ਸਾਨੂੰ ਟੈਸਟਾਂ ਦੀ ਲੋੜ ਵੀ ਮਿਨੀਮਲ ਤਰੀਕੇ ਨਾਲ ਪੈਂਦੀ ਹੈ। ਸਾਡੀ ਜਿੱਥੇ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਕਿਤੇ ਥੋੜ੍ਹਾ ਜਿਹਾ ਸੋਫਿਸਟੀਕੇਸ਼ਨ ਵਾਲੇ ਪਾਸੇ ਜਾਣ ਦੀ ਲੋੜ ਹੁੰਦੀ ਹੈ, ਉੱਥੇ ਅਸੀਂ ਪੇਸ਼ੈਂਟ ਨੂੰ ਟੈਸਟ ਕਰਾਉਣ ਵਾਸਤੇ ਕਹਿੰਦੇ ਹਾਂ। ਅਦਰਵਾਈਜ਼ ਸਾਡੀ ਪਲਸ ਡਾਇਗਨੋਸਿਸ ਸਾਡਾ ਇੱਕ ਬਹੁਤ ਵਧੀਆ ਟੂਲ ਸਾਡੇ ਕੋਲ ਹੈਗਾ ਸੋ, ਜਿਹਦੇ ਨਾਲ ਅਸੀਂ ਆਪਣੇ ਆਪ ਹੀ ਬੇਸਿਕ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਹੈ ਸਰ, ਉੱਥੋਂ ਤੱਕ ਅਸੀਂ ਪਹੁੰਚ ਜਾਂਦੇ ਹਾਂ ਅਤੇ ਅਕੋਰਡਿੰਗਲੀ ਅਸੀਂ ਟ੍ਰੀਟਮੈਂਟ ਦੇ ਦਿੰਦੇ ਹਾਂ। ਯਾਨੀ ਇਹ ਕਹਿ ਲਿਆ ਜਾਵੇ ਕਿ ਜਿਹੜੀ ਬਿਮਾਰੀ ਦੀ ਸ਼ਨਾਖਤ ਆ ਉਹ ਨਬਜ਼ ਰਾਹੀਂ ਹੁੰਦੀ ਆ, ਵੈਦਾਂ ਵਾਂਗੂ ਜਿਵੇਂ ਪੁਰਾਣੇ ਵੈਦ ਕਰਦੇ ਸੀ? ਤੁਸੀਂ ਬਿਲਕੁਲ ਕਹਿ ਸਕਦੇ ਹੋ, ਕੁਝ ਇਸੇ ਤਰ੍ਹਾਂ ਹੀ ਹੈ, ਪਰ ਇਹਨਾਂ ਵਿੱਚ ਵੀ ਕੁਝ ਨਵੀਆਂ ਟੈਕਨੀਕਸ ਸਾਡੇ ਰਿਸਰਚ ਸੈਂਟਰ ਤੋਂ ਸਰ ਕੰਟੀਨਿਊਸਲੀ ਪਿਛਲੇ 30-35 ਸਾਲਾਂ ਤੋਂ 37 ਸਾਲਾਂ ਤੋਂ ਸਰ ਇਹਦਾ ਪੂਰਾ ਪ੍ਰੋਗਰੈਸ਼ਨ ਤਰੀਕੇ ਨਾਲ ਇਹਦਾ
ਇੱਕ ਰਿਸਰਚ ਹੋ ਰਿਹਾ ਸਰ, ਉਹਦੇ ਵਿੱਚ ਸਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਉਜਾਗਰ ਹੋਈਆਂ, ਬਹੁਤ ਸਾਰੀਆਂ ਨਵੀਆਂ ਟੈਕਨੀਕਸ, ਬਹੁਤ ਸਾਰੇ ਨਵੇਂ ਨੁਸਖੇ ਸਾਨੂੰ ਸਰ ਪ੍ਰੋਵਾਈਡ ਹੁੰਦੇ ਰਹਿੰਦੇ ਆ, ਜਿੰਦੇ ਤਹਿਤ ਸਰ ਅਸੀਂ ਉਹਨਾਂ ਤੋਂ ਵੀ ਵਧੀਆ ਹੁਣ ਇਹ ਡਾਇਗਨੋਸ ਕਰ ਲੈਂਦੇ ਹਾਂ। ਕੁੱਲ ਮਿਲਾ ਕੇ ਸਰ ਜੇ ਕਿਹਾ ਜਾਵੇ, ਚਲੋ ਜਿਹੜੇ ਆਪਣੇ ਵੈਦ ਸੀਗੇ ਅਸੀਂ ਉਹਨਾਂ ਦਾ ਪੂਰਾ ਰਿਗਾਰਡ ਕਰਦੇ ਹਾਂ ਸਰ, ਕਿਉਂਕਿ ਇੰਸਟਰੂਮੈਂਟਸ ਦਾ ਅਭਾਵ ਉਦੋਂ ਹੁੰਦਾ ਸੀਗਾ, ਤਾਂ ਅਵਸ਼ਕਤਾ ਅਵਿਸ਼ਕਾਰ ਕੀ ਜਨਨੀਆਂ ਕਹਿੰਦੇ ਆ, ਤਾਂ ਉਹਨਾਂ ਦੀ ਤਾਂ ਮਜਬੂਰੀ ਸੀਗੀ ਸਰ, ਪਰ ਸਾਡੇ ਕੋਲ ਤਾਂ ਕਲਾ ਹੈ, ਤਾਂ ਅਸੀਂ ਇਸ ਕਲਾ ਨੂੰ ਸਰ ਪੂਰਾ ਉਪਯੋਗ ਕਰਦੇ ਹਾਂ। ਸਾਡੇ ਕੋਲ ਮੈਡੀਕਲ ਨੌਲੇਜ ਸਰ ਪੂਰੀ ਹੈ, ਸਾਡੇ ਕੋਲ ਦਵਾਈਆਂ ਸਰ ਅਸਰਦਾਰ ਹੈ, ਟੂ ਦਾ ਪੁਆਇੰਟ ਜਾ ਕੇ ਐਕਟ ਕਰਦੀਆਂ, ਟਾਰਗੇਟਡ ਫਾਰਮ ਦੇ ਵਿੱਚ, ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਤੁਸੀਂ ਦੇਖੋ ਸਭ ਤੋਂ ਵੱਡੀ ਪ੍ਰੋਬਲਮ ਐਲੋਪੈਥੀ ਵਿੱਚ ਵੀ ਇਹੀ ਆ ਰਹੀ ਹੈ, ਫਾਇਦਾ ਤਾਂ ਹੋਏ ਜਾਂ ਨਾ ਹੋਏ ਆਪਣਾ ਸਰ ਇਸ਼ੂ ਨਹੀਂ ਹੈਗਾ, ਬਟ ਸਾਈਡ ਇਫੈਕਟਸ ਡੈਫੀਨੇਟਲੀ ਹੈਗੇ ਆ ਸਰ। ਸਾਡਾ ਇਹ ਹੈ ਵੀ ਫਾਇਦਾ ਤਾਂ ਅਸੀਂ ਜ਼ਰੂਰ ਦਿੰਦੇ ਹਾਂ, ਚਲੋ ਹੋ ਸਕਦਾ 2 ਦਿਨ ਵੱਧ ਵੀ ਲੱਗ ਜਾਣ, ਪਰ ਸਾਈਡ ਇਫੈਕਟ ਕੋਈ ਨਹੀਂ ਹੈਗਾ ਸਰ। ਇਹ ਅਸੀਂ ਆਪਣੀ ਪੈਥੀ ਦੀ ਬਹੁਤ ਵੱਡੀ ਉਪਲਬਧੀ ਸਮਝਦੇ ਹਾਂ। ਆਮ ਤੌਰ ਤੇ ਨਾ ਹਰ ਇੱਕ